हेलो एवरीवन, वेलकम टू चेतन भारत लर्निंग। की हाल चाल है सबका। आई होप ਤੁਹਾਡੀ PCS ਦੀ ਤਿਆਰੀ ਠੀਕ ਚੱਲ ਰਹੀ ਹੋਣੀ ਹੈ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸੈਟਰਡੇ ਸੰਡੇ 31 ਅਕਤੂਬਰ ਐਂਡ 1 ਨਵੰਬਰ ਨੂੰ ਆਪਾਂ ਕੰਪਲੀਟ ਮੌਕ ਟੈਸਟ ਲੈ ਰਹੇ ਹਾਂ PCS ਦਾ। ਆਈ ਰਿਕੁਐਸਟ ਯੂ ਪੀਪਲ ਟੂ ਪਲੀਜ਼ ਬ੍ਰਸ਼ ਅਪ ਯੋਰ ਪ੍ਰੈਪਰੇਸ਼ਨ। ਜੋ ਵੀ ਆਪਾਂ ਹਜੇ ਤੱਕ ਤਿਆਰ ਕੀਤਾ ਉਹ ਸਾਰੀਆਂ ਚੀਜ਼ਾਂ ਤੁਸੀਂ ਰਿਵਾਈਜ਼ ਕਰ ਲਓ ਐਂਡ ਪੇਪਰ ਲਈ ਪੂਰੇ ਤਗੜੇ ਹੋ ਜਾਓ। PCS ਦੇ PPSC ਦਾ ਜਦੋਂ ਪੇਪਰ ਲਊਗੀ ਸੋ ਲਊਗੀ, ਆਪਾਂ ਆਪਣੇ ਵੱਲੋਂ ਤਾਂ ਤਿਆਰੀ ਪੂਰੀ ਰੱਖੀਏ। ਆਪਣਾ ਪੰਜਾਬ ਵਾਲਾ ਜਿਹੜਾ ਪੋਰਸ਼ਨ ਸੀ, ਪੰਜਾਬ GK ਪੰਜਾਬ ਰਿਲੇਟਡ ਫੈਕਟਸ, ਉਹ ਆਪਾਂ ਹਜੇ ਤੱਕ ਕਲਾਸਿਸ 'ਚ ਨਹੀਂ ਕਵਰ ਕੀਤਾ ਸੀਗਾ। ਅੱਜ ਹੁਣ ਇਹ ਕਲਾਸ ਹੈ ਲੱਗਣੀ ਆ ਤੁਹਾਡੀ, ਇੱਕ ਪੂਰੀ ਲੰਬੀ ਕਲਾਸ ਲੱਗੂਗੀ। ਆਪਾਂ ਸਾਰਾ ਕੁਝ ਹੀ ਪੰਜਾਬ ਬਾਰੇ ਕਵਰ ਕਰ ਲਾਂਗੇ। ਸਬਰ ਕਰਕੇ ਬੈਠੇ ਰਹੋ। ਇੱਦਾਂ ਦੀ ਹੀ ਤੁਹਾਡੀ ਕੱਲ੍ਹ ਇੱਕ ਕਲਾਸ ਪੋਲੀਟੀਕਲ ਥਿਊਰੀ ਦੀ ਲੱਗੂਗੀ। ਉਸ 'ਚ ਵੀ ਤੁਸੀਂ ਲੰਗਰ ਛਕਣਾ ਬੜੇ ਆਰਾਮ ਨਾਲ ਐਂਡ ਬੜੇ ਸਹਿਜੇ ਸਾਰੀਆਂ ਤੁਸੀਂ ਚੀਜ਼ਾਂ ਕਵਰ ਕਰਨੀਆਂ। ਤੋ ਲੈਟ ਅਸ ਸਟਾਰਟ। ਹੌਲੀ ਹੌਲੀ ਕਰਕੇ ਆਪਾਂ ਸਾਰੀਆਂ 1 ਬਾਏ 1 ਚੀਜ਼ਾਂ ਕਵਰ ਕਰਾਂਗੇ। ਫਸਟ ਆਫ ਆਲ ਲੈਟ ਅਸ ਸਟਾਰਟ ਵਿਦ ਦੀ ਐਡਮਿਨਿਸਟ੍ਰੇਟਿਵ ਡਿਵੀਜ਼ਨਸ ਆਫ ਦੀ ਸਟੇਟ ਆਫ ਪੰਜਾਬ। ਐਡਮਿਨਿਸਟ੍ਰੇਟਿਵਲੀ ਪੰਜਾਬ कैपिटल ਆਪਾਂ ਸਾਰਿਆਂ ਨੂੰ ਪਤਾ ਹੀ ਹੈ ਚੰਡੀਗੜ੍ਹ। The state is divided into administrative divisions. Every division is further divided into districts. Districts are divided into तहसील्स या जिन्हों ਨੂੰ ਆਪਾਂ सब divisions ਵੀ ਕਹਿ ਦਿੰਦੇ ਹਾਂ। ਉੱਪਰ CM ਸਾਹਿਬ ਬੈਠੇ ਹੋਏ ਹੈ, ਡਿਵੀਜ਼ਨ ਲੈਵਲ ਤੇ ਕਮਿਸ਼ਨਰ ਬੈਠੇ ਹੁੰਦੇ ਹੈ, ਡਿਸਟ੍ਰਿਕਟ ਲੈਵਲ ਤੇ DC ਸਾਹਿਬ ਬੈਠੇ ਹੁੰਦੇ ਹੈ, ਡਿਪਟੀ ਕਮਿਸ਼ਨਰ ਬੈਠੇ ਹੁੰਦੇ ਹੈ, ਸਬ ਡਿਵੀਜ਼ਨਲ ਲੈਵਲ ਤੇ SDM ਸਾਹਿਬ ਬਹਿੰਦੇ ਹੈ, ਜਿਹਦੀ ਤੁਸੀਂ ਲੱਗਣ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਪੰਜਾਬ 'ਚ ਕਿੰਨੇ ਡਿਵੀਜ਼ਨਸ ਹੈ, ਕਿੰਨੇ ਡਿਸਟ੍ਰਿਕਟ ਹੈ, ਕੁਝ ਬੇਸਿਕ ਫੈਕਟਸ ਆਪਾਂ ਨੂੰ ਪਤਾ ਹੋਣੇ ਚਾਹੀਦੇ ਹੈ। ਟੋਟਲ ਪੰਜਾਬ 'ਚ 5 ਐਡਮਿਨਿਸਟ੍ਰੇਟਿਵ ਡਿਵੀਜ਼ਨਸ ਹੈ। ਜਲੰਧਰ ਡਿਵੀਜ਼ਨ, ਫਿਰੋਜ਼ਪੁਰ ਡਿਵੀਜ਼ਨ, ਫਰੀਦਕੋਟ ਡਿਵੀਜ਼ਨ, ਪਟਿਆਲਾ ਡਿਵੀਜ਼ਨ ਤੇ ਰੋਪੜ ਡਿਵੀਜ਼ਨ। ਠੀਕ ਹੈ ਜੀ, ਆ 5 ਤੁਸੀਂ ਡਿਵੀਜ਼ਨਸ ਯਾਦ ਰੱਖਣੇ ਆ, ਧਿਆਨ 'ਚ ਰੱਖਿਓ ਕਿਹੜੇ ਹੈ। ਕਈ ਵਾਰੀ ਆਪਣੇ ਦਿਮਾਗ 'ਚ ਰਹਿੰਦਾ ਕਿ ਯਾਰ ਲੁਧਿਆਣਾ ਬਹੁਤ ਵੱਡਾ ਡਿਸਟ੍ਰਿਕਟ ਹੈ, ਬਹੁਤ ਜ਼ਿਆਦਾ ਪਾਪੂਲੇਸ਼ਨ ਹੈ, ਡਿਵੀਜ਼ਨ ਹੈੱਡਕੁਆਟਰ ਹੋਊਗਾ, ਪਰ ਹੈ ਨਹੀਂਗਾ। ਜਲੰਧਰ, ਫਿਰੋਜ਼ਪੁਰ, ਫਰੀਦਕੋਟ, ਪਟਿਆਲਾ ਤੇ ਰੋਪੜ। ਹੁਣ ਜਿਵੇਂ ਕਿ ਮੈਂ ਦੱਸਿਆ ਕਿ ਹਰ ਡਿਵੀਜ਼ਨ is further divided into districts। ਤਾਂ ਆਪਾਂ ਦੇਖ ਲੈਂਦੇ ਹਾਂ ਕਿ ਇਹਨਾਂ ਡਿਵੀਜ਼ਨਸ 'ਚ ਕਿਹੜੇ ਡਿਸਟ੍ਰਿਕਟਸ ਆਉਂਦੇ ਆ। ਟੋਟਲ ਪੰਜਾਬ 'ਚ 22 ਡਿਸਟ੍ਰਿਕਟਸ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਓਵਰਆਲ ਸ਼ੇਪ ਆਫ ਪੰਜਾਬ ਵੀ ਦੇਖ ਸਕਦੇ ਹੋ। ਟ੍ਰਾਇੰਗੂਲਰ ਸ਼ੇਪਡ ਰੀਜਨ ਹੈ। ਇੱਧਰਲੇ ਪਾਸੇ ਪਾਕਿਸਤਾਨ, ਨੀਚੇ ਰਾਜਸਥਾਨ, ਇੱਧਰ ਹਰਿਆਣਾ ਉੱਪਰ ਵਾਲੀ ਸਾਈਡ ਤੇ HP, ਇੱਧਰ ਈਸਟਰਨ ਸਾਈਡ ਤੇ ਨਾਰਥ ਈਸਟਰਨ ਸਾਈਡ ਤੇ HP। ਤਾਂ ਟੋਟਲ 22 ਡਿਸਟ੍ਰਿਕਟਸ ਆਫ ਪੰਜਾਬ ਹੈ। ਲੇਟੈਸਟ ਜਿਹੜੇ ਡਿਸਟ੍ਰਿਕਟ ਹੈ ਫਾਜ਼ਿਲਕਾ ਤੇ ਪਠਾਨਕੋਟ, 2 ਨਿਊਐਸਟ ਡਿਸਟ੍ਰਿਕਟਸ ਆਫ ਪੰਜਾਬ ਹੈ। ਪਹਿਲਾਂ 20 ਡਿਸਟ੍ਰਿਕਟਸ ਹੁੰਦੇ ਸੀਗੇ। ਤਾਂ ਇਸ ਤਰ੍ਹਾਂ ਕੁਝ ਬੇਸਿਕ ਫੈਕਟਸ ਸੀ, ਧਿਆਨ 'ਚ ਰੱਖਣੇ ਆ। ਹੁਣ ਇਹ ਜਿਹੜੇ ਆਪਾਂ 5 ਡਿਵੀਜ਼ਨਸ ਕੀਤੇ ਸੀ, ਇਹਨਾਂ ਦੇ ਅੰਦਰ ਦੇ ਥੋੜ੍ਹੇ ਜਿਹੇ ਆਪਾਂ ਡਿਸਟ੍ਰਿਕਟਸ ਵੀ ਧਿਆਨ 'ਚ ਰੱਖ ਲਈਏ। ਪਹਿਲਾਂ ਤਾਂ ਜੇ ਆਪਾਂ ਪਿੱਛੇ ਵਾਲਾ ਮੈਪ ਆਪਣੇ ਧਿਆਨ 'ਚ ਹੈ, ਆਪਾਂ ਕੋਈ ਇਸ ਦੇ ਰਿਲੇਟਡ ਕੁਐਸਚਨ ਆਉਂਦਾ ਹੈ ਜੇ ਆਪਣੇ ਮੈਪ, ਮੈਂ ਤੁਹਾਨੂੰ ਜੀਓਗ੍ਰਾਫੀ ਦੀਆਂ ਕਲਾਸਿਸ 'ਚ ਵੀ ਕਾਫੀ ਜ਼ੋਰ ਦੇ ਕੇ ਕਿਹਾ ਸੀਗਾ ਕਿ ਮੈਪਸ ਜੇ ਆਪਾਂ ਆਪਣੀਆਂ ਅੱਖਾਂ 'ਚ ਵਸਾ ਲਾਂਗੇ ਤਾਂ ਆਪਾਂ ਨੂੰ ਉਹਨਾਂ ਦੇ ਰਿਲੇਟਡ ਕੋਈ ਐਂਟਰੀ ਆਊਗੀ ਤਾਂ ਆਪਣੇ ਗਲਤ ਹੋਣ ਦੇ ਚਾਂਸਿਸ ਬਹੁਤ ਘੱਟ ਹੁੰਦੇ ਆ। ਤਾਂ ਫਰੀਦਕੋਟ ਡਿਵੀਜ਼ਨ ਦੇ ਅੰਦਰ 3 ਡਿਸਟ੍ਰਿਕਟਸ ਆਉਂਦੇ ਆ, ਫਰੀਦਕੋਟ, ਬਠਿੰਡਾ, ਮਾਨਸਾ। ਫਿਰੋਜ਼ਪੁਰ ਡਿਵੀਜ਼ਨ ਦੇ ਅੰਦਰ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਐਂਡ ਮੋਗਾ। ਜਲੰਧਰ ਡਿਵੀਜ਼ਨ 'ਚ ਸਭ ਤੋਂ ਜ਼ਿਆਦਾ ਡਿਸਟ੍ਰਿਕਟਸ ਆਉਂਦੇ ਆ, ਮਤਲਬ ਇੱਕ ਡਿਵੀਜ਼ਨ ਦੇ ਅੰਦਰ ਸਭ ਤੋਂ ਜ਼ਿਆਦਾ ਡਿਸਟ੍ਰਿਕਟ ਸਭ ਤੋਂ ਜ਼ਿਆਦਾ ਹੈਗੇ ਜਲੰਧਰ 'ਚ। ਜਲੰਧਰ, ਕਪੂਰਥਲਾ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ। ਸ਼ੁਰੂ ਹੋ ਜਾਣਾ ਬੱਸ ਕੰਡਕਟਰ ਵਾਂਗੂ। ਠੀਕ ਹੈ ਜੀ, ਤਾਂ ਆਪਣਾ ਉੱਪਰ ਵਾਲਾ ਸਾਰਾ ਹੀ ਰੀਜਨ ਆ ਗਿਆ। ਪਟਿਆਲਾ ਡਿਵੀਜ਼ਨ 'ਚ ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਬਰਨਾਲਾ ਤੇ ਸੰਗਰੂਰ। ਰੋਪੜ ਡਿਵੀਜ਼ਨ ਸਭ ਤੋਂ ਛੋਟਾ ਡਿਵੀਜ਼ਨ ਹੈ। ਰੋਪੜ, SAS ਨਗਰ ਐਂਡ SBS ਨਗਰ। ਮੋਹਾਲੀ ਤੇ ਨਵਾਂ ਸ਼ਹਿਰ ਡਿਸਟ੍ਰਿਕਟ। ਨਵਾਂ ਸ਼ਹਿਰ ਦਾ ਨਾਮ ਸ਼ਹੀਦ ਭਗਤ ਸਿੰਘ ਨਗਰ, ਮੋਹਾਲੀ ਦਾ ਨਾਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜਾਂ ਜਿਹਨੂੰ ਰੀਨੇਮ ਕਰਕੇ ਅਜੀਤਗੜ੍ਹ ਕਰ ਦਿੱਤਾ ਗਿਆ ਹੈ। ਰੋਪੜ ਨੂੰ ਰੂਪਨਗਰ ਵੀ ਕਹਿੰਦੇ ਹੈ। ਸੇਮ ਹੀ ਇੱਥੇ ਮਲਟੀਪਲ ਨੇਮਸ ਹੈ। ਰੋਪੜ 'ਚ 3, ਫਰੀਦਕੋਟ 'ਚ 3, ਇੱਥੇ ਫਿਰੋਜ਼ਪੁਰ 'ਚ 4 ਹੈ ਐਂਡ ਇਹਨਾਂ 'ਚ ਥੋੜ੍ਹੇ ਜ਼ਿਆਦਾ ਤੁਸੀਂ ਯਾਦ ਰੱਖਣੇ ਹੈ। ਠੀਕ ਹੈ, ਮੈਪ ਧਿਆਨ 'ਚ ਰੱਖੋਗੇ ਵੀ ਕਿਹੜਾ ਵਾਲਾ ਡਿਵੀਜ਼ਨ ਕਿੱਧਰ ਨੂੰ ਹੈਗਾ ਐਂਡ ਉਹਦੀ ਬਾਉਂਡਰੀਜ਼ ਕਿੱਧਰ ਹੈ। ਪਿੱਛੇ ਜਿਹੜਾ ਆਪਾਂ ਇਹ ਵਾਲਾ ਮੈਪ ਚੈੱਕ ਕੀਤਾ ਸੀ, ਇਸ ਮੈਪ ਤੋਂ ਤੁਸੀਂ ਬਹੁਤ ਈਜ਼ੀਲੀ ਯਾਦ ਰੱਖ ਸਕਦੇ ਹੋ। ਉੱਪਰ ਜਲੰਧਰ ਡਿਵੀਜ਼ਨ ਹੈ। ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ। ਫਿਰੋਜ਼ਪੁਰ ਡਿਵੀਜ਼ਨ ਫਿਰੋਜ਼ਪੁਰ, ਮੋਗਾ, ਫਾਜ਼ਿਲਕਾ, ਮੁਕਤਸਰ। ਫਰੀਦਕੋਟ ਡਿਵੀਜ਼ਨ ਫਰੀਦਕੋਟ, ਬਠਿੰਡਾ, ਮਾਨਸਾ। ਪਟਿਆਲਾ ਡਿਵੀਜ਼ਨ ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ। ਰੋਪੜ ਡਿਵੀਜ਼ਨ ਮੋਹਾਲੀ, SAS ਨਗਰ, SBS ਨਗਰ ਤੇ ਰੋਪੜ ਡਿਸਟ੍ਰਿਕਟ।
ठीक है बच्चे। तो ये रिलेटेड बेसिक फैक्चुअल क्वेश्चन आपू पंजाब PCS एग्जाम च आ सकते हैं, होर भी कॉम्पीटिटिव एग्जाम्स च आ सकते हैं, तो आप ध्यान च रखिए। दैन अगेन जोग्राफिकल पॉइंट ऑफ व्यू तो आप कुछ पहला बेसिक इन्फॉर्मेशन देख लें। टोटल एरिया ऑफ पंजाब अराउंड 50,000 स्क्वायर किलोमीटर्स इज द टोटल एरिया ऑफ पंजाब, which is about 1.5% of the total area of India. Largest district Ludhiana and smallest district SAS Nagar, साहिबजादा अजीत सिंह नगर। इत्थे हम आप एरिया के टर्म्स से गल कर रहे हैं। नैक्सट आप देखते हैं पॉपूलेशन के टर्म्स च वट इज़ द टोटल पॉपूलेशन लार्जेस्ट स्मॉलेस्ट डिस्ट्रिक्ट्स किहड़े है। टोटल पॉपूलेशन अराउंड 2.77 करोड़ है, 2.25 करोड़ पॉपूलेशन ऑफ पंजाब है, विच इज़ अबाउट 2.25%, 2.25% ऑफ द टोटल पॉपूलेशन, सॉरी टोटल पॉपूलेशन ऑफ इंडिया। मोस्ट पॉपुलस डिस्ट्रिक्ट लुधियाना है, लार्जेस्ट भी लुधियाना है एंड मोस्ट पॉपुलस डिस्ट्रिक्ट भी लुधियाना है। लीस्ट पॉपुलेटेड डिस्ट्रिक्ट है बरनाला, ठीक है। दैन जे आप इस इन्होंने स्टैटिस्टिक्स 2001 के स्टैटिस्टिक्स नाल कंपेयर करिए, ऑफकोर्स 2011 के स्टैटिस्टिक्स है, 2001 सेंसस के स्टैटिस्टिक्स नाल जे आप कंपेयर करिए उदों पॉपूलेशन सी अपनी अप्रोक्सीमेटली 2.44 करोड़, 2.5 करोड़ के नेड़े अपनी पॉपूलेशन सी। एंड ये जड़ा अपना इंक्रीज होया डेकेडल ग्रोथ रेट अराउंड 14% है, 13.9% इज दी डेकेडल ग्रोथ रेट ऑफ पंजाब। ਹੁਣ डिस्ट्रिक्ट्स पॉपूलेशन ग्रो की है, तो जो आप डिफरेंट डिस्ट्रिक्ट्स की पॉपूलेशन ग्रोथ ਨੂੰ कंपेयर करिए, मैक्सीमम डेकेडल ग्रोथ रेट मोहाली डिस्ट्रिक्ट च पाई गई है, SAS नगर डिस्ट्रिक्ट च पाई गई है। लीस्ट डेकेडल ग्रोथ रेट साहिबजादा शहीद भगत सिंह डिस्ट्रिक्ट च पाई गई है, शहीद भगत सिंह नगर डिस्ट्रिक्ट च पाई गई है, नवांशहर डिस्ट्रिक्ट, ठीक है जी। दैन डेंसिटी ऑफ पॉपूलेशन के पॉइंट ऑफ व्यू से आप गल करिए, टोटल अराउंड 550 550 persons per square kilometer is the density of population, which is more than the density of population, the average density of population of India. Most densely populated district ਹੁਣ ਇੱਥੇ ਫਿਰ ਲੁਧਿਆਣਾ, चलो अपने लाइक याद करना ही सौखा हो रहा है। लार्जेस्ट पॉपूलेशन हाईएस्ट डेंसिटी लुधियाना ही चल रहा है। लीस्ट डेंसली पॉपुलेटेड डिस्ट्रिक्ट इज मुक्तसर। Now moving to the other parameters related to population only, literacy rate, sex ratio, आप one by one different parameters करांगे, rural urban population and all। literacy rate दी गल करिए तो 76% ਦੇ अराउंड टोटल लिटरेसी रेट है। इंडिया का लिटरेसी रेट अराउंड 72% है, सो इट इज़ अगेन मोर दैन दी नेशनल एवरेज। मोस्ट लिटरेट डिस्ट्रिक्ट हुशियारपुर है, जिसका नाम ही हुशियारपुर है। वो डिस्ट्रिक्ट उत्तर के लोग भी हुशियार ही होने हैं, पढ़े लिखे होने हैं। हुशियारपुर विद अबाउट 85% लिटरेसी इज दी मोस्ट लिटरेट डिस्ट्रिक्ट। ऑन दी अदर हैंड जो साउथ पंजाब वाले डिस्ट्रिक्ट है, थोड़े जे रिलेटिवली एजुकेशन वाले लिटरेसी वाले पैरामीटर्स ठीक परफॉर्म नहीं कर रहे हैं। लीस्ट लिटरेट डिस्ट्रिक्ट है मानसा विद 62% लिटरेसी। ਹੁਣ जे आप मेल एंड फीमेल लिटरेसी की गल करिए, अगे फर्दर आप कुछ डेटा जो नोट करिए, वाइल मेल लिटरेसी इज़ अराउंड 80%, फीमेल लिटरेसी इज़ अराउंड 70%। अगेन चलो थोड़ा जा आप स्टैटिस्टिक्स याद करने सौखे आ। हम आप यूजली तुम कमेंट्स से लिखते रहते हो कि इन्नियां चीज़ां याद किवें होणगियां, कॉल करके भी पुछते हो तो पढ़ा तो दिता सी, याद किवें रखीए। तो ये तो हुण एक तो रिवीजन सब तो अच्छा टूल हुंदा है याद करन लई, याद रखन लई। फिर जे आप कोई रिलेशनस वगैरह बना सकते हैं तो उहदे नाल थोड़ा जा माइंड बैटर रिकॉल कर पांदा है। हुण इत्थे 75% है, 5% उत्ते 5% थल्ले। मेल लिटरेसी 80% है, फीमेल लिटरेसी 70% है। उन्हां दे विच बिल्कुल एवरेज आ जाती है अराउंड 75%। मैक्सीमम मेल लिटरेसी, मैक्सीमम फीमेल लिटरेसी ते मैक्सीमम लिटरेसी। हुशियारपुरियां दी खाओ तुसी बर्फी एंड हो जो लिटरेट। तो तिना ही केसिस च हुशियारपुर इज़ दी मोस्ट लिटरेट डिस्ट्रिक्ट। लीस्ट लिटरेसी च भी फॉर्चुनेटली मानसा याद रखना अपने लिए थोड़ा जा ईजी है बिकॉज ऑफ दी स्टैटिस्टिक्स जड़े अवेलेबल है। दैन सैक्स रेशो के पॉइंट ऑफ व्यू तो जो आप गल करिए, वी नो दैट वट इज सैक्स रेशो, द नंबर ऑफ फीमेल्स पर 1000 मेल्स। एंड आप इंडिया के जो करैक्टरिस्टिक्स ऑफ पॉपूलेशन डिस्कस किए सी, आप गल की सी कि पंजाब हरियाणा वालियां जड़ियां स्टेट्स है, तो इन जनरल सैक्स रेशो बहुत घट पाई जाती है। हरियाणा सब तो घट है इंडिया च,
Punjab is one of the lowest performing states as far as the sex ratio is concerned. So sex ratio of Punjab is around 895, less than 900 females per 1000 males पाए जाते हैं. बट चंगी गल ये है कि एज़ कंपेयर टू 2001 परफॉर्मेंस थोड़ी जी बेटर है. पहला ਤਾਂ 876 ਸੀ, ਹੁਣ ਇੰਪਰੂਵ ਕਰਕੇ ਆਪਾਂ 895 ਤੇ ਆ ਗਏ ਹਾਂ. Males constitute, like what does this figure tell us? That males constitute about 53% of the population, while females constitute about 47%. Plus 3% minus 3% ਦਾ ਫਰਕ ਪੈ ਜਾਂਦਾ. ਇਹਦੇ ਨਾਲ males 53%, females 47% of the total population of Punjab. Now coming to the district wise performance, highest sex ratio, again ਪੜ੍ਹੀਆਂ ਲਿਖੀਆਂ states ਹੋਣਗੀਆਂ ਤਾਂ ਚੰਗਾ perform ਕਰਨਗੇ, ਬੇਟੀਆਂ ਨੂੰ ਵੀ ਪੜ੍ਹਾਉਣਗੇ ਐਂਡ ਬੇਟੀਆਂ ਨੂੰ ਵੀ ਅੱਗੇ ਵਧਾਉਣਗੇ. ਹੁਸ਼ਿਆਰਪੁਰ is the state with the highest sex ratio, 961, like very close to 1000. Lowest sex ratio ਤਰਨਤਾਰਨ district 'ਚ ਪਾਈ ਜਾ ਰਹੀ ਹੈ, around 868. And then sex ratio ਨਾਲ ਹੀ related ਇੱਕ ਹੋਰ ਪੈਰਾਮੀਟਰ ਹੁੰਦਾ child sex ratio. ਪੰਜਾਬ ਦੀ ਚਾਈਲਡ ਸੈਕਸ ਰੇਸ਼ੋ 846 ਹੈ. ਹਾਲਾਂਕਿ 2001 ਸੈਂਸਸ ਦੇ ਕੰਪੈਰੀਜ਼ਨ 'ਚ ਇੰਪਰੂਵਮੈਂਟ ਹੈ, ਕਿਉਂਕਿ 2001 'ਚ ਤਾਂ ਲੈਸ ਦੈਨ 800 ਸੀ. ਹੁਣ ਆਪਾਂ ਇੰਪਰੂਵ ਕਰਕੇ ਅਰਾਊਂਡ 850 ਤੇ ਆ ਗਏ ਹਾਂ. ਬਟ ਅਦਰਵਾਈਜ਼ ਜੇ ਆਪਾਂ ਇਹਨੂੰ ਕੰਪੇਅਰ ਕਰੀਏ ਨਾਰਮਲ ਸੈਕਸ ਰੇਸ਼ੋ, ਮਤਲਬ ਜਨਰਲ ਪੋਪੂਲੇਸ਼ਨ ਇਨਕਲੂਡਿੰਗ ਅਡਲਟਸ ਦੀ ਸੈਕਸ ਰੇਸ਼ੋ ਨਾਲ, ਤਾਂ ਚਾਈਲਡ ਸੈਕਸ ਰੇਸ਼ੋ ਅਡਲਟ ਮਤਲਬ ਜਨਰਲ ਸੈਕਸ ਰੇਸ਼ੋ ਤੋਂ ਵੀ ਘੱਟ ਹੈ. ਯਾਨੀ ਕਿ ਇਨ ਫਿਊਚਰ ਆਪਣੀ ਪੋਪੂਲੇਸ਼ਨ ਹੋਰ ਜ਼ਿਆਦਾ ਸਕਿਊਡ ਹੋਣ ਦੇ ਚਾਂਸਿਸ ਹੈ, ਕਿਉਂਕਿ ਬੱਚਿਆਂ ਦੀ ਚਾਈਲਡ ਸੈਕਸ ਰੇਸ਼ੋ ਤਾਂ ਹਜੇ ਨਾਰਮਲ ਸੈਕਸ ਰੇਸ਼ੋ ਨਾਲੋਂ ਵੀ ਘੱਟ ਹੈ. ਤਾਂ 846 ਅਰਾਊਂਡ 850, ਇੱਥੇ ਅਰਾਊਂਡ 900. ਹਾਈਐਸਟ ਚਾਈਲਡ ਸੈਕਸ ਰੇਸ਼ੋ ਸ਼ਹੀਦ ਭਗਤ ਸਿੰਘ ਨਗਰ ਡਿਸਟ੍ਰਿਕਟ ਨਵਾਂਸ਼ਹਿਰ ਡਿਸਟ੍ਰਿਕਟ 'ਚ ਪਾਈ ਜਾ ਰਹੀ ਹੈ, 885. ਤੁਸੀਂ ਹੁਣ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇੱਥੇ 885 ਹੈ. ਜਿਹੜਾ ਆਪਣਾ ਬੈਸਟ ਪਰਫੋਰਮਿੰਗ ਡਿਸਟ੍ਰਿਕਟ ਹੈ ਉਹਦੀ ਚਾਈਲਡ ਸੈਕਸ ਰੇਸ਼ੋ ਵੀ ਆਪਣੀ ਜਿਹੜੀ ਐਵਰੇਜ ਸੈਕਸ ਰੇਸ਼ੋ ਹੈ ਉਸ ਤੋਂ ਘੱਟ ਹੈ, ਔਰ ਐਵਰੇਜ ਨਾਰਮਲ ਸੈਕਸ ਰੇਸ਼ੋ ਹੈ ਉਸ ਤੋਂ ਘੱਟ ਹੈ. 885, ਇੱਥੇ ਆਪਣੀ ਐਵਰੇਜ ਹੀ 895 ਹੈ. ਵੀ ਬੈਸਟ ਪਰਫੋਰਮੈਂਸ ਵੀ ਇੰਨਾ ਜ਼ਿਆਦਾ ਵਧੀਆ ਨਹੀਂ ਹੈਗੀ. ਔਨ ਦੀ ਅਦਰ ਹੈਂਡ ਆਪਾਂ ਇੱਥੇ ਦੇਖੀ ਸੀ ਬੈਸਟ ਪਰਫੋਰਮਿੰਗ ਜਿਹੜਾ ਡਿਸਟ੍ਰਿਕਟ ਸੀਗਾ ਉਹਦੀ ਅਰਾਊਂਡ 1961 ਵਾਸ ਦੀ ਸੈਕਸ ਰੇਸ਼ੋ ਆਫ ਹੁਸ਼ਿਆਰਪੁਰ. ਲੋਐਸਟ ਚਾਈਲਡ ਸੈਕਸ ਰੇਸ਼ੋ ਅਗੇਨ ਤਰਨਤਾਰਨ ਦੀ ਹੈ, ਅਰਾਊਂਡ 820. ਤੋ ਅਗੇਨ ਮਤਲਬ ਜਿੰਨੀ ਇਹ ਨੋਰਮਲ ਹੈ ਉਸ ਤੋਂ ਵੀ ਘੱਟ. ਤਾਂ ਇਹ ਕੁਛ ਸੈਕਸ ਰੇਸ਼ੋ ਨਾਲ ਰਿਲੇਟਡ ਸਟੈਟਿਸਟਿਕਸ ਹੈ ਜਿਹੜੇ ਆਪਾਂ ਧਿਆਨ 'ਚ ਰੱਖਾਂਗੇ. ਫਿਰ ਰੂਰਲ ਅਰਬਨ ਕੰਪੋਜੀਸ਼ਨ ਆਫ ਪੋਪੂਲੇਸ਼ਨ ਦੀ ਗੱਲ ਕਰੀਏ ਤਾਂ 62% ਆਫ ਦੀ ਪੋਪੂਲੇਸ਼ਨ ਆਫ ਪੰਜਾਬ ਰੂਰਲ ਏਰੀਆਜ਼ 'ਚ ਰਹਿੰਦੀ ਹੈ. 37.5% ਆਫ ਦੀ ਪੋਪੂਲੇਸ਼ਨ ਆਫ ਪੰਜਾਬ ਅਰਬਨ ਏਰੀਆਜ਼ 'ਚ ਰਹਿੰਦੀ ਹੈ. ਤਾਂ ਇਹ ਤੁਸੀਂ ਰੇਸ਼ੋ ਰਫਲੀ ਯਾਦ ਰੱਖਣੀ ਹੈ. 6:4 ਦੀ ਰਫਲੀ ਰੇਸ਼ੋ ਹੈ. 60-40 ਐਗਜ਼ੈਕਟ ਯਾਦ ਰਵੇ. 62.5 ਐਂਡ 37.5 ਰੂਰਲ ਏਰੀਆਜ਼ 'ਚ 60%, ਅਰਬਨ ਏਰੀਆਜ਼ 'ਚ ਅਰਾਊਂਡ 40%. ਸ਼ਡਿਊਲ ਕਾਸਟ ਪੋਪੂਲੇਸ਼ਨ ਇਨ ਪੰਜਾਬ ਇਜ਼ ਅਰਾਊਂਡ 32% ਆਫ ਦੀ ਟੋਟਲ ਪੋਪੂਲੇਸ਼ਨ ਆਫ ਪੰਜਾਬ. ਰਿਲੀਜਨ ਵਾਈਜ਼ ਕੰਪੋਜੀਸ਼ਨ ਦੀ ਗੱਲ ਕਰੀਏ ਪੋਪੂਲੇਸ਼ਨ ਦੀ, Sikhism is the majority religion, like we can very well relate. 60% of the population of Punjab Sikh religion profess करती है. Around 37% Hindu population Hindu religion profess करती है. फिर पिछे बचे अपने को 3%. ये बाकी दे religions च divided है. According this data according to census, Muslim population is around 1.5%, Christian population 1.2%, others constitute 0.38%. So basically Hindus and Sikhs they constitute majority 97% of the population of Punjab. Then ਹੁਣ ਕੁਝ ਮਿਸਲੇਨੀਅਸ ਫੈਕਟਸ ਮੈਂ ਇੱਥੇ ਰੱਖੇ ਸੀਗੇ ਤੁਹਾਡੇ ਲਈ. ਆਪਾਂ ਫਾਰਮੈਟ ਕੀ ਰੱਖਾਂਗੇ ਕਿ ਯੂ ਆਰ ਸਪੋਜ਼ ਟੂ ਰੀਡ ਦੀ ਸੈਂਟੈਂਸ ਐਂਡ ਟਰਾਈ ਟੂ ਗੈਸ ਦੀ ਆਂਸਰ, ਦੈਨ ਆਈ ਵਿਲ ਟੈਲ ਯੂ ਦੀ ਕਰੈਕਟ ਆਂਸਰ. These two are the newest districts of Punjab that were formed in 2011. ਇਹਦੇ ਨਾਲ ਮਤਲਬ ਲਾਈਕ ਮੇਰਾ ਪਰਪਸ ਤੁਹਾਨੂੰ ਟੈਸਟ ਕਰਨਾ ਨਹੀਂ ਹੈਗਾ, ਥੋੜ੍ਹਾ ਜਿਹਾ ਇੱਦਾਂ ਕਿ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ, ਪਰ ਥੋੜ੍ਹਾ ਜਿਹਾ ਇੰਟਰੈਕਟਿਵ ਮੈਨਰ 'ਚ. ਟੂ ਨਿਊਐਸਟ ਡਿਸਟ੍ਰਿਕਟਸ ਆਫ ਪੰਜਾਬ ਮੈਂ ਆਲਰੇਡੀ ਤੁਹਾਨੂੰ ਦੱਸਿਆ ਹੈ, ਫਾਜ਼ਿਲਕਾ ਐਂਡ Pathankot. These are the two newest districts of Punjab. Fazilka district was carved out of Firozpur. Pathankot district was carved out of Gurdaspur. Faridkot is named after the Sufi saint. बहुत easy question.
सूफी सेंट शेख फरीद, बाबा फरीद के नाम से the city of Faridkot is named. Dash is named after Patti Rajput kings who used to rule over this area. It was known as Vikramgarh during the ancient times and Tabar-e-Hind during the times of Delhi Sultanate. ਕਿਹੜੇ city या ਕਿਹੜੇ district ਦੀ ਆਪਾਂ ਗੱਲ ਕਰ ਰਹੇ ਹਾਂ? Tabar-e-Hind medieval history 'ਚ ਤੁਸੀਂ ਪੜ੍ਹਿਆ ਹੋਊਗਾ definitely. ਵਿਕਰਮਗੜ੍ਹ ਇਹ ਸ਼ਾਇਦ ਤੁਸੀਂ ਐਂਸ਼ੀਅੰਟ ਹਿਸਟਰੀ 'ਚ ਨਹੀਂ ਪੜ੍ਹਿਆ ਹੋਊਗਾ, ਟ੍ਰਿਵੀਅਲ ਫੈਕਟ ਹੈ। ਨੇਮਡ ਆਫਟਰ ਪੱਟੀ ਰਾਜਪੂਤ ਕਿੰਗਸ। ਆਪਾਂ ਗੱਲ ਕਰ ਰਹੇ ਹਾਂ ਬਠਿੰਡਾ ਡਿਸਟ੍ਰਿਕਟ ਦੀ। ਬਠਿੰਡਾ ਨੂੰ ਮੈਡੀਵਲ ਟਾਈਮ 'ਚ ਤੁਸੀਂ ਰਜ਼ੀਆ ਸੁਲਤਾਨ ਵਾਲਾ ਉਹ ਕੇਸ ਪੜ੍ਹਿਆ ਸੀਗਾ, ਜਿੱਥੇ ਉਹ ਡਿਫਰੈਂਟ ਗਵਰਨਰਸ ਰਿਬੈਲ ਕਰ ਰਹੇ ਸੀਗੇ। ਲੀਡਰ ਆਫ ਰਿਬੈਲੀਅਨ ਵਾਸ ਅਲਤੂਨੀਆ ਹੂ ਵਾਸ ਗਵਰਨਰ ਆਫ ਤਬਰ-ਏ-ਹਿੰਦ। ਗਵਰਨਰ ਆਫ ਬਠਿੰਡਾ ਸੀ ਜਿਹਨੂੰ ਉਸ ਟਾਈਮ ਤੇ ਤਬਰ-ਏ-ਹਿੰਦ ਕਹਿੰਦੇ ਸੀ, ਗੇਟਵੇ ਟੂ ਇੰਡੀਆ। ਸੋ ਬਠਿੰਡਾ ਵਾਜ਼ ਰੂਲ। ਮੈਂ ਇਹ ਆਪਾਂ ਬਠਿੰਡਾ ਅੱਜ ਕੱਲ੍ਹ ਲਿਖਣ ਲੱਗ ਪਏ ਹਾਂ, ਪਹਿਲਾਂ ਲਾਈਕ ਓਰੀਜਨਲ ਇਹਦੇ ਸਪੈਲਿੰਗ ਭਟਿੰਡਾ ਹੁੰਦੇ ਸੀਗੇ, BHATI ਨਾਲ। ਤੋ ਬਠਿੰਡਾ ਭੱਟੀ ਰਾਜਪੂਤਸ ਦੇ ਨਾਮ ਤੋਂ ਆਪਾਂ ਇਹਦਾ ਨਾਮ ਬਠਿੰਡਾ ਰੱਖਿਆ ਸੀ। ਅੱਜ ਕੱਲ੍ਹ ਆਪਾਂ ਕਨਵੀਨੀਅੰਸ ਨੂੰ ਬਠਿੰਡਾ ਲਿਖਣਾ ਸਟਾਰਟ ਕਰਤਾ ਹੈ। तो नेक्स्ट मूव करिए, विच एरिया इज ऑल्सो नोन एज, विच डिस्ट्रिक्ट इज ऑल्सो नोन एज एरिया ऑफ वाइट गोल्ड। पंजाब दी कॉटन बेल्ट च अगेन वाइट गोल्ड आप कॉटन ਲਈ वर्ड इस्तेमाल करते हैं। तो कॉटन बेल्ट च केड़ा डिस्ट्रिक्ट तुहाडे हिसाब नाल इज नोन एज एरिया ऑफ वाइट गोल्ड? तो करैक्ट आंसर होगा इहदा मानसा। मानसा इज नोन एज द एरिया ऑफ वाइट गोल्ड। ਸਾਡਾ ਸ਼ਹਿਰ ਕੋਟਕਪੂਰਾ ਕਿਸੇ ਜ਼ਮਾਨੇ 'ਚ ਏਸ਼ੀਆ ਦੀ ਸਭ ਤੋਂ ਵੱਡੀ ਕਾਟਨ ਦੀ ਮੰਡੀ ਮੰਨਿਆ ਜਾਂਦਾ ਸੀਗਾ। ਚਲੋ ਅੱਜ ਕੱਲ੍ਹ ਤਾਂ ਇੰਨੀ ਜ਼ਿਆਦਾ ਕਾਟਨ ਨਹੀਂ ਹੁੰਦੀ ਉੱਧਰਲੇ ਪਾਸੇ। ਦੈਨ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਡੈਸ਼ ਵਾਸ ਫਾਊਂਡਡ ਬਾਈ ਫਿਰੋਜ਼ ਸ਼ਾਹ ਤੁਗਲਕ। ਪਹਿਲੀ ਗੱਲ ਤਾਂ ਇੱਥੋਂ ਤੁਹਾਨੂੰ ਆਨਸਰ ਇੱਥੋਂ ਹੀ ਕਲੀਅਰ ਹੋ ਗਿਆ ਹੋਣਾ ਚਾਹੀਦਾ, ਬਟ ਅੱਗੇ ਵਾਲੀ ਆਪਾਂ ਇਨਫੋਰਮੇਸ਼ਨ ਪੜ੍ਹ ਲਈਏ। ਆਲਸੋ ਨੋਨ ਐਜ਼ ਸ਼ਹੀਦੋਂ ਕੀ ਧਰਤੀ, ਫੇਮਸ ਫॉर एंग्लो सिख वॉर मेमोरियल एंड सारागढ़ी गुरुद्वारा हुसैनी वाला मातियस मेमोरीयल। किहड़े शहर की गल हो रही है? ईजी क्वेश्चन है, वैसे बेसिकली तुसीं आ चीज़ां ध्यान च रखनियां भी इत्थे पाया जाता है। आई गैस तुहानूं सब नूं आंसर पता लग गया होगा हजे तक। फिरोज शाह तुगलक ने बनाया फिरोजपुर। इत्थे जिहड़ा फेमस एंग्लो सिख वॉर मेमोरीयल है, फिरोज शाह कोटला च एक एंग्लो सिख वॉर की एक बैटल हुई सी, उत्थे फिरोज शाह कोटला च एंग्लो सिख वॉर मेमोरीयल है। सारागढ़ी की बैटल जिहड़ी अफगानिस्तान च फेमस बैटल हुई है, जिसते केसरी मूवी भी बनी है, तुसीं सब ने देखी होनी है। उस ही बैटल नूं कमैमोरेट करन लई फिरोजपुर विच सारागढ़ी गुरुद्वारा रीकनस्ट्रक्ट किया, क्योंकि वो तो अफगानिस्तान च रह गया, आप हुण उत्थे जा नहीं सकते, तो इत्थे आपां मैमोरीयल सारागढ़ी गुरुद्वारा कंस्ट्रक्ट किया। दैन हुसैने वाला बॉर्डर है, उत्थे वाघा बॉर्डर अमृतसर का मशहूर है, हुसैनी वाला बॉर्डर फिरोजपुर का मशहूर है। हुसैनी वाला मातियस मेमोरीयल, शहीद भगत सिंह सुखदेव एंड राजगुरु की समाध भी इत्थे ही बनी हुई है, हुसैनी वाला वॉर मेमोरीयल वाले जगह ते, मातियस मेमोरीयल वाली जगह ते। Then Dash is known for its famous मागी दा मेला. Its older name was खिदराने दी ढाब। मागी दा मेला कित्थों दा मशहूर है? होला मोहल्ला आनंदपुर साहब दा मशहूर है। मागी दा मेला मुक्तसर साहब, श्री मुक्तसर साहब का मशहूर है। तो मुक्तसर डिस्ट्रिक्ट इज नोन फॉर इट्स फेमस मागी का मेला। इसका जड़ा ट्रेडिशनल नेम सीगा, पुराना नाम सी खिदराने दी ढाब, जिथे खिदराने की लड़ाई भी हुई है। गुरु गोबिंद सिंह जी ने 40 मुक्ते फेमस है, जिन्हों के नाम से मुक्तसर शहर पिया होया है। तो ये तुसीं ध्यान च रखना है। नैक्सट हुण सैट ऑफ क्वेश्चनस। डैश वॉज फाउंडड बाय बाबा आला सिंह। It has famous places like किला मुबारक, शीश महल, मोती बाग पैलेस, गुरुद्वारा दुख निवारण साहब etc. It also houses famous institutions like National Institute of Sports, किहड़े शहर च है? राजीव गांधी नेशनल यूनिवर्सिटी ऑफ लॉ, किहड़े शहर की गल कर रहे हैं जी आपां? इन्ने सारे पैलेसिस है, फोर्ट्स है, किला मुबारक, शीश महल, मोती बाग पैलेस। ਆਪਾਂ ਪਟਿਆਲਾ ਸ਼ਹਿਰ ਦੀ ਗੱਲ ਕਰ ਰਹੇ ਹਾਂ। ਬਾਬਾ ਆਲਾ ਸਿੰਘ ਨੇ ਇਹ ਸ਼ਹਿਰ ਦੀ ਫਾਊਂਡੇਸ਼ਨ ਰੱਖੀ ਸੀ। ਫੁਲਕੀਆਂ ਡਾਇਨੈਸਟੀ ਵਾਸ ਦੀ ਰੂਲਿੰਗ ਡਾਇਨੈਸਟੀ ਓਵਰ ਦਿਸ ਪਲੇਸ। ਕੈਪਟਨ ਸਾਹਿਬ ਦਾ ਸ਼ਹਿਰ ਪਟਿਆਲਾ ਵੀ ਆਰ ਟਾਕਿੰਗ ਆਫ। ਨੈਕਸਟ ਹੈ, ਡੈਸ਼ ਵਾਸ ਦੀ ਹੋਮ ਡਿਸਟ੍ਰਿਕਟ ਆਫ ਸ਼ਹੀਦ ਊਧਮ ਸਿੰਘ।
शहीद भगत सिंह का तो आपां नूं पता लग ही गया, नवां शहर की गल हो रही है। खटकर कलां पिंड है शहीद भगत सिंह का, नवां शहर डिस्ट्रिक्ट च। इत्थे हुण क्वेश्चन आया शहीद उधम सिंह बारे। होम डिस्ट्रिक्ट ऑफ शहीद उधम सिंह एज वेल एज नरेश गोयल हु इज़ द ओनर ऑफ जेट एयरवेज। It is also the second largest district in area। ਕਿਹੜੇ डिस्ट्रिक्ट की गल हो रही है? शहीद उधम सिंह सुनाम तो बिलोंग करते सी, सुनाम अपना संगरूर डिस्ट्रिक्ट है। इन्हां दा नहीं कसूर, इन्हां दा जिला संगरूर। तो संगरूर डिस्ट्रिक्ट है जी। शहीद उधम सिंह सुनाम शहर तुसीं याद रखना है। एंड नरेश गोयल द ओनर ऑफ जेट एयरवेज, ये भी इसे डिस्ट्रिक्ट तो ही बिलोंग करते हैं। सेकेंड लार्जेस्ट डिस्ट्रिक्ट इन एरिया। सॉरी, ओहो आंसर पहले ही पता चल गया थानू। डैश वॉज द medieval fortress town and one of the important administrative divisions of the Mughals and was renamed after one of the sons of Guru Gobind Singh जी। केड़े डिस्ट्रिक्ट की गल हो रही है, केड़े सिटी की गल हो रही है? पहला आंसर आप देख ही लिया सी, बट अदरवाइज भी आई गेस यू विल बी एबल टू रिलेट फ्रॉम द इन्फॉर्मेशन गिवन। medieval fortress सरहंद। बलबन के टाइम पर तुसीं medieval हिस्टरी च पढ़िया सीगा कि उन्होंने सीरीज़ ऑफ फ्रंटीयर फोर्ट्स बनाए सीगे ब्लड एंड आयरन पॉलिसी के तहत, क्योंकि मंगोल्स अटैक कर देंदे सीगे। दिल्ली नूं डिफेंड करन लई उन्होंने सीरीज़ ऑफ फोर्ट्स बनाए सी। वन ऑफ द फोर्ट्स वॉज सरहंद का किला, समाने का किला एंड होर भी सीरीज़ ऑफ तबर हिंद का किला भी स्ट्रेंथन किया सीगा बठिंडे वाला। ਤਾਂ ਸਰਹੰਦ ਦੀ ਗੱਲ ਹੋ ਰਹੀ ਹੈ। ਵਨ ਆਫ ਦੀ ਇੰਪੋਰਟੈਂਟ ਐਡਮਿਨਿਸਟ੍ਰੇਟਿਵ ਡਿਵੀਜ਼ਨਸ ਆਫ ਮੁਗਲਸ, ਫੌਜਦਾਰੀ ਆਫ ਸਰਹੰਦ ਹੁੰਦੀ ਸੀਗੀ। ਸੂਬੇ ਦੇ ਜਿਹੜੇ ਹੈੱਡਕੁਆਟਰ ਸੀਗੇ ਉਹ ਲਾਹੌਰ 'ਚ ਸੀਗੇ। ਮੁਗਲ ਸਟੇਟ ਦੇ ਵਾਸ ਡਿਵਾਈਡਡ ਇਨਟੂ ਸੂਬਾ, ਸੂਬੇ ਵਰ ਡਿਵਾਈਡਡ ਇਨਟੂ ਫੌਜਦਾਰੀਜ਼। ਤਾਂ ਪੰਜਾਬ ਦਾ ਜਿਹੜਾ ਸੂਬਾ ਸੀ ਉਹ ਲਾਹੌਰ ਦੀ ਸੂਬੇਦਾਰੀ ਕਹੀ ਜਾਂਦੀ ਸੀਗੀ ਐਂਡ ਸਰਹੰਦ ਵਾਸ ਅ ਫੌਜਦਾਰੀ, ਯੂ ਕੈਨ ਸੇ ਸਾਈਟ ਆਫ ਸੌਟ ਆਫ ਡਿਸਟ੍ਰਿਕਟ ਅੰਡਰ ਦੀ ਮੁਗਲਸ। And it was renamed after one of the sons of Guru Gobind Singh ji, Fatehgarh Sahib it was renamed on। You can say you can also call it renamed after son of Guru Gobind Singh ji, and otherwise also Sarhand was ultimately won over by the Sikh armies। ਤਾਂ ਫਤਿਹ ਵਿਕਟਰੀ ਦੇ ਨਾਮ ਤੇ ਵੀ ਤੁਸੀਂ ਕਹਿ ਸਕਦੇ ਹੋ। ਸੋ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੀ ਗੱਲ ਹੋ ਰਹੀ ਹੈ, ਸਰਹੰਦ ਡਿਸਟ੍ਰਿਕਟ ਦੀ ਗੱਲ, ਮਤਲਬ ਸਰਹੰਦ ਦੇ ਨਾਲ ਵਾਲਾ ਸ਼ਹਿਰ ਫਤਿਹਗੜ੍ਹ ਸਾਹਿਬ। ਡੈਸ਼ ਇਜ਼ ਨੋਨ ਐਸ ਮੈਨਚੈਸਟਰ ਆਫ ਇੰਡੀਆ। ਕਾਟਨ ਟੈਕਸਟਾਈਲਸ, ਵੂਲਨ ਟੈਕਸਟਾਈਲਸ ਦੇ ਕੰਟੈਕਸਟ 'ਚ ਮੈਨਚੈਸਟਰ ਆਫ ਇੰਡੀਆ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ? ਐਂਡ ਹੈਜ਼ ਗਿਵਨ ਅਸ ਦੀ ਫੇਮਸ ਪਰਸਨੈਲਿਟੀਜ਼ ਲਾਈਕ ਕਰਤਾਰ ਸਿੰਘ ਸਰਾਭਾ। ਸਰਾਭਾ ਨਗਰ ਕਿੱਥੇ ਹੈ? ਐਂਡ ਜੂਹੀ ਚਾਵਲਾ। ਇਟ ਇਜ਼ ਨੇਮਡ ਆਫਟਰ ਵਨ ਆਫ ਦੀ medieval dynasties of Ludhiana। I think the answer would be clear to you people। medieval dynasties ਕਿਹੜੀ ਹੈ ਜੀ? ਸਰਾਭਾ ਨਗਰ ਕਿੱਥੋਂ ਦਾ ਹੈ? ਚਲੋ ਜੂਹੀ ਚਾਵਲਾ ਵਾਲਾ ਤੁਸੀਂ ਐਕਸਟਰਾ ਪੁਆਇੰਟ ਨੋਟ ਕਰ ਸਕਦੇ ਹੋ। ਮੈਨਚੈਸਟਰ ਆਫ ਇੰਡੀਆ ਆਲ ਆਫ ਯੂ ਨੋ ਲੁਧਿਆਣਾ ਨੂੰ ਕਿਹਾ ਜਾਂਦਾ। ਲਾਈਕ ਆਪਾਂ ਟੈਕਸਟਾਈਲਸ ਵਾਲੀ ਇੰਡਸਟਰੀਜ਼ ਵਾਲਾ ਟੌਪਿਕ ਕਰਦੇ ਹੋਏ ਕਿਆ ਕੀਤਾ ਸੀਗਾ ਕਿ ਕਾਫੀ ਸਾਰੇ ਸਿਟੀਜ਼ ਹੈ ਜਿਹਨੂੰ ਮੈਨਚੈਸਟਰ ਆਫ ਇੰਡੀਆ ਕਿਹਾ ਜਾਂਦਾ ਹੈ। ਅਹਿਮਦਾਬਾਦ ਨੂੰ ਕਿਹਾ ਜਾਂਦਾ ਹੈ, ਕਾਨਪੁਰ ਨੂੰ ਕਿਹਾ ਜਾਂਦਾ ਹੈ, ਕੋਇੰਬਟੂਰ ਨੂੰ ਕਿਹਾ ਜਾਂਦਾ ਹੈ, ਲੁਧਿਆਣਾ ਨੂੰ ਕਿਹਾ ਜਾਂਦਾ ਹੈ। तो लुधियाना वूलन टैक्सटाइल्स ਲਈ ਜਾਣਿਆ ਜਾਂਦਾ ਹੈ, ਹੋਜ਼ਰੀ ਐਂਡ ਐਮਬਰੋਇਡਰੀ ਪ੍ਰੋਡਕਟਸ ਲਈ ਜਾਣਿਆ ਜਾਂਦਾ ਹੈ। ਐਂਡ ਦੈਨ ਦਿਸ ਇਨਫੋਰਮੇਸ਼ਨ ਤਾਂ ਹੈ ਹੀ ਹੈ। ਲੁਧਿਆਣਾ ਲੋਧੀ ਡਾਇਨੈਸਟੀ ਦੇ ਨਾਮ ਤੇ ਹੈ ਲੁਧਿਆਣਾ। नेक्स्ट सेट ऑफ क्वेश्चंस आ गया जी। डैश वॉज नेम्ड आफ्टर अ माइथोलॉजिकल डीमन किंग एंड इज नोन फॉर अ फेमस हिंदू श्राइन देवी तालाब मंदिर। One of the cities of this district houses the famous tombs of ustads। ਕਿਹੜੇ डिस्ट्रिक्ट की गल हो रही है? देवी तालाब मंदिर मैंने लगता है बेस्ट हिंट हो सकता है। ਹਾਲਾਂਕਿ ਇਹ ਵੀ ਜਿਹੜੀ ਚੀਜ਼ ਹੈ ਮੈਨੂੰ ਪਹਿਲਾਂ ਤਾਂ ਨਹੀਂ ਪਤਾ ਸੀਗੀ, ਪਰ ਮੇਰੇ ਘਰ ਦੇ ਡਰਾਮੇ 'ਚ ਦੇਖਦੇ ਰਹਿੰਦੇ ਆ, ਉਹਨਾਂ 'ਚ ਮੈਨੂੰ ਇਹ ਵੀ ਪਤਾ ਲੱਗਿਆ ਕਿ ਅੱਛਾ ਇਹਦੇ ਨਾਮ 'ਤੇ ਹੈਗਾ ਮਾਈਥੋਲੋਜੀਕਲ ਡੀਮਨ ਕਿੰਗ, ਜਿਹਦਾ ਨਾਮ ਹੀ ਸੀਗਾ ਜਲੰਧਰ। ਤਾਂ ਜਲੰਧਰ ਡਿਸਟ੍ਰਿਕਟ ਦੀ ਗੱਲ ਹੋ ਰਹੀ ਹੈ। ਆ ਜਿਹੜਾ ਵਨ ਆਫ ਦੀ ਸਿਟੀਜ਼ ਦੈਟ ਹਾਊਸਿਸ ਦੀ ਫੇਮਸ ਟੂਮਸ ਆਫ ਉਸਤਾਦ, ਤੁਸੀਂ ਯਾਦ ਰੱਖਣਾ ਨਕੋਦਰ ਸ਼ਹਿਰ ਪੀਰ ਜੀ ਦੀ ਦਰਗਾਹ ਤਾਂ ਉੱਥੇ ਹੈਗੀ ਹੈ, ਨਾਲ ਟੂਮ ਆਫ ਉਸਤਾਦ ਵੀ ਹੈਗੀ ਹੈ ਜਸਟ ਆਊਟਸਾਈਡ ਦੀ ਸਿਟੀ ਆਫ ਨਕੋਦਰ ਐਂਡ ਵਿਚ ਲਾਈਜ਼ ਇਨ ਦੀ ਜਲੰਧਰ ਡਿਸਟ੍ਰਿਕਟ। ਡੈਸ਼ ਇਜ਼ ਵਨ ਆਫ ਦੀ ਨਾਰਥਰਨ ਮੋਸਟ ਡਿਸਟ੍ਰਿਕਟਸ ਆਫ ਪੰਜਾਬ and owes its importance to the strategic location and strong presence of Indian armed forces। एक cantonment town basically अपनी strategic location करके ਉਹਦੀ ਇੰਨੀ ਜ਼ਿਆਦਾ importance है and Indian army, Indian air force ਉੱਥੇ ਕਾਫੀ strong strength 'ਚ ਉੱਥੇ present ਹੈ। The suburbs of this city extend into Himachal Pradesh and is the site of an important hydel project।
ਕਿਹੜੇ ਡਿਸਟ੍ਰਿਕਟ ਦੀ ਗੱਲ ਹੋ ਰਹੀ ਹੈ? ਨੌਰਦਰਨ ਮੋਸਟ ਡਿਸਟ੍ਰਿਕਟ, ਸਟ੍ਰੈਟੇਜਿਕ ਇੰਪੋਰਟੈਂਸ, ਕੰਟੋਨਮੈਂਟ, ਟਾਊਨ, ਅੱਧਾ ਹਿਮਾਚਲ ਪ੍ਰਦੇਸ਼ 'ਚ ਜਾ ਰਿਹਾ। ਪਠਾਨਕੋਟ ਸ਼ਹਿਰ ਦੀ ਗੱਲ ਹੋ ਰਹੀ ਹੈ, ਪਠਾਨਕੋਟ ਡਿਸਟ੍ਰਿਕਟ ਦੀ ਗੱਲ ਹੋ ਰਹੀ ਹੈ। Dash district is known for an international wetland and is the only district which does not has a contiguous territory। continuous territory नहीं है, कुछ territory किसे मतलब जेडे दो set of territories है, they are separated from each other which कोई different district आ जांदा होना है। It was also an erstwhile princely state। ਕਿਹਦੀ ਗੱਲ ਹੋ ਰਹੀ ਹੈ? ਇੱਥੇ ਗੱਲ ਕਰ ਰਹੇ ਹਾਂ ਆਪਾਂ ਕਪੂਰਥਲਾ ਦੀ। ਜਿਹੜਾ ਫਗਵਾੜਾ ਵਾਲਾ ਏਰੀਆ ਹੈ ਦੈਟ ਇਜ਼ ਆਲਸੋ ਪਾਰਟ ਆਫ ਕਪੂਰਥਲਾ ਬਟ ਇਟ ਇਜ਼ ਸੈਪਰੇਟ ਫਰੋਮ ਦੀ ਮੇਨ ਕਪੂਰਥਲਾ ਡਿਸਟ੍ਰਿਕਟ ਰੀਜਨ। in between there is Jalandhar district, so Fagwada, Jalandhar and then again Kapurthala, even though Fagwada wala region and Kapurthala they are part of the same district। and it was also an erstwhile princely state। ਸਾਲੂਵਾਲੀਆ ਡਾਇਨੈਸਟੀ ਇੱਥੇ ਰੂਲ ਕਰਦੀ ਸੀ। ਸੋ ਵੀ ਆਰ ਟਾਕਿੰਗ ਆਫ ਕਪੂਰਥਲਾ ਡਿਸਟ੍ਰਿਕਟ। ਇੱਥੇ ਫੇਮਸ ਸ਼ਾਲੀਮਾਰ ਗਾਰਡਨਸ ਵੀ ਹੈਗੇ ਆ ਕਪੂਰਥਲਾ 'ਚ ਐਂਡ ਸਾਇੰਸ ਸਿਟੀ ਲਈ ਵੀ ਜਾਣਿਆ ਜਾਂਦਾ ਹੈ। ਸੋ Kapurthala next है Dash district is associated with the 9th Sikh Guru and has a place which is regarded as Samad of Shravan। It is the home district of legendary singer Muhammad Rafi Sahib ਦਾ home district ਹੈ। ਹਾਲਾਂਕਿ ਡਿਸਟ੍ਰਿਕਟ ਤਾਂ ਬਹੁਤ ਈਜ਼ੀ ਸੀਗਾ ਬਟ ਮੈਂ ਉਹ ਕਾਮਨ ਦੇ ਜਿਹੜੇ ਆਪਾਂ ਨੂੰ ਸਾਰਿਆਂ ਨੂੰ ਫੈਕਟਸ ਪਤਾ ਹੋਣਗੇ ਮੈਂ ਲਿਖੇ ਨਹੀਂ ਗਏ ਇੱਥੇ ਤਾਂ ਕਿ ਥੋੜ੍ਹਾ ਜਿਹਾ ਆਪਾਂ ਨੂੰ ਸੋਚਣ ਨੂੰ ਵੀ ਮਿਲੇ। 9th ਸਿੱਖ ਗੁਰੂ ਨਾਲ ਐਸੋਸੀਏਟਡ ਡਿਸਟ੍ਰਿਕਟ। ਹੁਣ ਡਿਸਟ੍ਰਿਕਟ ਤਾਂ ਲਾਈਕ ਕਰੈਕਟ ਆਨਸਰ ਇਹਦਾ ਅੰਮ੍ਰਿਤਸਰ ਹੈ। ਕਾਫੀ ਸਾਰੇ ਗੁਰੂ ਐਸੋਸੀਏਟਡ ਹੈ ਇਸ ਡਿਸਟ੍ਰਿਕਟ ਦੇ ਨਾਲ ਬਟ ਲਾਈਕ ਇਸ ਬਾਬਾ ਬਕਾਲਾ ਦੇ ਕੰਟੈਕਸਟ 'ਚ ਇਹ ਵਾਲੀ ਮੈਂ ਸਟੇਟਮੈਂਟ ਲਿਖੀ ਸੀਗੀ ਜਿੱਥੇ ਗੁਰੂ ਤੇਗ ਬਹਾਦਰ ਜੀ ਮਤਲਬ ਵਾਜ਼ ਆਈਡੈਂਟੀਫਾਈਡ ਦੇਰ ਵਾਜ਼ ਸਰਟਨ ਫਲਕਸ ਆਫਟਰ ਦੀ ਡੈਥ ਆਫ ਦੀ 8th ਸਿੱਖ ਗੁਰੂ। ਸੋ 9th ਸਿੱਖ ਗੁਰੂ ਨਾਲ ਐਸੋਸੀਏਟਡ ਸੌਰੀ ਬਾਈ ਇਹ ਕਰੈਕਟ ਕਰ ਲੈਣਾ ਅੰਮ੍ਰਿਤਸਰ ਹੈ टाइपिंग एरर एक्सक्यूज मी। तो अमृतसर डिस्ट्रिक्ट एसोसीएटेड विद 9th सिख गुरु हैज़ अ प्लेस रिगार्डेड समाध ऑफ सरवन। वो ਜਿਹੜੇ ਬੇਸਿਕ ਜੇ ਆਪਾਂ ਨੂੰ ਬਾਕੀ ਚੀਜ਼ਾਂ ਅਕਾਲ ਤਖਤ ਸ਼੍ਰੀ ਹਰਿਮੰਦਰ ਸਾਹਿਬ ਇਹ ਸਾਰੀਆਂ ਚੀਜ਼ਾਂ ਤਾਂ ਆਪਾਂ ਅਦਰਵਾਈਜ਼ ਆਈਡੈਂਟੀਫਾਈ ਕਰ ਹੀ ਪਾਵਾਂਗੇ। ਜਲਿਆਂਵਾਲਾ ਬਾਗ ਪੁੱਛ ਲਿਆ ਜਾਵੇ ਵਾਹਗਾ ਬਾਰਡਰ ਤੇ ਇਹ ਸਭ ਚੀਜ਼ਾਂ ਆਪਾਂ ਨੂੰ ਅਦਰਵਾਈਜ਼ ਪਤਾ ਹੀ ਹੈ। ਸਮਾਧ ਆਫ ਸ਼ਰਵਨ ਤੁਸੀਂ ਯਾਦ ਰੱਖਣੀ ਹੈ ਹੋਮ ਡਿਸਟ੍ਰਿਕਟ ਆਫ ਰਫੀ ਸਾਹਿਬ ਦਾ ਹੋਮ ਡਿਸਟ੍ਰਿਕਟ ਹੈ ਇਹ ਤੁਸੀਂ ਧਿਆਨ 'ਚ ਰੱਖਣਾ। ਦੈਨ Dash district has an ancient archaeological site and was an important medieval and early modern trading town. One of its cities houses the famous ਵਿਰਾਸਤ ਏ ਖਾਲਸਾ ਸਿੱਖ ਹੈਰੀਟੇਜ ਮਿਊਜ਼ੀਅਮ। ਆਨਸਰ ਪਤਾ ਲੱਗ ਹੀ ਗਿਆ ਹੋਣਾ ਤੁਹਾਨੂੰ ਇੱਥੋਂ ਤਾਂ। ਸ਼ਹੀਦੀ ਜੋੜ ਮੇਲਾ ਹੋਲਾ ਮਹੱਲਾ ਆਰ ਆਲਸੋ ਅਬਜ਼ਰਵਡ ਇਨ 2 of the cities of this district। ਦੱਸੋ ਜੀ ਕਿਹੜੇ ਡਿਸਟ੍ਰਿਕਟ ਦੀ ਗੱਲ ਹੋ ਰਹੀ ਹੈ? ਵਿਰਾਸਤ ਏ ਖਾਲਸਾ ਸਿੱਖ ਹੈਰੀਟੇਜ ਮਿਊਜ਼ੀਅਮ ਕਿੱਥੇ ਹੈ? ਅਨੰਦਪੁਰ ਸਾਹਿਬ 'ਚ। ਅਨੰਦਪੁਰ ਸਾਹਿਬ ਕਿੱਥੇ ਹੈ? ਰੋਪੜ ਡਿਸਟ੍ਰਿਕਟ 'ਚ। ਸੋ ਵੀ ਆਰ ਟਾਕਿੰਗ ਆਫ ਦੀ ਰੂਪਨਗਰ ਡਿਸਟ੍ਰਿਕਟ। ਹੋਲਾ ਮੁਹੱਲਾ ਵੀ ਅਨੰਦਪੁਰ ਸਾਹਿਬ ਸੈਲੀਬ੍ਰੇਟ ਕੀਤਾ ਜਾਂਦਾ, ਫੇਮਸ ਇੱਥੋਂ ਦਾ ਮੰਨਿਆ ਜਾਂਦਾ। ਚਮਕੌਰ ਸਾਹਿਬ 'ਚ ਸ਼ਹੀਦੀ ਜੋੜ ਮੇਲਾ ਔਰਗਨਾਈਜ਼ ਕੀਤਾ ਜਾਂਦਾ। ਸੋ ਲਾਈਕ ਰੋਪੜ ਡਿਸਟ੍ਰਿਕਟ ਇਜ਼ ਵਾਟ ਵੀ ਆਰ ਟਾਕਿੰਗ ਆਫ। ਤੋ ਚਮਕੌਰ ਅਨੰਦਪੁਰ ਸਾਹਿਬ ਤੁਸੀਂ ਯਾਦ ਰੱਖਣਾ ਹੈ ਰੋਪੜ ਡਿਸਟ੍ਰਿਕਟ 'ਚ ਹੈ। ਡੈਸ਼ ਇਜ਼ ਦੀ ਨੋ ਵੈਰੀ 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 obvious question, that's the home district of Shahid Bhagat Singh and Yash Chopra as well as Amrish Puri, those famous personalities of Punjab, Yash Chopra sahab and Amrish Puri, ਇਹਨਾਂ ਦਾ ਵੀ home district ਇਹੀ ਸੀ। so we are talking of ਨਵਾਂਸ਼ਹਿਰ district, Shahid Bhagat Singh Nagar district। ਤਾਂ ਇਹ ਕੁਛ miscellaneous facts regarding the districts and the important places in various districts of Punjab ਮੈਂ question and answer ਦੀ form 'ਚ ਥੋੜਾ ਜਿਹਾ ਕਰਨ ਦੀ ਕੋਸ਼ਿਸ਼ ਕੀਤੀ। ਅਦਰਵਾਈਜ਼ ਲਾਈਕ ਬੇਸਿਕ ਫੈਕਟਸ ਦੇ ਕਰਦੇ ਥੋੜਾ ਜਿਹਾ ਲਾਈਕ ਇੰਟਰਸਟ ਲੂਜ਼ ਹੋ ਜਾਂਦਾ ਹੈ। ਹਾਲਾਂਕਿ ਅੱਜ ਦੀ ਐਡੀ ਲੰਬੀ ਕਲਾਸ 'ਚ ਤੁਹਾਨੂੰ ਬਹੁਤ ਵਾਰੀ ਇੱਦਾਂ ਲੱਗੂਗਾ ਕਿ ਬਹੁਤ ਜ਼ਿਆਦਾ ਇਨਫੋਰਮੇਸ਼ਨ ਹੋ ਗਈ, ਤਾਂ ਜਿੰਨਾ ਮੇਰੇ ਤੋਂ ਇੰਟਰਸਟਿੰਗ ਬਣ ਪਾ ਰਿਹਾ ਮੈਂ ਉਹਨਾਂ ਤੁਹਾਡੇ ਲਈ ਹੈਲਪ ਕਰ ਰਿਹਾ। ਠੀਕ ਹੈ ਜੀ। ਨੈਕਸਟ ਹੁਣ ਆਪਾਂ ਆਉਂਦੇ ਹਾਂ ਅਗਲੇ ਸੈਟ ਆਫ ਇਸ਼ੂਜ਼ 'ਤੇ। 3 ਰੀਜਨਸ ਆਫ ਪੰਜਾਬ। ਅਕਸਰ ਹੀ ਗੱਲ ਕਰਦੇ ਹੋਏ ਆਪਾਂ ਕਹਿੰਦੇ ਹਾਂ ਕਿ ਮਾਝਾ ਰੀਜਨ, ਦੁਆਬਾ ਰੀਜਨ, ਮਾਲਵਾ ਰੀਜਨ। ਦੁਆਬੀ ਹੈ ਤਾਂ ਮਲਵਈ ਹੈ ਤਾਂ ਮਝੇਲ ਹੈ, ਤਾਂ ਇਹ 3 ਆਪਣੇ ਬੇਸਿਕ ਰੀਜਨਸ ਆਫ ਪੰਜਾਬ ਹੈ, ਮਾਝਾ, ਦੁਆਬਾ ਐਂਡ ਮਾਲਵਾ। ਐਂਡ ਪੰਜਾਬ ਹੁਣ ਆਪਾਂ ਦੇਸ਼ ਦੀ ਗੱਲ, ਪੰਜਾਬ ਸਟੇਟ ਦੀ ਆਪਾਂ ਗੱਲ ਕਰਦੇ ਪਏ ਹਾਂ, ਤਾਂ ਰਿਵਰਸ ਦੇ ਬੇਸਿਸ 'ਤੇ ਹੀ ਆਫਕੋਰਸ ਇਹ ਟੈਰੀਟਰੀਜ਼ ਦੇ ਨਾਮ ਆਪਾਂ ਰੱਖੇ ਹੈ।
रिवर सतलुज तो नीचे जिहड़ा एरिया दैट इज़ मालवा, रिवर ब्यास एंड रिवर सतलुज दे विच जिहड़ी टैरेटरी है दैट इज़ दोआबा, रिवर ब्यास तो रिवर रावी दे विच या रिवर ब्यास तो ईस्ट वाली साइड ते जिहड़ी टैरेटरी है दैट इज़ माझा। तो इधर अपने अमृतसर, तरनतारन, गुरदासपुर, पठानकोट ये सारे डिस्ट्रिक्ट आ जाएंगे। इधर हुशियारपुर, कपूरथला, जलंधर, लुधियाना ये सारे डिस्ट्रिक्ट्स आ जाएंगे। एंड देन इधर सॉरी लुधियाना नहीं, जलंधर, कपूरथला, हुशियारपुर ये डिस्ट्रिक्ट्स आ जाएंगे। इधर सारे नीचे फिरोजपुर, फरीदकोट, बठिंडा, मानसा, संगरूर, पटियाला, तो ये सारे रीजन नीचे वाले डिस्ट्रिक्ट सारे मालवा वाले रीजन च फॉल करते हैं। इधर वाले डिस्ट्रिक्ट्स ਨੂੰ कई बार ਆਪਾਂ एक सैपरेट टर्म यूज़ करते हैं, एक सैपरेट डायलैक्ट ऑफ पंजाबी ਦੇ बेसिस ਤੇ ਪੁਆਧ वाला इलाका भी कहने हैं, क्योंकि इत्थे पुआधी डायलैक्ट बोलिया जाता है ऑफ पंजाबी, थोड़ा जा लाइक डिस्टिंक्ट डायलैक्ट है। तो आ पटियाला संगरूर वाला जिहड़ा एरिया है ये लिए आप कई बार टर्म पुआध भी यूज़ करते हैं। बट आ बेसिक जिहड़े 3 इलाके है तुहानूं पता होने चाहिए, अदरवाइज भी तुहानूं पता ही होंगे। दैन कुछ बेसिक जोग्राफिकल फैक्ट्स अबाउट पंजाब, लैटीट्यूडनल एक्सटेंट, लॉन्गीट्यूडनल एक्सटेंट। नाउ मोटी मोटी तुसीं याद रखना है कि 3 डिग्री का ही ऑलमोस्ट इहदा लैटीट्यूडनल एक्सटेंट है, 3 डिग्री का ही लॉन्गीट्यूडनल एक्सटेंट है। जिहड़ी दिस एंड दिस एक्सटेंट है ऑलमोस्ट सिमिलर है। आप शेप बेसिकली पहला भी नोट कर चुके हैं कि ट्रायंगुलर की शेप है। बाउंड्रीज आप नोट कर चुके हैं। हुण एक्सटेंट देख लीए 29.5 degrees to 32.5 degrees north. Longitudinal extent 74 degrees to 77 degrees east. So this is the latitudinal and longitudinal extent of Punjab. Roughly triangular in shape है. International borders इधर वाली साइड पे we have Pakistan, Jammu Kashmir, Himachal Pradesh, Haryana and Rajasthan. सब तो जे छोटा बॉर्डर पूछा जाए, सब तो छोटा मतलब बॉर्डर किहड़ी स्टेट नाल शेयर करता है, तो आंसर जम्मू कश्मीर होगा कि राजस्थान? दसो हुण ऑब्वियसली हरियाणा या हिमाचल प्रदेश या पाकिस्तान का आंसर नहीं होगा। जम्मू कश्मीर, यूटी ऑफ जम्मू कश्मीर या राजस्थान। सब तो छोटा, सब तो लीस्ट बॉर्डर किहड़े रीजन नाल किहड़े स्टेट नाल शेयर करता है पंजाब? दसो। नैक्सट मूव करते हैं फिजियोग्राफी ऑफ पंजाब। ਹੁਣ ਇਹ ਜਿਹੜਾ ਜੋਗਰਾਫੀ ਵਾਲਾ ਪੋਰਸ਼ਨ ਹੈ, ਤੁਸੀਂ ਇਨ ਜਨਰਲ ਮੇਰੇ ਨਾਲ ਜੋਗਰਾਫੀ ਕੀਤੀ ਹੋਈ ਹੈ, ਜਿਹੜੀਆਂ ਬੇਸਿਕ ਚੀਜ਼ਾਂ ਆਪਾਂ ਪੜ੍ਹੀਆਂ ਉਹ ਸੇਮ ਹੀ ਰਹਿਣਗੀਆਂ। ਹੁਣ ਉਸ 'ਚ ਤਾਂ ਜੇ ਮੌਨਸੂਨ ਆਉਂਦਾ ਤਾਂ ਆਉਂਦਾ, ਹੁਣ ਜਿਹੜੇ ਟਾਈਪਸ ਆਫ ਸੋਇਲ ਹੈ ਉਹ ਉਹੀ ਟਾਈਪਸ ਆਫ ਸੋਇਲ ਰਹਿਣਗੀਆਂ। ਤਾਂ ਬੇਸਿਕ ਜਿਹੜੀ ਜੋਗਰਾਫੀ ਦੀ ਨੌਲੇਜ ਹੈ ਉਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਪੰਜਾਬ ਦੇ ਕਿਸੇ 'ਚ ਥੋੜ੍ਹੀ ਬਹੁਤ ਜੇ ਡਿਫਰੈਂਟ ਟਰਮੀਨੋਲੋਜੀ ਹੋਈ ਜਿੱਥੇ ਆਪਾਂ ਨੂੰ ਐਕਸਟਰਾ ਕੁਛ ਯਾਦ ਰੱਖਣ ਦੀ ਲੋੜ ਹੈ ਤਾਂ ਮੈਂ ਤੁਹਾਨੂੰ ਇੱਥੇ ਹਾਈਲਾਈਟ ਕਰੂੰਗਾ। ਨਹੀਂ ਤਾਂ ਬਾਕੀ ਜਿਹੜੀ ਜਨਰਲ ਜੋਗਰਾਫੀ ਆਫ ਇੰਡੀਆ ਵਾਲੇ ਕਲਾਸਿਸ 'ਚ ਆਪਾਂ ਜਿਹੜੇ ਫੀਚਰਸ ਪੜ੍ਹੇ ਉਹ ਇੱਥੇ ਵੀ उन्ना ही इक्वली ट्रू है। तो पंजाब की फिजियोग्राफी नूं आपां वेरीअस डिविजन्स च आपां वंड सकते हैं। बिल्कुल उपर हैगा द रीजन ऑफ शिवालिक हिल्स। शिवालिक हिल्स दे फुट हिल्स च जिहड़ा एरिया आंदा उहनूं आपां कहंदे आ कंडी रीजन। ਆਪਾਂ ਜੋਗਰਾਫੀ ਦੀ ਅਗੇਨ ਮੈਂ ਹਮੇਸ਼ਾ ਨਾਓ ਓਵਰ ਐਂਡ ਓਵਰ ਅਗੇਨ ਆਈ ਵਿਲ ਬੀ ਟੇਕਿੰਗ ਰੈਫਰੈਂਸ ਆਫ ਦੀ ਕਲਾਸਿਸ ਦੀ ਥਿੰਗਸ ਦੈਟ ਵੀ ਹੈਵ ਆਲਰੇਡੀ ਸਟੱਡੀਡ। ਆਪਾਂ ਕੀਤਾ ਸੀਗਾ ਕਿ ਰਿਵਰ ਜਦੋਂ ਸ਼ਿਵਾਲਿਕ ਰੀਜਨਸ ਤੋਂ ਪਲੇਨਸ ਐਂਟਰ ਕਰਦੀਆਂ ਆਪਾਂ 4 ਡਿਵੀਜ਼ਨਸ ਆਫ ਪਲੇਨਸ ਕੀਤੇ ਸੀਗੇ। ਕਿਹਨੂੰ ਯਾਦ ਹੈ ਦੱਸੋ? ਕਿਹੜੇ 4 ਫਿਜ਼ੀਓਗ੍ਰਾਫਿਕ ਡਿਵੀਜ਼ਨਸ ਆਫ ਪਲੇਨਸ ਹੁੰਦੇ ਆ ਜਿਵੇਂ ਰਿਵਰਸ ਹਿਮਾਲਿਆਸ ਤੋਂ ਨੀਚੇ ਪਲੇਨਸ ਵਾਲੀ ਸਾਈਡ 'ਤੇ ਆਉਂਦੀਆਂ। ਸਭ ਤੋਂ ਪਹਿਲਾਂ ਭਾਬਰ, ਫਿਰ ਖਾਦਰ, फिर तराई सॉरी, फिर खादर एंड बांगर। ये आप 4 नाम किए सीगे। भाबर वो इलाका हुंदा है जदों इमीजिएटली रिवर्स आंदियां प्लेन्स वाले इलाके च, उन्हां दी स्पीड घट हुंदी है, इस करके वो डेपोजिशन ऑफ कोर्स सेडीमेंट्स करदियां जिहड़े वो पत्थर पुत्थर कैरी कर रही हुंदियां इकोदम, क्योंकि पहाड़ी इलाके च तां फास्ट फ्लो हुंदा है, इस करके कोर्स मटीरियल पत्थर, पैबल्स, ग्रैवल्स, बोल्डर सब कुछ रिवर्स कैरी कर लेंदियां। पर जदों ही प्लेन्स चाहदियां वो कोर्स मटीरियल कैरी कर नहीं पांदियां, उन्होंने डिपोजिट कर दिंदियां। एंड कोर्स मटीरियल जिथे डिपोजिट हुंदा उत्थे भाबर प्लेन्स बन जाते हैं, अपलैंड रोलिंग टोपोग्राफी के प्लेन्स बन जाते हैं। तो उस इलाके नूं आपां इत्थे कंडी वाला इलाका कह रहे हैं।
ਤਾਂ शिवालिक ਦੇ ਹੀ ਫੁੱਟ ਹਿਲਸ 'ਚ ਉੱਥੇ ਮਤਲਬ ਇੱਥੇ ਮੈਂ ਜ਼ਿਆਦਾ ਵੱਡਾ ਬਣਾਤਾ ਸੌਰੀ ਕਿ ਬਿਲਕੁਲ ਇਨ ਦੀ ਫੁੱਟ ਹਿਲਸ ਆਫ शिवालिक्स कंडी रीजन लाया करता है। देन मोस्ट ऑफ दिस पंजाब इज कंपोज्ड ऑफ अलूवियल प्लेन्स फर्टाइल अलूवियल प्लेन्स ਜਿਹੜੇ ਕਿ ਤੁਹਾਨੂੰ ਪਤਾ ਦੋ ਤਰ੍ਹਾਂ ਦੇ ਹੋ ਸਕਦੇ ਆ, ਨਿਊਅਰ ਅਲੂਵੀਅਮ ਹੋ ਸਕਦਾ ਜਾਂ 올ਡਰ ਅਲੂਵੀਅਮ ਹੋ ਸਕਦਾ। ਇਹਦੇ ਲਈ ਵੀ ਆਪਾਂ ਦੋ ਟੈਕਨੀਕਲ ਵਰਡਸ ਪਹਿਲਾਂ ਸਟੱਡੀ ਕਰ ਚੁੱਕੇ ਹਾਂ। ਨਿਊਅਰ ਅਲੂਵੀਅਲ ਨੂੰ ਆਪਾਂ ਖਾਦਰ ਕਹਿੰਦੇ ਆ, 올ਡਰ ਅਲੂਵੀਅਮ ਨੂੰ ਆਪਾਂ ਬਾਂਗਰ ਕਹਿੰਦੇ ਆ। ਜਿਹੜਾ ਤਾਂ ਰਿਵਰਸ ਦੇ ਬਿਲਕੁਲ ਨਾਲ ਹੈ, ਫਲੱਡ ਪਲੇਨਸ ਵਾਲਾ ਏਰੀਆ, ਉੱਥੇ ਖਾਦਰ ਵਾਲਾ ਏਰੀਆ ਆਪਾਂ ਕਹਿੰਦੇ ਨਿਊਅਰ ਅਲੂਵੀਅਮ ਵਾਲਾ ਏਰੀਆ। ਜਿਹੜਾ ਰਿਵਰ ਫਲੱਡ ਪਲੇਨਸ ਤੋਂ ਬਹੁਤ ਦੂਰ ਹੈ ਉੱਥੇ 올ਡਰ ਅਲੂਵੀਅਮ ਹੋਊਗਾ। ਕਿਸੇ ਜ਼ਮਾਨੇ 'ਚ ਫਲੱਡ ਆਇਆ ਹੋਊਗਾ ਤਾਂ ਅਲੂਵੀਅਮ ਡਿਪੋਜ਼ਿਟ ਹੋ ਗਿਆ ਹੋਊਗਾ, ਉਹਨੂੰ ਆਪਾਂ ਬਾਂਗਰ ਵਾਲਾ ਇਲਾਕਾ ਕਹਿੰਦੇ ਹਾਂ। ਤਾਂ ਅਲੂਵੀਅਲ ਪਲੇਨਸ ਐਂਡ ਦੈਨ ਸਾਊਥ ਪੰਜਾਬ 'ਚ ਆਪਾਂ ਕੀਤਾ ਸੀ ਕਿਉਂਕਿ ਇੱਥੇ ਕਲਾਈਮੈਟਿਕ ਕੰਡੀਸ਼ਨਸ ਇੰਨੇ ਫੇਵਰੇਬਲ ਨਹੀਂ ਹੈਗੇ। ਨੀਚੇ ਥਾਰ ਡੈਜ਼ਰਟ ਵੀ ਲਾਇਆ ਕਰਦਾ। ਤਾਂ ਔਨ ਅਕਾਊਂਟ ਆਫ ਦੈਟ ਆਹ ਵਾਲਾ ਜਿਹੜਾ ਏਰੀਆ ਇੱਥੇ ਥੋੜ੍ਹਾ ਜਿਹਾ ਟੋਪੋਗ੍ਰਾਫੀ ਵਾਈਜ਼ ਤਾਂ ਪਲੇਨ ਹੀ ਹੈ, ਫਲੈਟ ਏਰੀਆ, ਬਟ ਸੈਂਡ ਦੀ ਕੰਪੋਜੀਸ਼ਨ ਕਾਫੀ ਜ਼ਿਆਦਾ ਹੈ। ਡਰਾਈ ਏਰੀਆ, ਸੈਮੀ ਐਰਿਡ ਏਰੀਆ, ਮਤਲਬ ਆਈ ਸ਼ੁੱਡ ਨਾਟ ਸੇ ਡਰਾਈ, ਸੈਮੀ ਐਰਿਡ, ਸੈਮੀ ਡਰਾਈ ਰੀਜਨ ਹੈ। ਐਂਡ ਇਸ ਕਰਕੇ ਇੱਥੇ ਸੈਂਡ ਡਿਊਨਸ ਵਗੈਰਾ, ਸੈਂਡ ਟਿੱਬੇ ਟੁੱਬੇ 'ਚ ਕਾਫੀ ਪਾਏ ਜਾਂਦੇ ਹੈ। ਤਾਂ ਇਹ ਚਾਰ ਬੇਸਿਕ ਫਿਜ਼ੀਓਗ੍ਰਾਫਿਕ ਡਿਵੀਜ਼ਨਸ ਆਫ ਪੰਜਾਬ ਹੈ। शिवालिक हिल्स, फुट हिल्स कंडी रीजन, then alluvial plains, newer and older, and last अपने हैगा dune studded plain drier regions of south पंजाब वाले एरिया च इधर फाजिलका मुक्तसर बठिंडा मानसा टाइप्स। ਤਾਂ ਉਹੀ ਥੋੜ੍ਹੇ ਜਿਹੇ ਇੱਥੇ ਮੈਂ ਹੁਣ ਡਿਸਟ੍ਰਿਕਟ ਵਾਈਜ਼ ਲਿਖਤਾ ਤਾਂ ਤੁਸੀਂ ਬੇਸਿਕ ਇਨਫੋਰਮੇਸ਼ਨ ਇੱਥੋਂ ਪੜ੍ਹ ਸਕਦੇ ਹੋ। ਜਿਹੜੀ ਆਪਾਂ ਡਿਸਕਸ਼ਨ ਕੀਤੀ ਉਹਦੇ ਨਾਲ ਬਿਲਕੁਲ ਅਲਾਈਨਡ ਹੈ। शिवालिक हिल्स ਹੁਣ ਆਹ ਵਾਲੇ ਜਿਹੜੇ ਡਿਸਟ੍ਰਿਕਟਸ ਆ ਪਠਾਨਕੋਟ, ਹੁਸ਼ਿਆਰਪੁਰ, ਰੋਪੜ, SBS ਨਗਰ, SAS ਨਗਰ, ਇੱਥੇ शिवालिक हिल्स ਪਾਈਆਂ ਜਾਂਦੀਆਂ। ਜੇ ਥੋੜ੍ਹੀ ਜਿਹੀ ਟ੍ਰੀਵੀਆ ਇਨਫੋਰਮੇਸ਼ਨ ਜਿਹੜੀ ਤੁਸੀਂ ਯਾਦ ਰੱਖ ਸਕਦੇ ਹੋ, ਸਲੋਪ ਇਜ਼ ਜੈਂਟਲਰ ਟੂਵਰਡਸ ਪੰਜਾਬ ਐਜ਼ ਕੰਪੇਅਰ ਟੂ ਹਿਮਾਚਲ ਪ੍ਰਦੇਸ਼ ਵਾਲੀ ਸਾਈਡ। ਤਾਂ ਪੰਜਾਬ ਵਾਲੇ ਸਾਈਡ ਤੋਂ ਜੈਂਟਲ ਸਲੋਪ ਹੈ, ਉੱਧਰ ਥੋੜ੍ਹੀ ਜਿਹੀ ਸਟੀਪ ਸਲੋਪ ਹੈ। ਕੰਡੀ ਰੀਜਨ ਅਪਲੈਂਡ ਪਲੇਨ ਰੀਜਨ, ਜਿਵੇਂ ਕਿ ਮੈਂ ਦੱਸਿਆ ਸੀਗਾ, ਜਿਹੜਾ ਕਿ ਭਾਬਰ ਵਾਲੇ ਰੀਜਨ ਨਾਲ ਕੋਰਸਪੌਂਡ ਕਰਦਾ। ਐਂਡ ਭਾਬਰ ਦੀ ਆਪਾਂ ਇਨ ਜਨਰਲੀ ਪ੍ਰੋਪਰਟੀ ਪੜ੍ਹੀ ਹੋਈ ਹੈ ਕਿ ਇੱਥੇ ਕਾਫੀ ਸਾਰੀਆਂ ਸੀਜ਼ਨਲ ਸਟਰੀਮਸ ਹੁੰਦੀਆਂ ਜਿਹੜੀਆਂ ਕਿ ਡਿਸਅਪੀਅਰ ਕਰ ਜਾਂਦੀਆਂ ਡਰਾਇਰ ਸੀਜ਼ਨ ਦੇ ਵਿੱਚ, ਕਿਉਂਕਿ ਉਹ ਲਾਈਕ ਉੱਪਰ ਗ੍ਰੈਵਲ ਗਰੂਵਲ ਰਹਿ ਜਾਂਦੇ ਆ, ਕੋਲ ਸੈਡੀਮੈਂਟਸ ਰਹਿ ਜਾਂਦੇ ਆ, ਸਟਰੀਮਸ ਨੀਚੇ ਚਲੀਆਂ ਜਾਂਦੀਆਂ। ਆਪਾਂ ਨੂੰ ਉੱਪਰੋਂ ਦੇਖੀਏ ਤਾਂ ਸਟਰੀਮ ਨਜ਼ਰ ਹੀ ਨਹੀਂ ਆਉਂਦੀ। ਅਤੇ ਇਹੋ ਜਿਹੀ ਡਰੇਨੇਜ ਨੂੰ ਆਪਾਂ ਕਹਿ ਰਹੇ ਹਾਂ ਐਫੈਮਰਲ ਡਰੇਨੇਜ, ਜਿਹੜੀ ਸੀਜ਼ਨਲ ਕਦੇ ਕਦੇ ਨਜ਼ਰ ਆਉਂਦੀ ਹੈ, ਬਾਕੀ ਅਦਰਵਾਈਜ਼ ਗਾਇਬ ਹੋ ਜਾਂਦੀ ਹੈ। ਪਿੱਛੋਂ ਸਟਰੀਮ ਆ ਰਹੀ ਹੈ ਚੰਗੀ ਭਲੀ ਤੇ ਐਂਡ ਇੱਥੇ ਲਾਈਕ ਡਿਸਅਪੀਅਰ ਹੀ ਕਰ ਗਈ। ਉਹ ਡਿਸਅਪੀਅਰ ਨਹੀਂ ਕਰਦੀ, ਉਹ ਨੀਚੇ ਚਲੀ ਜਾਂਦੀ ਹੈ ਕੋਰਸ ਗ੍ਰੇਨ ਸੈਡੀਮੈਂਟਸ 'ਤੇ। ਅਤੇ ਇਹਨਾਂ ਸੀਜ਼ਨਲ ਸਟਰੀਮਸ ਨੂੰ ਆਪਾਂ ਕਹਿੰਦੇ ਹਾਂ ਚੋ। ਜਿਵੇਂ ਸੁਖਨਾ ਚੋ, ਜਿਹਦੇ 'ਤੇ ਬੰਨ ਲਾ ਕੇ ਆਪਾਂ ਸੁਖਨਾ ਲੇਕ ਬਣਾਇਆ ਹੋਇਆ, ਤਾਂ ਚੋ ਵਾਲਾ ਤੁਸੀਂ ਟਰਮ ਯਾਦ ਰੱਖਣਾ, ਚੋ। So it extends in the form of long narrow belts along the entire length of the शिवालिक hills ਆਪਾਂ ਕੀਤਾ। Locally this region is also known with different names in different regions, ਜਿਵੇਂ ਕਿ ਚੰਗਰ ਜਾਂ ਘਰ, ਇਹ ਵੀ ਇਸੇ ਕੰਡੀ ਵਾਲੇ ਰੀਜਨ ਦੇ ਹੀ ਡਿਫਰੈਂਟ ਨੇਮਸ ਹੈ ਡਿਫਰੈਂਟ ਇਲਾਕੇ। ਜਿਵੇਂ ਅਨੰਦਪੁਰ ਵਾਲੀ ਸਾਈਡ 'ਤੇ ਚੰਗਰ ਆਪਾਂ ਵਰਡ ਯੂਜ਼ ਕਰੀਦਾ। Then alluvial plains cover most of the area, about 70% of the total area of the Punjab average ਜਿਹੜੀ height from the mean sea level ਹੈ 180 to 300 meters. Land slopes from east to west. ਹੁਣ ਦੋ ਤਰ੍ਹਾਂ ਤੁਸੀਂ ਜਨਰਲ ਸਲੋਪ ਯਾਦ ਰੱਖਣੀ ਹੈ। ਇੱਕ ਤਾਂ ਉੱਪਰ ਹੈਗੇ ਇੱਥੇ ਹਿਮਾਲਿਆਸ ਐਂਡ ਇੱਥੇ ਤਾਂ ਪ੍ਰੋਪਰ शिवालिक ਸੀ ਹੈ। ਦੂਸਰਾ ਇੱਧਰ ਇੰਡਸ ਰਿਵਰ ਬੇਸਿਨ ਹੈ, ਉੱਧਰ ਗੰਗਾ ਰਿਵਰ ਬੇਸਿਨ ਹੈ। ਐਂਡ ਤੁਸੀਂ ਇੱਕ ਚੀਜ਼ ਪੜ੍ਹੀ ਹੋਈ ਹੈ ਵਾਟਰ ਡਿਵਾਈਡ। ਦੱਸੋ ਵਾਟ ਫਾਰਮਸ ਦੀ ਵਾਟਰ ਡਿਵਾਈਡ ਬਿਟਵੀਨ ਦੀ ਇੰਡਸ ਰਿਵਰ ਸਿਸਟਮ ਐਂਡ ਦੀ ਗੰਗਾ ਰਿਵਰ ਸਿਸਟਮ। ਜਿਹੜਾ ਆਪਾਂ ਕੀਤਾ ਸੀ ਦਿੱਲੀ ਅੰਬਾਲਾ ਰਿਜ, ਦਿੱਲੀ ਤੋਂ ਲੈ ਕੇ ਹਰੀਦੁਆਰ ਤੱਕ ਕਾਈਂਡ ਆਫ ਇੱਕ ਅੰਡਰ ਗਰਾਊਂਡ ਅਪਲੈਂਡ ਫੀਚਰ ਮੂਵ ਕਰਦਾ ਹੈ। ਅਰਾਵਲੀ ਹਿਲਸ ਆਪਾਂ ਕਹਿੰਦੇ ਹਾਂ ਕਿ ਦਿੱਲੀ ਤੋਂ ਲੈ ਕੇ ਉੱਥੇ ਮਾਊਂਟ ਆਬੂ ਤੱਕ ਅੱਗੇ ਰਾਜਸਥਾਨ 'ਤੇ ਜਾ ਰਹੇ ਹੈ। ਦਿੱਲੀ ਆ ਕੇ ਅਰਾਵਲੀ ਹਿਲਸ ਖਤਮ ਨਹੀਂ ਹੋ ਜਾਂਦੇ, ਉਹ ਅੰਡਰਗਰਾਊਂਡ ਮੈਨਰ 'ਚ ਹਰੀਦੁਆਰ ਤੱਕ ਜਾਂਦੇ ਆ। ਤਾਂ ਆਹ ਵਾਲਾ ਜਿਹੜਾ ਰੀਜਨ ਹੈ ਦਿੱਲੀ ਅੰਬਾਲਾ ਹਰੀਦੁਆਰ ਵਾਲਾ ਜਿਹੜਾ ਰੀਜਨ ਹੈ, ਇਟ ਫਾਰਮਸ ਵਾਟਰ ਡਿਵਾਈਡ ਬਿਟਵੀਨ ਦੀ ਇੰਡਸ ਰਿਵਰ ਬੇਸਿਨ ਐਂਡ ਦੀ ਗੰਗਾ ਰਿਵਰ ਬੇਸਿਨ। ਤਾਂ ਜਿਹੜੀ ਜਨਰਲ ਸਲੋਪ ਹੋਊਗੀ ਉਹ ਵੀ ਇਸੇ ਪੈਟਰਨ ਨੂੰ ਫੋਲੋ ਕਰੂਗੀ। ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਨਾਰਥ ਈਸਟ ਤੋਂ
ਆਪਾਂ ਸਾਊਥ ਵੈਸਟ ਵੱਲ ਜਾਈਏ ਤਾਂ ਸਲੋਪ ਡਿਕਰੀਜ਼ ਕਰਨੀ ਚਾਹੀਦੀ ਹੈ। ਇੱਥੇ ਹਾਈਟ ਜ਼ਿਆਦਾ, ਇੱਥੇ ਹਾਈਟ ਘੱਟ। ਦੂਸਰੇ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਇੱਧਰੋਂ ਜੇ ਅੰਬਾਲਾ ਵਾਲੇ ਰੀਜਨ ਤੋਂ ਇੱਧਰ ਨੂੰ ਜਾਈਏ ਆਪਾਂ ਤਾਂ ਸਲੋਪ ਇਨਕਰੀਜ਼ ਕਰਨੀ ਚਾਹੀਦੀ ਹੈ ਕਿ ਡਿਕਰੀਜ਼ ਕਰਨੀ ਚਾਹੀਦੀ ਹੈ? ਹਾਈਟ ਜ਼ਿਆਦਾ ਹੋਊਗੀ ਤਾਂ ਹੀ ਤਾਂ ਵਾਟਰ ਡਿਵਾਈਡ ਹੈ, ਐਂਡ ਜਿਵੇਂ ਜਿਵੇਂ ਆਪਾਂ ਇੱਧਰ ਰਿਵਰਸ ਵੱਲ ਜਾਵਾਂਗੇ ਸਲੋਪ ਘਟਦੀ ਜਾਊਗੀ। ਤਾਂ ਇਨ ਜਨਰਲ ਤੁਸੀਂ ਕਹਿ ਸਕਦੇ ਹੋ ਕਿ ਇੱਧਰ ਈਸਟ ਵਾਲੀ ਸਾਈਡ ਤੋਂ ਸਲੋਪ ਡਿਕਰੀਜ਼ ਕਰਦੀ ਹੈ ਵੈਸਟ ਵਾਲੀ ਸਾਈਡ ਤੇ। ਇੱਥੇ ਹਾਈਟ ਜ਼ਿਆਦਾ ਹੈ, ਇੱਥੇ ਹਾਈਟ ਘੱਟ ਹੈ। ਡਿਊਨ ਸਟੱਡਡ ਪਲੇਨਸ ਜਿਵੇਂ ਕਿ ਆਪਾਂ ਡਿਸਕਸ ਕੀਤਾ, ਬਿਕੋਜ਼ ਆਫ ਦੀ ਡਰਾਇਰ ਰੀਜਨਸ, ਬਿਕੋਜ਼ ਆਫ ਦੀ ਪਰਟੀਕੂਲਰ ਕਲਾਈਮੇਟੋਲੋਜੀ ਆਫ ਦੀ ਰੀਜਨ ਐਂਡ ਪ੍ਰੋਕਸੀਮਿਟੀ ਟੂ ਥਾਰ ਡੈਜ਼ਰਟ। ਇੱਥੇ ਸੈਂਡ ਡਿਊਨਸ ਵਗੈਰਾ ਵੀ ਪਾਏ ਜਾਂਦੇ, ਈਵਨ ਦੋ ਟੋਪੋਗ੍ਰਾਫੀ ਇਜ਼ ਵੈਰੀ ਫਲੈਟ। ਐਂਡ ਇਹਨਾਂ ਸੈਂਡ ਡਿਊਨਸ ਜਿਹੜੇ ਕੰਪੈਕਟ ਸੈਂਡ ਦੇ ਜਿਹੜੇ ਡਿਊਨਸ ਵਗੈਰਾ ਹੁੰਦੇ ਆ, ਡੋਂਟ ਐਕਸਪੈਕਟ ਸੈਂਡ ਡਿਊਨਸ ਲਾਈਕ ਜੈਸਲਮੇਰ। ਤਾਂ ਜਿੰਨੇ ਵੀ ਥੋੜ੍ਹੀ ਬਹੁਤ ਫਲੋਇੰਗ ਮੂਵਮੈਂਟ ਆਫ ਸੈਂਡ ਨਾਲ ਮਿਲਦੇ ਆ, ਦੇ ਆਰ ਲੋਕਲੀ ਨੋਨ ਐਸ ਟਿੱਬਾਸ। ਆਪਾਂ ਕਹਿੰਦੇ ਔਰ ਮੂਸੇਵਾਲਾ ਸਾਹਿਬ ਦਾ ਗਾਣਾ ਹੈਗਾ ਟਿੱਬਿਆਂ ਦਾ ਪੁੱਤ, ਤਾਂ ਟਿੱਬੇ ਟੁੱਬੇ ਜਿਹੜੇ ਸੈਂਡ ਡੈਪੋਜੀਸ਼ਨ ਨਾਲ ਬਣੇ ਹੋਏ ਹੈ। ਸੋ ਇਹ ਫਿਜ਼ੀਓਗ੍ਰਾਫਿਕ ਡਿਵੀਜ਼ਨਸ ਆਫ ਪੰਜਾਬ ਹੋ ਗਈ। ਸੋਇਲਸ ਆਫ ਪੰਜਾਬ ਵੀ ਉਹੀ ਹੈ, ਹੁਣ ਜਿੱਦਾਂ ਦੀ ਫਿਜ਼ੀਓਗ੍ਰਾਫੀ ਹੈ ਉਹਦੇ ਨਾਲ ਹੀ ਕੋਰਸਪੌਂਡ ਕਰਦੀ ਹੋਈ ਸੋਇਲ ਹੋਊਗੀ। ਹੁਣ ਜੇ ਰੀਜਨ ਹੀ ਉੱਥੇ, ਚਲੋ ਮੈਪ ਹੈ ਨਹੀਂਗਾ, ਰੀਜਨ ਹੀ ਜੇ ਸ਼ਿਵਾਲਿਕਸ ਵਾਲਾ ਹੈ ਤਾਂ ਉੱਥੇ ਕਿਸ ਤਰ੍ਹਾਂ ਦੀ ਸੋਇਲ ਹੋਊਗੀ? ਉੱਥੇ ਵੀ ਫੋਰੈਸਟ ਸੋਇਲ ਹੋਊਗੀ। ਜੇ ਰੀਜਨ ਹੀ ਕੰਡੀ ਵਾਲਾ ਹੈ ਤਾਂ ਉੱਥੇ ਕਿਸ ਤਰ੍ਹਾਂ ਦੀ ਸੋਇਲ ਹੋਊਗੀ? ਉੱਥੇ ਕੋਰਸ ਗ੍ਰੇਨਡ ਸੋਇਲ ਹੋਊਗੀ, ਭੱਬਰ ਵਾਲੀ ਸੋਇਲ ਹੋਊਗੀ। ਅਲੂਵੀਅਲ ਪਲੇਨਸ ਜਾਂ ਤਾਂ ਖਾਦਰ ਸੋਇਲ ਹੋਊਗੀ ਜਾਂ ਬਾਂਗਰ ਸੋਇਲ ਹੋਊਗੀ। ਖਾਦਰ ਸੋਇਲ ਹੋਊਗੀ ਤਾਂ ਲੋਮੀ ਅਲੂਵੀਅਲ ਸੋਇਲ ਹੈ। ਇੱਥੇ ਫਲੱਡ ਪਲੇਨਸ ਜਾਂ ਫਿਰ ਬੇਟ ਵਾਲੀ ਸੋਇਲ ਆਪਾਂ ਕਹਿ ਦਿੰਦੇ ਹਾਂ। ਦੈਨ ਡੂਨ ਸਟੱਡਡ ਪਲੇਨ ਵਾਲਾ ਜਿਹੜਾ ਏਰੀਆ ਨੀਚੇ ਮੁਕਤਸਰ, ਮਾਨਸਾ, ਬਠਿੰਡਾ ਟਾਈਪਸ। ਦੈਨ ਇੱਥੇ ਆਫਕੋਰਸ ਸੈਂਡੀ ਐਂਡ ਡੈਜ਼ਰਟ ਸੋਇਲਸ ਪਾਈਆਂ ਜਾਣਗੀਆਂ। ਤਾਂ ਜਿੱਦਾਂ ਦੀ ਟੋਪੋਗ੍ਰਾਫੀ ਹੋਊਗੀ, ਜਿੱਦਾਂ ਦੀ ਫਿਜ਼ੀਓਗ੍ਰਾਫੀ ਹੋਊਗੀ, ਉੱਦਾਂ ਦੀਆਂ ਸੋਇਲਸ ਹੋਣਗੀਆਂ। ਦੈਨ ਕੁਛ ਏਰੀਆਸ 'ਚ ਇੱਕ ਪ੍ਰੋਬਲਮ ਹੈ, ਲਾਈਕ ਨੋਟ ਪਰ ਸੇ ਆਪਾਂ ਸੋਇਲ ਟਾਈਪ ਨਹੀਂ ਕਹਿਣਾ ਚਾਹੀਦਾ। ਵਨ ਆਫ ਦੀ ਪ੍ਰੋਬਲਮਸ ਵਿਦ ਦੀ ਸੋਇਲਸ ਆਫ ਪੰਜਾਬ ਇਨ ਸਰਟਨ ਰੀਜਨ ਇਜ਼ ਦੈਟ ਦੇ ਹੈਵ ਵੈਰੀ ਹਾਈ ਐਲਕਲਾਈਨ ਜਾਂ ਸੈਲਾਈਨ ਕੰਟੈਂਟ, ਐਂਡ soils have turned into alkaline saline soils। ਇਹ ਆਪਾਂ ਡਿਸਕਸ ਕੀਤਾ ਸੀਗਾ ਉਸ ਕੇਸ 'ਚ ਹੁੰਦਾ ਜਦੋਂ ਆਪਾਂ ਐਕਸੈਸਿਵ ਕੈਨਾਲ ਇਰੀਗੇਸ਼ਨ ਕਰਦੇ ਹਾਂ ਇਨ ਦੀ ਏਰੀਆਜ਼ ਆਫ ਪੂਅਰ ਡਰੇਨੇਜ। ਜਦੋਂ ਆਪਾਂ ਐਕਸੈਸਿਵ ਕੈਨਾਲ ਇਰੀਗੇਸ਼ਨ ਯੂਜ਼ ਕਰਦੇ ਹਾਂ ਤਾਂ ਉਹਦੇ ਨਾਲ ਕੀ ਹੈ ਕਿ ਵਾਟਰ ਟੇਬਲ ਬਿਲਕੁਲ ਨੀਅਰ ਦੀ ਸਰਫੇਸ ਹੁੰਦਾ। ਇੱਕ ਤਾਂ ਵਾਟਰ ਲੌਗਿੰਗ ਦੀ ਵੀ ਪ੍ਰੋਬਲਮ ਹੋ ਜਾਂਦੀ ਹੈ। ਫਿਰ ਜਦੋਂ ਗਰਮੀ ਪੈਂਦੀ ਹੈ, ਜਦੋਂ ਬਾਰਿਸ਼ ਨਹੀਂ ਹੋ ਰਹੀ, ਆਪਾਂ ਇਰੀਗੇਸ਼ਨ ਨਾਲ ਪਾਣੀ ਨਹੀਂ ਲਾਇਆ ਹੋਇਆ, ਉਹਦੇ ਨਾਲ ਕੀ ਹੁੰਦਾ ਹੈ ਕਿ ਲਾਈਕ ਸੂਰਜ ਦੀ ਗਰਮੀ ਨਾਲ ਵਾਟਰ ਉੱਪਰ ਆਉਂਦਾ, ਇਵੈਪੋਰੇਟ ਕਰ ਜਾਂਦਾ, ਬਟ ਸਰਫੇਸ 'ਤੇ ਸੌਲਟਸ ਡਿਪੋਜ਼ਿਟ ਹੋ ਜਾਂਦੇ ਆ। ਤਾਂ ਉਹਦੇ ਨਾਲ ਐਲਕਲਿਨਿਟੀ ਜਾਂ ਸੈਲਿਨਿਟੀ ਦੀ ਪ੍ਰੋਬਲਮਸ ਓਬਜ਼ਰਵ ਕੀਤੀ ਜਾਂਦੀ ਹੈ ਸੋਇਲਸ ਦੇ ਕੇਸ 'ਚ। ਐਂਡ ਪੰਜਾਬ ਦੇ ਕੇਸ 'ਚ ਇੱਧਰ ਫਾਜ਼ਿਲਕਾ ਅਬੋਹਰ ਵਾਲੀ ਜਿਹੜੀ ਬੈਲਟ ਹੈ ਇਹ ਜ਼ਿਆਦਾ ਇਫੈਕਟਡ ਹੈ। ਸਾਊਥ ਪੰਜਾਬ ਵਾਲਾ ਰੀਜਨ ਜ਼ਿਆਦਾ ਇਫੈਕਟਡ ਹੈ ਇਸ ਕਰਕੇ ਸੈਲਿਨਿਟੀ ਦੀ ਪ੍ਰੋਬਲਮ ਨਾਲ। ਜਿਹੜਾ ਵੀ ਕੈਨਾਲ ਇਰੀਗੇਸ਼ਨ, ਐਕਸੈਸਿਵ ਕੈਨਾਲ ਇਰੀਗੇਸ਼ਨ ਜਿੱਥੇ ਵੀ ਹੋਊਗੀ, ਉਹ ਵਾਲਾ ਰੀਜਨ ਇੱਥੇ ਸੈਲਿਨਿਟੀ ਦੀ ਪ੍ਰੋਬਲਮ ਹੋਊਗੀ ਕਿਉਂਕਿ ਕੈਨਾਲ ਇਰੀਗੇਸ਼ਨ ਨਾਲ ਵਾਟਰ ਟੇਬਲ ਉੱਪਰ ਆਉਂਦਾ। ਵਾਟਰ ਟੇਬਲ ਇਜ਼ ਨੀਅਰ ਟੂ ਦੀ ਸਰਫੇਸ। ਤੁਸੀਂ ਵਾਟਰ ਦੀ ਸਪਲਾਈ ਬੰਦ ਕੀਤੀ ਨਹੀਂ, ਉੱਤੋਂ ਗਰਮੀ ਪਈ, ਐਂਡ ਗਰਮੀ ਨਾਲ ਪਾਣੀ ਉੱਪਰ ਸਰਫੇਸ 'ਤੇ ਆਊਗਾ, ਇਵੈਪੋਰੇਟ ਕਰ ਜੂਗਾ, ਸੌਲਟਸ ਡਿਪੋਜ਼ਿਟ ਕਰ ਦੂਗਾ, ਤਾਂ ਉਹਦੇ ਨਾਲ ਇਹ ਪ੍ਰੋਬਲਮ ਆ ਜਾਊਗੀ। ਦੈਨ the 5 rivers of ਪੰਜਾਬ, ਇਹ ਸਾਰਾ ਆਪਾਂ ਕਾਮਨ ਜੋਗ੍ਰਾਫੀ ਦੇ ਪੁਆਇੰਟ ਆਫ ਵਿਊ ਤੋਂ ਮੈਂ ਪਿਕਚਰ ਲਿੱਤੀ ਹੈ। ਕੁਛ ਇੱਥੇ ਕਿਉਂਕਿ ਮੈਂ ਦੁਆਬਸ ਡਿਸਕਸ ਕਰਨਾ ਚਾਹੁੰਦਾ ਤੁਹਾਡੇ ਨਾਲ। ਰਿਵਰਸ ਆਫ ਪੰਜਾਬ ਤਾਂ ਆਪਾਂ ਪਹਿਲਾਂ ਡਿਸਕਸ ਕੀਤੀਆਂ ਹੀ ਆ, ਸਤਲੁਜ, ਬਿਆਸ, ਰਾਵੀ, ਚਨਾਬ, ਜੇਲਮ ਐਂਡ ਇੰਡਸ। ਨਾ ਇਹ 5 ਰਿਵਰਸ ਆਫ ਪੰਜਾਬ, 5 ਦਰਿਆਵਾਂ ਦੀ ਰਾਣੀ, ਐਂਡ ਇੱਥੇ ਇੰਡਸ ਦੀ ਮੇਨ ਰਿਵਰ ਜਿੱਥੇ ਇਹਨਾਂ ਸਾਰੀਆਂ 5 ਰਿਵਰਸ ਦਾ ਪਾਣੀ ਫਲੋ ਕਰ ਰਿਹਾ। ਹੁਣ ਇਹਨਾਂ ਰਿਵਰਸ ਨਾਲ ਕੁਛ ਦੁਆਬਸ ਬਣ ਰਹੇ ਹੈ, ਮਤਲਬ ਦ ਰੀਜਨ ਦੈਟ ਲਾਈਜ਼ ਬਿਟਵੀਨ ਦੋ ਆਬਾਂ ਦੇ ਵਿੱਚ ਲਾਈ ਕਰਨ ਵਾਲਾ ਰੀਜਨ। ਆਪਾਂ ਇਸ ਰੀਜਨ ਨੂੰ ਦੁਆਬਾ ਕਹਿੰਦੇ ਹਾਂ ਕਿਉਂਕਿ ਪੰਜਾਬ ਦੇ ਕੰਟੈਕਸਟ 'ਚ ਇਹੀ ਮਤਲਬ ਇੱਕ ਰੀਜਨ ਬਣਦਾ ਜਿਹੜਾ 2 ਰਿਵਰਸ ਦੇ ਵਿੱਚ ਲੌਕਡ ਹੈ। ਬਟ ਅਦਰਵਾਈਜ਼ ਤਾਂ ਹੁਣ ਜੇ ਰਿਵਰਸ 6 ਹੈ ਤਾਂ ਦੁਆਬ ਵੀ ਤਾਂ 5 ਬਣਨਗੇ ਜਿਹੜਾ ਉਹਨਾਂ ਦੇ ਵਿੱਚ ਹੈਗੇ। 1 ਦੁਆਬ, 2, 3, 4, 5 ਦੁਆਬ ਬਣਨਗੇ। ਤਾਂ ਇਹ ਕਿਹੜੇ 5 ਦੁਆਬ ਆਪਾਂ ਦੇਖੀਏ। ਹੁਣ ਇਹ ਦੁਆਬਸ ਦੇ ਨਾਮ ਯਾਦ ਰੱਖਣੇ ਬਹੁਤ ਈਜ਼ੀ ਹੈ। ਮੈਨੂੰ ਯਾਦ ਨਹੀਂ ਕਿ ਮੈਂ ਤੁਹਾਨੂੰ ਪਿਛਲੀ ਵਾਰੀ ਕਰਾਏ ਸੀ ਕਿ ਨਹੀਂ, ਤਾਂ ਮੈਂ ਰਿਪੀਟ ਹੀ ਕਰ ਰਿਹਾ। ਰਿਵਰ ਬਿਆਸ ਐਂਡ ਰਿਵਰ ਸਤਲੁਜ ਦੇ ਵਿੱਚ ਜਿਹੜਾ ਦੁਆਬ ਬਣ ਰਿਹਾ, ਜਿਹੜਾ ਇੰਡੀਆ ਵਾਲਾ ਦੁਆਬ ਹੈ,
ਦੁਆਬਾ ਜਿਹਨੂੰ ਆਪਾਂ ਇਲਾਕਾ ਕਹਿੰਦੇ ਆ, ਉਹ ਹੈ ਬਿਸਤ ਦੁਆਬ। ਬਿਆਸ ਐਂਡ ਸਤਲੁਜ ਦੇ ਵਿੱਚ ਹੈ ਬਿਸਤ ਦੁਆਬ। ਬਿਆਸ ਐਂਡ ਰਾਵੀ ਦੇ ਵਿੱਚ, ਬਿਆਸ ਐਂਡ ਰਾਵੀ ਦੇ ਵਿੱਚ ਜਿਹੜਾ ਦੁਆਬ ਬਣ ਰਿਹਾ ਬਾਰੀ ਦੁਆਬ। ਠੀਕ ਹੈ, ਰਿਵਰਸ ਦੇ ਆਪਾਂ ਲੈਟਰਸ ਦੇ ਬੇਸਿਸ ਤੇ ਹੀ ਥੋੜਾ ਜਿਹਾ ਰਿਲੇਟ ਕਰਕੇ ਨਾਮ ਰੱਖੇ ਹੋਏ ਆ। ਬਾਰੀ ਦੁਆਬ, ਇੱਥੇ ਰਾਵੀ ਰਿਵਰ ਤੇ ਮਾਧੋਪੁਰ ਤੇ ਆਪਾਂ ਡੈਮ ਲਾ ਕੇ ਅੱਪਰ ਬਾਰੀ ਦੁਆਬ ਕੈਨਾਲ ਵੀ ਬਣਾਇਆ ਹੋਇਆ, ਤਾਂ ਬਾਰੀ ਦੁਆਬ। ਫਿਰ ਅੱਗੇ ਹੈ ਰਾਵੀ ਤੇ ਚਨਾਬ। ਰਾਵੀ ਚਨਾਬ, ਇਹਨਾਂ ਦੋਨਾਂ ਦੇ ਵਿੱਚ ਬਣ ਰਿਹਾ ਰਚਨਾ ਦੁਆਬ। ਠੀਕ ਹੈ, ਈਜ਼ੀ ਹੈ। ਅਗਲੇ ਰਿਵਰ ਹੈਗੀਆਂ ਚਨਾਬ ਤੇ ਜੇਹਲਮ। ਇਹਦੇ ਵਿੱਚ ਚਨਾਬ ਤੇ ਜੇਹਲਮ, ਝੱਜ ਦੁਆਬ ਵੀ ਇਹਨੂੰ ਕਹਿ ਦਿੰਦੇ ਆ, ਐਂਡ ਇਹਦਾ ਉਲਟਾ ਵੀ ਟਰੂ ਹੈ। ਜੇਹਲਮ ਐਂਡ ਚਨਾਬ, ਜੱਚ ਦੁਆਬ ਵੀ ਇਹਨੂੰ ਕਹਿ ਦਿੰਦੇ। ਦੋਵੇਂ ਪਾਸੇ ਲਾਈਕ ਦੋਵੇਂ ਹੀ ਚੱਲਦੇ ਆ, ਆ ਵੀ ਸਪੈਲਿੰਗ ਚੱਲਦੇ ਆ ਵੀ ਸਪੈਲਿੰਗ ਚੱਲਦੇ, ਮਤਲਬ ਆ ਵੀ ਕਹਿ ਦਿੰਦੇ ਆ ਵੀ ਕਹਿ ਦਿੰਦੇ ਆ। ਆ ਖੈਰ ਜ਼ਿਆਦਾ ਪੋਪੂਲਰ ਹੈ ਝੱਜ ਦੁਆਬ ਚਨਾਬ ਐਂਡ ਜੇਹਲਮ ਦੇ ਵਿੱਚ। ਐਂਡ ਜੇਹਲਮ ਐਂਡ ਇੰਡਸ ਦੇ ਵਿੱਚ ਹੈ ਆਪਣਾ, ਹੁਣ ਇਹ ਯਾਦ ਰੱਖ ਲੈਣਾ, ਇੰਡਸ ਰਿਵਰ ਨੂੰ ਆਪਾਂ ਸਿੰਧ ਕਹਿੰਦੇ ਆ, ਤਾਂ ਸਿੰਧ ਸਾਗਰ ਦੁਆਬ। ਬਿਟਵੀਨ ਜੇਹਲਮ ਐਂਡ ਰਿਵਰ ਇੰਡਸ। ਤੇ 5 ਦੁਆਬਸ ਆਫ ਪੰਜਾਬ ਯਾਦ ਰੱਖਣੀ ਹੈ, 5 ਰਿਵਰਸ ਤਾਂ ਤੁਹਾਨੂੰ ਯਾਦ ਹੀ ਹੋਣਗੀਆਂ। ਸੀਕੁਐਂਸ ਤੇ ਤੁਸੀਂ ਇਸੇ ਤਰ੍ਹਾਂ ਯਾਦ ਰੱਖਣੀ ਹੈ। ਐਂਡ ਜਾਲੀ ਜਿਹਾ ਪੁਆਇੰਟ, ਮਤਲਬ ਜਾਲੀ ਨਹੀਂ, ਅਦਰਵਾਈਜ਼ ਤਾਂ ਜ਼ਰੂਰੀ ਹੈ, ਬਟ ਆਈ ਬਲੀਵ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਹੈ। ਬਿਆਸ ਤੇ ਸਤਲੁਜ ਕਿੱਥੇ ਮੀਟ ਕਰਦੀਆਂ, ਇਹਨਾਂ ਦਾ ਮੀਟਿੰਗ ਪੁਆਇੰਟ ਕੌਨਫਲੂਐਂਸ ਕੀ ਹੈ? ਹਰੀਕੇ ਪੱਤਨ, ਹਰੀਕੇ। ਨਾਓ ਇਹ ਪੰਜਾਬ ਦੀਆਂ ਰਿਵਰਸ ਐਂਡ ਬੇਸਿਕ ਕੈਨਾਲ ਨੈਟਵਰਕ ਜਿਹੜਾ ਹੈਗਾ ਉਹਦਾ ਇੱਕ ਮੈਪ ਹੈ। ਇੱਥੇ ਕਾਫੀ ਮਤਲਬ ਉਹ ਜਿਹੜੇ ਇੰਪੋਰਟੈਂਟ ਪ੍ਰੋਜੈਕਟਸ ਵਗੈਰੇ ਆ ਉਹ ਵੀ ਮੈਂਸ਼ਨ ਕੀਤੇ ਹੋਏ ਆ, ਤਾਂ ਆਪਾਂ ਡਿਸਕਸ ਕਰ ਲੈਂਦੇ ਹਾਂ। ਰਾਵੀ ਰਿਵਰ ਦੀ ਆਪਾਂ ਗੱਲ ਕਰੀਏ ਤਾਂ ਪਠਾਨਕੋਟ ਡਿਸਟ੍ਰਿਕਟ 'ਚ ਰਿਵਰ ਰਾਵੀ ਤੇ ਆਪਾਂ ਡੈਮ ਲਾਇਆ। ਇੱਕ ਹਾਈਡਲ ਪਾਵਰ ਪ੍ਰੋਜੈਕਟ ਐਗਜ਼ਿਸਟ ਕਰਦਾ ਹੈ, ਰਣਜੀਤ ਸਾਗਰ ਪਾਵਰ ਪ੍ਰੋਜੈਕਟ। ਰਣਜੀਤ ਸਾਗਰ ਡੈਮ ਹੈ ਜਿਹਦਾ ਪੁਰਾਣਾ ਨਾਮ ਥੇਨ ਡੈਮ ਸੀਗਾ। ਤਾਂ ਰਾਵੀ ਰਿਵਰ ਤੇ ਤੁਸੀਂ ਯਾਦ ਰੱਖਣਾ ਹੈ ਰਣਜੀਤ ਸਾਗਰ ਡੈਮ, ਰਣਜੀਤ ਸਾਗਰ ਪ੍ਰੋਜੈਕਟ, ਪੁਰਾਣਾ ਨਾਮ ਥੇਨ ਡੈਮ। ਐਂਡ ਇੱਥੇ ਹੀ ਆਪਾਂ ਰਾਵੀ ਰਿਵਰ ਤੇ ਥੋੜਾ ਜਿਹਾ ਡਾਊਨ ਸਟਰੀਮ ਮਾਧੋਪੁਰ ਹੈਡਵਰਕਸ ਬਣਾਏ ਆ, ਮਤਲਬ ਬਰਾਜ ਬਣਾਇਆ ਹੋਇਆ ਜਿੱਥੋਂ ਬਾਰੀ ਦੁਆਬ, ਜਿਹਦੀ ਮੈਂ ਗੱਲ ਕਰ ਰਿਹਾ ਸੀ, ਅੱਪਰ ਬਾਰੀ ਦੁਆਬ ਕਨਾਲ ਇਸ ਮਾਧੋਪੁਰ ਹੈਡਵਰਕਸ ਤੋਂ ਅੱਗੇ ਇਰੀਗੇਸ਼ਨ ਲਈ ਕਨਾਲਸ ਐਂਡ ਡਿਸਟਰੀਬਿਊਟਰਸ ਨਿਕਲਦੀਆਂ। ਉਸ ਤੋਂ ਬਾਅਦ ਰਿਵਰ ਰਾਵੀ moves into ਪਾਕਿਸਤਾਨ ਵਾਲਾ ਰੀਜਨਸ। ਦ ਸਿਟੀ ਆਫ ਲਾਹੌਰ ਇਜ਼ ਸਿਚੁਏਟਡ ਔਨ ਦ ਬੈਂਕਸ ਆਫ ਰਿਵਰ ਰਾਵੀ। ਦੈਨ ਬਿਆਸ ਰਿਵਰ ਦੀ ਗੱਲ ਕਰੀਏ ਤਾਂ ਇੱਥੇ ਤੁਸੀਂ 2 ਤਾਂ ਪਹਿਲਾਂ ਡੈਮਸ ਯਾਦ ਰੱਖਣੇ ਹੈ, ਪੌਂਗ ਡੈਮ ਐਂਡ ਪੰਡੋ ਡੈਮ। ਪੰਡੋ ਡੈਮ ਅਪਸਟਰੀਮ ਹੈ, ਪੰਜਾਬ ਦੀ ਬਾਰਡਰ ਵਾਲੀ ਸਾਈਡ ਤੇ ਹੈਗਾ ਪੌਂਗ ਡੈਮ। ਐਂਡ ਪੌਂਗ ਡੈਮ ਤੋਂ ਅੱਗੇ ਰਿਵਰ ਪੰਜਾਬ 'ਚ ਐਂਟਰ ਕਰਦੀ ਹੈ। ਐਂਡ ਹਰੀਕੇ ਹੈਡਵਰਕਸ ਆਪਾਂ ਬਣਾਏ ਹੋਏ ਹੈ, ਤਾਂ ਹਰੀਕੇ ਹੈਡਵਰਕਸ ਤੋਂ ਆਪਾਂ ਅੱਗੇ ਮਤਲਬ ਰਿਵਰ ਸਤਲੁਜ ਦੇ ਕੇਸ 'ਚ ਵੀ ਸਤਲੁਜ ਐਂਡ ਬਿਆਸ ਦੋਨੋਂ ਇੱਥੇ ਮਿਲਦੀਆਂ। ਐਂਡ ਇੱਥੋਂ ਆਪਾਂ ਰਾਜਸਥਾਨ ਫੀਡਰ ਤੇ ਸਰਹੰਦ ਫੀਡਰ ਕਨਾਲ, 2 ਲਾਈਕ ਕਨਾਲਸ ਇੱਧਰ ਜਾਂਦੇ ਆ ਰਾਜਸਥਾਨ ਵਾਲੀ ਸਾਈਡ ਤੇ। ਐਂਡ ਇਹੀ ਅੱਗੇ ਜਾ ਕੇ ਇੰਦਰਾ ਗਾਂਧੀ ਕਨਾਲ ਆਪਾਂ ਇਹਨੂੰ ਕਹਿੰਦੇ ਹਾਂ, ਮਤਲਬ ਇੰਦਰਾ ਗਾਂਧੀ ਕਨਾਲ ਜਿਹੜਾ ਹੈਗਾ ਇੱਧਰੋਂ ਰਿਵਰ ਸਤਲੁਜ ਤੋਂ ਵੀ ਫੀਡ ਕੀਤਾ ਜਾਂਦਾ। ਐਂਡ ਇੱਥੋਂ ਹਰੀਕੇ ਰੋਪੜ ਵਾਲੇ ਏਰੀਆ ਤੋਂ ਵੀ ਕਨਾਲ ਆਉਂਦਾ ਜਿਹੜਾ ਇਹਨੂੰ ਫੀਡ ਕਰਦਾ। ਇੱਥੋਂ ਹਰੀਕੇ ਤੋਂ ਵੀ ਕਨਾਲ ਆਉਂਦਾ ਜਿਹੜਾ ਇਹਨੂੰ ਫੀਡ ਕਰਦਾ, ਰਾਜਸਥਾਨ ਫੀਡਰ। ਐਂਡ ਇਹਨਾਂ ਦੀ ਕੰਬੀਨੇਸ਼ਨ ਨਾਲ ਬਣਦਾ ਇੰਦਰਾ ਗਾਂਧੀ ਕਨਾਲ, ਜਿਹਦੇ ਨਾਲ ਰਾਜਸਥਾਨ ਵਾਲਾ ਏਰੀਆ ਆਪਾਂ ਇਰੀਗੇਟ ਕਰ ਰਹੇ ਹਾਂ। ਐਂਡ ਇਸੇ ਤਰ੍ਹਾਂ ਫਰਦਰ ਡਾਊਨ ਸਟਰੀਮ ਫਿਰੋਜ਼ਪੁਰ ਵੀ ਆਪਾਂ ਇੱਕ ਹੈਡਵਰਕਸ ਬਣਾਏ ਹੋਏ ਆ, ਬਰਾਜ ਬਣਾਏ ਹੋਏ ਆ, ਜਿੱਥੋਂ ਬੀਕਾਨੇਰ ਕਨਾਲ ਆਉਂਦਾ ਐਂਡ ਰਾਜਸਥਾਨ ਵਾਲੀ ਸਾਈਡ ਹੀ ਜਾਂਦਾ। ਰਿਵਰ ਸਤਲੁਜ ਦੀ ਗੱਲ ਕਰੀਏ ਤਾਂ ਇੱਥੇ ਸਭ ਤੋਂ ਪਹਿਲਾਂ ਤਾਂ ਮੋਸਟ ਇੰਪੋਰਟੈਂਟ ਡੈਮ ਜਿਹੜਾ ਹੈਗਾ ਭਾਖੜਾ ਨੰਗਲ ਪਾਵਰ ਪ੍ਰੋਜੈਕਟ। ਭਾਖੜਾ ਡੈਮ ਦੀ ਹਾਈਐਸਟ, ਵਨ ਆਫ ਦੀ ਹਾਈਐਸਟ ਡੈਮਸ, ਅੱਜ ਕੱਲ੍ਹ ਦਾ ਹਾਈਐਸਟ ਡੈਮ ਇੰਡੀਆ 'ਚ ਟਿਹਰੀ ਡੈਮ ਹੈ ਔਨ ਰਿਵਰ ਗੰਗਾ। ਉਸ ਤੋਂ ਪਹਿਲਾਂ ਟਿਹਰੀ ਡੈਮ ਦੀ ਕੰਸਟਰਕਸ਼ਨ ਤੋਂ ਪਹਿਲਾਂ ਭਾਖੜਾ ਡੈਮ ਯੂਜ਼ ਟੂ ਬੀ ਦੀ ਹਾਈਐਸਟ ਡੈਮ ਇਨ ਇੰਡੀਆ। ਤਾਂ ਭਾਖੜਾ ਡੈਮ ਹੈ, ਥੋੜ੍ਹਾ ਜਿਹਾ ਡਾਊਨ ਸਟਰੀਮ 'ਤੇ ਨੰਗਲ ਡੈਮ ਹੈ। ਭਾਖੜਾ ਦੇ ਪਿੱਛੇ ਭਾਖੜਾ ਡੈਮ ਕਰਕੇ ਇੱਕ ਬਹੁਤ ਵੱਡਾ ਰੈਜ਼ਰਵਾਇਰ ਬਣਦਾ ਹੈ, ਮੈਨ ਮੇਡ ਲੇਕ ਬਣਦਾ ਹੈ, ਜਿਹਦਾ ਨਾਮ ਹੈ ਗੋਬਿੰਦ ਸਾਗਰ ਲੇਕ।
ਨੰਗਲ ਵਾਲੇ ਡੈਮ ਤੇ ਵੀ ਆਪਾਂ ਬਰਾਜ ਲਾਇਆ ਐਂਡ ਉੱਥੇ ਨੰਗਲ ਵੈਟਲੈਂਡ ਬਣਦਾ ਹੈ। ਰੀਸੈਂਟਲੀ ਇਹੀ ਨੰਗਲ ਵੈਟਲੈਂਡ ਨੂੰ ਰਾਮਸਰ ਸਾਈਟ ਦੇ ਤੌਰ ਤੇ ਇਨਕਲੂਡ ਕੀਤਾ ਗਿਆ। ਹਰੀਕੇ, ਰੋਪੜ ਤੇ ਕਾਂਜਲੀ ਆਲਰੇਡੀ ਪਹਿਲਾਂ 3 ਰਾਮਸਰ ਸਾਈਟ ਸੀਗੀਆਂ। ਇਸ ਸਾਲ 2020 'ਚ 3 ਹੋਰ ਰਾਮਸਰ ਸਾਈਟਸ ਆਈਆਂ। ਆਪਾਂ ਉਹਦੀ ਗੱਲ ਕਰਾਂਗੇ। ਵਨ ਆਫ ਦੀ ਰਾਮਸਰ ਸਾਈਟਸ ਇਜ਼ ਨੰਗਲ ਵੈਟਲੈਂਡ। ਅੱਗੇ ਰੋਪੜ ਤੇ ਆਪਾਂ ਬਰਾਜ ਲਾਇਆ ਹੋਇਆ, ਉੱਥੇ ਰੋਪੜ ਵੈਟਲੈਂਡ ਬਣਦਾ ਰਿਵਰ ਸਤਲੁਜ ਤੇ। ਐਂਡ ਰੋਪੜ ਵਾਲੇ ਏਰੀਆ ਤੋਂ ਹੀ ਆਪਾਂ ਕਾਫੀ ਨੰਗਲ ਐਂਡ ਰੋਪੜ ਵਾਲੇ ਏਰੀਆ ਤੋਂ ਕਾਫੀ ਸਾਰੇ ਕਨਾਲਸ ਆਪਾਂ ਕੱਢੇ ਹੋਏ ਆ, ਜਿਹੜੇ ਇੱਧਰ ਸਰਹੰਦ ਵਾਲੇ ਏਰੀਆ ਨੂੰ ਸਰਹੰਦ ਵਾਲਾ ਏਰੀਆ ਐਂਡ ਪੂਰਾ ਜਿਹੜਾ ਪਟਿਆਲਾ ਵਾਲਾ ਏਰੀਆ ਉਹਨੂੰ ਇਰੀਗੇਟ ਕਰ ਰਹੇ ਆ। ਸੋ ਦੈਟ ਇਜ਼ ਦੀ ਰਿਵਰ ਸਤਲੁਜ। ਐਂਡ ਅੱਗੇ ਹਰੀਕੇ ਤੇ ਜਾ ਕੇ ਤਾਂ ਅੱਗੇ ਕਾਮਨ ਹੀ ਹੋ ਗਿਆ ਜਿਹੜਾ ਬਿਆਸ ਰਿਵਰ ਨਾਲ ਮਿਲਦੀ ਹੈ। ਤਾਂ ਥੀਜ਼ ਆਰ ਸਮ ਆਫ ਦੀ ਇੰਪੋਰਟੈਂਟ ਪ੍ਰੋਜੈਕਟਸ ਔਨ ਦੀ ਰਿਵਰਸ ਆਫ ਪੰਜਾਬ। ਜਿਹੜਾ ਇੱਕ ਹੋਰ ਸੀਜ਼ਨਲ ਸਟਰੀਮ ਆਪਾਂ ਐਫੈਮਰਲ ਜਾਂ ਇਨਲੈਂਡ ਡਰੇਨੇਜ ਦੀ ਐਗਜ਼ਾਮਪਲ ਵਿੱਚ ਇੱਕ ਇੰਪੋਰਟੈਂਟ ਸਟਰੀਮ ਪੜ੍ਹੀ ਸੀ, ਘੱਗਰ ਰਿਵਰ। ਨਾ ਇਹ ਜਿਹੜੀ ਘੱਗਰ ਰਿਵਰ ਹੈ ਸ਼ਿਵਾਲਿਕ ਹਿਲਸ ਤੋਂ ਓਰੀਜੀਨੇਟ ਕਰਦੀ ਹੈ। ਹੁਣ ਜਿਹੜੀ ਰਿਵਰ ਆਪਾਂ ਹਿਮਾਲਿਅਨ ਰਿਵਰਸ ਬਾਰੇ ਇਨ ਜਨਰਲ ਤਾਂ ਪੜ੍ਹਦੇ ਹਾਂ ਕਿ ਇਹ ਪੈਰੀਨੀਅਲ ਰਿਵਰਸ ਹੈ, ਲੇਕਿਨ ਸਾਊਥ ਇੰਡੀਆ ਦੀਆਂ ਰਿਵਰਸ ਇਹ ਸੀਜ਼ਨਲ ਰਿਵਰਸ ਹੈ। ਇੱਦਾਂ ਕਿਉਂ ਹੈ? ਕਿਉਂਕਿ ਹਿਮਾਲਿਅਨ ਰਿਵਰਸ ਗਲੇਸ਼ੀਅਰਸ ਦੁਆਰਾ ਫੀਡ ਕੀਤੀਆਂ ਜਾਂਦੀਆਂ, ਸਨੋ ਮੈਲਟ ਹੁੰਦੀ ਹੈ, ਸਾਰਾ ਸਾਲ ਪਾਣੀ ਹੁੰਦਾ। ਸਾਊਥ ਇੰਡੀਆ ਦੀਆਂ ਰਿਵਰ ਸੀਜ਼ਨਲ ਹੁੰਦੀਆਂ ਕਿਉਂਕਿ ਰੇਨ ਵਾਟਰ ਉਹਨਾਂ ਨੂੰ ਫੀਡ ਕਰਦਾ ਐਂਡ ਰੇਨ ਸੀਜ਼ਨਲ ਹੁੰਦੀਆਂ। ਹੁਣ ਜੇ ਕੋਈ ਰਿਵਰ ਸ਼ਿਵਾਲਿਕਸ ਤੋਂ ਓਰੀਜੀਨੇਟ ਕਰ ਰਹੀ ਹੈ ਤਾਂ ਆਫਕੋਰਸ ਉਹ ਪੈਰੀਨੀਅਲ ਤਾਂ ਨਹੀਂ ਹੋ ਸਕੀ, ਕਿਉਂਕਿ ਸ਼ਿਵਾਲਿਕਸ ਤਾਂ ਕਵਰਡ ਬਾਈ ਸਨੋ ਹੁੰਦੇ ਹੀ ਨਹੀਂ ਗੇ, ਸਨੋ ਸ਼ਿਵਾਲਿਕਸ 'ਚ ਪੈਂਦੀ ਹੀ ਨਹੀਂ ਗਈ, ਤਾਂ ਫਿਰ ਪੈਰੀਨੀਅਲ ਰਿਵਰ ਕਿੱਥੋਂ ਆਊਗੀ? ਤਾਂ ਇਹ ਵੀ ਇੱਕ ਸੀਜ਼ਨਲ ਸਟਰੀਮ ਹੈ ਜਿਹੜੀ ਕਿ ਸ਼ਿਵਾਲਿਕ ਹਿਲਸ ਤੋਂ ਓਰੀਜੀਨੇਟ ਕਰਦੀ ਹੋਈ ਇੱਧਰ ਚੰਡੀਗੜ੍ਹ ਦੇ ਜਸਟ ਆਊਟਸਕਰਟਸ 'ਚ ਪੰਚਕੂਲਾ ਵਾਲੀ ਸਾਈਡ ਤੋਂ ਹਰਿਆਣਾ ਤੋਂ ਹੁੰਦੀ ਹੋਈ ਇੱਧਰ ਪਟਿਆਲਾ ਸੰਗਰੂਰ ਵਾਲੇ ਡਿਸਟ੍ਰਿਕਟਸ 'ਚ ਜਾਂਦੀ ਹੈ ਐਂਡ ਅਲਟੀਮੇਟਲੀ ਗੋਜ਼ ਇਨਟੂ ਹਰਿਆਣਾ ਕ੍ਰਿਸ ਕ੍ਰੋਸ ਕਰਦੀ ਹੋਈ ਰਾਜਸਥਾਨ ਜਿਟ ਇਜ਼ ਨੋਨ ਐਜ਼ ਹਕੜਾ ਰਿਵਰ, ਘੱਗਰ ਹਕੜਾ ਰਿਵਰ। ਐਂਡ ਮਤਲਬ ਇਟ ਡਜ਼ ਨਾਟ ਕੰਟੀਨਿਊ ਟੂ ਐਨੀ ਟ੍ਰਾਈਬਿਊਟਰੀ ਔਰ ਓਸ਼ਨ। ਰਾਜਸਥਾਨ 'ਚ ਜਾ ਕੇ ਬਸ ਸਿੰਪਲੀ ਇਟ ਗੈਟਸ ਲੋਸਟ ਬਿਕਾਜ਼ ਉੱਥੇ ਦਾ ਡਰਾਈ ਕਲਾਈਮੇਟ ਹੈ, ਵਾਟਰ ਸੀਪ ਇਨ ਕਰ ਜਾਂਦਾ ਐਂਡ ਇਟ ਗੈਟਸ ਲੋਸਟ। ਸੋ ਇਟ ਇਜ਼ ਆਲਸੋ ਐਨ ਐਗਜ਼ਾਮਪਲ ਆਫ ਐਫੈਮਰਲ ਡਰੇਨੇਜ, ਘੱਗਰ ਰਿਵਰ। ਠੀਕ ਹੈ ਜੀ। ਤਾਂ ਇਹ ਆਪਣੇ ਬੇਸਿਕ ਰਿਵਰ ਨੈਟਵਰਕ, ਕੈਨਾਲਸ ਐਂਡ ਇੰਪੋਰਟੈਂਟ ਪ੍ਰੋਜੈਕਟਸ ਔਨ ਰਿਵਰਸ ਜਿਹੜੇ ਲੋਕੇਟਡ ਹੈ ਪੰਜਾਬ ਦੇ ਵਿੱਚ। ਨੈਕਸਟ ਐਗਰੋ ਕਲਾਈਮੇਟਿਕ ਜ਼ੋਨਸ। ਹੁਣ ਇਹ ਜਸਟ ਇੱਦਾਂ ਹੀ ਲਾਈਕ ਮੈਨੂੰ ਮੈਪ ਮਿਲਿਆ ਸੀਗਾ ਅਤੇ ਮੈਂ ਪਾਤਾ ਇੱਥੇ। ਬੇਸਿਕਲੀ ਜਿੱਦਾਂ ਦਾ ਲਾਈਕ ਐਗਰੀਕਲਚਰ ਐਂਡ ਕਲਾਈਮੇਟ ਦਾ ਸਿੰਪਲ ਜਿਹਾ ਹਿਸਾਬ ਹੁੰਦਾ, ਜਿੱਦਾਂ ਦੀ ਫਿਜ਼ੀਓਗ੍ਰਾਫੀ ਹੈ ਉੱਦਾਂ ਦੀ ਸੋਇਲ ਹੋਊਗੀ, ਜਿੱਦਾਂ ਦੀ ਸੋਇਲ ਹੈ ਜਿੱਦਾਂ ਦਾ ਕਲਾਈਮੇਟ ਹੈ ਉੱਦਾਂ ਦਾ ਐਗਰੀਕਲਚਰ ਪਰਫੋਰਮ ਕੀਤਾ ਜਾਊਗਾ। ਹੁਣ ਆਹ ਜਿਹੜਾ ਬਲੂ ਵਾਲਾ ਰੀਜਨ ਹੈ ਵੈਸਟਰਨ ਹਿਮਾਲਿਅਨ ਰੀਜਨ, ਦਾ ਰੀਜਨ ਸ਼ੇਡਡ ਇਨ ਬਲੂ ਇਜ਼ ਦੀ ਵੈਸਟਰਨ ਹਿਮਾਲਿਅਨ ਰੀਜਨ, ਜਿੱਥੇ ਕਿ ਸਬ ਹਿਊਮਿਡ ਕਲਾਈਮੇਟ ਪਾਇਆ ਜਾਂਦਾ ਹੈ। ਐਂਡ ਇੱਥੇ ਜਿਵੇਂ ਜਿਵੇਂ ਆਪਾਂ ਇਹ ਨੀਚੇ ਆ ਰਹੇ ਹਾਂ ਜਿਵੇਂ ਕਲਰ ਚੇਂਜ ਹੋ ਰਿਹਾ, ਬਲੂ, ਔਰੇਂਜ, ਪਿੰਕ, ਗ੍ਰੀਨ ਐਂਡ ਪਰਪਲ ਜੋ ਵੀ ਹੈਗਾ, ਲਾਈਕ ਥੋੜ੍ਹੀ ਜਿਹੀ ਮੇਰੀ ਕਲਰ ਬਲਾਈਂਡਨੈਸ ਨੂੰ ਤੁਸੀਂ ਇਗਨੋਰ ਕਰਨਾ ਹੈ। ਜਿਵੇਂ ਜਿਵੇਂ ਆਪਾਂ ਉੱਪਰੋਂ ਨੀਚੇ ਆ ਰਹੇ ਹਾਂ ਬੇਸਿਕਲੀ ਹੋ ਕੀ ਰਿਹਾ, ਰੇਨਫਾਲ ਘੱਟ ਰਹੀ ਹੈ, ਕਲਾਈਮੇਟ ਡਰਾਈ ਹੁੰਦਾ ਜਾ ਰਿਹਾ ਹੈ, ਕਲਾਈਮੇਟ ਹੌਟ ਵੀ ਹੁੰਦਾ ਜਾ ਰਿਹਾ ਹੈ। ਇਸ ਕਰਕੇ ਜਿਹੜਾ ਗਰੋਇੰਗ ਪੀਰੀਅਡ ਹੈ ਐਗਰੋ ਕਲਾਈਮੇਟਿਕ ਜ਼ੋਨ ਹੈ, ਜਿਹੜਾ ਗਰੋਇੰਗ ਪੀਰੀਅਡ ਹੈ ਉਹ ਵੀ ਸ਼ਾਰਟ ਹੁੰਦਾ ਜਾ ਰਿਹਾ ਹੈ। ਜਿੱਥੇ ਜਿੰਨਾ ਜ਼ਿਆਦਾ ਵੈਟ ਕਲਾਈਮੇਟ ਹੋਊਗਾ ਓਨਾ ਲੰਬਾ ਗਰੋਇੰਗ ਪੀਰੀਅਡ ਹੋਊਗਾ। ਤਾਂ ਇੱਥੇ ਟੈਂਪਰੇਚਰ ਵੀ ਇਨਕਰੀਜ਼ ਕਰ ਰਿਹਾ ਹੈ, ਰੇਨਫਾਲ ਡਿਕਰੀਜ਼ ਕਰ ਰਹੀ ਹੈ, ਇਸ ਲਈ ਗਰੋਇੰਗ ਪੀਰੀਅਡ, ਨੈਚੁਰਲ ਗਰੋਇੰਗ ਪੀਰੀਅਡ ਆ ਉਹ ਸ਼ਾਰਟ ਹੁੰਦਾ ਜਾ ਰਿਹਾ ਹੈ। ਆਫਕੋਰਸ ਆਪਾਂ ਅੱਜ ਕੱਲ੍ਹ ਬੋਦਰ ਨਹੀਂ ਕਰਦੇ ਇਹਨਾਂ ਚੀਜ਼ਾਂ ਨੂੰ ਕਿਉਂਕਿ ਆਪਣੇ ਕੋਲ ਇਰੀਗੇਸ਼ਨ ਅਵੇਲੇਬਲ ਹੈ ਜਾਂ ਅਦਰ ਫਰਟੀਲਾਈਜ਼ਰਸ ਵਗੈਰਾ ਜਾਂ ਅਦਰ ਇਨਪੁਟਸ ਅਵੇਲੇਬਲ ਹੈ, ਤਾਂ ਆਪਾਂ ਲਾਈਕ ਸੇਮ ਕ੍ਰੌਪਸ ਹੀ ਇੱਧਰ ਗਰੋ ਕਰੀ ਦੀਆਂ, ਸੇਮ ਕ੍ਰੌਪਸ ਹੀ ਇੱਧਰ ਗਰੋ ਕਰੀ ਦੀਆਂ। ਬਟ ਅਦਰਵਾਈਜ਼ ਜੇ ਕਲਾਈਮੇਟ ਸਮਾਰਟ ਐਗਰੀਕਲਚਰ ਆਪਾਂ ਪਰਫੋਰਮ ਕਰਨਾ ਹੈ ਤਾਂ ਆਪਾਂ ਨੂੰ ਇਸ ਰੀਜਨ 'ਚ ਕੁਛ ਇੱਦਾਂ ਦੀਆਂ ਕ੍ਰੌਪਸ ਗਰੋ ਕਰਨੀਆਂ ਚਾਹੀਦੀਆਂ ਜਿਨ੍ਹਾਂ ਦੀ ਵਾਟਰ ਡਿਮਾਂਡ ਘੱਟ ਹੋਵੇ, ਕਿਉਂਕਿ ਇਨ ਜਨਰਲ ਇਹ ਡਰਾਈ ਰੀਜਨ ਹੈ। ਲੇਕਿਨ ਆਪਾਂ ਇੱਥੇ ਕੈਨਾਲ ਇਰੀਗੇਸ਼ਨ ਦਾ ਐਕਸੈਸਿਵ ਇਸਤੇਮਾਲ ਕਰਦੇ ਹਾਂ, ਇਸ ਕਰਕੇ ਉਹ ਆਪਣਾ ਪ੍ਰੋਬਲਮਸ ਆਫ ਸੈਲਿਨਿਟੀ ਵੀ ਓਬਜ਼ਰਵ ਕਰ ਰਹੇ ਹਾਂ, ਆਪਾਂ ਪ੍ਰੋਬਲਮਸ ਆਫ ਐਲਕਲਿਨਿਟੀ ਵੀ ਓਬਜ਼ਰਵ ਕਰ ਰਹੇ ਹਾਂ ਆਪਾਂ। ਤਾਂ ਇਹ ਲਾਈਕ ਇਨ ਜਨਰਲ ਤੁਸੀਂ ਇਹ ਪਿਕਚਰ ਧਿਆਨ 'ਚ ਰੱਖਣੀ ਹੈ ਕਿ ਇਹ ਸ਼ਿਵਾਲਿਕਸ ਦੇ ਪੈਰਲਲੀ ਹੀ ਪੰਜਾਬ ਦੀ ਟੋਪੋਗ੍ਰਾਫੀ ਚੇਂਜ ਹੋ ਰਹੀ ਹੈ, ਪੰਜਾਬ ਦਾ ਐਗਰੋ ਕਲਾਈਮੇਟਿਕ ਰੀਜਨਸ ਚੇਂਜ ਹੋ ਰਹੇ ਹੈ। ਠੀਕ ਹੈ ਜੀ। ਨੈਕਸਟ ਹੁਣ ਆਪਾਂ ਹੋਰ ਆਸਪੈਕਟਸ 'ਤੇ ਮੂਵ ਕਰੀਏ। ਫੋਰੈਸਟ ਕਵਰ ਆਫ ਪੰਜਾਬ। Now, as per the Indian State of Forest Report 2019, ਪੰਜਾਬ 'ਚ ਰਫਲੀ 2000 ਸਕੁਅਰ ਕਿਲੋਮੀਟਰ 1800 ਸਕੁਅਰ ਕਿਲੋਮੀਟਰ ਫੋਰੈਸਟ ਸੀਗੇ, ਆਊਟ ਆਫ ਵਿਚ ਮਤਲਬ ਵਿਚ ਇਜ਼ 3.67% ਆਫ ਦੀ ਸਟੇਟਸ ਜੋਗ੍ਰਾਫੀਕਲ ਏਰੀਆ। ਸਿਰਫ ਪੰਜਾਬ ਦੇ ਲਾਈਕ ਈਵਨ ਲੈਸ ਦੈਨ 4% ਆਫ ਦੀ ਟੋਟਲ ਏਰੀਆ ਆਫ ਦੀ ਪੰਜਾਬ ਇਜ਼ ਕਵਰਡ ਬਾਏ ਫੋਰੈਸਟ।
एंड इन्हां फॉरेस्ट च भी मतलब अपना जिहड़ा इंडियन स्टेट ऑफ फॉरेस्ट रिपोर्ट है ये डेंसिटी के बेसिस ते फॉरेस्ट नूं क्लासीफाई करती है। तो वेरी डेंस फॉरेस्ट तो सिर्फ 8 स्क्वायर किलोमीटर है, जस्ट 8 स्क्वायर किलोमीटर का एरिया इज़ अंडर वेरी डेंस फॉरेस्ट, मतलब जिहड़े क्वालिटी फॉरेस्ट हैगे है। जिहड़ा अगे 800 स्क्वायर किलोमीटर इज moderately dense forest, while 1000 स्क्वायर किलोमीटर roughly comes under the category of open forest, मतलब ज़्यादा ट्रीज डेंसिटी ऑफ ट्रीज कोई इन्नी ज़्यादा नहीं हैगी। ਤਾਂ ਇਹ ਕੁਝ ਬੇਸਿਕ ਸਟੈਟਿਸਟਿਕਸ ਤੁਸੀਂ ਯਾਦ ਰੱਖ ਸਕਦੇ ਹੋ ਰਿਗਾਰਡਿੰਗ ਦੀ ਫੋਰੈਸਟ ਕਵਰ ਆਫ ਪੰਜਾਬ। ਇਹ ਵਾਲੇ ਜਿਹੜੇ ਸਟੈਟਿਸਟਿਕਸ ਹੈ ਇਹ ਜਿਹੜੀ ਤੁਹਾਡੀ ਸਾਡਾ ਪੰਜਾਬ ਬੁੱਕ ਹੈ ਮੋਸਟ ਆਫ ਦੀ ਬੱਚੇ ਉਹੀ ਫੋਲੋ ਕਰ ਰਹੇ ਹੈ। ਮੈਂ ਵੀ ਆਪਣਾ ਮੋਸਟ ਆਫ ਦੀ ਜਿਹੜੀ ਸਲਾਈਡਸ ਵਗੈਰਾ ਹੈ ਜਾਂ ਨੋਟਸ ਵਗੈਰਾ ਤੁਹਾਨੂੰ ਦੇ ਰਿਹਾ ਉਸੇ ਬੁੱਕ ਦੇ ਉੱਪਰ ਹੀ ਬੇਸਡ ਹੈ। ਜੇ ਤੁਹਾਡੇ ਕੋਲ ਹੈਗੀ ਹੈ ਤਾਂ ਤੁਸੀਂ ਉਹ ਪੜ੍ਹ ਸਕਦੇ ਹੋ, ਬਹੁਤ ਅੱਛੀ ਬੁੱਕ ਹੈ। ਬਟ ਆਹ ਵਾਲਾ ਜਿਹੜੇ ਪਰਟੀਕੂਲਰ ਸਟੈਟਿਸਟਿਕਸ ਹੈ ਇਹ ਸਾਡਾ ਪੰਜਾਬ ਵਾਲੀ ਬੁੱਕ ਤੋਂ ਥੋੜ੍ਹੇ ਡਿਫਰੈਂਟ ਹੈ। ਇਸ ਰਿਪੋਰਟ ਦੇ ਤਹਿਤ ਤਾਂ ਇਹ ਵਾਲਾ ਡੇਟਾ ਹੈਗਾ but I don't know what is the source used by Manish Jindal sir जिन्हों ने वो बुक लिखी है। तो like according to the Indian State of Forest Report 2019 this is the data। ਹੁਣ एक साल च latest report मेरे हिसाब नाल आही है, but like the data I am giving you a disclaimer that book च थोड़ा जा data इस तो different है। Next, the state forest cover in the state has increased by almost 11 square kilometers as compared to the previous report as reported in the 2017। तो 17 वाली रिपोर्ट एंड 19 वाली रिपोर्ट च 11 स्क्वायर किलोमीटर का फॉरेस्ट एरिया का फर्क है। तो मतलब कहने का मतलब ये है कि पंजाब च बहुत घट एरिया अंडर दी फॉरेस्ट है। फॉरेस्ट कवर भी बहुत घट है पंजाब च। एंड इन अंदर आप मिनरल्स नहीं डिस्कस किए, पंजाब च मिनरल कवर भी मिनरल्स की प्रेजेंस भी नहीं हैगी। बेसिकली मिनरल्स ਆਪਾਂ ਕੀਤਾ ਸੀਗਾ ਪੂਰੇ ਇੰਡੀਆ ਦੇ ਕੰਟੈਕਸਟ 'ਚ 3 ਮੇਨ ਰੀਜਨਸ 'ਚ ਪਾਏ ਜਾਂਦੇ ਆ। ਇੱਕ ਤਾਂ ਛੋਟਾ ਨਾਗਪੁਰ ਪਲੇਟਿਊ ਵਾਲੇ ਰੀਜਨ 'ਚ ਪਾਏ ਜਾਂਦੇ ਆ, ਇੱਕ ਸਾਊਥ ਵੈਸਟਰਨ ਪਲੇਟਿਊ ਵਾਲੇ ਰੀਜਨ 'ਚ ਕਰਨਾਟਕਾ ਵਾਲਾ ਜਿਹੜਾ ਪਲੇਟਿਊ ਵਾਲਾ ਰੀਜਨ ਹੈ ਮੈਸੂਰ ਪਲੇਟਿਊ ਉਸ ਰੀਜਨ 'ਚ ਪਾਏ ਜਾਂਦੇ ਆ। ਐਂਡ ਦੈਨ ਮਾਈਨਰ ਜਾਂ ਆਪਣਾ ਰੀਜਨ ਹੈਗਾ ਰਾਜਸਥਾਨ ਗੁਜਰਾਤ ਵਾਲੇ ਰੀਜਨ 'ਚ ਮਿਨਰल्स ਪਾਏ ਜਾਂਦੇ ਆ। कुछ हिमालयन रीजन च भी माइनर मिनरल्स पाए जाते हैं। पंजाब वाला जो रीजन है पंजाब हरियाणा वाला रीजन क्योंकि ये इंडो जेंजेटिक प्लेन्स का रीजन है, ये डेपोजिशन ऑफ सैडीमेंट्स नाल बनिया। इत्थे कोई ज़्यादा इग्नियस रॉक्स पाइया नहीं जांदियां जिथे मिनरल्स मिलते हैं, मैटामॉर्फिक रॉक्स इत्थे पाइया नहीं जांदियां जिथे मिनरल्स मिलते हैं। बेसिकली या तो सैडीमेंटरी रॉक्स है या तो वो भी नहीं हैगियां, सैडीमेंट्स ही है, सैंड सिल्ट क्ले लोम सॉयल ही है। तो सॉयल च मिनरल्स कित्थे तो मिलणगे, तो पंजाब च मिनरल्स भी ऑलमोस्ट नेगलीजिबल मिनरल्स ही पाए जाते हैं। थोड़ा बहुत सैंडस्टोन वगैरह पाया जाता है बट मोस्टली ना दे बराबर ही समझो तुसी। द फॉरेस्ट कवर भी बहुत घट है, मिनरल्स भी बहुत घट है पंजाब च। नैक्सट हुण अगेन कुछ मिसलेनियस फैक्ट्स इन्वायरमेंटल रिलेटेड आप फैक्ट्स कर रहे हैं। इन्वायरमेंट वाले टॉपिक्स से आप हौली हौली शिफ्ट कर रहे हैं। स्टेट एनिमल ऑफ पंजाब है ब्लैक बक, याद रखना है। नाउ अगेन इट डज नॉट स्ट्राइक आर कॉन्शियसनैस के स्टेट एनिमल आप की सोचते रहने हैं, शायद ब्लैक बक अपने दिमाग च नहीं आता। याद रखना है ब्लैक बक इज़ दी स्टेट एनिमल ऑफ पंजाब। इस तरह स्टेट बर्ड ऑफ पंजाब कड़ा या अगला की होगा स्टेट एक्वेटिक एनिमल ऑफ पंजाब। ये पिछले साल भी करंट अफेयर है तुहाडा 2019 च ही इंडस रिवर डॉल्फिन नूं आइडेंटिफाई किया गया एज स्टेट एक्वेटिक एनिमल ऑफ पंजाब। स्टेट बर्ड ऑफ पंजाब है बाज, चिड़ियां नाल जे बाज लड़ावा। एंड अगे हैगा स्टेट ट्री ऑफ पंजाब शीशम टाली इज दी स्टेट ट्री ऑफ पंजाब। ब्लैक बक इंडस रिवर डॉल्फिन बाज ते शीशम ये अपने स्टेट सिंबल्स है। दैन प्रोटेक्टेड एरिया नैटवर्क इन पंजाब। प्रोटेक्टेड एरिया नैटवर्क आप किया सी वाइल्ड लाइफ सैंचुरीज नैशनल पार्क कम्यूनिटी रिजर्व्स कंजरवेशन रिजर्व जो सरकारी तौर पर प्रोटेक्टेड एरिया नैटवर्क है जोड़ा कि बायोडाइवर्सिटी नूं प्रिजर्व करने लई सरकार नोटिफाई करती है। एंड इस केस से आपां कुछ फैक्ट्स याद रखे थे कि स्टेट गवर्नमेंट को प्राइमरी अथॉरिटी है किसी एरिया नूं नैशनल पार्क वाइल्ड लाइफ सेंचुरी या इस तरह होर प्रोटेक्टेड एरिया नोटिफाई करन दी। तो टोटल हुण पंजाब के प्रोटेक्टेड एरिया नैटवर्क की गल करिए तो अराउंड 34,000 हेक्टेयर एरिया इज अंडर दी प्रोटेक्शन फॉर दी कंजरवेशन ऑफ बायोडाइवर्सिटी फॉर दी कंजरवेशन ऑफ फ्लोरा एंड फौना। एंड इस नैशनल पार्क कोई नहीं है पंजाब च। 13 वाइल्ड लाइफ सेंचुरीज है
0 national park, 13 wildlife sanctuaries, then कुछ zoos and deer parks वगैरह, mini zoos वगैरह, 2 full fledged zoo है जिहड़ा most famous zoo है वो है चौधरी महेंद्र चौधरी zoological park जिन्हों आप प्यार नाल छतबीड़ zoo कहने हैं इधर मोहाली च, that is the most important and the largest zoo of the state of Punjab. Then you have a tiger safari in Ludhiana. ये 2 main zoos है, 3 डियर पार्क्स है जिन्होंने मिनी जू का स्टेटस मिलिया होया है। डियर पार्क एट नीलो नहर कोले लुधियाना च, डियर पार्क एट बीर मोती बाग पटियाला च, एंड डियर बाग एट बीर तलाब बठिंडा च। तो लुधियाना पटियाला बठिंडा च 3 मिनी जू है, डियर पार्क्स है जिन्होंने मिनी जू का स्टेटस है, एंड 2 फुल फ्लैश जू है, एक लुधियाना टाइगर सफारी एंड छतबीड़ जू। 2 कम्यूनिटी रिजर्व्स है, 4 ਆਪਾਂ बेसिक प्रोटेक्टेड एरिया नैटवर्क्स पढ़ते हैं, नेशनल पार्क, वाइल्ड लाइफ सेंचुरी, कम्यूनिटी रिजर्व एंड कंजरवेशन रिजर्व। कम्यूनिटी एंड कंजरवेशन रिजर्व बिल्कुल सिमिलर जे होंगे आ, सेंचुरीज के नाल डिकलेयर किए जाते हैं, नैशनल पार्क्स के नाल और जॉइनिंग एरियाज से डिकलेयर किए जाते हैं ताकि थोड़ा जा होर बायोडाइवर्सिटी नूं कंजर्व किया जा सके। इदा नहीं कि इत्थे आपां फैक्ट्री लाई हुई है एंड इत्थे एक अपना नैशनल पार्क है, इत्थे फुल फ्लैड पोल्यूशन चल रहा है, एक्टिविटीज़ चल रही हैं, इकनॉमिक एक्टिविटीज़ चल रही हैं, इत्थे टाइगर रह रहे हैं। तो थोड़ा जा आपां एडजॉइनिंग एरिया एक बफर जोन जा क्रिएट कर दीदा बाय डिकलेयरिंग कम्यूनिटी रिजर्व और कंजरवेशन रिजर्व। इन्हां च मेन डिफरेंस यही है, कम्यूनिटी रिजर्व के केस च लैंड इज़ अंडर द कंट्रोल ऑफ स्टेट गवर्नमेंट, कम्यूनिटी रिजर्व के केस च लैंड इज़ अंडर द कंट्रोल ऑफ कम्यूनिटी, प्राइवेटली या कम्यूनिटी ओनड लैंड होंदी है। तो 2 कम्यूनिटी रिजर्व्स है पंजाब च, एंड दीज वर दी लाइक अमंग दी टोटल 4-5 ही है, 4 ही है पूरे देश च, एंड 2 दीज वर दी फर्स्ट 2 of the first community reserves to be declared, 2 of the earliest community reserves to be declared in India। ते 2 कम्यूनिटी रिजर्व्स किहड़े है, एक तो लालवन कम्यूनिटी रिजर्व हुशियारपुर च है, दूसरा केशवपुर छंब कम्यूनिटी रिजर्व ये गुरदासपुर डिस्ट्रिक्ट है। तो हुशियारपुर गुरदासपुर च 2 अपने कम्यूनिटी रिजर्व्स है, याद रखने, लालवन कम्यूनिटी रिजर्व हुशियारपुर च, केशवपुर छंब है गुरदासपुर डिस्ट्रिक्ट। क्लीयर है बच्चे। नैक्सट वाइल्ड लाइफ सेंचुरीज की इतने लिस्ट दी हुई हैं, सारे तो आप मैंशन करांगे नहीं, 13 वाइल्ड लाइफ सेंचुरीज तुसीं याद रखनी है, एंड आ वाली लिस्ट है तुहानूं शीट से तुहानूं अवेलेबल होगी, इन्फॉर्मेशन तुसीं पढ़ सकते हो। बीर मोती बाग वाइल्ड लाइफ सेंचुरी पटियाला जी देख लो कितनियां सारियां, बीर महास वाइल्ड लाइफ सेंचुरी 4-5 तो पटियाला च ही है, दैन अगे होर डिस्ट्रिक्ट्स है। तो ये लिस्ट तुसीं अपनी शीट से कवर कर सकते हो। आप अगे मूव करते हैं, रामसर साइट्स इन इंडिया, द रामसर वैटलैंड्स ऑफ इंटरनेशनल इंपोर्टेंस। रामसर कन्वेंशन हुई सी ईरान च 1970s च, उहदे तहत जिहड़े पार्टिसिपेटिंग कंट्रीज़ है वो अपने वैटलैंड्स नूं नॉमिनेट करते हैं टू दी रामसर लिस्ट, एंड दैन रामसर वाली जिहड़ी गवर्निंग बॉडी है वो एनालाइज करती है कि हाँ इत्थे प्रॉपर प्रोटैक्शन की जा रही है फ्लोरा फौना दी, बर्ड्स दी या एक्वेटिक सिस्टम्स दी, तो ऑन द बेसिस ऑफ दैट ये रैकगनीशन मिलती है। आप रामसर साइट्स के ही कंटेक्स्ट एक होर लिस्ट भी की थी, वो पंजाब के केस से इंपोर्टेंस नहीं हैगी, बट अदरवाइज आप लिस्ट की थी मॉन्ट्रो रिकॉर्ड कि वो वैटलैंड्स जिथे बहुत ज़्यादा बायोडाइवर्सिटी लॉज हो रहे हैं, जिथे थ्रैट टू बायोडाइवर्सिटी है, जिन्हों ज़्यादा प्रोटैक्शन की जरूरत है। तो इंडिया च 2 आप कीते सीगे वैटलैंड्स, वो मॉन्ट्रो रिकॉर्ड का भी पार्ट है, हुण तुसीं याद कर सकते हो किहड़े सीगे। वापस आने आप रामसर साइट्स इन पंजाब, आ जड़ियाँ 3 उपर वालियाँ रामसर साइट्स है, ये 3 पुरानियाँ ओरिजिनल रामसर साइट्स है। हरीके वैटलैंड ऑन द कॉन्फ्लुएंस ऑफ पंजाब एंड हरियाणा, रोपर वैटलैंड एंड द कांजली वैटलैंड कपूरथला डिस्ट्रिक्ट है। इसे कंटेक्स्ट में वो अज मिसलेनियस फैक्ट वाला तुहानूं क्वेश्चन भी पाया सी। देन दीज 3 wetlands are recently declared as Ramsar wetland in 2020. केशवपुर मियानी wetland, ब्यास कंजर्वेशन रिजर्व है गुरदासपुर डिस्ट्रिक्ट वाला, ब्यास कंजर्वेशन रिजर्व एंड नंगल wetland। ये 3 wetland जो है these have been added to the रामसर wetland list। टोटल 6 wetlands ऐड हुए हैं, काफ़ी सारे टोटल 10 वैटलैंड्स ऐड हुए, काफ़ी सारे यूपी च एंड 1 महाराष्ट्र च, 3 इत्थे है, 6 यूपी 1 महाराष्ट्र एंड 3 पंजाब दे सीगे। आपां कीता सीगा एनवायरनमेंट दीयां क्लासेस च।
then there is also this concept of biodiversity heritage sites. मतलब इन्ना ये तो हो गया अपने ऑफिशियल प्रोटेक्टेड एरिया नेटवर्क। इस तो अलावा भी कुछ एरिया पर आइडेंटिफाई करते हैं फॉर द प्रोटेक्शन ऑफ बायोडाइवर्सिटी, फॉर द कंजर्वेशन ऑफ बायोडाइवर्सिटी, लाइक it is outside of the protected official protected area network. For example, इनामी बाग, ਹੁਸ਼ਿਆਰਪੁਰ डिस्ट्रिक्ट एरिया इनामी बाग, ਇੱਥੇ ਸਪੈਸ਼ਲਾਈਜ਼ਡ ਵੈਰਾਈਟੀ ਆਫ ਮੈਂਗੋ ਗਰੋ ਕੀਤਾ ਜਾਂਦਾ, ਤਾਂ ਉਸ ਨੂੰ ਕੰਜ਼ਰਵ ਕਰਨ ਲਈ ਆਪਾਂ ਇਹਨੂੰ ਇੱਕ ਬਾਇਓਡਾਇਵਰਸਿਟੀ ਹੈਰੀਟੇਜ ਸਾਈਟ ਡਿਕਲੇਅਰ ਕਰਤਾ। ਇਸੇ ਤਰ੍ਹਾਂ ਪੱਟੀ ਐਂਡ ਫਿਰੋਜ਼ਪੁਰ ਡਿਸਟ੍ਰਿਕਟ ਦਾ ਕੁਝ ਏਰੀਆ, ਇੱਥੇ ਇੱਕ ਇੰਡੀਜੀਨਸ ਨੇਟਿਵ ਬਰੀਡ ਆਫ ਬਫੈਲੋ ਪਾਈ ਜਾਂਦੀ ਹੈ, ਨੀਲੀ ਰਾਵੀ। ਹੁਣ ਇਸ ਇੰਡੀਜੀਨਸ ਬਰੀਡ ਆਫ ਬਫਲੋ ਨੂੰ ਕੰਜ਼ਰਵ ਕਰਨ ਲਈ ਆਪਾਂ ਇਸ ਏਰੀਆ ਨੂੰ ਬਾਇਓਡਾਇਵਰਸਿਟੀ ਹੈਰੀਟੇਜ ਸਾਈਟ ਡਿਕਲੇਅਰ ਕਰਤਾ। ਅਤੇ ਕਾਫੀ ਸਾਰੇ ਇੱਦਾਂ ਦੇ ਏਰੀਆ ਹੈ, ਸ਼ਾਲੀਮਾਰ ਗਾਰਡਨ ਕਪੂਰਥਲਾ, ਰਾਇਲ ਗਾਰਡਨ ਫਰੀਦਕੋਟ, ਬਾਰਾਦਰੀ ਗਾਰਡਨ ਪਟਿਆਲਾ, ਆਮ ਖਾਸ ਬਾਗ in district Amritsar, Ram Bagh in district Amritsar. So these are some of the areas that have been identified as the biodiversity heritage site to specifically conserve certain varieties, indigenous varieties of biodiversity, both flora and fauna. Then certain domesticated animals of Punjab, ਜਿਹੜੇ ਬਰੀਡਸ ਪਾਈਆਂ ਜਾਂਦੀਆਂ, ਕੈਟਲ ਦੀਆਂ ਕੁਝ ਫੇਮਸ ਬਰੀਡਸ ਜਿਹੜੀਆਂ ਪੰਜਾਬ ਵਾਲੇ ਰੀਜਨ 'ਚ ਕਾਮਨ, ਲਾਈਕ ਦੇਰ ਆਰ ਮੈਨੀ ਆਫ ਕੋਰਸ ਵੈਰਾਈਟੀਜ਼, ਸਮ ਆਫ ਦੀ ਕਾਮਨ ਵੈਰਾਈਟੀਜ਼ ਆਪਾਂ ਇੱਥੇ ਡਿਸਕਸ ਕਰਾਂਗੇ। ਹਰਿਆਣਾ ਸਾਹੀਵਾਲ ਕਾਓ, ਹੋਲਸਟੀਨ, ਦਿਸ ਇਜ਼ ਇੰਪੋਰਟਡ ਐਗਜ਼ੋਟਿਕ ਬਰੀਡ ਆਫ ਕਾਓ, ਕ੍ਰੋਸ ਬਰੀਡ, ਇਹ ਹਾਈਬ੍ਰਿਡ ਹੈ, ਕ੍ਰੋਸ ਬ੍ਰੈਡ ਜਰਸੀ, these some of the important cattle found in Punjab, domesticated in Punjab, that the people of Punjab are rearing. Then buffaloes ਦੀ ਗੱਲ ਕਰੀਏ, ਨੀਲੀ ਰਾਵੀ buffalo, it is native to, it is indigenous to this region, ਫਿਰੋਜ਼ਪੁਰ ਤਰਨ ਤਾਰਨ ਵਾਲੇ ਡਿਸਟ੍ਰਿਕਟ 'ਚ। ਮੋਸਟ ਕਾਮਨ ਜਿਹੜੀ buffalo ਹੈ that is ਮੁਰਰਾ buffalo, ਮੁਰਰਾ buffalo and ਮੁਰਰਾ graded buffalo। ਤਾਂ ਇਹ ਕੁਛ ਇੰਪੋਰਟੈਂਟ ਵਰਾਇਟੀਜ਼ ਆਫ ਬਫਲੋ ਹੈ। ਸ਼ੀਪ, ਲੋਹੀ, ਨਾਲੀ, ਦੇਸੀ, ਕ੍ਰੋਸ ਬ੍ਰੈਡ ਦੇਸੀ ਐਂਡ ਬੀਤਲ, these are some of the varieties of the sheep, ਲੋਹੀ, ਨਾਲੀ, ਦੇਸੀ ਐਂਡ ਕ੍ਰੋਸ ਬ੍ਰੈਡ, ਇਹ ਸ਼ੀਪ ਵਰਾਇਟੀਜ਼ ਹੈ। ਐਂਡ ਗੋਟ ਦੀ ਦੇਸੀ ਐਂਡ ਬੀਤਲ, these are the varieties of goat। ਹਾਰਸ ਦੀ ਗੱਲ ਕਰੀਏ ਤਾਂ ਭੂਤੀਆ, ਹੁਣ ਇਹ ਜਿਹੜੇ ਸਟਾਰ ਲਾ ਕੇ ਲਿਖੇ ਹੋਏ ਹੈ ਲੋਕਲ ਵਰਾਇਟੀਜ਼ ਹੈ, ਇੰਡੀਜੀਨਸ ਵਰਾਇਟੀਜ਼ ਹੈ। ਲੋਹੀ, ਨਾਲੀ, ਦੇਸੀ ਲੋਕਲ ਵਰਾਇਟੀਜ਼ ਆਫ ਸ਼ੀਪ ਹੈ ਜਿਹੜੀ ਇੱਥੇ ਪਾਈ ਜਾਂਦੀ ਹੈ। ਬੀਟਲ ਲੋਕਲ ਵਰਾਇਟੀ ਆਫ ਗੋਟ ਹੈ ਜਿਹੜੀ ਇੱਥੇ ਪਾਈ ਜਾਂਦੀ ਹੈ। ਹਾਰਸ ਲਈ ਭੂਟੀਆ, ਗ੍ਰੇ ਸਿੰਧੀ, ਮਾਰਵਾੜੀ ਅਤੇ ਕਾਥੀਆਵਾੜੀ, ਇਹ ਯੂਜਲੀ ਹਾਰਸ ਬਰੀਡ ਕੀਤੇ ਜਾਂਦੇ ਆ ਇੱਥੇ। ਪੋਲਟਰੀ ਦੀ ਗੱਲ ਕਰੀਏ ਤਾਂ ਦੇਸੀ, ਵਾਈਟ ਲੈਗ ਹੌਰਨ ਐਂਡ ਪੰਜਾਬ ਬਰਾਊਨ ਕੁੱਕੜ, these are some of the varieties of poultry that are bred and domesticated in the state of Punjab। ਤੇ ਇਹਦੇ ਨਾਲ ਆਪਣਾ ਜੋਗ੍ਰਾਫੀ ਵਾਲਾ ਜਿਹੜਾ ਸਾਰਾ ਪੋਰਸ਼ਨ ਹੈ, ਜੋਗ੍ਰਾਫੀ, ਇਨਵਾਇਰਮੈਂਟ, ਐਡਮਿਨਿਸਟ੍ਰੇਟਿਵ ਡਿਵੀਜ਼ਨਸ, ਡਿਸਟ੍ਰਿਕਟਸ ਐਂਡ ਐਵਰੀਥਿੰਗ, ਮਤਲਬ ਇਹ ਵਾਲਾ ਜਿਹੜਾ ਸਾਰਾ ਆਸਪੈਕਟ ਹੈ ਕੰਪਲੀਟ ਹੁੰਦਾ। ਨੈਕਸਟ ਹੁਣ ਆਪਾਂ ਵੈਰੀ ਇੰਪੋਰਟੈਂਟ ਆਸਪੈਕਟ 'ਤੇ ਮੂਵ ਕਰਾਂਗੇ, ਦੀ ਪ੍ਰੋਸੈਸ ਆਫ ਫੋਰਮੇਸ਼ਨ ਆਫ ਪੰਜਾਬ, ਦੀ ਪੋਲੀਟੀਕਲ ਐਵੋਲਿਊਸ਼ਨ ਆਫ ਦੀ ਸਟੇਟ ਆਫ ਪੰਜਾਬ ਆਫਟਰ ਇੰਡੀਪੈਂਡੈਂਸ। ਹਾਂਜੀ, ਹੁਣ ਆਪਾਂ ਸਟਾਰਟ ਕਰਾਂਗੇ ਦ ਹਿਸਟਰੀ ਆਫ ਪੰਜਾਬ ਆਫਟਰ ਇੰਡੀਪੈਂਡੈਂਸ, ਦੀ ਪੋਸਟ ਇੰਡੀਪੈਂਡੈਂਸ ਪੋਲੀਟੀਕਲ ਡਿਵੈਲਪਮੈਂਟਸ ਇਨ ਪੰਜਾਬ। ਕਿਸ ਤਰ੍ਹਾਂ ਲਾਈਕ ਆਫਟਰ ਇੰਡੀਪੈਂਡੈਂਸ ਦੋ ਪ੍ਰੋਵਿੰਸਿਸ ਬਣੇ, ਪਹਿਲਾਂ ਤਾਂ ਪਾਰਟੀਸ਼ਨ ਹੋਈ ਐਂਡ ਪਾਰਟੀਸ਼ਨ ਤੋਂ ਬਾਅਦ ਇੰਡੀਅਨ ਪੰਜਾਬ ਵਾਲਾ ਜਿਹੜਾ ਪੋਰਸ਼ਨ ਸੀ ਉੱਥੇ ਵੀ ਦੋ ਸਟੇਟਸ ਕ੍ਰੀਏਟ ਹੋਈਆਂ, ਦੀ ਈਸਟ ਪੰਜਾਬ ਸਟੇਟ ਐਂਡ ਦੀ ਪੈਪਸੂ ਸਟੇਟ। ਜਿਹੜਾ ਤਾਂ ਪ੍ਰਿੰਸਲੀ ਸਟੇਟਸ ਵਾਲਾ ਏਰੀਆ ਸੀਗਾ ਉਹ ਪੈਪਸੂ ਦੀ ਤਰ੍ਹਾਂ ਰੀਆਰਗਨਾਈਜ਼ ਕਰ ਦਿੱਤਾ ਗਿਆ। ਜਿਹੜਾ ਬ੍ਰਿਟਿਸ਼ ਇੰਡੀਆ ਵਾਲਾ ਏਰੀਆ ਸੀਗਾ ਉਹ ਐਜ਼ ਈਸਟ ਪੰਜਾਬ ਸਟੇਟ ਇਨਕੋਰਪੋਰੇਟ ਕੀਤਾ ਗਿਆ। ਦੈਨ ਅੱਗੇ ਕਿਸ ਤਰ੍ਹਾਂ ਡਿਵੈਲਪਮੈਂਟਸ ਹੋਈਆਂ, 1951 'ਚ ਕੀ ਸਟੇਟ ਸੀ, 1956 'ਚ ਕੀ ਚੇਂਜਿਸ ਆਈਆਂ, ਦੈਨ 1966 'ਚ ਕੀ ਚੇਂਜਿਸ ਆਈਆਂ, ਜਦੋਂ ਅਲਟੀਮੇਟਲੀ ਜਿਹੜਾ ਪ੍ਰੈਜ਼ੈਂਟ ਸਟਰਕਚਰ ਦੈਟ ਵੀ ਨੋ ਆਫ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਇਹ ਕ੍ਰੀਏਟ ਕੀਤਾ ਗਿਆ। ਤਾਂ ਲੈਟ ਅਸ ਸਟਾਰਟ। ਵੀ ਨੋ ਦੈਟ ਦੀ ਪਾਰਟੀਸ਼ਨ was announced, the independence of India, it was announced along with the partition. The very plan that announced that India would be independent, that India would eventually be granted independence, it also announced that independence was not to come to a single country, rather two separate countries would be created, the Dominion of India and Dominion of Pakistan, because like on the basis of the political developments that took place in the last 10 years. We have already covered all those negotiations that took place from 1940
1940s till 1947, and how ultimately we had come to this point whereby the British had agreed to leave India but leaving it divided. Now the point was, this principle of partition was agreed. It was also agreed that the state of Punjab would be partitioned because it was one such province of the British India along with Bengal of course, जिथे mixed population exist कर रही सी, Hindus भी सी, Muslims भी सी, Sikh भी सीगे, इस केस च इस पर्टिकुलर केस च Sikh भी सीगे, बंगाल च Hindus and Muslims सीगे, बट इन्हां दी जिहड़ी population सी वो regionally differentiated सी. ਵੈਸਟਰਨ ਪੋਰਸ਼ਨ 'ਚ ਮੁਸਲਿਮ ਪੋਪੂਲੇਸ਼ਨ ਜ਼ਿਆਦਾ ਸੀਗੀ, ਈਸਟਰਨ ਪੋਰਸ਼ਨ 'ਚ ਹਿੰਦੂ ਐਂਡ ਸਿੱਖ ਪੋਪੂਲੇਸ਼ਨ ਜ਼ਿਆਦਾ ਸੀ. ਤਾਂ ਅਲਟੀਮੇਟਲੀ ਹੁਣ ਕਿਵੇਂ ਡਿਸਾਈਡ ਕੀਤਾ ਜਾਵੇ ਕਿ ਕਿਹੜਾ ਏਰੀਆ ਪਾਕਿਸਤਾਨ 'ਚ ਜਾਊਗਾ, ਕਿਹੜਾ ਏਰੀਆ ਇੰਡੀਆ 'ਚ ਜਾਊਗਾ, ਕਿਹੜਾ ਡਿਸਟ੍ਰਿਕਟ ਪਾਕਿਸਤਾਨ 'ਚ ਜਾਊਗਾ, ਕਿਹੜਾ ਡਿਸਟ੍ਰਿਕਟ ਇੰਡੀਆ 'ਚ ਆਊਗਾ, ਕਿਹੜਾ ਸਬ ਡਿਵੀਜ਼ਨ ਇੰਡੀਆ 'ਚ ਜਾਊਗਾ, ਕਿਹੜਾ ਸਬ ਡਿਵੀਜ਼ਨ ਪਾਕਿਸਤਾਨ 'ਚ ਜਾਊਗਾ. ਇਸ ਕੰਮ ਨੂੰ ਕਰਨ ਲਈ ਇੱਕ ਕਮਿਸ਼ਨ ਅਪੁਆਇੰਟ ਕੀਤਾ ਗਿਆ, ਪੰਜਾਬ ਬਾਉਂਡਰੀ ਕਮਿਸ਼ਨ ਹੈਡਡ ਬਾਏ ਸਰ ਸਿਰਿਲ ਰੈਡਕਲਿਫ. ਬੰਗਾਲ ਲਈ ਵੀ ਸੇਮ ਇੱਕ ਕਮਿਸ਼ਨ ਅਪੁਆਇੰਟ ਕੀਤਾ ਗਿਆ ਸੀ, ਬੰਗਾਲ ਬਾਉਂਡਰੀ ਕਮਿਸ਼ਨ, ਉਹਦੇ ਵੀ ਹੈਡ ਸਰ ਸਿਰਿਲ ਰੈਡਕਲਿਫ ਹੀ ਸੀਗੇ, ਬਟ ਕਮਿਸ਼ਨਸ ਦੋ ਅੱਡ ਸੀਗੇ, ਮੈਂਬਰਸ ਡਿਫਰੈਂਟ ਸੀਗੇ. ਪੰਜਾਬ ਵਾਲੇ ਬਾਉਂਡਰੀ ਕਮਿਸ਼ਨ 'ਚ ਜਸਟਿਸ ਦੀਨ ਮੁਹੰਮਦ, ਜਸਟਿਸ ਮੁਹੰਮਦ ਮੁਨੀਰ, ਜਸਟਿਸ ਮੇਹਰ ਚੰਦ ਮਹਾਜਨ ਐਂਡ ਜਸਟਿਸ ਤੇਜਾ ਸਿੰਘ. These were the 4 members of the Punjab Boundary Commission. Of course, chairperson was Sir Cyril Radcliffe. Now, this commission was appointed on 20th June 1947. Now imagine this situation. 15 ਅਗਸਤ ਨੂੰ ਤਾਂ ਆਪਾਂ ਆਜ਼ਾਦ ਹੋ ਗਏ ਹਾਂ, 20 ਜੂਨ ਨੂੰ ਇਹ ਕਮਿਸ਼ਨ ਅਪੁਆਇੰਟ ਕੀਤਾ ਗਿਆ, 2 ਮਹੀਨੇ ਦਾ ਟਾਈਮ ਵੀ ਨਹੀਂ ਦਿੱਤਾ ਇਸ ਕਮਿਸ਼ਨ ਨੂੰ ਇਹ ਡਿਸਾਈਡ ਕਰਨ ਲਈ ਵੀ ਕਿਹੜਾ ਡਿਸਟ੍ਰਿਕਟ ਕਿਹਦੇ ਕੋਲ ਜਾਊਗਾ. ਹੁਣ ਇਹਨਾਂ ਇਸ ਛੋਟੇ ਜਿਹੇ ਟਾਈਮ ਫਰੇਮ 'ਚ ਜਿੱਦਾਂ ਦੀ ਵੀ ਜਿੰਨੀ ਵੀ ਮਤਲਬ ਸਿੰਸੈਰਿਟੀ ਨਾਲ ਇਸ ਕਮਿਸ਼ਨ ਦੇ ਮੈਂਬਰਸ ਕੰਮ ਕਰਨ, ਇੰਨੇ ਛੋਟੇ ਟਾਈਮ ਪੀਰੀਅਡ 'ਚ ਕਿਵੇਂ ਡਿਸਾਈਡ ਕੀਤਾ ਜਾ ਸਕਦਾ ਹੈ ਕਿ ਕਿਹੜਾ ਲਾਈਕ ਏਰੀਆ ਕਿਹਦੇ ਕੋਲ ਜਾਣਾ ਚਾਹੀਦਾ, ਕਿੰਨਾ ਡਿਟੇਲਡ ਸਰਵੇ ਹੈ, ਕਿ ਲੋਕਾਂ ਦੀਆਂ ਵਿਸ਼ੇਜ਼ ਹੈ. ਬਹੁਤ ਘੱਟ ਟਾਈਮ ਸੀਗਾ ਐਂਡ ਇਟ ਵਾਜ਼ like bound to happen ke certain people would be not happy with the award given by the commission. So the award given by the commission was announced on 16th August 1947. Now here again the date is important. ਆਪਾਂ 15 ਅਗਸਤ ਨੂੰ ਆਜ਼ਾਦ ਹੋ ਗਏ हैं, ਬਾਉਂਡਰੀ ਕਮਿਸ਼ਨ ਦਾ ਅਵਾਰਡ ਨਹੀਂ ਆਇਆ ਸੀਗਾ ਉਦੋਂ ਤੱਕ, ਯਾਨੀ ਕਿ ਆਜ਼ਾਦੀ ਤਾਂ ਕਿਸੇ ਆਪਾਂ ਨੂੰ ਪਤਾ ਹੀ ਨਹੀਂ ਸੀਗਾ. ਕਾਫੀ ਸਾਰੇ ਲੋਕ ਇੱਦਾਂ ਦੇ ਸੀਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਅਸੀਂ ਆਪਦੇ ਦੇਸ਼ 'ਚ ਰਹਿ ਵੀ ਰਹੇ ਹਾਂ ਕਿ ਨਹੀਂ ਰਹਿ ਰਹੇ ਹਾਂ. ਅਸੀਂ ਲਾਈਕ ਆਰ ਵੀ ਸਪੋਜ਼ ਟੂ ਸਟੇ ਐਟ ਦਿਸ ਪਲੇਸ ਔਰ ਆਰ ਵੀ ਸਪੋਜ਼ ਟੂ ਮੂਵ. ਆਫਕੋਰਸ ਬਾਰਡਰ ਏਰੀਆ ਦੇ ਜਿਹੜੇ ਲੋਕ ਸੀਗੇ ਕਿ ਗੁਰਦਾਸਪੁਰ ਹੁਣ ਇੰਡੀਆ 'ਚ ਜਾਊਗਾ ਕਿ ਪਾਕਿਸਤਾਨ 'ਚ ਜਾਊਗਾ ਹਜੇ ਅਨਾਊਂਸ ਨਹੀਂਗਾ. ਕਸੂਰ ਪਾਕਿਸਤਾਨ 'ਚ ਰਹੂਗਾ ਕਿ ਇੰਡੀਆ 'ਚ ਰਹੂਗਾ ਇਹ ਹਜੇ ਅਨਾਊਂਸ ਨਹੀਂਗਾ. ਤਾਂ ਕਾਫੀ ਅਨਸਰਟਨਿਟੀ ਸੀਗੀ ਐਂਡ ਉਹਦਾ ਲਾਈਕ ਇਹ ਅਨਸਰਟਨਿਟੀ ਪਾਰਟਲੀ ਐਕਸਪਲੇਨਸ ਕਿ ਪਾਰਟੀਸ਼ਨ ਤੋਂ ਬਾਅਦ ਇੰਨੀ ਵਾਇਲੈਂਸ ਕਿਉਂ ਹੋਈ ਹੈ. ਐਂਡ ਇਹ ਡੇਟ ਵੀ 16 ਅਗਸਤ ਇੰਟੈਂਸ਼ਨਲੀ ਹੀ ਇੰਡੀਪੈਂਡੈਂਸ ਤੋਂ ਬਾਅਦ ਕੀਤੀ ਗਈ ਸੀ ਬਾਈ ਦੀ ਬ੍ਰਿਟਿਸ਼ ਇੰਡੀਅਨ ਅਥੋਰਿਟੀਜ਼, ਬਿਕਾਜ਼ ਉਹਨਾਂ ਨੂੰ ਸੀਗਾ ਕਿ ਚਲੋ 15 ਅਗਸਤ ਨੂੰ ਇੰਡੀਆ ਆਜ਼ਾਦ ਹੋ ਜਾਊਗਾ. ਖੁਸ਼ ਤਾਂ ਇੰਡੀਆ ਨੇ ਲੋਕਾਂ ਨੇ ਹੋਣਾ ਨਹੀਂ, ਜੋ ਮਰਜ਼ੀ ਅਵਾਰਡ ਆਏ ਕੋਈ ਨਾ ਕੋਈ ਤਾਂ ਦੁਖੀ ਹੋਊਗਾ, ਕੋਈ ਨਾ ਕੋਈ ਤਾਂ ਕਤਲੇਆਮ ਕਰੂਗਾ. 15 ਅਗਸਤ ਤੋਂ ਬਾਅਦ ਆਊਗਾ, ਲੀਗਲ ਅਥਾਰਟੀ ਇੰਡੀਆ ਅਤੇ ਪਾਕਿਸਤਾਨ ਦੀ ਬਣੂਗੀ, ਸਾਡੀ ਜ਼ਿੰਮੇਵਾਰੀ ਬਣੂਗੀ ਨਹੀਂ, ਅਤੇ ਆਪਾਂ ਥੋੜ੍ਹਾ ਜਿਹਾ ਲੀਗਲ ਰਿਸਪੋਂਸੀਬਿਲਿਟੀ ਨਹੀਂ ਆਊਗੀ ਆਪਣੇ 'ਤੇ. ਇਸ ਕਰਕੇ ਇੰਟੈਂਸ਼ਨਲੀ ਥੋੜ੍ਹਾ ਜਿਹਾ ਦਿਸ ਵਾਜ਼ ਅ ਮਿਸਚੀਫ ਡਨ ਬਾਈ ਦੀ ਬ੍ਰਿਟਿਸ਼ ਇੰਡੀਅਨ ਅਥਾਰਟੀਜ਼ that even after the award was ready, it was not announced. It was announced after independence on 16th August. So as a result of the award, 58% of the area, you can see that ਇੱਧਰ ਪੰਜਾਬ ਪਾਕਿਸਤਾਨ ਵਾਲੀ ਸਾਈਡ 'ਤੇ ਜ਼ਿਆਦਾ ਏਰੀਆ, ਇੱਧਰ ਵਾਲੀ ਸਾਈਡ 'ਤੇ ਘੱਟ ਏਰੀਆ. About 58% of the area went to Pakistan while 42% of the area was left to India. But over here also you can see that ਇੱਕ ਤਾਂ ਪੋਰਸ਼ਨ ਰੈੱਡ 'ਚ ਡਿਨੋਟ ਕੀਤਾ ਗਿਆ, ਇੱਕ ਕੁਛ ਔਰੰਜ 'ਚ ਡਿਨੋਟ ਕੀਤਾ ਗਿਆ. ਇਹ ਜਿਹੜਾ ਰੈੱਡ ਵਾਲਾ ਪੋਰਸ਼ਨ ਹੈ ਇਹ ਬ੍ਰਿਟਿਸ਼ ਇੰਡੀਆ ਵਾਲਾ ਪੋਰਸ਼ਨ ਸੀ, ਜਿਹੜਾ ਥੋੜ੍ਹਾ ਜਿਹਾ ਔਰੰਜਿਸ਼ ਪੋਰਸ਼ਨ ਹੈ ਇੱਥੇ ਪ੍ਰਿੰਸਲੀ ਸਟੇਟਸ ਹੁੰਦੀਆਂ ਸੀਗੀਆਂ. ਅਤੇ ਜਿਹੜਾ ਰੀਆਰਗਨਾਈਜੇਸ਼ਨ ਐਂਡ ਇਨਕੋਰਪੋਰੇਸ਼ਨ ਆਫ ਦਿਸ ਏਰੀਆ ਇਨਟੂ ਦੀ ਯੂਨੀਅਨ ਆਫ ਇੰਡੀਆ ਕੀਤਾ ਗਿਆ, ਇਹ ਵੀ ਐਸ 2 ਸੈਪਰੇਟ ਸਟੇਟਸ ਕੀਤਾ ਗਿਆ. ਬ੍ਰਿਟਿਸ਼ ਇੰਡੀਆ ਵਾਲੇ ਪੋਰਸ਼ਨ ਨੂੰ ਐਜ਼ ਅ ਇੰਡੀਅਨ ਸਟੇਟ ਆਪਾਂ ਕਿਹਾ ਈਸਟ ਪੰਜਾਬ. ਪ੍ਰਿੰਸਲੀ ਸਟੇਟਸ ਜਿਹੜੀਆਂ ਸੀਗੀਆਂ ਡਿਫਰੈਂਟ ਪ੍ਰਿੰਸਲੀ ਸਟੇਟਸ ਸੀਗੀਆਂ, ਇਹਨਾਂ 'ਚੋਂ 8 ਪ੍ਰਿੰਸਲੀ ਸਟੇਟਸ ਨੂੰ ਕਲੱਬ ਕਰਕੇ ਇੱਕ ਸਿੰਗਲ ਸਟੇਟ ਕ੍ਰੀਏਟ ਕੀਤੀ ਗਈ, ਪੈਪਸੂ, ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ. ਸਭ ਤੋਂ ਵੱਡੀ ਸਟੇਟ ਇਹਨਾਂ 'ਚ, ਸਭ ਤੋਂ ਇੰਪੋਰਟੈਂਟ ਸਟੇਟ ਇਹਨਾਂ 'ਚ ਪਟਿਆਲਾ ਸੀ.
Patiala and East Punjab States Union. तो दो states came into existence, एक East Punjab and दूसरा Pepsu. थोड़ा जिहा इन्हां स्टेट्स बारे देख लैंदे आपां। ईस्ट पंजाब की गल करिए तो इट कंप्राइज्ड ऑफ द जलंधर एंड अंबाला डिविजन्स ऑफ द अर्स्टवाइल ब्रिटिश इंडियन प्रोविंस ऑफ पंजाब। एंड डिस्ट्रिक्ट वाइज गल करिए तो टोटल 29 डिस्ट्रिक्ट्स 13 डिस्ट्रिक्ट्स इंडिया च ट्रांसफर होए सीगे। कुछ थोड़े थोड़े मतलब डिविजन्स होर भी सीगियां, जिवें कसूर का कुछ एरिया, गुरदासपुर का कुछ एरिया, इस तरह से मतलब कुछ माइनर डिविजन्स एंट्री केसेस होर भी सी, पर मोटे तौर पर आप याद रख सकते हैं 13 out of 29 districts of the total British Indian province of Punjab, they were transferred to India. And now the original capital, it was left in Pakistan, Lahore. So there was a need for a new capital. New capital ਆਪਾਂ डिसाइड ਕੀਤਾ कि ਅਸੀਂ ਤਾਂ ਜੀ फ्रेश एक नवी planned city बनावांगे, new capital construct करांगे चंडीगढ़। बट ਉਹ ਤਾਂ ਜਦੋਂ ਬਣੂਗੀ ਸੋ ਬਣੂਗੀ, ਹਾਲ ਦੀ ਘੜੀ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਕਿੱਥੋਂ ਰਨ ਕੀਤੀ ਜਾਵੇ, ਤਾਂ ਤੁਸੀਂ ਧਿਆਨ 'ਚ ਰੱਖਣਾ ਹੈ the capital was shifted first to Shimla. Eventually 1950s च capital was shifted to the newly constructed city of Chandigarh. कुछ early functionaries दे तुसी नाम रखने हैं। गोपी चंद भार्गव, he was the first chief minister of Punjab, while Chandulal Trivedi was the first governor of Punjab. गोपी चंद भार्गव, Chandulal Trivedi first governor, ये सीगे first CM. दैन पैप्सू की गल करिए तो 8 प्रोविंसली स्टेट्स नू क्लब करके एक सिंगल स्टेट क्रिएट की गई सी। 8 प्रिंसली स्टेट्स किहड़ियां? पटियाला, नाभा, जींद, कपूरथला, फरीदकोट, मलेरकोटला एंड 2 प्रेजेंट डे जींद वाली हरियाणा च तुहानूं पता ही है। 2 जिहड़े एरिया सीगे प्रेजेंट डे हिमाचल च, कलसियां स्टेट एंड नालागढ़ स्टेट। इन्हां 8 स्टेट्स नूं, प्रिंसली स्टेट्स नूं क्लब करके एक सिंगल स्टेट क्रिएट की, जिवें मैं तुहानूं दस्सिया पैप्सू, पटियाला एंड ईस्ट पंजाब स्टेट्स यूनियन। ये भी आप अथॉरिटीज़ की गल करिए तो जिहड़े पटियाला के महाराजा सीगे उस पॉइंट ऑफ टाइम ते महाराजा यादविंदर सिंह, ही वॉज अपॉइंटेड एज द गवर्नर ऑफ पैप्सू, या उहदा मतलब स्टेट लिए आप टर्म यूज़ करते सीगे राज प्रमुख ऑफ पैप्सू स्टेट। वाइल संत ज्ञान सिंह राड़ेवाला वॉज द फर्स्ट चीफ मिनिस्टर ऑफ पैप्सू। तो उस केस च गोपी चंद भार्गव, चंदूलाल त्रिवेदी, इस केस च सरदार ज्ञान सिंह राड़ेवाला एंड महाराजा यादविंदर सिंह ऑफ पटियाला। तो ये structure came into existence after independence in 1947। तो कुछ टाइम तक ही स्ट्रक्चर कंटिन्यू होया, बट हुण इस स्ट्रक्चर च जिहड़ी मेन चेंज आंदी है वो आंदी है इन 1956। 1956 इंडिया दी इन जनरल स्टेट्स दी ऑर्गेनाइजेशन के पॉइंट ऑफ व्यू तो काफ़ी लैंडमार्क ईयर है, क्योंकि इस साल स्टेट्स रीऑर्गेनाइजेशन एक्ट पास किया गया ऑन दी रिकमेंडेशंस ऑफ स्टेट्स रीऑर्गेनाइजेशन कमीशन, जिन्होंने आप प्यार नाल फजल अली कमीशन भी कहने हैं। एक कमीशन अपॉइंट किया गया सीगा 1953 च टू इंक्वायर इनटू द बेसिस ऑन विच द स्टेट्स ऑफ इंडिया कैन बी रीऑर्गेनाइज्ड। शुरू तो ही जो इंडिया आज़ाद होया, काफ़ी सारे सैक्शन ऑफ इंडियंस दे वर डिमांडिंग के इंडिया जड़ियाँ स्टेट्स हैं दे शुड बी ऑर्गेनाइज्ड ऑन दी लैंग्वेज बेसिस, लिंग्विस्टिक बेसिस। पर उस पॉइंट ऑफ टाइम ते इंडिपेंडेंस तो जस्ट बाद ਜਿਹੜੇ ਆਪਣੇ ਲੀਡਰ ਸੀਗੇ ਦੇ ਵਰ ਕੁਆइट ਵੈਰੀ ਕਿ ਯਾਰ ਹਜੇ ਪਿੱਛੇ ਜਿਹਦਾ ਰਿਲੀਜਨ ਦੇ ਬੇਸਿਸ ਤੇ ਇੰਡੀਪੈਂਡੈਂਸ ਹੋਈ ਹੈ, ਆਪਾਂ ਹੁਣ ਲੈਂਗੁਏਜ ਦੇ ਬੇਸਿਸ ਤੇ ਥੋੜੀ ਬਟਵਾਰਾ ਕਰਨਾ ਹੈ। तो उन्होंने फॉर द टाइम बीइंग इस जी लिंग्विस्टिक रीऑर्गेनाइजेशन वाली डिमांड है इनू बैक बर्नर पर रखता कि हजे रुक जाओ, हजे सिचुएशन थोड़ी जी नॉर्मलाइज हो जान दो। बट साउथ इंडिया च काफ़ी ज़्यादा अग्रैसिव डिमांड चल रही सी, पर्टिकुलरली इन फेवर ऑफ अ तेलुगू सैपरेट तेलुगू स्पीकिंग स्टेट कि मद्रास तो सानू अड किया जाए एंड तेलुगू स्पीकिंग लोगों लिए एक सैपरेट स्टेट क्रिएट की जाए। 1953 तक आंदे आंदे मैटर काफ़ी ख़राब हो गया एंड वन ऑफ द leaders of Telugu region, he died on a hunger strike. He had sat on the fast unto death, but ultimately like he could not survive and उन्होंने death हो गई and political situation हथों बाहर चली गई। उस चीज़ नू satisfy करने लिए सेंटर ने 1953 च आंध्रा स्टेट क्रिएट करती। लो जी तेलुगु स्पीकिंग लोगों ਲਈ
लैंगुएज बेसिस ते एक आप सैपरेट स्टेट क्रिएट करती। नाउ दैट दिस डिमांड वॉज कंसीडर्ड, बाकी स्टेट्स ने भी मंगना स्टार्ट करता कि यार सानू भी एक सैपरेट स्टेट चाहिए, सानू भी सैपरेट स्टेट चाहिए, इस तरह करके। तो सरकार ने यह कमीशन अपॉइंट किया, फजल अली कमीशन या स्टेट्स रीऑर्गेनाइजेशन कमीशन, टू इंक्वायर इनटू द बेसिस ऑन विच स्टेट्स कैन बी रीऑर्गेनाइज्ड। इन्होंने कॉम्प्रीहेंसिवली इस क्वेश्चन को स्टडी किया एंड अपनी रिपोर्ट च कहा कि ओके, language can be one of the bases of reorganizing states. Administrative efficiency can be one of the basis. Economic feasibility can be one of the basis. तो कहते मल्टीपल बेसिस हो सकते हैं कि आप स्टेट्स की बाउंड्रीज किमें डिसाइड करनी है, एंड लैंगुएज कैन बी वन ऑफ दोज फैक्टर्स। इन्होंने लैंगुएज को रिजेक्ट नहीं किया जिमें पहले दो कमीशन ने करता सीगा, धार कमीशन ने ते JVP कमेटी ने करता सीगा इमीडिएटली आफ्टर इंडिपेंडेंस। ये कहते कि लैंगुएज भी हो सकती है। तो सारे पूरे इंडिया च ही ये बेसिस ते स्टेट्स रीऑर्गेनाइजेशन एक्ट पास होया, 7th कॉन्स्टिट्यूशनल अमेंडमेंट पास हुई 1956 च ही, एंड इंडिया का काफ़ी जो इंटरनल ऑर्गेनाइजेशन ऑफ स्टेट्स है वो चेंज किया गया। 14 स्टेट्स एंड 6 यूनियन टेरिटरीज केम इनटू एग्जिस्टेंस आफ्टर दैट। तो ਉਹਦਾ ਪੰਜਾਬ ਤੇ ਕੀ ਇਫੈਕਟ ਹੋਇਆ? ਪੰਜਾਬ 'ਚ ਜਿਹੜਾ ਆਪਾਂ ਦੇਖ ਰਹੇ ਸੀਗੇ ਕਿ ਪੈਪਸੂ ਐਂਡ ਈਸਟ ਪੰਜਾਬ ਦੋ ਸਟੇਟਸ ਕ੍ਰੀਏਟ ਹੋ ਗਈਆਂ ਔਨ ਦੀ ਰਿਕਮੈਂਡੇਸ਼ਨ ਆਫ ਦੀ ਸਟੇਟਸ ਰੀਆਰਗੇਨਾਈਜੇਸ਼ਨ ਕਮਿਸ਼ਨ। ਇਹਨਾਂ ਦੋ ਸੈਪਰੇਟ ਸਟੇਟਸ ਨੂੰ ਕਲੱਬ ਕਰਕੇ ਇੱਕ ਸਿੰਗਲ ਸਟੇਟ ਆਫ ਪੰਜਾਬ ਕ੍ਰੀਏਟ ਕਰ ਦਿੱਤਾ ਗਿਆ। ਤੇ ਜਿਹੜੀ ਮੇਜਰ ਚੇਂਜ ਆਈ ਹੈ 56 'ਚ, ਵੈਨ ਈਸਟ ਪੰਜਾਬ ਐਂਡ ਪੈਪਸੂ ਵਰ ਮਰਜਡ ਐਂਡ ਦ ਸਟੇਟ ਆਫ ਪੰਜਾਬ ਕੇਮ ਇਨਟੂ ਐਗਜ਼ਿਸਟੈਂਸ, of course with Chandigarh as the capital. But like this did not solve the problem of Punjab. Now even in this large state there were a section of Punjabi leaders who were demanding the creation of a Punjabi Suba, the state where the Punjabi speaking population resides. Now this was a very problematic demand from the point of view of national government, because here what was happening, like this has been the case from ever since the communalism had raised its head in the Indian politics, ever since 1937 elections, when like a very politically charged atmosphere was created on the basis of religion, that the demand for a separate state for Punjabis or separate Sikh nation was also being raised, like even though nothing came out of it, and ultimately the Sikh leaders, they were in favor of joining India. So like what happened now? In 1956, when States Reorganization Commission was organizing discussions with the various sections of the leaders, the Sikh leaders of Punjab, the leaders of Akali Dal, they raised this issue of Punjabi Suba, that all over India you are accepting this issue of you are accepting this basis of language. So we also want a separate province on the basis of language. Province for the speakers of Punjabi language. But while for the other states this principle was accepted, this principle was not accepted for the state of Punjab. Now you might see that while all over India states were being created on the basis of language, this state of Punjab had Hindi speaking population, had Hindi speaking areas, but still these areas were kept part of the Punjab province. So the agitation for a separate state for the Punjabi speaking population continued. But why did State Reorganization Commission did not accept this demand? कि उन्होंने मन्नी क्यों नहीं गल? वो कहते हैं कि जी ਜਿਹੜੀ ਪੰਜਾਬੀ ਸੂਬਾ ਦੀ ਡਿਮਾਂਡ ਹੈ ਇਹ ਬੋਲਣ ਨੂੰ ਤਾਂ ਪੰਜਾਬੀ ਲੈਂਗੁਏਜ ਦੇ ਬੇਸਿਸ ਤੇ ਸੈਪਰੇਟ ਸਟੇਟ ਦੀ ਡਿਮਾਂਡ ਹੈ, ਬਟ ਜੇ ਆਪਾਂ ਪ੍ਰੈਕਟੀਕਲੀ ਦੇਖੀਏ ਤਾਂ ਜਿਹੜੇ ਪੰਜਾਬੀ ਸਪੀਕਿੰਗ ਪੋਪੂਲੇਸ਼ਨ ਆ ਉਹ ਸਿੱਖ ਰਿਲੀਜਨ ਪ੍ਰੋਫੈਸ ਕਰ ਰਹੀ ਹੈ, ਜਿਹੜੀ ਹਿੰਦੀ ਸਪੀਕਿੰਗ ਪੋਪੂਲੇਸ਼ਨ ਆ ਉਹ ਹਿੰਦੂ ਰਿਲੀਜਨ ਪ੍ਰੋਫੈਸ ਕਰ ਰਹੀ ਹੈ। ਹੁਣ ਇਹ
ਪਹਿਲਾਂ ਤੋਂ ਇਦਾਂ ਚੱਲਦਾ ਆ ਰਿਹਾ ਸੀਗਾ ਬਿਕੋਜ਼ ਆਫ ਦੀ ਪੋਲੀਟੀਕਲੀ ਚਾਰਜਡ ਐਟਮੋਸਫੇਅਰ ਫਰੋਮ 1930s 1940s ਪ੍ਰੀ ਇੰਡੀਪੈਂਡੈਂਸ ਟਾਈਮ ਤੋਂ ਹੀ ਕਿ ਹਿੰਦੂ ਮਹਾਸਭਾ ਵੀ ਐਕਟਿਵ ਸੀ ਪੰਜਾਬ 'ਚ, ਮੁਸਲਿਮ ਲੀਗ ਵੀ ਐਕਟਿਵ ਸੀ ਪੰਜਾਬ 'ਚ, ਅਕਾਲੀ ਦਲ ਵੀ ਐਕਟਿਵ ਸੀ ਪੰਜਾਬ 'ਚ ਐਂਡ ਜਿਹੜੇ ਹਿੰਦੂ ਆਰਗੇਨਾਈਜੇਸ਼ਨਸ ਹੈ ਇਹ ਆਪਣੇ ਫੋਲੋਅਰਸ ਨੂੰ ਹਮੇਸ਼ਾ ਕਹਿ ਰਹੀਆਂ ਸੀਗੀਆਂ ਕਿ ਉਹ ਦੇ ਸ਼ੁੱਡ ਰਿਟਰਨ ਵੈਨਐਵਰ ਆਫੀਸ਼ੀਅਲ ਸੈਂਸਸ ਜਾਂ ਆਫੀਸ਼ੀਅਲ ਸਰਵੇਜ਼ ਆਰ ਡਨ, ਇਹ ਹਮੇਸ਼ਾ ਇੱਦਾਂ ਕਹਿਣ ਕਿ ਉਹ ਹਿੰਦੀ ਇਜ਼ देयर ਮਦਰ ਟੰਗ। ਸੋ ਜਿੰਨੇ ਵੀ ਹਿੰਦੂ ਸੀਗੇ ਸਟੇਟ ਦੇ ਯੂਜ਼ ਟੂ ਲਾਈਕ ਮੋਸਟ ਆਫ ਦੈਮ ਦੇ ਵੁੱਡ ਸੇ ਦੈਟ ਹਿੰਦੀ ਇਜ਼ देयर ਮਦਰ ਟੰਗ, ਵਾਈਲ ਜਿੰਨੇ ਵੀ ਸਿੱਖ ਸੀਗੇ ਸਟੇਟ 'ਚ ਦੇ ਵੁੱਡ ਸੇ ਪੰਜਾਬੀ ਇਜ਼ देयर ਮਦਰ ਟੰਗ। ਤਾਂ ਇਹ ਜਿਹੜੀ ਡਿਵੀਜ਼ਨ ਸੀਗੀ ਲਿੰਗੁਇਸਟਿਕ ਡਿਵੀਜ਼ਨ ਓਵਰਲੈਪ ਕਰ ਰਹੀ ਸੀਗੀ ਰਿਲੀਜੀਅਸ ਡਿਵੀਜ਼ਨ ਦੇ ਨਾਲ ਕਿ ਹਿੰਦੂਜ਼ ਐਂਡ ਹਿੰਦੀ, ਸਿੱਖ ਐਂਡ ਪੰਜਾਬੀ, ਇਹ ਕਾਫੀ ਓਵਰਲੈਪਿੰਗ ਜੀਆਂ ਡਿਵੀਜ਼ਨ ਸੀਗੀਆਂ ਬਿਕਾਜ਼ ਸਟੇਟਸ ਰੀਆਰਗਨਾਈਜੇਸ਼ਨ ਕਮਿਸ਼ਨ ਕੁਡ ਸੀ ਦੈਟ ਗਵਰਨਮੈਂਟ ਆਫ ਇੰਡੀਆ ਕੁਡ ਸੀ ਦੈਟ ਉਹਨਾਂ ਨੇ ਪੰਜਾਬੀ ਸੂਬਾ ਦੀ ਡਿਮਾਂਡ ਨੂੰ ਹਾਲ ਦੀ ਘੜੀ ਰਿਜੈਕਟ ਕਰਤਾ ਕਿ ਲਾਈਕ ਕੁਝ ਰਿਲੀਜੀਅਸ ਟੈਂਸ਼ਨ ਨਾ ਕ੍ਰੀਏਟ ਹੋ ਜਾਏ ਉਹਦੇ ਬੇਸਿਸ ਤੇ। ਬਟ ਦਿਸ ਮੂਵਮੈਂਟ ਕੰਟੀਨਿਊਡ, ਅਕਾਲੀ ਲੀਡਰਸ ਦੇ ਕੰਟੀਨਿਊਡ ਪ੍ਰੈਸਿੰਗ ਅਪੋਨ ਦਿਸ ਆਈਡੀਆ ਆਫ ਅ ਸੈਪਰੇਟ ਪੰਜਾਬੀ ਸੂਬਾ ਐਂਡ ਇਨ ਦਿਸ ਕੰਟੈਕਸਟ ਤੁਸੀਂ ਯਾਦ ਰੱਖਣਾ ਦ ਨੇਮਸ ਆਫ ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ। ਇਹਨਾਂ ਨੇ ਦੀਜ਼ ਵਰ ਦੀ ਅਕਾਲੀ ਲੀਡਰਸ ਐਂਡ ਇਹਨਾਂ ਨੇ ਐਜੀਟੇਸ਼ਨ ਕੀਤੀ ਫॉर ਦੀ ਸੈਪਰੇਟ ਸਟੇਟ ਆਫ ਪੰਜਾਬ, ਫॉर ਦੀ ਸੈਪਰੇਟ ਸਟੇਟ ਔਨ ਦੀ ਬੇਸਿਸ ਆਫ ਲੈਂਗੁਏਜ। ਤਾਂ ਭੁੱਖ ਹੜਤਾਲ ਕੀਤੀ, ਡੈਮੋਨਸਟ੍ਰੇਸ਼ਨਸ ਕੀਤੀਆਂ, ਪ੍ਰੋਟੈਸਟ ਮੀਟਿੰਗਸ ਕੀਤੀਆਂ, ਹੋਰ ਵੀ ਸਾਰਾ ਲਾਈਕ ਕਾਫੀ ਪ੍ਰੋਟੈਸਟ ਵਗੈਰਾ ਚੱਲੀ। ਅਲਟੀਮੇਟਲੀ ਭਾਰਤ ਸਰਕਾਰ ਗਵਰਨਮੈਂਟ ਆਫ ਇੰਡੀਆ ਨੇ ਇਸ ਡਿਮਾਂਡ ਨੂੰ ਐਕਸੈਪਟ ਕੀਤਾ। ਦੋ ਕਮੇਟੀਜ਼ ਦੇ ਤੁਸੀਂ ਨਾਮ ਯਾਦ ਰੱਖਣੇ ਇਸ ਕੰਟੈਕਸਟ 'ਚ। ਇੱਕ ਪਾਰਲੀਮੈਂਟਰੀ ਕਮੇਟੀ ਅਪਾਇੰਟ ਕੀਤੀ ਗਈ ਸੀ ਜਿਹਨੇ ਫਾਈਨਲੀ ਇਹ ਕਿਹਾ ਕਿ ਪੰਜਾਬ ਨੂੰ ਔਨ ਦੀ ਬੇਸਿਸ ਆਫ ਲੈਂਗੁਏਜ ਇਹ ਇੱਕ ਸੈਪਰੇਟ ਪੰਜਾਬੀ ਸੂਬਾ ਕ੍ਰੀਏਟ ਕਰ ਦਿੱਤਾ ਜਾਵੇ ਐਂਡ ਗਵਰਨਮੈਂਟ ਨੇ ਇਹਦੀ ਡਿਮਾਂਡ ਮੰਨੀ, ਦੈਟ ਵਾਸ ਸਰਦਾਰ ਹੁਕਮ ਸਿੰਘ ਕਮੇਟੀ। ਬਟ ਹੁਣ ਉਹੀ ਪਾਰਟੀਸ਼ਨ ਟਾਈਮ ਤੇ ਜੋ ਪ੍ਰੋਬਲਮ ਆਈ ਕਿ ਕਿਹੜਾ ਡਿਸਟ੍ਰਿਕਟ ਕਿਹਦੇ ਕੋਲ ਜਾਊਗਾ, ਕਿਹੜਾ ਸਬ ਡਿਵੀਜ਼ਨ ਕਿਹਦੇ ਕੋਲ ਜਾਊਗਾ, ਇਹ ਕਿਵੇਂ ਡਿਸਾਈਡ ਕੀਤਾ ਜਾਊਗਾ। ਉਹਦੇ ਲਈ ਇੱਕ ਹੋਰ ਕਮਿਸ਼ਨ ਅਪਾਇੰਟ ਕੀਤਾ ਗਿਆ, JC ਸ਼ਾਹ ਕਮਿਸ਼ਨ। ਜੇ ਤੁਹਾਨੂੰ PCS 'ਚ ਕੁਐਸਚਨ ਆਇਆ ਹੋਇਆ ਕਿਹੜੇ ਕਮਿਸ਼ਨ ਦੇ ਬੇਸਿਸ ਤੇ, ਐਂਡ ਆਪਸ਼ਨਸ ਵੀ ਇੰਨੀਆਂ ਜਾਲੀ ਦਿੱਤੀਆਂ ਉਹਨਾਂ ਨੇ, JC ਸ਼ਾਹ, JP ਸ਼ਾਹ, AP ਸ਼ਾਹ, AC ਸ਼ਾਹ, ਦੱਸੋ ਹੁਣ ਕਿਹੜਾ ਕਮਿਸ਼ਨ ਹੈ। ਤਾਂ ਔਨ ਦੀ ਬੇਸਿਸ ਆਫ JC ਸ਼ਾਹ ਕਮਿਸ਼ਨ ਬਾਈਫਰਕੇਸ਼ਨ ਕੀਤੀ ਗਈ ਟੈਰੀਟਰੀਜ਼ ਦੀ ਕਿ ਕਿਹੜਾ ਪੰਜਾਬ 'ਚ ਜਾਊਗਾ, ਕਿਹੜਾ ਹਰਿਆਣਾ 'ਚ ਜਾਊਗਾ and the province was partitioned. Now as a result of that 1966 ਚ 1st November 1966 ਚ the largest state of Punjab was trifurcated into the smaller Punjab state, into the state of Haryana and Union Territory of Himachal Pradesh। 1966 ਚ UT of Himachal Pradesh ਕ੍ਰੀਏਟ ਕੀਤੀ ਗਈ ਸੀ, ਕਾਂਗੜਾ ਵਾਲਾ ਏਰੀਆ 'ਚ ਐਡ ਕਰ ਦਿੱਤਾ ਗਿਆ ਸੀ। 1971 it was converted into a state and ਇੱਧਰ south of Punjab ਵਾਲਾ ਜਿਹੜਾ ਏਰੀਆ ਹਿੰਦੀ ਸਪੀਕਿੰਗ ਏਰੀਆ ਸੀ it was given to Haryana। But what about the capital city of Chandigarh? For the time being it was kept as a common capital of both Punjab and Haryana till a permanent solution is found। But ਉਹਦਾ ਹਜੇ ਤੱਕ ਤੁਹਾਨੂੰ ਪਤਾ ਹੀ ਹੈ ਚੰਡੀਗੜ੍ਹ continues to be a UT, ਕੋਈ ਉਹਦਾ permanent solution ਆਇਆ ਨਹੀਂ। ਕਾਫੀ ਸਾਰੇ ਸਟੈਪਸ ਆਪਾਂ ਲਿੱਤੇ, ਕਾਫੀ ਸਾਰੇ ਡਿਸਕਸ਼ਨਸ 'ਚ ਇਹ ਪੁਆਇੰਟ ਰੇਜ਼ ਕੀਤਾ ਗਿਆ ਕਿ ਚੰਡੀਗੜ੍ਹ should be given back to Punjab, but like ਹਜੇ ਮੈਟਰ ਇੱਦਾਂ ਹੀ ਚੱਲ ਰਿਹਾ। So this is what happened in 1966 when the state was trifurcated and this is the structure ਜਿਹੜਾ ਹਜੇ ਵੀ ਕੰਟੀਨਿਊ ਕਰ ਰਿਹਾ ਹੈ। ਬਟ ਉਸ ਤੋਂ ਬਾਅਦ ਕੁਝ ਪੋਲੀਟੀਕਲ ਡਿਵੈਲਪਮੈਂਟਸ ਹੋਈਆਂ ਜਿਹੜੇ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ। Before we study those political developments, let's have a word about Chandigarh, the common capital। ਕ੍ਰੀਏਟ ਕਿਉਂ ਹੋਈ ਸੀ ਆਪਾਂ ਆਲਰੇਡੀ ਡਿਸਕਸ਼ਨ ਕੀਤਾ ਕਿ ਲਾਹੌਰ ਰਹਿ ਗਈ ਸੀਗੀ ਆਪਣੀ ਪੁਰਾਣੀ ਕੈਪੀਟਲ ਪਾਕਿਸਤਾਨ 'ਚ। ਸੋ ਪ੍ਰਾਈਮ ਮਿਨਿਸਟਰ ਨਹਿਰੂ ਦਾ ਡ੍ਰੀਮ ਪ੍ਰੋਜੈਕਟ ਸੀਗਾ ਕਿ ਆਪਾਂ ਇੱਕ ਨਵਾਂ ਸਕ੍ਰੈਚ ਤੋਂ ਇੱਕ ਸਿਟੀ ਡਿਵੈਲਪ ਕਰੀਏ ਜਿਹੜਾ ਕਿ ਇੰਡੀਅਨ ਮਾਡਰਨਿਟੀ ਨੂੰ ਡਿਸਪਲੇ ਕਰੇ ਸਾਰੀ ਵਰਲਡ ਦੇ ਅੱਗੇ। ਤਾਂ ਉਹਨਾਂ ਨੇ ਇੱਕ ਫ੍ਰੈਂਚ ਆਰਕੀਟੈਕਟ, ਇੱਕ ਰਿਨਾਊਂਡ ਫ੍ਰੈਂਚ ਆਰਕੀਟੈਕਟ ਲੀ ਕਾਰਬੂਜ਼ੀਅਰ ਦੀਆਂ ਸਰਵਿਸਿਜ਼ ਨੂੰ ਇਨਲਿਸਟ ਕੀਤਾ ਐਂਡ ਇਹਨਾਂ ਨੇ ਨਿਊ ਕੈਪੀਟਲ ਡਿਜ਼ਾਈਨ ਕੀਤਾ ਵਿਦ ਦੀ ਹੈਲਪ ਆਫ ਹਿਜ਼ ਅਸਿਸਟੈਂਟਸ ਐਂਡ ਦ ਫਾਊਂਡੇਸ਼ਨ ਸਟੋਨ ਵਾਸ ਲੇਡ ਇਨ 1952 ਐਂਡ ਹੌਲੀ ਕਰਕੇ ਬਿਲਡਿੰਗਸ ਡਿਵੈਲਪ ਹੁੰਦੀਆਂ ਰਹੀਆਂ। The name Chandigarh is derived from the temple of ਚੰਡੀ ਮਾਤਾ, ਚੰਡੀ ਮੰਦਿਰ। ਇੱਥੇ ਵੈਸਟਰਨ ਕਮਾਂਡ ਦੇ ਇੰਡੀਅਨ ਆਰਮੀ ਦੇ ਹੈੱਡਕੁਆਟਰਸ ਵੀ ਹੈ। ਚੰਡੀ ਮੰਦਿਰ ਦੇ ਨਾਮ 'ਤੇ ਚੰਡੀਗੜ੍ਹ ਆਪਾਂ ਇਹਦਾ ਨਾਮ ਰੱਖਿਆ। ਐਡਮਿਨਿਸਟ੍ਰੇਟਿਵ ਹੈੱਡ ਜਦੋਂ ਇਹ UT ਆਫ ਚੰਡੀਗੜ੍ਹ ਕ੍ਰੀਏਟ ਕੀਤੀ ਗਈ 1966 'ਚ, ਉਦੋਂ ਇੱਕ ਆਫਿਸ ਕ੍ਰੀਏਟ ਕੀਤਾ ਗਿਆ ਚੀਫ ਕਮਿਸ਼ਨਰ ਦਾ।
Chief Commissioner was supposed to be the administrator of the Union Territory of Chandigarh on behalf of President of India. Union Territory ਤੁਹਾਨੂੰ ਪਤਾ ਹੈ president ਨੇ direct administer ਕਰਨੀ ਹੁੰਦੀ ਹੈ but with the help of an administrator. ਇੱਥੇ ਪਹਿਲਾਂ Chief Commissioner appoint ਕੀਤਾ ਜਾਂਦਾ ਸੀਗਾ. And ਤੁਸੀਂ ਯਾਦ ਰੱਖਣਾ MS Randhawa was the first Chief Commissioner of Chandigarh. बट 1984 ऑनवर्ड्स जो पंजाब च इंसरजेंसी वगैरह काफ़ी हो गई, पोलिटिकल क्राइसिस वगैरह आ गया, तो सिचुएशन नू बैटर मैनेज करने लई गवर्नर ऑफ पंजाब वॉज गिवन दी एडिशनल रिस्पॉन्सिबिलिटी ऑफ बीइंग दी एडमिनिस्ट्रेटर ऑफ द यूनियन टेरेटरी ऑफ चंडीगढ़ ऑन बिहाफ ऑफ द प्रेजिडेंट. तो कन्वेंशन हैज़ इट कि जिहड़ा बंदा गवर्नर अपॉइंट हुंदा पंजाब दा उही बंदा चंडीगढ़ का एडमिनिस्ट्रेटर भी होगा. पर हुण इत्थे टर्मिनोलॉजी चेंज हो गई, पहला चीफ कमिश्नर हुण एडमिनिस्ट्रेटर. तो फर्स्ट एडमिनिस्ट्रेटर कौन सीगा 1984 च अपॉइंट होए BD पांडे. एंड हुण भी यही सिस्टम चल रहा है. गवर्नर साहब अपने VP बदनौर, ही इज़ ऑल्सो द एडमिनिस्ट्रेटर ऑफ UT ऑफ चंडीगढ़. अगे चंडीगढ़ बारे कुछ बेसिक फैक्ट्स वगैरह ਜਿਹੜੇ ਹੈਗੇ ਆ ਤੁਸੀਂ ਇੱਥੇ ਸਲਾਈਡ ਤੋਂ ਦੇਖ ਸਕਦੇ ਹੋ, ਤੁਹਾਡੀ ਸ਼ੀਟ 'ਚ ਵੀ ਲਿਖੇ ਹੋਏ ਆ ਸਾਰੇ. ਏਰੀਆ ਕਿੰਨਾ ਐਂਡ ਡੈਂਸਿਟੀ ਆਫ ਪੋਪੂਲੇਸ਼ਨ ਕਿੰਨੀ ਹੈ, ਪੋਪੂਲੇਸ਼ਨ, ਸੈਕਸ ਰੇਸ਼ੋ, ਲਿਟਰੇਸੀ, ਬੇਸਿਕ ਇਨਫੋਰਮੇਸ਼ਨ ਜਿਹੜੀ ਆਪਾਂ ਪੰਜਾਬ ਦੇ ਵੀ ਦੇਖੀ ਸੀ, ਤੁਸੀਂ ਚੰਡੀਗੜ੍ਹ ਦੀ ਇਨਫੋਰਮੇਸ਼ਨ 'ਤੇ ਵੀ ਨਜ਼ਰ ਮਾਰ ਸਕਦੇ ਹੋ. ਹੁਣ ਆਪਾਂ ਗੱਲ ਕਰੀਏ ਕੁਝ ਪੋਲੀਟੀਕਲ ਡਿਵੈਲਪਮੈਂਟਸ ਜਿਹੜੀਆਂ ਹੋਈਆਂ, ਜਿਹੜੇ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ. ਸਭ ਤੋਂ ਪਹਿਲੀ ਇਸ 'ਚ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ. ਹੁਣ ਪੰਜਾਬੀ ਸੂਬਾ ਦਾ ਕ੍ਰੀਏਟ ਕਰਤਾ ਬਟ ਕੁਝ ਅਨਰਿਜ਼ੋਲਵਡ ਇਸ਼ੂ ਬਚ ਗਏ. ਜਿਵੇਂ ਇੱਕ ਤਾਂ ਜਿਹੜਾ ਆਪਾਂ ਡਿਸਕਸ ਹੀ ਕੀਤਾ, ਜਿਹੜੇ ਆਪਣੇ ਅੱਖਾਂ ਦੇ ਸਾਹਮਣੇ ਹੀ ਹੈ, ਟ੍ਰਾਂਸਫਰ ਆਫ ਕੈਪੀਟਲ ਚੰਡੀਗੜ੍ਹ ਟੂ ਪੰਜਾਬ. ਇਹ ਅਗਰੀ ਅਪੋਨ ਕੀਤਾ ਗਿਆ ਸੀਗਾ ਕਿ ਇਹ ਟੈਂਪਰੇਰੀ ਅਰੇਂਜਮੈਂਟ, ਇਹਦਾ ਪਰਮਾਨੈਂਟ ਸੋਲਿਊਸ਼ਨ ਲੱਭਿਆ ਜਾਊਗਾ, ਬਟ ਲਾਈਕ ਕੁਝ ਹੋਇਆ ਨਹੀਂ ਉਹਦਾ. ਤਾਂ ਉਸ ਕੰਟੈਕਸਟ 'ਚ ਅਕਾਲੀ ਲੀਡਰਸ ਨੇ ਇੱਕ ਗਰੁੱਪ ਬਣਾਇਆ, ਇੱਕ ਕਮੇਟੀ ਬਣਾਈ ਜਿਹਦੇ ਇੰਪੋਰਟੈਂਟ ਮੈਂਬਰ ਸੀਗੇ ਸੁਰਜੀਤ ਸਿੰਘ ਬਰਨਾਲਾ ਅਤੇ ਗੁਰਚਰਨ ਸਿੰਘ ਟੋਹਰਾ. ਇਹਨਾਂ ਅਕਾਲੀ ਲੀਡਰਸ ਨੇ 12 ਮੈਂਬਰਸ ਦੀ ਕਮੇਟੀ ਸੀਗੀ. ਇਹਨਾਂ ਨੇ ਡਿਮਾਂਡਸ ਪੇਸ਼ ਕੀਤੀਆਂ ਸੈਂਟਰਲ ਗਵਰਨਮੈਂਟ ਦੇ ਅੱਗੇ ਕਿ ਇਹ ਸਾਡੀਆਂ ਡਿਮਾਂਡਸ ਹੈ, ਜੇ ਇੱਦਾਂ ਕਰ ਲਿੱਤਾ ਜਾਊਗਾ ਤਾਂ ਬੈਟਰ ਵੇ ਨਾਲ ਸੈਂਟਰ ਅਤੇ ਸਟੇਟ ਦੇ ਰਿਲੇਸ਼ਨਸ ਨੂੰ ਗਵਰਨ ਕੀਤਾ ਜਾਊਗਾ. ਚੰਗੀ ਗੱਲ ਕੀ ਹੈ, ਤੁਸੀਂ ਇਸ ਬਾਰੇ ਧਿਆਨ 'ਚ ਰੱਖਣਾ ਹੈ ਕਿ ਇਨ ਜਨਰਲ ਇਹ ਪੰਜਾਬ ਸਪੈਸੀਫਿਕ ਡਿਮਾਂਡਸ ਬਾਰੇ ਹੀ ਨਹੀਂ ਸੀ. ਇਹਦਾ ਲਾਰਜਰ ਓਬਜੈਕਟਿਵ ਸੀ ਕਿ ਕਿਸ ਤਰ੍ਹਾਂ ਇੰਡੀਆ ਦੇ ਫੈਡਰਲ ਸਟਰਕਚਰ ਨੂੰ ਸੈਂਟਰ ਅਤੇ ਸਟੇਟ ਦੇ ਰਿਲੇਸ਼ਨਸ ਨੂੰ ਬੈਟਰ ਗਵਰਨ ਕੀਤਾ ਜਾ ਸਕਦਾ ਹੈ. ਆਈ ਹੋਪ ਤੁਸੀਂ ਚੇਤਨ ਸਰ ਨਾਲ ਇਹ ਵਾਲਾ ਟੌਪਿਕ ਕਵਰ ਕੀਤਾ ਹੋਊਗਾ ਕਿ this is a landmark document as far as the evolution of center state relations in India are concerned. एक alternative सोच ਸੀਗੀ कि इस तरह भी ਆਪਾਂ center state relations ਨੂੰ govern ਕਰ ਸਕਦੇ ਹਾਂ. center unnecessary interfere ਨਾ ਕਰੇ state governments ਦੀ working 'ਚ, state government ਨੂੰ sufficient powers ਦਿੱਤੀਆਂ ਜਾਣ, center ਬਸ ਆਪਣੇ ਕੋਲੇ ਕੁਝ main powers ਹੀ ਰੱਖੇ and such like thing. decentralize ਹੋਣੀ ਚਾਹੀਦੀ ਹੈ. ਤਾਂ all these issues were addressed, all these demands were raised in the Anandpur Sahib resolution. Of course ਆਹ ਵਾਲੇ ਮੁੱਦੇ ਤਾਂ ਸੀਗੇ ਹੀ, ਟ੍ਰਾਂਸਫਰ ਆਫ ਕੈਪੀਟਲ ਜਾਂ ਕੰਟਰੋਲ ਓਵਰ ਦੀ ਰਿਵਰ ਵਾਟਰਸ ਜਾਂ ਫਿਰ ਕੁਛ ਟੈਰੀਟੋਰੀਅਲ ਚੇਂਜਿਸ ਲੈਂਗੁਏਜ ਦੇ ਬੇਸਿਸ 'ਚ ਕਿ ਆਹ ਡਿਵੀਜ਼ਨ ਇੱਥੇ ਆਉਣਾ ਚਾਹੀਦਾ ਸੀਗਾ, ਡਿਸਟ੍ਰਿਕਟ ਇਹਦੇ ਕੋਲ ਜਾਣਾ ਚਾਹੀਦਾ ਸੀਗਾ. ਇੱਦਾਂ ਦੀਆਂ ਗੱਲਾਂ ਤਾਂ ਸੀ ਹੀ, ਬਟ ਇਹਦੀ ਲਾਰਜਰ ਸਿਗਨੀਫਿਕੈਂਸ ਕੀ ਹੈ ਕਿ ਇਹਨੇ ਇੰਡੀਆ ਦੇ ਫੈਡਰਲ ਸਟਰਕਚਰ ਦੇ ਕੇਸ 'ਚ ਕੰਟੈਕਸਟ 'ਚ ਕਾਫੀ ਲਾਈਕ ਇੱਕ ਆਲਟਰਨੇਟਿਵ ਸੋਚ ਪ੍ਰੈਜ਼ੈਂਟ ਕੀਤੀ. Decentralization of states under the existing constitution, restricting the central government's power to defense, foreign affairs, post, telegraphs, currency and railways. बाकी केसेस 'ਚ ਕਹਿੰਦੇ ਹੈ ਕਿ state ਨੂੰ autonomy ਦਿੱਤੀ ਜਾਵੇ. ਨੈਕਸਟ ਇੱਕ ਜਿਹੜੀ ਆਪਾਂ ਡਿਵੈਲਪਮੈਂਟ ਕਰਨੀ ਹੈ, that is the ਰਾਜੀਵ ਲੋਂਗੋਵਾਲ ਅਕੋਰਡ 1985. Now I'm skipping ਉਹ ਵਾਲਾ ਪੋਰਸ਼ਨ ਜਿਹੜਾ ਇੰਸਰਜੈਂਸੀ ਐਂਡ ਪੋਲੀਟੀਕਲ ਕ੍ਰਾਈਸਿਸ ਵਾਲਾ ਜਿਹੜਾ ਪੋਰਸ਼ਨ ਹੈ ਉਹ ਇੱਥੇ ਆਪਾਂ ਸਕਿਪ ਕਰ ਰਹੇ ਹਾਂ. ਤੁਸੀਂ ਰਾਘਵ ਸਰ ਨਾਲ ਆਰਮਡ ਚੈਲੰਜਸ ਟੂ ਇੰਡੀਅਨ ਸਟੇਟ ਵਾਲੇ ਟੌਪਿਕ 'ਚ ਕਵਰ ਕਰੋਗੇ, ਜਿੱਥੇ ਸਰ ਤੁਹਾਨੂੰ ਕਸ਼ਮੀਰ ਇਸ਼ੂ, ਪੰਜਾਬ ਇੰਸਰਜੈਂਸੀ, ਦੀ ਨਾਰਥ ਈਸਟ ਇੰਸਰਜੈਂਸੀ ਐਂਡ ਮਾਓਇਸਟ ਨਕਸਲਿਜ਼ਮ ਬਾਰੇ ਕਰਵਾਉਣਗੇ. ਆਪਾਂ ਇੱਥੇ ਪੋਲੀਟੀਕਲੀ ਜਿਹੜੀਆਂ ਇੰਪੋਰਟੈਂਟ ਡਿਵੈਲਪਮੈਂਟਸ ਆ ਉਹ ਦੇਖ ਰਹੇ ਹਾਂ. ਰਾਜੀਵ ਲੋਂਗੋਵਾਲ ਅਕੋਰਡ ਸਾਲ ਇੰਪੋਰਟੈਂਟ ਹੈ 1985. ऑपरेशन ब्लू स्टार हो चुके हैं एंड एंटी सिख रॉयट्स भी जड़े हो चुके हैं आफ्टर द असैसिनेशन ऑफ प्राइम मिनिस्टर इंदिरा गांधी. हुन बिकॉज देयर वाज सो मच पोलिटिकल क्राइसिस एट दैट पॉइंट ऑफ टाइम, सो दिस वाज एन अटेम्प्ट टू रिजॉल्व दिस पोलिटिकल क्राइसिस. द अकाली लीडर संत हरचरण सिंह लोंगोवाल and Prime Minister Rajiv Gandhi, they arrived at an agreement.
की अग्री अपॉन होया, की इशूज़ जिहड़े डिस्कस होए, implementation of the Anandpur Sahib resolution, transfer of capital to Punjab, Chandigarh should be transferred back to Punjab, release of political prisoners जिहड़े political views करके detain करके रखे है सरकार ने, withdrawal of special powers, armed forces ਨੂੰ ਇੰਨੀ ਜ਼ਿਆਦਾ ਪਾਵਰ ਨਾ ਦਿੱਤੀ ਜਾਵੇ, normalcy normal situation ਜਿਹੜੀ ਹੈ restore ਕੀਤੀ ਜਾਵੇ, then sharing of the river waters, ਇਹ ਸ਼ੁਰੂ ਤੋਂ ਹੀ ਇਸ਼ੂ ਚੱਲ ਰਿਹਾ ਹੈ, enactment of an all India Gurdwara Act, कि इंस्टेड ऑफ सेपरेट स्टेट्स हैविंग सेपरेट कमेटीज़ टू मैनेज दी गुरुद्वारास, हरियाणा सिख गुरुद्वारा प्रबंधक कमेटी, दिल्ली सिख गुरुद्वारा प्रबंधक कमेटी, श्रोमणी गुरुद्वारा प्रबंधक कमेटी, एक ऑल इंडिया कांग्रेस कमेटी, एक ऑल इंडिया गुरुद्वारा प्रबंधक कमेटी होनी चाहिए है टू मैनेज गुरुद्वाराज ऑन एन ऑल इंडिया बेसिस, prosecution of all those responsible for 1984 anti-Sikh riots। ਤੇ ਕੁਝ ਕੀ ਪੁਆਇੰਟਸ ਇਸ 'ਚ agree upon ਹੋਏ ਸੀਗੇ, but before this accord could be implemented, Sant Harcharan Singh Longowal, he was assassinated by the terrorist, and Punjab again went into the spiral of insurgency, and it took a certain while for the situation to be normalized। ਤਾਂ ਇਹਦੇ ਨਾਲ ਆਪਣਾ ਜਿਹੜਾ ਪੋਲੀਟਿਕਸ ਆਫ ਪੰਜਾਬ ਆਫਟਰ ਇੰਡੀਪੈਂਡੈਂਸ ਹੈ ਉਹ ਵਾਲਾ ਟੌਪਿਕ ਕੰਪਲੀਟ ਹੁੰਦਾ ਹੈ। ਹੁਣ ਆਪਾਂ ਕਲਾਸ ਦੇ ਲਾਸਟ ਟੌਪਿਕ ਹਿਸਟਰੀ ਆਫ ਪੰਜਾਬ 'ਤੇ ਮੂਵ ਕਰਾਂਗੇ। ਸਭ ਤੋਂ ਵੱਡਾ ਟੌਪਿਕ ਵੀ ਹੋਣ ਵਾਲਾ ਕਲਾਸ ਦਾ, ਕਾਫੀ ਸਾਰੀਆਂ ਚੀਜ਼ਾਂ ਇਸ 'ਚ ਡਿਸਕਸ ਕਰਨ ਵਾਲੀਆਂ ਆਪਣੀਆਂ, हिस्ट्री ऑफ सिखिज़म, दैन सिख गुरुज़ बारे आप सब डिस्कशन करांगे। मूविंग ऑन टू दी पॉलिटिक्स ऑफ दी फॉर्मेशन ऑफ दी पंजाब स्टेट, सिख अंपायर बनया अंडर महाराजा रणजीत सिंह, एंड अल्टीमेटली रणजीत सिंह जी की डेथ तो बाद इट वॉज टेकन ओवर बाय दी ब्रिटिश। तो ये जी पूरी लंबी जर्नी है, ब्रिटिश कंक्वेस्ट ऑफ पंजाब आप कर ली हुई है। उस तो पहला दी जी फॉर्मेशन ऑफ फाउंडेशन ऑफ सिखिज़म तो लैके रणजीत सिंह तक की हिस्टरी आप हुण इस पोर्शन च कवर ਕਰਾਂਗੇ। ਤਾਂ ਬੱਚੇ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਹਿਸਟਰੀ ਆਫ ਸਿੱਖੀਜ਼ਮ ਤੋਂ। ਇਹ ਟੌਪਿਕ ਸਟਾਰਟ ਕਰਨ ਤੋਂ ਹੀ ਪਹਿਲਾਂ ਮੈਂ ਥੋੜ੍ਹਾ ਡਿਸਕਲੇਮਰ ਦੇਣਾ ਚਾਹੁੰਦਾ ਹੈ ਕਿ ਥੋੜ੍ਹਾ ਸੈਂਸਿਟਿਵ ਇਸ਼ੂ ਰਹਿੰਦਾ ਹੈ, ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਐਜ਼ ਨਿਊਟਰਲ ਮੈਨਰ ਨਾਲ ਐਂਡ ਐਜ਼ ਟੂ ਦੀ ਬੈਸਟ ਆਫ ਮਾਈ ਐਬਿਲਿਟੀ ਇਹ ਮੈਂ ਤੁਹਾਨੂੰ ਕਨਵੇ ਕਰਾਂ ਜੋ ਵੀ ਮੈਂ ਇੱਥੇ ਕਨਵੇ ਕਰਨਾ ਚਾਹੁੰਦਾ ਹੈ। ਬਟ ਜੇ ਇਨਐਡਵਰਟੈਂਟਲੀ ਕੁਛ ਥੋੜ੍ਹਾ ਜਿਹਾ ਵਰਡਸ 'ਚ ਇੱਧਰ ਉੱਧਰ ਹੋ ਜਾਂਦਾ ਹੈ ਤਾਂ ਮੈਂ ਪਹਿਲਾਂ ਹੀ ਐਟ ਦੀ ਆਊਟਸੈਟ ਅਪੋਲੋਜਾਈਜ਼ ਕਰਦਾ ਉਹਦੇ ਲਈ। ਤੁਸੀਂ ਛੋਟੀ ਮੋਟੀ ਜੇ ਹੋ ਜਾਂਦੀ ਹੈ ਉਨੀ ਕੀ ਉਹਨੂੰ ਤੁਸੀਂ ਮਾਫ ਕਰਨਾ ਹੈ। ਤਾਂ ਸਟਾਰਟ ਕਰਨ ਜਾ ਰਹੇ ਹਾਂ ਆਪਾਂ ਇਹ ਟੌਪਿਕ ਹਿਸਟਰੀ ਆਫ ਸਿੱਖੀਜ਼ਮ। सब तो पहला तो वर्ड सिख, सिखिज़म, सिख, ये इट लिटरली मीनस लर्नर और अ डिसाइपल। सिख दा पिया जो गुरु दा सिख है, द डिसाइपल है। एज एन ऑर्गेनाइज्ड रिलीजन सिखिज़म इन्वॉल्व फेथ इन द लाइन ऑफ 10 गुरुस, 10 गुरु साहबान आपां नूं पता है, स्टार्टिंग विद गुरु नानक देव जी एंड एंडिंग विद श्री गुरु गोबिंद सिंह जी। एंड अल्टीमेटली दी जिहड़ा इटरनल गुरु है, जिहड़ा परपिचुअल गुरु है, वो गुरु ग्रंथ साहिब जी है एज पर द डिक्टेट्स ऑफ दसम गुरु गुरु गोबिंद सिंह जी, विच इज़ ऑल्सो द होली बुक ऑफ द सिक्स। हुण सिखां दा लई ओनली एक्ट लेजिस्लेटिव पीस जिहड़ा डिफाइन करता है सिख गुरुद्वारास एक्ट ऑफ 1925, इट डिफाइंस सिख है, सिख मीन्स अ पर्सन हु प्रोफेसिस द सिख रिलीजन। एंड मतलब कौन प्रोफेस कर सकता है? अ पर्सन इज डीम्ड टू बी अ सिख इफ ही अफर्म्स द फेथ इन द 10 गुरुस, गुरु ग्रंथ साहिब एंड इन नो अदर रिलीजन। तो यह एक पीस ऑफ लेजिस्लेशन है जिहड़ा थोड़ा जिहा डिफाइन करने की कोशिश करता है। बेसिक टेनेट्स ऑफ सिखिज़म की गल करिए तो बिलीफ इन वन सुप्रीम गॉड, एक ओंकार, एक परमात्मा है जिहड़ा कि सब कुछ कंट्रोल करता है। सुप्रीम गॉड है, ऑल पावरफुल, ओमनी प्रेजेंट, ओमनी पोटेंट, ओमनीसिएंट, इटरनल, अनचेंजिंग, अकाल पुरख, अकाल की टाइम के दायरे तो बाहर है, फीयरलैस, निर्भव, निर्वैर, तो ये सारिया जिहड़ियां क्वालिटीज़ है। एक बिलीफ इन वन सुप्रीम गॉड, वो करता धरता जिहड़ा सारी क्रिएशन नूं कंट्रोल कर रहा है। नाउ इस तो इलावा वट सिख मतलब वट सिक्स आर द फॉलोअर्स ऑफ सिखिज़म आर सपोज टू डू, दे आर सपोज टू अंडरटेक नाम जपो, किरत करो एंड वंड के छको। नाम जपो, कंटेम्पलेट ऑन द नेम ऑफ द लॉर्ड, किरत करो कि हथी कमाई करनी है, दसा नोहां की कमाई करनी है बाय द स्वेट ऑफ द ब्रो और कंसेंटियसनेस ऑफ द माइंड। वंड के छकना कि शेयर द फ्रूट्स ऑफ योर लेबर, जो भी है लाइक वंड के छको, शेयरिंग इज केयरिंग।
Then in addition ਜਿਹੜੇ ਖਾਲਸਾ ਸਿੱਖ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੁੰਦਾ they are also supposed to maintain 5 Ks 5 ਕੱਕੇ ਉਹਨਾਂ ਨੇ observe ਕਰਨੇ ਹੈ ਕੇਸ ਕੰਗਾ ਕੜਾ ਕਛਹਿਰਾ ਐਂਡ ਕਿਰਪਾਨ they would maintain their hair ਮਤਲਬ it's a symbol ਕਿ natural state 'ਚ ਰਹਿਣਾ ਹੈ ਜਿਵੇਂ God ਨੇ ਆਪਾਂ ਨੂੰ ਭੇਜਿਆ ਆਪਾਂ ਉੱਦਾਂ ਹੀ ਰਹਿਣਾ ਹੈ ਮੋਡੀਫਿਕੇਸ਼ਨ ਨਹੀਂ ਕਰਨੀ ਹੁਕਮ 'ਚ ਰਹਿਣ ਦਾ ਇੱਕ one of the symbolic ਹੈ ਕਿ God's will 'ਚ ਆਪਾਂ ਰਹਿ ਰਹੇ ਹਾਂ just a symbol of that ਕੰਗਾ ਕਿ ਇਹ ਸਿੰਬਲ ਹੈ ਕਲੀਨਲੀਨੈਸ ਦਾ ਟਾਈਡੀਨੈਸ ਦਾ ਕਿ ਵਾਲ ਹੁਣ ਵਾਉਣੇ ਵੀ ਹੈ ਕੜਾ ਸਿੰਬਲ ਲਾਈਕ ਅ ਸਟੀਲ ਬ੍ਰੇਸਲੈਟ ਜਿਹੜਾ ਪਰਪੀਚੁਅਲੀ ਮਤਲਬ ਕਿ ਆਪਾਂ ਨੂੰ ਯਾਦ ਦਿਲਾਏ ਕਿ ਸਿੱਖ ਹੈ ਆਪਾਂ ਗੁਰੂ ਦੇ ਸਿੱਖ ਹੈ ਕਛਹਿਰਾ ਸਿੰਬਲ ਆਫ ਮੋਰੈਲਿਟੀ ਕਿਰਪਾਨ ਕਿ ਆਪਾਂ ਇਨਜਸਟਿਸ ਸਹਿਣਾ ਵੀ ਨਹੀਂ ਹੈ ਐਂਡ ਕਿਸੇ ਹੋਰ 'ਤੇ ਵੀ ਜੇ ਇਨਜਸਟਿਸ ਮੈਟ ਆਊਟ ਕੀਤਾ ਜਾ ਰਿਹਾ ਉਹਦੇ ਡਿਫੈਂਸ 'ਚ ਆਉਣਾ ਹੈ ਤਾਂ ਉਹਦੇ ਲਈ ਕਿਰਪਾਨ ਉਹਦਾ ਸੈਲਫ ਰਿਸਪੈਕਟ ਦਾ ਇੱਕ ਸਿੰਬਲ ਹੈ every Sikh is supposed to keep himself busy in seva and simran ਕਿ ਸਭ ਦੀ ਸੇਵਾ ਕਰੋ ਐਂਡ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਭ ਦੀ ਸੇਵਾ ਕਰੋ ਐਂਡ ਆਪਣਾ ਧਿਆਨ ਜਿਹੜਾ ਉਹ ਸਿਮਰਨ 'ਚ ਲਾ ਕੇ ਰੱਖਣਾ ਹੈ 5 ਐਬਾਂ ਤੋਂ ਬਚਣਾ ਹੈ 5 thieves 5 evils ਤੋਂ ਆਪਾਂ ਬਚਣਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ lust anger lobe is greed moh is love and attachment hankar is our ego home ਇਸ ਤੋਂ ਇਲਾਵਾ ਕਮਿਊਨਿਟੀ ਇਨਵੋਲਵਮੈਂਟ ਆਪਾਂ ਨੂੰ ਪਤਾ ਹੀ ਹੈ ਕਮਿਊਨਿਟੀ ਬੇਸਡ ਰਿਲੀਜਨ ਹੈ ਲੰਗਰ ਐਂਡ ਪੰਗਤ ਐਂਡ ਸੇਵਾ ਕਰਨੀ ਹੈ ਸਾਰੀ ਕਮਿਊਨਿਟੀ ਦੀ ਐਂਡ ਕੇਅਰ ਫॉर all humanity we know that the Sikh organization they always have been at the forefront of the service of the humanity ਹੁਣ ਆਪਾਂ ਕੁਛ ਇਹਦੇ ਹਿਸਟੋਰੀਕਲ ਐਸਪੈਕਟਸ ਡਿਸਕਸ ਕਰੀਏ ਜੇ origin of Sikhism medieval times 'ਚ ਸਿੱਖੀਜ਼ਮ ਰਿਲੀਜਨ ਦਾ ਰਾਈਜ਼ ਹੋਇਆ ਇਹ ਜਿਹੜਾ ਟਾਈਮ ਸੀ medieval time ਸੀ this is known for the rise of ਭਗਤੀ ਐਂਡ ਸੂਫੀ ਮੂਵਮੈਂਟਸ ਭਗਤੀ ਐਂਡ ਸੂਫੀ ਮੂਵਮੈਂਟ ਦੀ ਤੁਹਾਡੀ ਕਲਾਸ ਲੱਗੀ ਹੈ ਇਨ ਜਨਰਲੀ ਹਿੰਦੂਇਜ਼ਮ 'ਚ ਵੀ ਰਿਫੋਰਮ ਮੂਵਮੈਂਟਸ ਆਈਆਂ ਸੂਫੀਜ਼ਮ ਮੁਸਲਿਮ ਇਸਲਾਮ 'ਚ ਵੀ ਰਿਫੋਰਮ ਮੂਵਮੈਂਟਸ ਆਇਆ ਉਹਨੂੰ ਆਪਾਂ ਸੂਫੀ ਮੂਵਮੈਂਟਸ ਕਹਿੰਦੇ ਹਾਂ ਇੱਧਰ ਆਪਾਂ ਭਗਤੀ ਮੂਵਮੈਂਟਸ ਕਹਿੰਦੇ ਹਾਂ ਤਾਂ ਇਹ ਜਿਹੜੇ ਭਗਤੀ ਐਂਡ ਸੂਫੀ ਸੇਂਟ ਸੀਗੇ ਇਹ ਕੁਝ ਕਾਮਨ ਜੀਆਂ ਗੱਲਾਂ ਕਹਿ ਰਹੇ ਸੀਗੇ ਕਿ ਜੀ ਰਿਲੀਜੀਅਸ ਫਾਰਮ ਤੋਂ ਬੈਟਰ ਜਿਹੜਾ ਰਿਲੀਜੀਅਸ ਆਈਡੀਆ ਦਿਲ 'ਚ ਤੁਹਾਡਾ ਕੀ ਰਿਲੇਸ਼ਨ ਹੈ ਵਿਦ ਦੀ ਗੋਡ ਪਰਸਨਲ ਡਿਵੋਸ਼ਨ ਟੂ ਗੋਡ ਹੋਣਾ ਚਾਹੀਦਾ ਰਿਲੀਜੀਅਸ ਪਿਟੀ ਹੋਣੀ ਚਾਹੀਦੀ ਹੈ ਕੋਈ ਕਾਸਟ ਬੇਸਡ ਡਿਸਟਿੰਕਸ਼ਨਸ ਨਹੀਂ ਹੋਣੀਆਂ ਚਾਹੀਦੀਆਂ ਇੱਕ ਪਰਮਾਤਮਾ 'ਚ ਸ਼ਕਤੀਮਾਨ ਪਰਮਾਤਮਾ 'ਚ ਆਪਾਂ ਯਕੀਨ ਰੱਖਣਾ ਤਾਂ ਇਹ ਕੁਛ ਜਨਰਲ ਦੀਆਂ ਗੱਲਾਂ ਪ੍ਰੀਚ ਕਰ ਰਹੇ ਸੀਗੇ ਉਸ ਟਾਈਮ ਦੇ ਭਗਤੀ ਸੇਂਟਸ ਐਂਡ ਉਸ ਟਾਈਮ ਦੇ ਸੂਫੀ ਸੇਂਟਸ ਤਾਂ ਇੱਕ ਕਲਚਰਲ ਸਿਨਕ੍ਰਿਟਿਜ਼ਮ ਦਾ ਮਾਹੌਲ ਕ੍ਰੀਏਟ ਹੋਇਆ ਹੋਇਆ ਸੀਗਾ ਕਿ ਹਿੰਦੂਇਜ਼ਮ ਐਂਡ ਇਸਲਾਮ ਦੇ ਕੁਡ ਕੋਐਗਜ਼ਿਸਟ ਅੰਡਰ ਦਿਸ environment of cultural syncretism and it was in this environment that Sikhism took its root. Guru Nanak Dev Ji was born under these circumstances where in general there was this idea of bhakti and there was this idea of Sufism. ਭਗਤੀ ਮੂਵਮੈਂਟ ਦੇ ਕੰਟੈਕਸਟ 'ਚ ਤੁਸੀਂ ਬੇਸਿਕ ਇਨਫੋਰਮੇਸ਼ਨ ਆਲਰੇਡੀ ਰਾਘਵ ਸਰ ਨੇ ਤੁਹਾਨੂੰ ਕਰਵਾਈ ਹੋਈ ਹੈ 2 ਸਕੂਲਸ ਆਫ ਭਗਤੀ ਸੀਗੇ ਸਗੁਣ ਭਗਤੀ ਨਿਰਗੁਣ ਭਗਤੀ ਸਗੁਣ ਭਗਤੀ ਵਾਲੇ ਗੋਡ ਨੂੰ ਵਿਦ ਐਟਰੀਬਿਊਟਸ ਵਰਸ਼ਿਪ ਕਰਦੇ ਸੀਗੇ ਕਿ ਉਹਦਾ ਕੋਈ ਫਾਰਮ ਅਜ਼ਿਊਮ ਕਰਕੇ ਇਮੈਜਿਨ ਕਰਕੇ ਉਹਨੂੰ ਵਰਸ਼ਿਪ ਕਰਦੇ ਸੀਗੇ ਸਿੰਗਲ ਆਲ ਪਾਵਰਫੁਲ ਗੋਡ ਨੂੰ ਚਾਹੇ ਉਹਨੂੰ ਲਾਰਡ ਕ੍ਰਿਸ਼ਨਾ ਦੀ ਫਾਰਮ 'ਚ ਵਰਸ਼ਿਪ ਕਰਨ ਜਾਂ ਲਾਰਡ ਵਿਸ਼ਨੂੰ ਦੀ ਫਾਰਮ 'ਚ ਵਰਸ਼ਿਪ ਕਰਨ ਜਾਂ ਵਿਠਲ ਦੀ ਫਾਰਮ 'ਚ ਵਰਸ਼ਿਪ ਕਰਨ ਡਿਫਰੈਂਟ ਸੇਂਟਸ ਨੇ ਡਿਫਰੈਂਟ ਫਾਰਮਸ 'ਚ ਉਸ all powerful God ਨੂੰ ਇਮੈਜਿਨ ਕੀਤਾ ਔਨ ਦੀ ਅਦਰ ਹੈਂਡ ਨਿਰਗੁਣ ਸਕੂਲ ਆਫ ਭਗਤੀ ਵੀ ਸੀਗਾ ਜਿਹੜਾ ਇਸਲਾਮ ਤੋਂ ਆਪਾਂ ਕਹਿ ਸਕਦੇ ਹਾਂ ਕਿ ਥੋੜ੍ਹਾ ਜਿਹਾ ਜ਼ਿਆਦਾ ਇਨਫਲੂਐਂਸ ਸੀਗਾ ਸ਼ਾਇਦ ਕਿਉਂਕਿ ਉਸ ਕੇਸ 'ਚ ਇੱਕ formless eternal and without attributes ਵਾਲੇ ਗੋਡ ਦੀ ਇੱਕ all powerful ਗੋਡ ਦੀ ਵਰਸ਼ਿਪ ਕੀਤੀ ਜਾ ਰਹੀ ਹੈ ਜਿਹਨੂੰ ਕਿਸੇ ਸ਼ੇਪ 'ਚ ਜਿਹਨੂੰ ਕਿਸੇ ਫਾਰਮ 'ਚ ਆਪਾਂ ਇਮੈਜਿਨ ਨਹੀਂ ਕਰ ਸਕਦੇ ਹਾਂ Sant Kabir, Guru Nanak in fact and all the Sikh gurus they were the observants of this school of bhakti nirgun without attributes ਕਿ God ਨੂੰ ਆਪਾਂ ਕਿਸੇ physical form 'ਚ ਆਪਾਂ imagine ਨਹੀਂ ਕਰ ਸਕਦੇ but ਉਹ ਇੱਕ supreme power ਹੈ ਜਿਹੜੀ ਸਾਰੀ ਦੁਨੀਆ ਨੂੰ govern ਕਰ ਰਹੀ ਹੈ then
Now we come to the factual information related to various Sikh gurus. We'll start with Guru Nanak Dev Ji and we'll move right up till Guru Gobind Singh Ji. ਹੁਣ ਇਸ 'ਚ ਕਾਫੀ ਸਾਰੀ ਇਨਫੋਰਮੇਸ਼ਨ ਤੁਹਾਡੀ ਸ਼ੀਟ ਹੀ ਹੈ, ਇਸ 'ਚ ਤੁਹਾਨੂੰ ਕਾਫੀ ਸਾਰੀ ਐਕਸੈਸ ਇਨਫੋਰਮੇਸ਼ਨ ਮਿਲੂਗੀ ਜਿਹੜੀ ਕਿ ਟ੍ਰਿਵੀਆ ਇਨਫੋਰਮੇਸ਼ਨ ਹੋ ਸਕਦਾ ਤੁਹਾਡੇ ਹੋਰ ਐਗਜ਼ਾਮਸ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੋਵੇ। ਇੱਥੇ ਮੈਂ ਕਲਾਸ 'ਚ ਕੁਝ ਉਹ ਪੁਆਇੰਟਸ ਹਾਈਲਾਈਟ ਕਰੂੰਗਾ ਜਿਹੜੇ ਮੇਰੇ ਹਿਸਾਬ ਨਾਲ ਐਗਜ਼ਾਮ ਪੁਆਇੰਟ ਆਫ ਵਿਊ 'ਚ ਤੁਹਾਨੂੰ ਚਾਹੀਦੇ ਹੋ ਸਕਦੇ ਆ। ਤਾਂ ਐਜ਼ ਫਾਰ ਐਜ਼ ਦੀ ਫੈਕਟਸ ਰਿਲੇਟਡ ਟੂ the first Sikh Guru, Shri Guru Nanak Dev Ji are concerned, he was born on 15th April 1469। ਪਹਿਲਾਂ ਤਾਂ ਇੱਥੇ ਥੋੜ੍ਹੀ ਜਿਹੀ ਇਹ ਹੈ ਕਿ ਵਿਸਾਖੀ ਵਾਲੇ ਦਿਨ 1469 ਨੂੰ he was born। ਇੱਕ ਇੰਟਰਸਟਿੰਗ ਜਿਹਾ ਡਾਊਟ ਜਿਹੜਾ ਆਪਣੇ ਦਿਮਾਗ 'ਚ ਆਉਂਦਾ ਹੈ ਯੂਜੂਲੀ ਇਹ ਡੇਟ ਕਵਰ ਕਰਕੇ ਕਿ ਆਪਾਂ ਗੁਰਪੁਰਬ ਜਿਹੜਾ ਗੁਰੂ ਨਾਨਕ ਦੇਵ ਜੀ ਵਾਲਾ ਗੁਰਪੁਰਬ ਆ ਉਹ ਤਾਂ ਨਵੰਬਰ ਕੁ ਦੇ ਮਹੀਨੇ 'ਚ ਇਸੇ ਦੀਵਾਲੀ ਤੋਂ ਬਾਅਦ ਆਪਾਂ ਸੈਲੀਬ੍ਰੇਟ ਕਰੀਦਾ। ਫਿਰ ਲਾਈਕ ਹਾਊ ਕੈਨ ਹੀ ਬੀ ਬੋਰਨ ਔਨ 15th of April। ਤਾਂ ਇਹ ਡੇਟਸ ਚੇਂਜ ਥੋੜ੍ਹਾ ਜਿਹਾ ਕੈਲੰਡਰ ਦਾ ਹਿਸਟੋਰੀਕਲੀ, ਕਿਉਂਕਿ ਡੇਟਸ ਨੂੰ ਆਪਾਂ ਇੰਨਾ ਪ੍ਰੀਸਾਈਸਲੀ ਰਿਕਾਰਡਸ ਕੋਈ ਮੇਨਟੇਨ ਜੇ ਨਹੀਂ ਕੀਤੇ ਹੈਗੇ। ਇਨ 19th century 1800 ਸਮਥਿੰਗ ਦ ਡੇਟਸ ਵਰ ਸ਼ਿਫਟਡ ਕਿ ਕਾਰਤਿਕ ਦੇ ਮਹੀਨੇ 'ਚ ਪੂਰਨਿਮਾ ਵਾਲੇ ਦਿਨ ਉਹਨਾਂ ਦਾ ਬਰਥ ਹੋਇਆ ਸੀਗਾ। ਐਂਡ ਇਸ ਤਰ੍ਹਾਂ ਹੁਣ ਉਸ ਤੋਂ ਬਾਅਦ ਜਿਹੜੀ ਉਹੀ ਡੇਟ ਆਪਾਂ ਅੱਗੇ ਕੰਟੀਨਿਊ ਕਰਦੇ ਰਹਿੰਦੇ ਹਾਂ, ਪਰ ਬਰਥ ਦੀ ਇਹੀ ਡੇਟ ਮੰਨੀ ਜਾਂਦੀ ਹੈ 15 ਅਪ੍ਰੈਲ 1469। He was born at ਰਾਏ ਭੋਏ ਦੀ ਤਲਵੰਡੀ, ਰਾਜਾ ਭੋਜ ਦੀ ਤਲਵੰਡੀ, ਰਾਏ ਭੋਏ ਦੀ ਤਲਵੰਡੀ at present which is known as ਨਨਕਾਣਾ ਸਾਹਿਬ, which is in present day Pakistan। His father was popularly known as Mehta Kalu and his mother was Mata Tripti ji। अर्ली लाइफ बचपन तो ही थोड़े जे स्पिरिचुअल बेंट ऑफ माइंड दे सीगे, वर्डली एक्टिविटीज़ 'ਚ ਇੰਨਾ ਜ਼ਿਆਦਾ ਇੰਟਰਸਟ ਨਹੀਂ ਸੀਗਾ। ਫਾਦਰ ਨੇ ਇਹਨਾਂ ਦੇ ਬਹੁਤ ਕੋਸ਼ਿਸ਼ ਕੀਤੀ ਕਿ ਥੋੜ੍ਹਾ ਜਿਹਾ ਵਰਡਲੀ ਐਕਟੀਵਿਟੀਜ਼ ਵੱਲ ਇਹਨਾਂ ਦਾ ਧਿਆਨ ਡਾਇਵਰਟ ਕੀਤਾ ਜਾਵੇ, ਬਟ ਹੀ ਵੁੱਡ ਆਲਵੇਜ਼ ਬੀ ਐਨਗ੍ਰੋਸਡ ਇਨ ਦੀ ਸਪਿਰਿਚੁਅਲ ਐਕਟੀਵਿਟੀਜ਼, ਕੰਟੈਂਪਲੇਟਿੰਗ ਅਬਾਊਟ ਦੀ ਨੇਚਰ ਆਫ ਥਿੰਗਸ ਐਂਡ ਦੀ ਐਗਜ਼ਿਸਟੈਂਸ। ਤਾਂ ਉਹ ਫੇਮਸ ਜਿਹੜਾ ਉਹ ਸੱਚਾ ਸੌਦਾ ਕਰਨ ਗਏ ਐਂਡ 13 ਵਾਲਾ ਸਭ ਕੁਛ ਉਹ ਦੇ ਆਏ ਸੀ, ਮਤਲਬ ਪ੍ਰੋਫਿਟ, ਮਤਲਬ ਹੀ ਵਾਜ਼ ਨਾਟ ਬਿਜ਼ਨਸ ਓਰੀਐਂਟਡ while his father was a successful businessman। ਖੱਤਰੀ ਮਰਚੈਂਟ ਸੀਗੇ ਉਹਨਾਂ ਦੇ ਫਾਦਰ, but he was not into the worldly activities। then parents ਉਹੀ ਕੀਤਾ ਉਹਨਾਂ ਨੇ ਜੋ ਹਰ ਇੱਕ ਦੇ ਪੇਰੈਂਟਸ ਕਰਦੇ ਆ ਜਦੋਂ ਉਹਨਾਂ ਨੂੰ ਲੱਗੇ ਕਿ ਜਵਾਕ ਸਾਡੇ ਹਿਸਾਬ ਨਾਲ ਚੱਲ ਨਹੀਂ ਰਿਹਾ, ਕਿ ਆਪਦੀ ਦੁਨੀਆ 'ਚ ਰੁੱਝਿਆ ਹੋਇਆ, ਉਹਨਾਂ ਨੇ ਵਿਆਹ ਕਰਾਤਾ ਕਿ ਚਲੋ ਸ਼ਾਇਦ ਥੋੜ੍ਹਾ ਜਿਹਾ ਵਰਡਲੀ ਐਕਟੀਵਿਟੀਜ਼ ਵੱਲ ਧਿਆਨ ਜਾਏ। ਬਟ ਸੰਤਾਂ ਦੀ ਤਾਂ ਹੁਣ ਲੋ ਲੱਗੀ ਹੈ ਕਿ ਇੱਥੇ he was married off to Bibi Sulakhani ji, ignore karo VC dial kuch nahi hega, and he had 2 sons with Bibi Sulakhani ji, Shri Chand and Lakshmi Das। then after a certain while ਇਹਨਾਂ ਦੀ ਸਿਸਟਰ ਬੀਬੀ ਨਾਨਕੀ ਜੀ ਉਹਨਾਂ ਨੇ ਐਂਡ ਉਹਨਾਂ ਦੇ ਹਸਬੈਂਡ ਨੇ ਇਹਨਾਂ ਨੂੰ ਇੱਕ ਜੋਬ ਦਵਾਈ ਸੁਲਤਾਨਪੁਰ ਲੋਧੀ 'ਚ। ਐਂਡ ਉੱਥੇ ਜਿਹੜੇ ਪੰਜਾਬ ਦੇ ਉਸ ਟਾਈਮ 'ਤੇ ਕੰਟੈਂਪਰੇਰੀ ਗਵਰਨਰ ਸੀਗੇ ਨਵਾਬ ਦੌਲਤ ਖਾਨ ਲੋਧੀ, ਉਸ ਟਾਈਮ 'ਤੇ ਲੋਧੀ ਰੂਲਰਸ ਰੂਲ ਕਰ ਰਹੇ ਸੀਗੇ ਦਿੱਲੀ 'ਚ। ਲੋਧੀ ਡਾਇਨੈਸਟੀ ਵਾਲੇ ਇਬਰਾਹਿਮ ਲੋਧੀ, ਸਿਕੰਦਰ ਲੋਧੀ, ਇਹ ਵਾਲਾ ਟਾਈਮ ਚੱਲ ਰਿਹਾ ਸੀਗਾ। ਐਂਡ ਇਹਨਾਂ ਦੀ ਸਿਸਟਰ ਐਂਡ ਉਹਨਾਂ ਦੇ ਹਸਬੈਂਡ ਜਿਹੜਾ ਪੰਜਾਬ ਦੇ ਲੋਕਲ ਗਵਰਨਰ ਸੀਗੇ ਦੌਲਤ ਖਾਨ ਲੋਧੀ, ਉਹਨਾਂ ਦੇ ਅੰਡਰ ਇਹਨਾਂ ਨੂੰ ਇੰਪਲੋਇਮੈਂਟ ਦਿਵਾਉਂਦੇ ਆ, ਜੋਬ ਦਿਵਾਉਂਦੇ ਆ। ਉੱਥੇ ਥੋੜ੍ਹਾ ਜਿਹਾ ਇਹ ਅੱਛਾ ਥੋੜ੍ਹਾ ਬਹੁਤ ਰੁੱਝਦੇ ਹੈ ਵਰਡਲੀ ਐਕਟੀਵਿਟੀਜ਼ 'ਚ। ਬਟ ਐਟ ਦੀ ਸੇਮ ਟਾਈਮ ਜਿਹੜਾ ਆਪਣਾ ਬਾਕੀ ਦਾ ਬਚਿਆ ਹੋਇਆ ਟਾਈਮ ਹੈ, ਹੀ ਵੁੱਡ ਕੰਟੀਨਿਊ ਟੂ ਲਾਈਕ engage in the spiritual pursuits। ਐਂਡ ਇੱਥੇ ਹੀ ਸੁਲਤਾਨਪੁਰ ਲੋਧੀ ਵਾਲੇ ਟਾਈਮ 'ਚ ਹੀ ਇੱਦਾਂ ਦੇ ਨਾਲ ਭਾਈ ਮਰਦਾਨਾ ਜੀ ਆ ਗਏ। ਹੀ ਵਾਜ਼ ਅ ਮੁਸਲਿਮ ਮਿਨਸਟਰਲ ਮਿਊਜ਼ੀਸ਼ੀਅਨ ਸੀਗੇ, ਰਕਾਬ ਵਜਾਉਂਦੇ ਸੀਗੇ, ਰਬਾਬ ਵਜਾਉਂਦੇ ਸੀਗੇ। ਐਂਡ both of them they used to sing praises of the Lord and they would preach the like religion of simplicity and worshipping the one God and such like। ਹੁਣ ਇਸੇ ਹੀ ਸੁਲਤਾਨਪੁਰ ਲੋਧੀ ਵਾਲੇ ਫੇਸ 'ਚ ਹੀ ਜਦੋਂ ਉੱਥੇ ਰਹਿ ਰਹੇ ਸੀਗੇ, one day he went for bathing in the ਵੇਈਨ ਨਦੀ। ਆਪਾਂ ਇਸ ਨਦੀ ਦੀ ਕਲੀਨਿੰਗ ਬਾਰੇ ਇਨਵਾਇਰਮੈਂਟ ਵਾਲੀਆਂ ਕਲਾਸਿਸ 'ਚ ਕੀਤਾ ਸੀਗਾ, ਜਦੋਂ ਸੰਤ ਸੀਚੇਵਾਲ ਜੀ ਨੇ ਇਸ ਨਦੀ ਨੂੰ ਆਪਣੇ ਸੀਚੇਵਾਲ ਮਾਡਲ ਨਾਲ ਕਲੀਨ ਕੀਤਾ ਲੇਟਲੀ 2000s ਦੇ ਅਰਾਊਂਡ, ਫਸਟ ਡੈਕੇਡ ਆਫ ਦੀ 21st century 'ਚ ਇਹਨਾਂ ਨੇ ਕਾਫੀ ਐਫਰਟਸ ਕੀਤੇ। ਤਾਂ ਦਿਸ ਇਜ਼ ਦੀ ਰਿਲੀਜੀਅਸ ਇੰਪੋਰਟੈਂਸ ਆਫ ਦਿਸ ਰਿਵਰ ਕਾਲੀ ਵੇਈਨ ਨਦੀ। He went for bathing in this river and he went missing for 3 days and 3 nights। and
like it is said that कि ਜਦੋਂ ਬਾਹਰ ਆਏ and he was enlightened and he decided to preach the true name, the true religion to the people of world. So he went on long journeys. He started his missionary tours. ਆਪਾਂ ਕੋਈ ਆਪਣੇ ਕੋਲ specific ਕ੍ਰੋਨੋਲੋਜੀਕਲ ਰਿਕਾਰਡ ਨਹੀਂ ਹੈਗਾ, ਮੋਟਾ ਮੋਟਾ ਜਿੰਨਾ ਵੀ ਆਪਣੇ ਕੋਲ ਜਾਣਕਾਰੀ ਹੈਗੀ ਹੈ ਇਹਨਾਂ ਦੀਆਂ ਜਰਨੀਜ਼ ਬਾਰੇ, ਇਹਨਾਂ ਦੇ ਟੂਰਸ ਬਾਰੇ ਆਪਾਂ ਕਲੱਬ ਕਰਦੇ ਹਾਂ ਕਿ 4 ਮੇਨ ਉਦਾਸੀਆਂ ਕੀਤੀਆਂ, ਇੱਕ ਉੱਤਰ ਵੱਲ, ਇੱਕ ਦੱਖਣ ਵੱਲ, ਇੱਕ ਪੂਰਬ ਵੱਲ, ਇੱਕ ਪੱਛਮ ਵੱਲ, ਚਾਰੇ ਡਾਇਰੈਕਸ਼ਨਸ 'ਚ ਗੁਰੂ ਜੀ ਨੇ ਉਦਾਸੀਆਂ ਕੀਤੀਆਂ ਐਂਡ ਟਰੂ ਇਹਨਾਂ ਨੇ ਮੈਸੇਜ ਪ੍ਰੀਚ ਕੀਤਾ ਕਿ ਰੱਬ ਦੀ ਆਪਾਂ ਕਿਸ ਤਰ੍ਹਾਂ ਵਰਸ਼ਿਪ ਵਗੈਰਾ ਕਰ ਸਕਦੇ ਹਾਂ ਆਪਣੇ ਹਿਸਾਬ ਨਾਲ. ਹੀ ਵਿਜ਼ਿਟਡ ਪਲੇਸਿਸ ਲਾਈਕ ਜਗਨਨਾਥਪੁਰੀ, बनारस, हरिद्वार, रामेश्वरम, सीलोन, ये साइक्लोन आ गया, सीलोन है श्रीलंका, गया, कैलाश, मक्का, मदीना, बगदाद, all these places he visited. वंस ਜਦੋਂ ਇਹ ਵੈਸਟਰਨ ਉਦਾਸੀ ਤੋਂ ਵਾਪਸ ਆ ਰਹੇ ਸੀਗੇ ਉਸ ਪੁਆਇੰਟ ਆਫ ਟਾਈਮ ਤੇ ਬਾਬਰ ਵਾਸ ਇਨਵੇਡਿੰਗ ਇੰਡੀਆ ਐਂਡ ਐਟ ਦੈਟ ਪੁਆਇੰਟ ਆਫ ਟਾਈਮ ਹੀ ਐਂਡ ਮਰਦਾਨਾ ਦੇ ਵਰ ਅਰੈਸਟਡ ਬਾਏ ਬਾਬਰ ਬਟ ਦੇ ਵਰ ਸੂਨ ਰਿਲੀਜ਼ਡ. ਤਾਂ ਥੋੜ੍ਹਾ ਜਿਹਾ ਪੋਲੀਟੀਕਲ ਇਵੈਂਟ ਤੁਸੀਂ ਯਾਦ ਰੱਖ ਸਕਦੇ ਹੋ. Then thereafter मतलब he settled down in ਕਰਤਾਰਪੁਰ, ਜਿਹੜਾ ਫੇਮਸ ਕਰਤਾਰਪੁਰ ਕੋਰੀਡੋਰ ਹੁਣ ਬਣ ਰਿਹਾ ਹੈ ਅਕਰੋਸ ਡੇਰਾ ਬਾਬਾ ਨਾਨਕ, ਜਿਹੜਾ ਇੰਡੀਆ ਪਾਕਿਸਤਾਨ ਦੇ ਵਿੱਚ ਬਣ ਰਿਹਾ. ਤੋ in the last phase of his life he settled down at ਕਰਤਾਰਪੁਰ ਐਂਡ ਕਿਉਂਕਿ ਉੱਥੇ ਸੈਟਲ ਹੋ ਗਏ ਸੀਗੇ ਫਿਰ ਇੱਕ ਕਮਿਊਨਿਟੀ ਆਫ ਫੋਲੋਅਰਸ ਵੀ ਬਣ ਗਈ, ਉਹ ਆਉਂਦੇ ਰਹੇ ਐਂਡ ਸਿਸਟਮ ਆਫ ਲੰਗਰ ਵਾਸ ਸਟਾਰਟਡ ਐਂਡ ਦੈਨ like things went on for a certain while like this. Ultimately in 1539 Guru Nanak Dev Ji departed the body that we respectfully call Jyoti Jyot Sama gaye. But before he actually left this worldly domain, he appointed a successor to ensure continuity of the teachings. तो उन्होंने एक successor appoint किया and interestingly उन्होंने he did not appoint one of his sons as the successor but the one he considered most worthy. So one of his disciples, Bhai Lehna ji, he was chosen as a successor of the first Sikh Guru and he sworn in as the second. He was chosen as the second Sikh Guru and he sworn in with the name Guru Angad Dev Ji. Angad the part of Angad, मतलब part ही बन गए हो गुरु दाई. And so Guru Angad was the name of was the name that was adopted by Bhai Lehna ji when he sat on the Guru Gaddi. ਅਗਰ ਆਪਾਂ ਗੁਰੂ ਜੀ ਦੀਆਂ ਕੰਪੋਜੀਸ਼ਨਸ ਦੀ ਗੱਲ ਕਰੀਏ ਤਾਂ ਉਹਨਾਂ ਨੇ ਅਰਾਊਂਡ 950 ਹਿਮਸ ਕੰਪੋਜ਼ ਕੀਤੇ ਹੈ. ਜਪਜੀ ਸਾਹਿਬ ਦੀ ਮਾਰਨਿੰਗ ਪ੍ਰੇਅਰ ਪਾਠ ਕੰਪੋਜ਼ ਕੀਤਾ, ਆਸਾਂ ਦੀ ਵਾਰ, 12 ਮਾਹ, ਸਿੱਧ ਘੋਸ਼, ਇਹ ਕੁਛ ਕੰਪੋਜੀਸ਼ਨਸ ਹੈ ਜਿਹੜੀਆਂ ਤੁਸੀਂ ਯਾਦ ਰੱਖਣੀ ਹੈ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ. 12 ਮਾਹ, ਸਿੱਧ ਘੋਸ਼, ਓਂਕਾਰ ਐਂਡ ਆਲ ਥੀਸ ਕੰਪੋਜੀਸ਼ਨ ਦੇ ਵਰ ਇਵੈਂਚੁਅਲੀ ਇਨਕਲੂਡਡ ਐਜ਼ ਦੀ ਪਾਰਟ ਆਫ ਗੁਰੂ ਗ੍ਰੰਥ ਸਾਹਿਬ. ਪਹਿਲਾਂ ਆਦਿ ਗ੍ਰੰਥ 'ਚ ਕੰਪਾਈਲ ਕੀਤਾ ਗਿਆ ਐਂਡ ਦੈਨ ਅਲਟੀਮੇਟਲੀ ਦੇ ਆਰ ਪਾਰਟ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਐਜ਼ ਵੈਲ. ਇੱਕ ਆਹ ਕੁਐਸਚਨ ਜਾਂ ਫੇਵਰੇਟ ਜਾਂ ਚੱਲਦਾ ਹੈ PPSC ਵਾਲਿਆਂ ਦਾ ਵੀ UPSC ਵਾਲਿਆਂ ਦਾ ਵੀ ਕਿ ਉਸ ਟਾਈਮ 'ਤੇ ਜੀ ਕੰਟੈਂਪਰੇਰੀ ਰੂਲਰਸ ਕੌਣ ਸੀਗੇ, ਦਿੱਲੀ 'ਤੇ ਕੌਣ ਰੂਲ ਕਰ ਰਿਹਾ ਸੀਗਾ. ਤਾਂ ਪੂਰਾ ਜੇ ਉਹਨਾਂ ਦਾ ਲਾਈਫ ਸਪੈਨ ਦੇਖੀਏ ਤਾਂ ਬਹਿਲੋਲ ਲੋਧੀ, ਸਿਕੰਦਰ ਲੋਧੀ, ਇਬਰਾਹਿਮ ਲੋਧੀ, ਬਾਬਰ ਤੇ ਹਮਾਯੂੰ, ਇਹ 4 ਰੂਲਰਸ ਦਿੱਲੀ 'ਤੇ ਰੂਲ ਕਰਦੇ ਆ. ਬਹਿਲੂਲ ਲੋਧੀ ਵਾਲਾ ਪੀਰੀਅਡ ਤਾਂ ਇੰਨਾ ਜ਼ਿਆਦਾ ਸਿਗਨੀਫਿਕੈਂਟ ਨਹੀਂ ਹੈਗਾ ਕਿਉਂਕਿ ਕਾਫੀ ਯੰਗ ਸੀਗੇ ਉਦੋਂ. ਸਿਕੰਦਰ ਲੋਧੀ, ਇਬਰਾਹਿਮ ਲੋਧੀ ਵਾਲਾ ਟਾਈਮ ਸਿਗਨੀਫਿਕੈਂਟ ਹੈ ਜਦੋਂ ਹੀ ਵਾਸ ਯੰਗ ਐਂਡ ਇੰਗੇਜਿੰਗ ਇਨ ਹਿਜ਼ ਐਕਟੀਵਿਟੀਜ਼. ਦੈਨ ਬਾਬਰ ਵਾਲਾ ਐਪੀਸੋਡ ਤਾਂ ਤੁਸੀਂ ਆਪਾਂ ਡਿਸਕਸ ਹੀ ਕੀਤਾ ਕਿ ਹੀ ਵਾਸ ਅਰੈਸਟਡ ਫॉर ਅ ਸ਼ਾਰਟ ਵਾਈਲ ਐਂਡ ਦੈਨ ਬਾਬਰ ਦੇ ਟਾਈਮ 'ਤੇ ਐਂਡ ਹਮਾਯੂੰ ਦੇ ਟਾਈਮ 'ਤੇ 1539 'ਚ ਇਹਨਾਂ ਦੀ ਗੁਰੂ ਜੀ ਦੀ ਡੈਥ ਹੋਈ ਹੈ ਐਂਡ 1540 ਤੱਕ ਹਮਾਯੂੰ ਨੇ ਰੂਲ ਕੀਤਾ. ਉਸ ਤੋਂ ਬਾਅਦ ਸ਼ੇਰ ਸ਼ਾਹ ਸੂਰੀ ਆ ਗਿਆ ਸੀਗਾ ਗੱਦੀ 'ਤੇ ਐਂਡ ਰੈਸਟ ਇਜ਼ ਹਿਸਟਰੀ ਦੈਟ ਯੂ ਆਲਰੇਡੀ ਨੋ. Then second Sikh Guru, Guru Angad Dev Ji. He was born in 1505. Now these facts, according to me, they are not important from your exam point of view. Birth, father, mother, spouse, unless मतलब किसी specific case च जो इन्हां दी importance होगा मैं highlight करूँगा.
ਮੇਨ ਜਿਹੜੀਆਂ ਚੀਜ਼ਾਂ ਤੁਸੀਂ ਇਹਨਾਂ ਦੀਆਂ ਧਿਆਨ ਰੱਖਣੀਆਂ, ਹੀ ਫਾਊਂਡਡ ਦੀ ਸਿਟੀ, ਇਹ ਲਾਈਕ ਵੈਰੀ ਇੰਪੋਰਟੈਂਟ ਫਰੋਮ ਦੀ ਐਗਜ਼ਾਮ ਪੁਆਇੰਟ ਆਫ ਵਿਊ, ਹੀ ਫਾਊਂਡਡ ਦੀ ਸਿਟੀ ਆਫ ਖਡੂਰ ਸਾਹਿਬ, ਜਿਹੜਾ ਕਿ ਅੱਜ ਦੀ ਡੇਟ 'ਚ ਤਰਨਤਾਰਨ ਡਿਸਟ੍ਰਿਕਟ 'ਚ ਹੈਗਾ। ਹੀ ਇਨਵੈਂਟਡ ਗੁਰਮੁਖੀ ਸਕ੍ਰਿਪਟ, ਕਿ ਜਿਹੜੇ ਹਿਮਸ ਹੈ ਇਹ ਆਪਾਂ ਕਿਸ ਤਰ੍ਹਾਂ ਰਿਟਨ ਫਾਰਮ 'ਚ ਪ੍ਰੀਜ਼ਰਵ ਕਰ ਸਕਦੇ ਹਾਂ, ਅਤੇ ਜਿਹੜੀ ਅਰਲੀਅਰ ਸਕ੍ਰਿਪਟ ਸੀਗੀ ਉਹਨੂੰ ਥੋੜ੍ਹਾ ਜਿਹਾ ਮੋਡੀਫਾਈ ਕਰਕੇ ਇਹਨਾਂ ਨੇ ਪ੍ਰੋਪਰ ਪੰਜਾਬੀ ਗੁਰਮੁਖੀ ਸਕ੍ਰਿਪਟ ਇਵੋਲਵ ਕੀਤੀ। ਐਂਡ ਉਸ ਸਕ੍ਰਿਪਟ 'ਚ ਕੰਪੋਜੀਸ਼ਨਸ ਆਫ ਗੁਰੂ ਨਾਨਕ ਐਂਡ ਹਿਜ਼ ਓਨ ਐਂਡ ਦੀ ਅਦਰ ਜਿਨ੍ਹਾਂ ਦੀ ਵੀ ਇਹ ਕੰਜ਼ਰਵ ਕਰਨਾ ਚਾਹੁੰਦੇ ਸੀਗੇ, ਇਹਨਾਂ ਨੇ ਉਸ ਪੰਜਾਬੀ ਗੁਰਮੁਖੀ ਸਕ੍ਰਿਪਟ 'ਚ ਉਹ ਕੰਪੋਜੀਸ਼ਨਸ ਪ੍ਰੀਜ਼ਰਵ ਕੀਤੀਆਂ। ਹੀ ਇੰਸਟੀਟਿਊਟਡ, ਲਾਈਕ ਹੀ also wanted to care for the fitness of the disciples, so for that purpose he established Mal Akhada, the Gurmukhi script ਖਡੂਰ ਸਾਹਿਬ ਮੱਲ ਅਖਾੜਾ। ਇਹ ਕੁਛ ਇੰਪੋਰਟੈਂਟ ਪੁਆਇੰਟਸ ਹੈ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਜਿਹੜੇ ਤੁਸੀਂ ਯਾਦ ਰੱਖਣੇ ਹੈ। ਕੰਪੋਜੀਸ਼ਨਸ ਇਹਨਾਂ ਦੇ ਟਾਈਮ ਤੇ ਇੱਕ ਭਾਈ ਬਾਲੇ ਵਾਲੀ ਜਨਮ ਸਾਖੀ, ਇਟ ਵਾਸ ਵਨ ਆਫ ਦੀ ਅਰਲੀਐਸਟ biographies of Guru Nanak Dev Ji that was written. It was written during the times of Guru Angad Dev Ji, Bhai Balle Wali Janam Sakhi. Successor, we know that he was succeeded by the third Sikh Guru, Guru Amar Das Ji. ਕੰਟੈਂਪਰੇਰੀ ਰੂਲਰਸ ਇਸ ਕੇਸ 'ਚ ਤੁਸੀਂ ਯਾਦ ਰੱਖਣੇ ਹੈ, ਹਮਾਯੂੰ ਐਂਡ ਸ਼ੇਰਸ਼ਾਹ ਸੂਰੀ। ਹਾਲਾਂਕਿ ਸਾਰੇ ਸਿੱਖ ਗੁਰੂਸ ਦੇ ਤਾਂ ਇੰਪੋਰਟੈਂਟ ਨਹੀਂ ਹੈਗੇ, ਗੁਰੂ ਨਾਨਕ ਦੇਵ ਜੀ ਦਾ ਤੁਸੀਂ ਧਿਆਨ 'ਚ ਰੱਖਣਾ, ਜਿਨ੍ਹਾਂ ਦੇ ਥੋੜ੍ਹੇ ਜਿਹੇ ਪੋਲੀਟੀਕਲ ਈਵੈਂਟਸ ਹੋਏ ਹੈ, ਜਿਵੇਂ ਗੁਰੂ ਅਰਜਨ ਦੇਵ ਜੀ ਦਾ ਇੰਪੋਰਟੈਂਟ ਰਹੂਗਾ, ਗੁਰੂ ਹਰਗੋਬਿੰਦ ਸਿੰਘ ਜੀ ਦਾ ਇੰਪੋਰਟੈਂਟ ਰਹੂਗਾ, ਐਂਡ ਆਫਕੋਰਸ ਗੁਰੂ ਤੇਗ ਬਹਾਦਰ ਐਂਡ ਗੁਰੂ ਗੋਬਿੰਦ ਸਿੰਘ ਜੀ ਤਾਂ ਹੈ ਹੀ ਹੈ। ਗੁਰੂ ਅਮਰਦਾਸ ਜੀ ਦੀ ਥਰਡ ਸਿੱਖ ਗੁਰੂ, ਇਹਨਾਂ ਦੇ ਟਾਈਮ ਦੀਆਂ ਕੁਛ ਇੰਪੋਰਟੈਂਟ ਡਿਵੈਲਪਮੈਂਟ ਜਿਹੜੀਆਂ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਮੈਨੂੰ ਲੱਗਦਾ ਕਿ ਤੁਹਾਨੂੰ ਯਾਦ ਰੱਖਣੀਆਂ ਚਾਹੀਦੀਆਂ। ਇੱਕ ਤਾਂ ਹੀ ਫਾਊਂਡਡ ਦ ਸਿਟੀ ਆਫ ਗੋਇੰਦਵਾਲ ਸਾਹਿਬ। ਇਹ ਪਹਿਲੇ 3 ਸਿੱਖ ਗੁਰੂਜ਼ ਆਪਾਂ ਤਿੰਨਾਂ ਹੀ ਕੇਸਿਸ 'ਚ ਦੇਖ ਰਹੇ ਹਾਂ ਕਿ ਨਿਊ ਸਿਟੀ ਕ੍ਰੀਏਟ ਕਰ ਰਹੇ। ਮਤਲਬ ਗੁਰੂ ਅੰਗਦ ਦੇਵ ਜੀ ਨੇ ਵੀ ਨਿਊ ਸਿਟੀ ਆਫ ਖਡੂਰ ਸਾਹਿਬ ਕ੍ਰੀਏਟ ਕੀਤਾ, ਇਹਨਾਂ ਨੇ ਵੀ ਸਿਟੀ ਆਫ ਗੋਇੰਦਵਾਲ ਸਾਹਿਬ ਕ੍ਰੀਏਟ ਕੀਤਾ, ਬਿਕੋਜ਼ ਉਸ ਟਾਈਮ ਦੇ ਲਾਜ਼ ਦੇ ਹਿਸਾਬ ਨਾਲ ਇਟ ਵਾਸ ਸੈਡ ਕਿ ਜਿਹੜੇ ਬਾਇਓਲੋਜੀਕਲ ਸਨ ਸੀਗੇ ਦੇ ਕੁਡ ਕਲੇਮ ਇਨਹੈਰੀਟੈਂਸ ਟੂ ਦੀ ਪ੍ਰੋਪਰਟੀਜ਼ ਇਸਟੈਬਲਿਸ਼ਡ ਬਾਈ ਦੀ ਫਾਦਰ, ਤਾਂ ਉਹ ਕੋਈ ਕਲੈਸ਼ ਨਾ ਆਵੇ, ਇਨ ਫਿਊਚਰ ਕੋਈ ਪ੍ਰੋਬਲਮ ਨਾ ਕ੍ਰੀਏਟ ਹੋਏ ਤਾਂ। ਐਂਡ ਕੁਛ ਕੇਸਿਸ 'ਚ ਪੋਲੀਟੀਕਲ ਇਹ ਪ੍ਰੋਪਰਟੀ ਰਿਲੇਟਡ ਟੈਂਸ਼ਨਸ ਕ੍ਰੀਏਟ ਹੋਈਆਂ ਵੀ ਹੈ ਗੁਰੂ ਤੇਗ ਬਹਾਦਰ ਜੀ ਦੇ ਕੇਸ 'ਚ ਸਪੈਸੀਫਿਕਲੀ। ਤਾਂ ਲਾਈਕ ਇਸ ਚੀਜ਼ ਨੂੰ ਪ੍ਰੀਐਮਪਟ ਕਰਨ ਲਈ ਉਹ ਇੱਕ ਸੈਪਰੇਟ ਸੀਟ ਹੀ ਇਸਟੈਬਲਿਸ਼ ਕਰ ਲੈਂਦੇ ਸੀਗੇ। ਤਾਂ ਗੁਰੂ ਅੰਗਦ ਦੇਵ ਜੀ ਨੇ ਆਪਾਂ ਦੇਖਿਆ ਕਿ ਉਹ ਇੰਸਟੈਡ ਆਫ ਸੈਟਲਿੰਗ ਇਨ ਕਰਤਾਰਪੁਰ, ਹੀ established a new city, he established a new seat at Khadur Sahib, and same thing was true over here also, कि instead of continuing with the seat established at Khadur Sahib, he established a separate seat at Goindwal Sahib, ताकि मतलब कि ਉਹਨਾਂ ਦੇ ਜਿਹੜੇ ਬਾਇਓਲੋਜੀਕਲ ਸਨਸ ਆ ਉਹਨਾਂ ਨਾਲ ਕੋਈ ਪ੍ਰੋਪਰਟੀ ਰਿਲੇਟਡ ਡਿਸਪਿਊਟ ਨਾ ਰਹਿਣ। Then at Goindwal Sahib, one of the famous structures that is holy structures that is revered is Baoli Sahib. एक step well create ਕੀਤਾ, 84 steps ਦਾ ਇੱਕ step well create ਕੀਤਾ, ਅੱਜ ਵੀ ਇਹਦੀ ਕਾਫੀ importance ਮੰਨੀ ਜਾਂਦੀ ਹੈ। His very important contribution was that he laid down Sikh ceremonies for the occasions, various occasions like birth, marriage and death ਵੀ ਕਿਹੜੇ hymns recite ਕਰਨੇ ਹੈ, ਕਿਸ ਤਰ੍ਹਾਂ ਮਤਲਬ ਇਹ ਵਾਲੇ, ਕਿਉਂਕਿ ਇਹ important events in person's life ਮੰਨੇ ਜਾਂਦੇ ਆ। contemporary Hindu society and like even ਅੱਜ ਦੀ Hindu society 'ਚ ਕਾਫੀ ceremonies and rituals accompany ਕੀਤੇ ਜਾਂਦੇ ਆ ਜਦੋਂ ਇਹਨਾਂ 'ਚ ਕੋਈ ਵੀ event ਹੋਣਾ ਹੁੰਦਾ। ਤਾਂ ਗੁਰੂ ਜੀ ਦੇ ਸਿੱਖ ਕਿਸ ਤਰ੍ਹਾਂ ਇਹਨਾਂ events ਨੂੰ ਮੈਨੇਜ ਕਰਨ, ਉਹਦੇ ਲਈ ਕੁਛ ਸੈਰੇਮਨੀਜ਼ ਲੇ ਡਾਊਨ ਕੀਤੀਆਂ, ਕੁਛ ਹਿਮਸ ਕਿਹੜੇ ਸ਼ਬਦ ਦਾ ਉਚਾਰਨ ਕਰਨਾ ਉਹ ਉਹਨਾਂ ਨੇ ਕੰਪੋਜ਼ ਕੀਤੇ। ਜਿਵੇਂ ਮੋਸਟ ਇੰਪੋਰਟੈਂਟ ਕੰਟਰੀਬਿਊਸ਼ਨ ਆਨੰਦ ਕਾਰਜ ਦੀ ਜਿਹੜੀ ਰੀਤ ਹੈ ਉਹ ਸਟਾਰਟ ਹੋਈ। ਹਜੇ ਜਿਹੜੇ ਜਿਵੇਂ ਅੱਜ ਦੀ ਡੇਟ 'ਚ ਆਨੰਦ ਕਾਰਜ ਹੁੰਦੇ ਆ, ਮੈਰਿਜ 'ਤੇ ਜਿਹੜੇ ਹਿਮਸ ਬੋਲੇ ਜਾਂਦੇ ਉਹਨੂੰ ਆਪਾਂ ਲਾਵਾਂ ਫੇਰੇ ਬੋਲਦੇ ਹਾਂ। ਲਾਵਾਂ ਗੁਰੂ ਰਾਮਦਾਸ ਜੀ ਨੇ ਦਿੱਤੀਆਂ, ਬਟ ਇਹਨਾਂ ਨੇ ਆਨੰਦ ਕਾਰਜ ਕਿਸ ਤਰ੍ਹਾਂ ਔਰਗੇਨਾਈਜ਼ ਕਰਨਾ ਹੈ, ਸੈਰੇਮਨੀ ਕਿਵੇਂ ਕਰਨੀ ਹੈ ਐਂਡ ਉਹਨਾਂ ਨੇ ਉਚਾਰਨ ਕੀ ਕਰਨਾ ਉਹ ਵੀ ਦੱਸਿਆ ਸੀਗਾ। ਬਟ ਇਟ ਵਾਸ ਲਾਈਕ ਅੱਜ ਕੱਲ੍ਹ ਗੁਰੂ ਰਾਮਦਾਸ ਜੀ ਨੇ ਜਿਹੜੀਆਂ ਲਾਵਾਂ ਦਿੱਤੀਆਂ ਉਹ ਆਪਾਂ ਕੰਟੀਨਿਊ ਕਰਦੇ ਹਾਂ। ਆਨੰਦ ਕਾਰਜ ਨੇਮ ਗਿਵਨ ਟੂ ਦੀ ਸਿੱਖ ਮੈਰਿਜ ਸੈਰੇਮਨੀ, ਇਸ 'ਚ ਇਹਨਾਂ ਨੇ ਹੀ ਕੰਪੋਜ਼ਡ ਅ ਲੌਂਗ 40 ਸਟੈਂਜ਼ਾ ਹਿਮ ਜਿਹਨੂੰ ਆਨੰਦ ਕਹਿੰਦੇ ਸੀਗੇ, and that was to be recited on all the important ceremonial occasions। ਇਸੇ ਤਰ੍ਹਾਂ
गुरु लाइक जिवें मैं तुहानूं दस रहा सी सक्सैसर गुरु रामदास जी 4th सिख गुरु उन्होंने 4 स्टैंजा हम लावां कंपोज किया विच वॉज टू बी रिसाइटेड एंड संग ड्यूरिंग द टाइम ऑफ मैरिज सैरेमनीज जिहदे नाल आनंद कारज वाली सैरेमनी संपूर्ण मन्नी जाती है। एंड आनंद मैरिज एक्ट ऑफ 1909 ने इस चीज़ नूं मतलब आनंद कारज नाल कीतियां जाण वालियां मैरिजेस नूं लीगली रैकगनाइज किया। ये आप इवेंचुअली देखेंगे। इट वॉज वन ऑफ द अचीवमेंट्स ऑफ सिंह सभा मूवमेंट दैट दिस एक्ट वॉज पास्ड इन 1909 इवेंचुअली विल स्टडी। दैन गुरु रामदास जी की एक होर इंपॉर्टेंट गुरु अमरदास जी की वन ऑफ द इंपॉर्टेंट कॉन्ट्रीब्यूशनस इस कि इन्होंने लंगर नूं एक इंटीग्रल इंस्टीट्यूशन ऑफ सिखिज्म बनाता। द सिस्टम वॉज स्टार्टड बाय गुरु नानक देव जी बट इट वॉज ही हू instituted it as an integral part of Sikhism and another famous statement सी इस context पंगत must precede संगत के पहला पंगत च बह के खाना खाओ and then only you will be able to like you can see the guru। तो आइडिया वॉज के द प्रिंसिपल ऑफ इक्वलिटी अदरवाइज लंगर स्टैंड्स फॉर द आइडिया ऑफ इक्वलिटी एंड रिस्पैक्ट फॉर ह्यूमैनिटी सर्विस दे भी ये आपां शिक्षा दिंदा एंड इक्वलिटी का भी आपां एक लाइक प्रैक्टिकल पार्ट है कि सारे बंदे लाइन च बह के इक्को जी थां ते इक्को जा सेम खाना खाणगे एंड वो जिहड़ा ऊच नीच वाला भाव है वो अपने दिलों च निकलूगा। इस केस च इसनूं होर थोड़ा जिहा फॉर्मलाइज करन च जिहड़ा पंगत लाइन च बह के खाना खाणगे सेम ही थां ते कोई स्पैशल प्लेस प्लूस नहीं होगी भी हायर क्लास वाले इत्थे खाणगे लोअर क्लास वाले इत्थे खाणगे उन्हां चीज़ां नूं अवॉइड करते हुए सारे एक ही थां ते बह के खाना खाणगे। इस चीज़ नूं थोड़ा जिहा होर फॉर्मल स्ट्रक्चर दिता थोड़ा फॉर्मलाइज किया। Then he started again important from your exam point of view he started the मंजी सिस्टम क्योंकि फॉलोअर्स हौली हौली वध रहे सीगे डिफरेंट पार्ट्स तो डिसाइपल्स आ रहे सीगे तां प्रॉपर इनू टीचिंग्स ऑफ गुरु नानक देव जी नू प्रीच करन लई एक्सपैंड करन लई मंजी सिस्टम ये इस्टैबलिश करते हैं। 22 इंपॉर्टेंट जिहड़े सिख डिसाइपल सीगी उन्हां नू हुक्म दिता गया कि वह गुरु नानक देव जी के मैसेज नू प्रीच करन एंड अपने जिहड़ा रिस्पैक्टिव उन्हां नू टैरिटरीज अलॉट कीतियां हुईयां उत्थों दी संगत नू भी मैनेज करन। जे उत्थों दी संगत कोई ऑफरिंग्स वगैरह दिंदी है तो गुरु जी के बिहाफ ते एक्सैप्ट कर सकते हैं एंड अल्टीमेटली गुरु जी नू सबमिट करते हैं लाइक आफ्टर अ सर्टन वाइल जो भी दिवाली ते या विसाखी ते जो भी एनुअल मीटिंग्स वगैरह होणगियां उदों ये अगे ट्रांसफर करते हैं। तो यह सिस्टम मंजी सिस्टम रिप्रजेंटेटिव ऑफ द गुरु कि वो मंजी है उत्थे जिन्हों अथॉरिटी मिली है जिहड़ा रिप्रजेंटेटिव अपॉइंट किया वो गुरु के बिहाफ ते ही वो रिप्रजेंटेटिव है। ये सिस्टम इस्टैबलिश किया गया। इसे सिस्टम नूं थोड़ा जिहा मॉडिफाई करते हैं नैक्सट गुरु रामदास जी जदों वो मसंद वाला सिस्टम थोड़ा जिहा जिहड़े बंदे नूं अथॉरिटी दिती गई सीगी टू मैनेज द पर्टिकुलर रीजन उन्होंने एक टाइटल मिलिया उन्होंने कहन लग पिया आपां मसंद। तो मसंद सिस्टम गुरु रामदास जी ने स्टार्ट किया मंजी सिस्टम गुरु अमरदास जी ने स्टार्ट किया। ठीक है जी। ही प्रिपेयर 2 वॉल्यूम्स ऑफ द ट्रू बानी जिहड़े इन्हां तो पहला वाले गुरु अमरदास जी गुरु नानक देव जी गुरु अंगद देव जी एंड गुरु अमरदास जी इन्हां दियां जिहड़ियां कंपोजिशन सीगियां उन्होंने कंपाइल करके एक ट्रू बानी च कंपोज किया गया कंपाइल किया गया। डेथ हुई इन्हां दी 1574 गोइंदवाल साहब च इंपॉर्टेंट नहीं है फैक्ट। नैक्सट सिख गुरु तुहानूं पता है गुरु रामदास जी अगेन थोड़ी जी फैक्चुअल इन्फॉर्मेशन तो बाद इंपॉर्टेंट जो आप पॉइंट्स डिस्कस करिए एक मसंद सिस्टम आप ऑलरेडी कवर कर चुके हैं। मंजी सिस्टम का थोड़ा जिहा बैटर वर्जन सीगा कि लाइक जिहड़े रिप्रजेंटेटिव्स अपॉइंट किए जाएंगे जिहड़े टैरीटोरीअली संगत नूं मैनेज करनगे एंड गुरु जी का मैसेज भी प्रीच करनगे उन्हां नूं आपां मसंद कहना स्टार्ट करता। वन ऑफ द मोस्ट डिस्टिंग्विश्ड ऑफ हिज मिशनरी सीगे भाई गुरदास जी। इस टाइम ते मुगल एंपरर अकबर रूल कर रहे सीगे। दैन इंपॉर्टेंट कुछ होर डिवेलपमेंट्स जिहड़ियां एग्जाम पॉइंट ऑफ व्यू तो इंपॉर्टेंट है। वी नो दैट गुरु अमरदास जी ही लेड द फाउंडेशन ऑफ द सिटी ऑफ अमृतसर।
ਇਹਨਾਂ ਨੇ ਅਗੇਨ ਕੰਟੀਨਿਊਇੰਗ ਦੀ ਸੇਮ ਟ੍ਰੈਡੀਸ਼ਨ ਕਿ ਇਹਨਾਂ ਨੇ ਵੀ ਗੋਇੰਦਵਾਲ ਸਾਹਿਬ 'ਚ ਰਹਿਣ ਦੀ ਬਜਾਏ ਅਗੇਨ ਹੀ ਡਿਸਾਈਡਡ ਟੂ ਹੈਵ ਅ ਸੈਪਰੇਟ ਸੀਟ। ਤਾਂ ਇਹਨਾਂ ਨੇ ਅੰਮ੍ਰਿਤਸਰ ਵਾਲੀ ਜਗ੍ਹਾ 'ਤੇ ਇੱਕ ਸਰੋਵਰ ਡਿਗ ਕਰਨਾ ਸਟਾਰਟ ਕਰਤਾ, ਲੋਕਾਂ ਨੂੰ ਸੈਟਲ ਕਰਨਾ ਸਟਾਰਟ ਕਰਤਾ ਸੋ ਦੈਟ ਉੱਥੇ ਲੋਕ ਆ ਕੇ ਸੈਟਲ ਹੋਣ। ਤੇ ਹੀ ਐਸਟੈਬਲਿਸ਼ਡ ਅ ਸੈਪਰੇਟ ਸੀਟ। ਓਰੀਜਨਲੀ ਇਹਦਾ ਇਹਨੂੰ ਅੰਮ੍ਰਿਤਸਰ ਤਾਂ ਆਪਾਂ ਹੁਣ ਕਹਿੰਦੇ ਹਾਂ, ਜਿਹੜਾ ਓਰੀਜਨਲ ਨਾਮ ਸੀ ਰਾਮਦਾਸਪੁਰ ਜਾਂ ਗੁਰੂ ਕਾ ਚੱਕ या Ramdaspur was the original name of the city, which was eventually at this point of time we call it Amritsar। ਐਂਡ ਇਹ ਜਿਹੜਾ ਹਰਿਮੰਦਰ ਸਾਹਿਬ ਸੀਗਾ ਇਹ ਇੱਥੇ ਹੀ ਅੰਮ੍ਰਿਤਸਰ ਉਹੀ ਜਿਹੜੀ ਸਰੋਵਰ ਵਾਲੀ ਜਗ੍ਹਾ 'ਤੇ ਹੀ ਹਰਿਮੰਦਰ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਕੰਸਟਰਕਟ ਕੀਤਾ। ਤਾਂ ਅੰਮ੍ਰਿਤਸਰ ਦੀ ਫਾਊਂਡੇਸ਼ਨ ਉਸ ਸਰੋਵਰ ਦੀ ਫਾਊਂਡੇਸ਼ਨ ਗੁਰੂ ਰਾਮਦਾਸ ਜੀ ਨੇ ਰੱਖੀ ਹੈ। ਦ ਸਿਸਟਮ ਵਾਸ ਕੰਟੀਨਿਊਡ ਫੋਰਵਰਡ ਐਂਡ ਹਰਿਮੰਦਰ ਸਾਹਿਬ ਵਾਸ ਕੰਸਟਰਕਟਡ ਬਾਏ ਗੁਰੂ ਅਰਜਨ ਦੇਵ ਜੀ। ਲਾਈਕ ਆਈ ਸੈਡ ਅਰਲੀਅਰ ਲਾਵਾਂ ਵਾਲਾ ਜਿਹੜੀ ਕੰਪੋਜੀਸ਼ਨ ਹੈ ਉਹ ਗੁਰੂ ਰਾਮਦਾਸ ਜੀ ਨੇ ਇਨੀਸ਼ੀਏਟ ਕੀਤੀ। ਨੈਕਸਟ ਹੈ ਗੁਰੂ ਅਰਜਨ ਦੇਵ ਜੀ। ਇਹ ਉਹ ਪਹਿਲਾ ਇੰਸਟਾਂਸ ਸੀਗਾ when Guru Gaddi was passed to one of the biological successors, biological sons. Guru Arjan Dev Ji was the youngest son of Guru Ramdas Ji। ਤਾਂ ਇਹਨਾਂ ਦਾ ਅੱਗੇ ਸਮ ਇੰਪੋਰਟੈਂਟ ਡਿਵੈਲਪਮੈਂਟਸ ਜਿਹੜੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕੰਸਟਰਕਟਡ ਹਰਿਮੰਦਰ ਸਾਹਿਬ। ਇਸ 'ਚ ਤੁਸੀਂ ਯਾਦ ਰੱਖਣਾ ਹੈ ਕਿ ਹਰਿਮੰਦਰ ਸਾਹਿਬ ਦੀ ਫਾਊਂਡੇਸ਼ਨ ਸਟੋਨ ਇੱਕ ਮੁਸਲਿਮ ਸੂਫੀ ਸੇਂਟ ਕਾਦਰੀ ਸਿਲਸਿਲਾ ਦੇ, ਤੁਸੀਂ ਵੇਰੀਅਸ ਸਿਲਸਿਲਾਸ ਪੜ੍ਹੇ ਹੋਣੇ ਆਪਣੀ ਮਾਡਰਨ ਮੈਡੀਵਲ ਹਿਸਟਰੀ ਦੀ ਕਲਾਸ 'ਚ ਭਗਤੀ ਸੂਫੀ 'ਚ। ਕਾਦਰੀ ਸਿਲਸਿਲਾ ਦੇ ਇੱਕ ਸੂਫੀ ਸੇਂਟ ਸੀਗੇ ਮੀਆਂ ਮੀਰ, ਉਹਨਾਂ ਨੂੰ ਇਨਵਾਈਟ ਕੀਤਾ ਗਿਆ ਟੂ ਲੇ ਦੀ ਫਾਊਂਡੇਸ਼ਨ ਸਟੋਨ ਆਫ ਹਰਿਮੰਦਰ ਸਾਹਿਬ। ਬਿਕਾਜ਼ ਆਈਡੀਆ ਵਾਜ਼ ਨੋਟ ਕਿ ਕੋਈ ਰਿਲੀਜੀਅਸ ਡਿਸੈਂਸ਼ਨਸ ਕ੍ਰੀਏਟ ਕਰਨੀਆਂ, ਡਿਵੀਜ਼ਨਸ ਕ੍ਰੀਏਟ ਕਰਨੀਆਂ, ਇੱਕ ਸਪਿਰਿਟ ਆਫ ਹਾਰਮਨੀ, ਕਲਚਰਲ ਸਿੰਕ੍ਰਿਟਿਜ਼ਮ ਦੀ ਵੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਉਸ ਦੀ ਰਿਸਪੈਕਟ ਕਰਦੇ ਹੋਏ। ਤਾਂ ਗੋਲਡਨ ਟੈਂਪਲ ਉਹਨੂੰ ਓਰੀਜਨਲੀ ਐਂਡ ਦੀ ਡਿਵੋਟ ਸਿੱਖਸ ਈਵਨ ਟੂਡੇ ਦੇ ਕਾਲ ਇਟ ਹਰਿਮੰਦਰ ਸਾਹਿਬ। ਐਂਡ ਗੋਲਡਨ ਟੈਂਪਲ ਦਾ ਆਪਾਂ ਕਹਿਣਾ ਸਟਾਰਟ ਕਰਤਾ ਕਿਉਂਕਿ ਉਹ ਗੋਲਡ ਪਲੇਟਡ ਵਾਲਸ ਵਗੈਰਾ ਹੈ। ਤਾਂ ਇਹ ਗੋਲਡ ਕਦੋਂ ਆਇਆ ਇਹਦੇ ਤੁਸੀਂ ਕੰਟੈਕਸਟ ਯਾਦ ਰੱਖਣਾ। ਮਹਾਰਾਜਾ ਰਣਜੀਤ ਸਿੰਘ ਨੇ ਐਂਡ ਉਹਨਾਂ ਦੀ ਮਦਰ ਇਨ ਲਾਅ ਸਦਾ ਕੌਰ ਨੇ ਗੋਲਡ ਪਲੇਟਸ ਡੋਨੇਟ ਕੀਤੀਆਂ ਸੀਗੀਆਂ ਜਿਹਦੇ ਨਾਲ ਗੋਲਡ ਪਲੇਟਿੰਗ ਕੀਤੀ ਗਈ ਹੈ ਵਾਲਸ ਦੀ। ਸੋ ਇਟ ਵਾਜ਼ ਅ ਲੇਟਰ ਫਿਨੋਮੀਨਾ, ਨਾਟ ਐਟ ਦੀ ਆਊਟਸੈਟ। Then a very important contribution of Guru Ramdas Ji in this context that he composed Adi Granth। ਜਿਹੜਾ ਗੁਰੂ ਅਮਰਦਾਸ ਜੀ ਨੇ ਵੀ ਆਪਾਂ ਦੇਖਿਆ ਸੀਗਾ ਕਿ ਉਹਨਾਂ ਤੋਂ ਪ੍ਰੀਸੀਡਿੰਗ ਜਿਹੜੇ ਸਿੱਖ ਗੁਰੂ ਸੇ ਗੁਰੂ ਨਾਨਕ, ਗੁਰੂ ਅੰਗਦ ਦੇਵ ਜੀ ਹਿਮਸੈਲਫ ਐਂਡ ਸਮ ਆਫ ਦੀ ਇੰਪੋਰਟੈਂਟ ਸੇਂਟਸ ਆਫ ਦੀ ਟਾਈਮ, ਉਹਨਾਂ ਦੀ ਕੰਪੋਜੀਸ਼ਨਸ ਨੂੰ ਕੰਪਾਈਲ ਕਰਕੇ ਇੱਕ ਬੁੱਕ ਲਿਖੀ ਸੀ। ਉਸੇ ਟ੍ਰੈਡੀਸ਼ਨ ਨੂੰ ਅੱਗੇ ਲਿਜਾਂਦੇ ਹੋਏ ਗੁਰੂ ਅਰਜਨ ਦੇਵ ਜੀ ਆਦਿ ਗ੍ਰੰਥ ਕੰਪੋਜ਼ ਕਰਦੇ ਹੈ ਜਿਸ 'ਚ ਇਹਨਾਂ ਤੋਂ ਪ੍ਰੀਸੀਡਿੰਗ ਜਿੰਨੇ ਵੀ ਗੁਰੂ ਸੀਗੇ ਇਨਕਲੂਡਿੰਗ ਹਿਮਸੈਲਫ, ਤਾਂ ਗੁਰੂ ਨਾਨਕ to right up till Guru Arjan Dev Ji plus some important ਭਗਤ and saints of the time, ਭਗਤੀ ਸੂਫੀ saints of the time, ਉਹਨਾਂ ਦੀ ਕੰਪੋਜੀਸ਼ਨਸ ਨੂੰ ਕੰਪਾਈਲ ਕਰਕੇ ਆਦਿ ਗ੍ਰੰਥ ਕੰਪੋਜ਼ ਕੀਤਾ ਗਿਆ। ਆਦਿ ਗ੍ਰੰਥ ਜਾਂ ਆਦਿ ਗ੍ਰੰਥ ਹੈ ਬੇਸਿਕਲੀ ਤਾਂ। ਐਂਡ ਦੈਨ ਹੀ ਆਲਸੋ ਕੰਪੋਜ਼ ਦੀ ਪਾਰਟ ਆਫ ਸੁਖਮਨੀ ਸਾਹਿਬ। ਭਾਈ ਗੁਰਦਾਸ ਜੀ ਜਾਂ ਆਦਿ ਗ੍ਰੰਥ ਦੀ ਜਿਹੜੀ ਕੰਪੋਜੀਸ਼ਨ ਹੋਈ ਹੈ, ਕੰਪਾਈਲੇਸ਼ਨ ਹੋਈ ਹੈ, ਗੁਰੂ ਜੀ ਨੇ ਆਪ ਰਿਸਾਈਟ ਕੀਤੀ ਹੈ ਐਂਡ ਭਾਈ ਗੁਰਦਾਸ ਜੀ ਨੇ ਐਸ ਡਿਕਟੇਟਡ ਬਾਈ ਗੁਰੂ ਜੀ ਉਹਨੂੰ ਰਿਟਨ ਫਾਰਮ 'ਚ ਕਨਵਰਟ ਕੀਤਾ। ਇਟ ਵਾਸ ਇੰਸਟਾਲਡ ਇਨ ਦੀ ਨਿਊਲੀ ਬਿਲਟ ਹਰਿਮੰਦਰ ਸਾਹਿਬ। ਐਂਡ ਅਗੇਨ ਫੈਕਚੁਅਲ ਇਨਫੋਰਮੇਸ਼ਨ ਤੁਸੀਂ ਯਾਦ ਰੱਖਣੀ ਹੈ, ਬਾਬਾ ਬੁੱਢਾ ਜੀ ਹੀ ਵਾਸ ਦੀ ਫਰਸਟ ਗ੍ਰੰਥੀ ਆਫ ਸ੍ਰੀ ਹਰਿਮੰਦਰ ਸਾਹਿਬ ਐਂਡ ਉੱਥੇ ਉਹਨਾਂ ਨੇ ਆਦਿ ਗ੍ਰੰਥ ਦਾ ਪਹਿਲੀ ਰਿਸਾਈਟੇਸ਼ਨ ਕੀਤੀ ਹੈ। He founded the city of Tarantaran and Kartarpur। ਹੁਣ ਇੱਕ ਉਹ ਕਰਤਾਰਪੁਰ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਪ੍ਰੈਜ਼ੈਂਟ ਡੇ ਪਾਕਿਸਤਾਨ 'ਚ ਜਿਹਦੀ ਫਾਊਂਡੇਸ਼ਨ ਰੱਖੀ ਹੈ। ਇੱਕ ਕਰਤਾਰਪੁਰ ਜਲੰਧਰ ਡਿਸਟ੍ਰਿਕਟ 'ਚ ਵੀ ਹੈ, ਬਿਲਕੁਲ ਜਲੰਧਰ ਦੇ ਨਾਲ। ਦੈਟ ਸਿਟੀ ਆਫ ਕਰਤਾਰਪੁਰ ਵਾਸ ਫਾਊਂਡਡ ਬਾਏ ਗੁਰੂ ਅਰਜਨ ਦੇਵ ਜੀ। ਤਾਂ ਤਰਨਤਾਰਨ, ਕਰਤਾਰਪੁਰ these were the cities started by Guru Arjan Dev Ji। He also re-established or reconstructed the village of Rohela and renamed it Sri Hargobindpur on the name of his son Hargobind, who eventually would become Guru, the sixth Sikh Guru, Shri Guru Hargobind Singh Ji। Apart from the things that we have already discussed, again ਜੇ ਆਪਾਂ ਸਿਸਟਮ ਦੇ ਪੁਆਇੰਟ ਆਫ ਵਿਊ ਤੇ ਗੱਲ ਕਰੀਏ, ਇੱਕ ਮੰਜੀ ਸਿਸਟਮ ਆਇਆ, ਫਿਰ ਮਸੰਦ ਸਿਸਟਮ ਆਇਆ, ਉਸ ਨੂੰ ਹੀ ਅੱਗੇ ਕੈਰੀ ਫਾਰਵਰਡ ਕਰਦੇ ਹੋਏ
ਦਸਵੰਧ ਸਿਸਟਮ ਆਇਆ, ਥੋੜ੍ਹਾ ਜਿਹਾ ਔਰਗਨਾਈਜ਼ਡ ਫਾਰਮ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਜਿੱਥੋਂ ਤੱਕ ਹੋ ਸਕੇ ਆਪਣੀ ਇਨਕਮ ਦਾ 10th ਹਿੱਸਾ 1/10 ਦਸਵੰਧ 10ਵੀਂ ਵੰਡ ਗੁਰੂ ਨੂੰ ਦਿੱਤਾ ਜਾਏ ਤਾਂ ਕਿ ਉਹਦੇ ਨਾਲ ਹਿਊਮੈਨਿਟੀ ਦਾ ਭਲਾ ਕੀਤਾ ਜਾ ਸਕੇ। ਦਸਵੰਧ ਸਿਸਟਮ ਇਜ਼ ਐਸੋਸੀਏਟਡ, ਤੁਸੀਂ ਨਾਮ ਯਾਦ ਰੱਖਣਾ ਹੈ, ਵਿਦ ਗੁਰੂ ਅਰਜਨ ਦੇਵ ਜੀ। Then Mughal Emperor at this point of time, in the earlier time it was Akbar, but in the later time it was Jahangir, and that was also this succession of Mughal throne from Akbar to Jahangir was also responsible for political differences between Mughals and the 5th Sikh Guru. The problem was that when Jahangir assumed the throne, one of the princes, one of the sons of Jahangir, he rebelled against his father, and in this rebellion he sought blessings of Guru Arjan Dev Ji, and of course Guru Ji will not distinguish between the disciples who are coming forward. He blessed Khusrau, the rebellious son of Jahangir, but this enraged Jahangir, and he ordered Guruji to be arrested, and he was taken to Lahore, and then he was tortured, and ultimately, as the result of the torture meted out to him by the Mughal authorities, he succumbed to the injuries and he left the worldly plane. But like when he was in prison and when he was being tortured, he sent a message to his son, and he sent a message to Baba Buddha Ji that his son Har Gobind should be installed as the next gurus, and he became, after this he was installed, he was anointed as the 6th Sikh Guru Har Gobind Singh Ji. Mind it that at that point of time Guru Har Gobind Ji was a minor. He was about 9 or 11 years old. Then next is Guru Har Gobind Singh Ji. He had seen the political situation that led to death of his father, the death of the 5th Sikh Guru. So he knew that something had to be done. Sikh community has to be reorganized into a sort of militaristic community as well. So the beginnings of this transformation of the community of followers into a closed, dedicated community which has militaristic leanings as well was laid by Guru Har Gobind Singh Ji. He started the system of Miri and Piri, that he would carry 2 swords. Miri is for the for the temporal duties, for the secular duties, so that the justice is meted out, and the Piri would stand for the spiritual power. So the spiritual power and the temporal power. So these 2 swords would denote these 2 things, Miri, Piri. Then other than that, he constructed Akal Takht. Now because the secular activities of the Sikh disciples, they were also to be managed apart from the religious activities. Miri and Piri chal raha hai. So to manage the secular activities and to dispense justice among the followers of the community, Akal Takht was created in front of Harmandir Sahib. Just opposite to the Harmandir Sahib, a seat of temporal authority was created, a seat of secular authority was created, where worldly matters concerning the Sikh community were to be decided. Miri Piri we have already mentioned. He fortified the city of Ramdaspur by constructing the fort of Lohgarh. Now there are 2 Lohgarh, at least 2 Lohgarhs that I know of. एक तो वाला कि city of Ramdaspur was fortified. दूसरा Lohgarh was also the capital of Baba Banda Singh Bahadur when he established the Sikh Empire. Now Guru Har Gobind Singh Ji was also known as Bandi Chhod. Actually he was the militaristic activities of Guru Ji. They invited the ire of the Mughal Emperor Jahangir, and he was imprisoned in the fort of Gwalior. Even after the completion of it was not only he who was imprisoned over there. Many political prisoners were kept over in the fort of Gwalior. Even after his tenure was over, he insisted that the other political prisoners should also be released.
So on his insistence and continuous effort, the 52 other political prisoners were also released by the Mughal authorities. ਤਾਂ ਇਹਨਾਂ 52 prisoners ਨੂੰ ਲੈ ਕੇ, ਕਿਉਂਕਿ ਇਹਨਾਂ ਨੇ ਰਿਹਾ ਕਰਵਾਇਆ ਗਵਾਲੀਅਰ ਦੇ ਕਿਲੇ 'ਚ, ਦੀਵਾਲੀ ਵਾਲੇ ਦਿਨ ਇਹ ਅੰਮ੍ਰਿਤਸਰ ਪਹੁੰਚਦੇ ਆ to a grand welcome, and ਉਸ ਦਿਨ ਤੋਂ ਮਤਲਬ ਦੀਵਾਲੀ was celebrated by the Sikhs as the ਬੰਦੀ ਛੋੜ ਦਿਵਸ. ਠੀਕ ਹੈ ਜੀ, and he is known as ਬੰਦੀ ਛੋੜ because he did efforts to release to have those political prisoners released. Then he established the city of Kiratpur. दो करतारपुर हो गए है, एक कीरतपुर हो गया. कीरतपुर कित्थे है? रोपड़ डिस्ट्रिक्ट च आनंदपुर साहिब दे नाल ही. मुगल एम्परर at this point of time जहांगीर and शाहजहां. Successor सीगे इन्हां दे गुरु हर राय जी. The next Sikh Guru, the 7th Sikh Guru was Guru Har Rai ji. ਐਂਡ ਇਹਨਾਂ ਦੇ ਟਾਈਮ ਦੀ ਕੁਛ ਇੰਪੋਰਟੈਂਟ ਡਿਵੈਲਪਮੈਂਟਸ ਸ਼ੀਟ 'ਚ ਤੁਹਾਡੇ ਦਿੱਤੀਆਂ ਹੋਈਆਂ, ਤੁਸੀਂ ਇਹ ਕਰ ਲੈਣਾ ਨੋਟਿਸ, ਨੋਟ ਐਜ਼ ਸੱਚ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਜ਼ਿਆਦਾ ਇੰਪੋਰਟੈਂਟ ਨਹੀਂ ਹੈ. ਨੈਕਸਟ ਗੁਰੂ ਹਰਕ੍ਰਿਸ਼ਨ ਜੀ. ਉਸ ਤੋਂ ਬਾਅਦ ਆਉਂਦੇ ਹੈ 9th ਸਿੱਖ ਗੁਰੂ, ਜਿਹੜੇ ਕਿ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ, ਗੁਰੂ ਤੇਗ ਬਹਾਦਰ ਜੀ. ਐਕਚੁਅਲੀ ਇਹਨਾਂ ਦੇ, ਜਿਵੇਂ ਮੈਂ ਹੁਣੇ ਇੱਕ ਤੁਹਾਨੂੰ ਕਲਾਸ 'ਚ ਪਹਿਲਾਂ ਕੁਐਸਚਨ ਵੀ ਪੁੱਛਿਆ ਸੀ ਕਿ ਬਾਬਾ ਬਕਾਲਾ ਜਾਂ ਅੰਮ੍ਰਿਤਸਰ ਡਿਸਟ੍ਰਿਕਟ ਨੋ ਐਸੋਸੀਏਟਡ ਵਿਦ ਗੁਰੂ ਤੇਗ ਬਹਾਦਰ ਜੀ, ਇਹ ਕੀ ਸਟੋਰੀ ਸੀਗੀ? ਜਦੋਂ ਗੁਰੂ ਹਰਕ੍ਰਿਸ਼ਨ ਜੀ ਦੀ ਡੈਥ ਹੁੰਦੀ ਹੈ, he had not directly mentioned that who would be his successor, but his last words were that the successor would be found at the place Baba Bakala. He would be an aged person who would be found at the place Baba Bakala, the present near Raiya in Amritsar district. So it was one of the disciples who went there, and there is this ਸਾਖੀ ਕਿ ਉਹਨਾਂ ਨੇ ਚੜਾਣੇ ਸੀਗੇ 100 ਮੋਹਰਾਂ ਚੜਾਉਣ ਦਾ ਕੋਈ ਇੱਕ ਫਾਇਦਾ ਹੋ ਜਾਏ. he was at in some the ਸਾਖੀ has it that ਕਿ he was in grave danger and he prayed to Guru ji that I will ਮੈਂ 100 ਮੋਹਰਾਂ ਆਫਰ ਕਰੂੰਗਾ ਜੇ ਮੈਨੂੰ ਬਚਾ ਲਿਆ ਜਾਵੇ. ਤਾਂ ਉਹ ਬਚ ਜਾਂਦਾ ਹੈ, and then he was supposed to offer 100 ਮੋਹਰਾਂ. But when he went to Baba Bakala, he saw that there are so many people who are claiming to be Guru. Because Guru Harkrishan ji, he had not nominated anybody as, he had not named anybody as his successor. He had just mentioned that he would be found in Baba Bakala. So lot many people, they started posting as the person who was claimed to be the next Guru. That confused merchant, now he did not know what to do. So what he started doing, he started giving 2 ਮੋਹਰਾਂ, 2 ਮੋਹਰਾਂ ਹਰੇਕ ਨੂੰ ਦੇਣੀਆਂ ਉਹਨੇ ਸਟਾਰਟ ਕਰਤੀਆਂ. ਅਤੇ ਜਦੋਂ ਗੁਰੂ ਤੇਗ ਬਹਾਦਰ ਜੀ ਕੋਲੇ ਪਹੁੰਚਦਾ ਤਾਂ ਉਹ 2 ਮੋਹਰਾਂ ਅੱਗੇ ਕਰ ਦਿੰਦਾ. ਐਂਡ ਦਾ ਸਾਖੀ ਹੈਜ਼ ਇਟ ਦੈਟ ਕਿ ਗੁਰੂ ਜੀ ਅੱਗੋਂ ਕਹਿੰਦੇ ਆ ਕਿ ਤੂੰ ਤਾਂ 100 ਮੋਹਰਾਂ ਪ੍ਰੋਮਿਸ ਕੀਤੀਆਂ ਸੀਗੀਆਂ, 2 ਨਾਲ ਹੀ ਕੰਮ ਚਲਾ ਰਹੇ ਹੈ. ਤਾਂ ਦੈਟ ਲੀਡਸ ਟੂ ਹੀ ਸੈਡ ਕਿ ਗੁਰੂ ਲੱਭੋ ਰੇ ਕਿ ਗੁਰੂ ਲੱਭ ਗਿਆ ਮੈਨੂੰ, ਸਹੀ ਗੁਰੂ ਤਾਂ ਇਹ ਹੈ. So that was Guru Tegh Bahadur ji. He is popularly known as Hind di Chadar. ਉਹ ਕਸ਼ਮੀਰੀ ਪੰਡਤ ਵਾਲਾ ਇਨਸੀਡੈਂਟਸ ਆਪਾਂ ਸਾਰਿਆਂ ਨੂੰ ਪਤਾ ਹੈ ਕਿ they were being pressurized by the Mughal authorities to convert to Islam, and they came to Guru ji ਕਿ ਸਾਡੀ ਹੈਲਪ ਕਰੋ. and Guru ji came to conclusion ਕਿ ਕਿਸੇ ਵੱਡੇ ਬੰਦੇ ਦੀ ਸ਼ਹਾਦਤ ਨਾਲ ਹੀ ਔਰੰਗਜ਼ੇਬ ਸ਼ਾਇਦ Mughal authorities ਸ਼ਾਇਦ ਇਹ ਜਿਹੜਾ ਜ਼ੁਲਮ ਕਰ ਰਹੇ ਉਹ ਰੁਕਣ. and he on the prodding of his son the Guru Gobind Singh ji, he went to the eventual Guru Gobind Singh ji, he agreed to go to Delhi, and he was beheaded at the Chandni Chowk in Delhi. ਤਾਂ ਇੱਥੇ ਕੁਛ ਬੰਦਿਆਂ ਦੇ ਨਾਮ ਤੁਸੀਂ ਇੱਥੇ ਯਾਦ ਰੱਖਣੇ ਹੈ ਜਿਨ੍ਹਾਂ ਨੇ ਗੁਰੂ ਜੀ ਦੀ ਐਗਜ਼ੀਕਿਊਸ਼ਨ ਦੇ ਟਾਈਮ 'ਤੇ ਕਾਫੀ ਇੰਪੋਰਟੈਂਟ ਰੋਲ ਪਲੇ ਕੀਤਾ ਹੈ. at the site of Guru Ji's execution, ਗੁਰਦੁਆਰਾ ਸ਼ੀਸ਼ਗੰਜ established ਕੀਤਾ ਗਿਆ ਇੱਥੇ ਚਾਂਦਨੀ ਚੌਂਕ ਦਿੱਲੀ 'ਚ by ਸਰਦਾਰ ਬਘੇਲ ਸਿੰਘ. The dismembered body of Guru Ji was cremated by ਲੱਖੀ ਸ਼ਾਹ ਲੁਬਾਣਾ, ਜਿੱਥੇ ਅੱਜ ਦੀ ਡੇਟ 'ਚ ਗੁਰਦੁਆਰਾ ਰਿਕਾਬਗੰਜ ਕ੍ਰੀਏਟ ਕੀਤਾ ਹੋਇਆ ਹੈ. then his severed head was secretly taken by ਭਾਈ ਜੈਤਾ ਜੀ to Anandpur Sahib and presented to the family of Guru Ji, where it was cremated with all the honors by Guru Gobind Singh Ji. and ਉਸ ਜਗ੍ਹਾ 'ਤੇ ਗੁਰਦੁਆਰਾ ਅਗੇਨ ਸੀਸਗੰਜ ਕ੍ਰੀਏਟ ਹੋਇਆ. ਅਤੇ ਗੁਰਦੁਆਰਾ ਸੀਸਗੰਜ ਇੱਕ
दिल्ली च हैगा, एक आनंदपुर साहिब च हैगा। ठीक है जी। नैक्सट हुण आपां आने हैं लास्ट सिख गुरु गुरु गोबिंद सिंह जी ते। He was the 10th and the last Guru of the Sikhs. Of course, he was the son of Guru Tegh Bahadur ji and Mata Gujri ji. 1666 ਹੁਣ ਇੱਥੇ ਆ ਵਾਲੀ ਡੇਟ ਇੰਪੋਰਟੈਂਟ ਹੈ, ਗੁਰੂ ਗੋਬਿੰਦ ਸਿੰਘ ਜੀ ਤੁਸੀਂ ਯਾਦ ਰੱਖਣੀ ਹੈ। 1666 ਚ ਪਟਨਾ ਸਾਹਿਬ ਚ ਉਹਨਾਂ ਦਾ ਬਰਥ ਹੋਇਆ। ਗੁਰੂ ਤੇਗ ਬਹਾਦਰ ਜੀ ਨੇ ਵੀ ਇਨ ਦੀ ਟ੍ਰੈਡੀਸ਼ਨ ਆਫ ਗੁਰੂ ਨਾਨਕ ਕਾਫੀ ਮਿਸ਼ਨਰੀ ਐਕਟੀਵਿਟੀਜ਼ ਕਰਦੇ ਹੋਏ ਕਾਫੀ ਜਰਨੀਜ਼ ਵਗੈਰਾ ਕੀਤੀਆਂ। ਹੀ ਵੈਂਟ ਐਜ਼ ਫਾਰ ਐਜ਼ ਅਸਾਮ and on the way to Assam in long journeys ਦੇ ਕੇਸ ਚ Patna, when he was at Patna, son Guru Gobind Singh ji was born. Some of the important compositions of Guru Tegh Bahadur ji, Guru Gobind Singh ji, his compositions are compiled. ਇਹਨਾਂ ਨੇ ਜੋ ਆਪ ਇਹਨਾਂ ਦੀਆਂ ਗੁਰੂ ਜੀ ਦੀਆਂ compositions ਹੈ, they are compiled in ਦਸਮ ਗ੍ਰੰਥ। ਬਟ ਇਹਨਾਂ ਦੀ ਜ਼ਿਆਦਾ ਲਾਈਕ ਇੰਪੋਰਟੈਂਸ ਜਿਹੜੀ ਸਿੱਖ ਹਿਸਟਰੀ ਜਾਂ ਸਿੱਖ ਲਿਟਰੇਚਰ ਦੇ ਪੁਆਇੰਟ ਆਫ ਵਿਊ ਤੋਂ ਜਿਹੜੀ ਮੇਨ ਇੰਪੋਰਟੈਂਸ ਹੈ ਕਿ he gave a final shape to the Adi Granth, which was eventually given the honor of being the perpetual ਸਿੱਖ ਗੁਰੂ। ਤਾਂ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਨੇ ਆਲਰੇਡੀ ਆਦਿ ਗ੍ਰੰਥ ਕੰਪਾਈਲ ਕੀਤਾ ਸੀਗਾ, ਜਿਸ 'ਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਪਲੱਸ ਕੁਝ ਹੋਰ ਉਸ ਟਾਈਮ ਦੇ ਜਿਹੜੇ ਇੰਪੋਰਟੈਂਟ ਸੰਤ ਸੀਗੇ, ਭਗਤ ਸੀਗੇ, ਭੱਟ ਸੀਗੇ, ਉਹਨਾਂ ਦੀਆਂ ਬਾਣੀਆਂ ਇਨਕਲੂਡ ਕੀਤੀਆਂ ਸੀਗੀਆਂ। ਤਾਂ ਗੁਰੂ ਗੋਬਿੰਦ ਸਿੰਘ ਜੀ ਕੀ ਕਰਦੇ ਆ, ਇਹ ਗੁਰੂ ਤੇਗ ਬਹਾਦਰ ਜੀ ਆਪਣੇ ਫਾਦਰ ਐਂਡ ਲਾਈਕ ਵਨ ਆਫ ਹਿਜ਼ ਓਨ ਹਿਮਸ, ਇੱਕ ਹਿਮ ਇਹਨਾਂ ਦਾ ਆਪਦਾ ਵੀ ਹੈਗਾ ਐਂਡ ਇਹਨਾਂ ਨੇ ਉਹ ਸਾਰੀ ਚੀਜ਼ ਕੰਪਾਈਲ ਕਰਤੀ ਐਂਡ ਉਹਨੂੰ ਇੱਕ ਫਾਈਨਲ ਸ਼ੇਪ ਦਿੱਤੀ। ਐਂਡ ਦਿਸ ਆਦਿ ਗ੍ਰੰਥ, the final shape that was given by Guru Gobind Singh ji, it was eventually ordained to be like at the deathbed, ਜਦੋਂ like ਗੁਰੂ ਜੀ ਜੋਤੀ ਜੋਤ ਸਮਾਨ ਵਾਲੇ ਸੀ, ਉਦੋਂ ਇਹ ਹੁਕਮ ਦਿੰਦੇ ਹੈ ਕਿ now the Guru Granth Sahib, the Adi Granth is going to be the Guru of the Sikhs। ਤਾਂ ਜਿਹੜੀ chain of Gurus ਚੱਲ ਰਹੀ ਸੀ, line of Gurus ਚੱਲ ਰਹੀ ਸੀ, that came to an end with the death of Guru Gobind Singh ji, and Guru Granth Sahib ji was proclaimed as the perpetual Guru of the Sikhs। Whatever the word of whatever is written in Guru Granth Sahib ji, that has to be regarded as the word of the Guru। His own compositions, they are compiled in Dasam Granth, and it was like labeled so to distinguish it from the Adi Granth। So some of his important compositions ਜਿਹੜੀਆਂ ਇੱਥੇ ਲਿਖੀਆਂ ਹੋਈਆਂ, ਵਾਰ ਸ੍ਰੀ ਭਗਉਤੀ ਜੀ ਕੀ, ਬਚਿੱਤਰ ਨਾਟਕ, ਅਕਾਲ ਉਸਤਤ, ਚੰਡੀ ਦੀ ਵਾਰ, ਜਾਪ ਸਾਹਿਬ, ਗਿਆਨ ਪ੍ਰਬੋਧ, ਸ਼ਬਦ ਹਜ਼ਾਰੇ ਐਂਡ ਜ਼ਫਰਨਾਮਾ। ਇਹ ਜਿਹੜਾ ਜ਼ਫਰਨਾਮਾ ਸੀ, it was a letter that was written by Guru Ji to the Mughal Emperor, that was addressed to Mughal Emperor Aurangzeb। Persian ਚ ਲਿਖੀ ਗਈ ਇਹ ਲੈਟਰ ਸੀਗੀ and it was sent to Aurangzeb। ਥੋੜਾ ਜਿਹਾ ਹੁਣ ਫੈਕਚੁਅਲ ਇਨਫੋਰਮੇਸ਼ਨ ਇੰਪੋਰਟੈਂਟ ਹੈ, ਥਰੂ ਭਾਈ ਦਇਆ ਸਿੰਘ ਜੀ ਐਂਡ ਭਾਈ ਧਰਮ ਸਿੰਘ ਜੀ। ਤਾਂ ਉਸ ਪੁਆਇੰਟ ਆਫ ਟਾਈਮ ਤੇ ਲਾਈਕ ਪੋਲੀਟੀਕਲੀ ਚਮਕੌਰ ਦੀ ਲੜਾਈ ਹੋ ਗਈ ਸੀਗੀ ਐਂਡ ਚਾਰੋਂ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸੀਗੇ, ਪੂਰੀ ਫੈਮਿਲੀ ਡਿਸਟਰੋਏ ਹੋ ਚੁੱਕੀ ਸੀਗੀ ਐਂਡ ਲਾਈਕ ਬਿਕੋਜ਼ ਆਫ ਦੀ ਪੋਲੀਟੀਕਲ ਸਰਕਮਸਟਾਂਸਿਸ ਆਫ ਦੀ ਕੇਸ, ਬਿਕੋਜ਼ ਦੀ ਮੁਗਲ ਗਵਰਨਰ he had actually promised the safety of Guru Ji and the family if they would vacate Anandpur Sahib। The Guru Ji under this assurance Anandpur Sahib vacate ਕਰਦੇ ਆ, but the Mughal authorities treacherously ਉਹਨਾਂ ਤੇ ਅਟੈਕ ਕਰ ਦਿੰਦੀਆਂ। ਵਜ਼ੀਰ ਖਾਨ ਦੀ ਫੌਜਦਾਰ ਆਫ ਸਰਹੰਦ ਉਹਨਾਂ ਤੇ ਅਟੈਕ ਕਰ ਦਿੰਦਾ ਐਂਡ ਦੈਟ ਲੀਡਸ ਟੂ ਸੋ ਮਚ ਲੋਸਿਸ ਐਂਡ ਇੰਨੀ ਸਾਰੀ ਸਿੱਖ ਫੌਜ ਵੀ ਸ਼ਹੀਦ ਹੁੰਦੀ ਹੈ। ਫੈਮਿਲੀ ਸਾਹਿਬਜ਼ਾਦਾ ਅਜੀਤ ਸਿੰਘ ਦੀ, ਜੁਝਾਰ ਸਿੰਘ ਜੀ, ਉਹਨਾਂ ਦੀ ਡੈਥ ਹੋ ਜਾਂਦੀ ਹੈ। ਜਿਹੜੇ ਛੋਟੇ ਸਾਹਿਬਜ਼ਾਦੇ ਸੀਗੇ ਉਹ ਸਰਹੰਦ ਦੀਆਂ ਲਾਈਕ ਉਹਨਾਂ ਆਪਾਂ ਪਤਾ ਕਿ ਚਿਣਵਾ ਦਿੱਤੇ ਗਏ ਸੀਗੇ। ਤਾਂ ਲਾਈਕ ਆਫਟਰ ਆਲ ਦਿਸ ਹੀ ਕੰਪਲੇਨਸ ਟੂ ਮੁਗਲ ਐਂਪਰਰ ਔਰੰਗਜ਼ੇਬ that this is no way to conduct a war. After promising a safe passage, how can your authorities attack back on us? That was the content of this Zafarnama, and ultimately he proclaims that thoda ja like victory will be on the side which is more moral, and the conduct of war by your men, it is not moral at all। ਸੋ ਦੈਟ ਇਜ਼ ਇਟ। ਐਂਡ ਇਸ ਕੇਸ 'ਚ ਇੰਪੋਰਟੈਂਟ ਅਗੇਨ ਜਿਹੜੀ ਆਪਾਂ ਡਿਵੈਲਪਮੈਂਟਸ ਕਰ ਰਹੇ ਸੀਗੇ ਪਹਿਲਾਂ ਤੋਂ, ਮੰਜੀ ਸਿਸਟਮ, ਮਸੰਦ ਸਿਸਟਮ, ਇਸ 'ਚ ਇੰਪੋਰਟੈਂਟ ਚੇਂਜ ਆਉਂਦੀ ਹੈ ਕਿ
ਗੁਰੂ ਗੋਬਿੰਦ ਸਿੰਘ ਜੀ ਮਸੰਦ ਸਿਸਟਮ ਨੂੰ ਅਬੋਲਿਸ਼ ਕਰ ਦਿੰਦੇ ਆ। ਹੁਣ ਇਹਦਾ ਕੀ ਕਾਰਨ ਹੈ, ਮਸੰਦ ਸਿਸਟਮ ਅਬੋਲਿਸ਼ ਕਿਉਂ ਕਰਦੇ ਆ? ਕਿਉਂਕਿ ਬਾਏ ਦੈਟ ਪੁਆਇੰਟ ਆਫ ਟਾਈਮ ਜਿਹੜੇ ਬੰਦੇ ਮਸੰਦ ਅਪੁਆਇੰਟ ਕੀਤੇ ਜਾਂਦੇ ਸੀਗੇ ਉਹ ਕਰਪਟ ਹੋ ਗਏ ਸੀਗੇ। ਉਹ ਆਪਣਾ ਹੀ ਲਾਈਕ ਲੋਕਾਂ ਨੂੰ ਉਹ ਗੁੰਮਰਾਹ ਵੀ ਕਰ ਰਹੇ ਸੀਗੇ, ਲੋਕਾਂ ਤੋਂ ਜ਼ਬਰਦਸਤੀ ਪੈਸੇ ਵਗੈਰਾ ਲੈ ਲੈਂਦੇ ਸੀਗੇ, ਇਮੋਰਲ ਇਰਰੀਲੀਜੀਅਸ ਐਕਟੀਵਿਟੀਜ਼ 'ਚ ਇੰਗੇਜ ਕਰਦੇ ਸੀਗੇ। ਲਾਈਕ ਲੋਕ ਇੰਨੇ ਜ਼ਿਆਦਾ ਅਵੇਅਰ ਨਹੀਂ ਸੀਗੇ ਤਾਂ ਉਹਨਾਂ ਨੂੰ ਲਾਈਕ ਮਿਸਲੀਡ ਕਰ ਦਿੰਦੇ ਸੀਗੇ। ਤਾਂ ਇਹ ਸਾਰੀਆਂ ਚੀਜ਼ਾਂ ਗੁਰੂ ਜੀ ਤੋਂ ਲੁਕੀਆਂ ਤਾਂ ਹੋਈਆਂ ਨਹੀਂ ਸੀਗੀਆਂ। ਤਾਂ ਇਹ ਮਸੰਦ ਸਿਸਟਮ ਨੂੰ ਅਬੋਲਿਸ਼ ਕਰ ਦਿੰਦੇ ਆ ਤੇ ਡਾਇਰੈਕਟ ਰਿਲੇਸ਼ਨ ਕਹਿੰਦੇ ਹੁਣ ਐਸਟੈਬਲਿਸ਼ ਹੋਊਗਾ ਬਿਟਵੀਨ ਗੁਰੂ ਐਂਡ ਦੀ ਡਿਸਾਈਪਲ। ਐਂਡ ਹੀ with this like he decided the idea of Khalsa was born. Ultimately ਇਹਨੂੰ ਜਿਹੜਾ formal shape ਦਿੱਤਾ ਗਿਆ ਖਾਲਸਾ ਨੂੰ, ਖਾਲਸਾ literally means the pure, ਜਿਹੜੇ disciple ਹੈ they were labeled as Khalsa. So he transformed the Sikhs into a organized militaristic community। ਜਿਸ ਚੀਜ਼ ਦੀ foundation ਗੁਰੂ ਗੋਬਿੰਦ ਸਿੰਘ ਜੀ ਨੇ ਰੱਖੀ ਸੀਗੀ ਉਹਨੂੰ ਇੱਕ formal shape ਦਿੱਤੀ ਗੁਰੂ ਗੋਬਿੰਦ ਸਿੰਘ ਜੀ ਨੇ। and he called this community as Khalsa, the pure। ਤਾਂ ਲਾਈਕ ਵੀ ਆਲ ਨੋ ਵਿਸਾਖੀ 1699 ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ 'ਚ ਇੱਕ ਬਹੁਤ ਵੱਡੀ ਕੌਨਗਰੀਗੇਸ਼ਨ ਔਰਗੇਨਾਈਜ਼ ਕੀਤੀ ਗਈ। ਸਾਰੇ ਜਿੰਨੇ ਵੀ ਡਿਸਾਈਪਲ ਸੀ ਉਹਨਾਂ ਨੂੰ ਮੈਸੇਜ ਭੇਜਿਆ ਗਿਆ ਕਿ ਆਓ ਕੌਨਗਰੀਗੇਟ ਹੋਣਾ ਹੈ। ਗੁਰੂ ਜੀ ਲਾਈਕ ਜਦੋਂ ਸਾਰੇ ਕੌਨਗਰੀਗੇਟ ਹੋ ਜਾਂਦੇ ਆ ਇਨਵਾਈਟ ਕਰਦੇ ਆ ਕਿ ਮੈਨੂੰ 5 ਹੈਡਸ ਚਾਹੀਦੇ, 5 ਬੰਦੇ ਚਾਹੀਦੇ ਜਿਹੜੇ ਸ਼ਹੀਦ ਹੋਣਗੇ, ਮੈਂ ਸੈਕਰੀਫਾਈਸ ਕਰਨਾ ਉਹਨਾਂ ਨੂੰ। ਤਾਂ ਪਹਿਲਾਂ ਤਾਂ ਸਾਰੇ ਹੈਰਾਨ ਪਰੇਸ਼ਾਨ ਹੋ ਗਏ। ਫਿਰ ਇੱਕ ਬੰਦਾ ਉੱਠਦਾ ਹੈ, ਉਹ ਜਾਂਦਾ ਹੈ, ਉਹਨੂੰ ਉਹਦੇ 'ਤੇ ਤਲਵਾਰ ਲਾਈਕ ਇੱਦਾਂ ਪਿੱਛੇ ਲੈ ਕੇ ਜਾਂਦੇ ਐਂਡ ਇੱਦਾਂ ਆਵਾਜ਼ ਆਉਂਦੀ ਹੈ ਜਿਵੇਂ ਉਹਨੂੰ ਬੀਹੈਡ ਕਰ ਦਿੱਤਾ ਗਿਆ ਹੋਵੇ। ਦੂਸਰਾ, ਤੀਸਰਾ, ਚੌਥਾ, 5ਵਾਂ। ਤਾਂ ਲੋਕ ਕਾਫੀ ਲਾਈਕ ਹੈਰਾਨ ਹੋ ਗਏ ਸੀਗੇ। ਬਟ ਅਲਟੀਮੇਟਲੀ ਇਹੀ ਜਿਹੜੇ 5 ਡਿਸਾਈਪਲ ਸੀਗੇ ਤਾਂ they were chosen, like of course they were alive and they were chosen as the first baptized disciples of Guru Gobind Singh Ji, and they were the first members of the Khalsa community। ਗੁਰੂ ਜੀ ਇਹਨਾਂ ਨੂੰ ਅੰਮ੍ਰਿਤ ਛਕਾਉਂਦੇ ਆ, ਇਹਨਾਂ ਦੇ ਹੱਥੋਂ ਆਪ ਅੰਮ੍ਰਿਤ ਛਕਦੇ ਆ ਐਂਡ ਇਹਨਾਂ ਨੂੰ ਲੇਬਲ ਦਿੰਦੇ ਆ 5 ਪਿਆਰਿਆਂ ਦਾ। so that was the birth of Khalsa at ਅਨੰਦਪੁਰ ਸਾਹਿਬ 1699 ਵਿਸਾਖੀ ਵਾਲੇ ਦਿਨ। ਤੋ ਇਹ 5 ਪਿਆਰਿਆਂ ਦੇ ਤੁਸੀਂ ਨਾਮ ਯਾਦ ਰੱਖ ਸਕਦੇ ਹੋ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਐਂਡ ਭਾਈ ਸਾਹਿਬ ਸਿੰਘ ਜੀ। Every male member, like with this it was decided that every male member was given the surname of Singh। We know that like Sikhs they have the surname of Singh and they were supposed to observe the 5 ਕੱਕੇ ਜਿਨ੍ਹਾਂ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ। Now ਅਗੇਨ ਐਗਜ਼ਾਮ ਪੁਆਇੰਟ ਆਫ ਵਿਊ 'ਚ ਥੋੜ੍ਹਾ ਜਿਹਾ ਜ਼ਰੂਰੀ ਹੋ ਸਕਦਾ ਬੈਟਲਸ ਆਫ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਤਾਂ ਬੈਟਲਸ ਆਫ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਾਂ 2 ਪਾਰਟਸ 'ਚ ਡਿਵਾਈਡ ਕਰਦੇ ਹਾਂ, ਪ੍ਰੀ ਖਾਲਸਾ ਪੀਰੀਅਡ ਦੀਆਂ ਬੈਟਲਸ ਐਂਡ ਪੋਸਟ ਖਾਲਸਾ ਪੀਰੀਅਡ ਦੀਆਂ ਬੈਟਲਸ। ਜਿਹੜੀਆਂ ਪ੍ਰੀ ਖਾਲਸਾ ਪੀਰੀਅਡ ਦੀਆਂ ਬੈਟਲਸ ਸੀ ਐਂਡ ਅਦਰਵਾਈਜ਼ ਵੀ ਮੋਸਟ ਆਫ ਦੀ ਬੈਟਲਸ ਹੁਣ ਇੱਥੇ 2 ਪਾਰਟੀਜ਼ ਰਹਿਣਗੀਆਂ ਮੋਟਾ ਕਿਉਂਕਿ ਇੱਥੇ ਹੁਣ ਕਾਫੀ ਸਾਰੇ ਨਾਮ ਹੋਣਗੇ, ਸਾਰੇ ਤੁਸੀਂ ਪੜ੍ਹਨੇ ਤਾਂ ਆਪ ਹੈ, ਮੈਂ ਤੁਹਾਨੂੰ ਮੋਟਾ ਜਿਹਾ ਆਈਡੀਆ ਦਿੰਦਾ। ਕਾਫੀ ਸਾਰੇ ਲਾਈਕ ਨਾਮ ਹੋਣਗੇ। ਬੇਸਿਕਲੀ ਇੱਥੇ ਹੁਣ ਪਾਰਟੀਜ਼ ਕਿਹੜੀਆਂ, ਇੱਕ ਤਾਂ ਗੁਰੂ ਗੋਬਿੰਦ ਸਿੰਘ ਜੀ ਐਂਡ ਦੀ ਸਿੱਖ ਆਰਮੀ, ਉਹਨਾਂ ਦੇ ਡਿਸਾਈਪਲਸ। ਇੱਕ ਪਾਰਟੀ ਹੈਗੀ ਇੱਥੇ ਇਨਵੋਲਵਡ ਹਿਲ ਸਟੇਟਸ, ਜਿਹੜੇ ਨੇੜੇ ਦੇ ਪਹਾੜੀ ਰਾਜੇ ਆ। ਐਂਡ ਤੀਸਰੀ ਪਾਰਟੀ ਹੈ ਮੁਗਲ ਸਟੇਟ। ਐਂਡ ਮੁਗਲ ਸਟੇਟ ਵੀ ਇੱਥੇ ਜਿਹੜੇ ਲੋਕਲ ਫੌਜਦਾਰ ਆਫ ਸਰਹੰਦ ਹੈ, ਹੀ ਵਾਸ ਦੀ ਰਿਪਰੈਜ਼ੈਂਟੇਟਿਵ ਆਫ ਦੀ ਮੁਗਲ ਸਟੇਟ, ਜਿਨ੍ਹਾਂ ਨਾਲ ਰਿਲੇਸ਼ਨ ਸੀਗੇ, ਜਿਨ੍ਹਾਂ ਨਾਲ ਹੋਸਟਾਈਲ ਰਿਲੇਸ਼ਨ ਸੀ, ਜਿਨ੍ਹਾਂ ਨਾਲ ਲੜਾਈਆਂ ਹੋਈਆਂ। ਤਾਂ ਇਨੀਸ਼ੀਅਲੀ ਇਨਵੇਰੀਏਬਲੀ ਤੁਸੀਂ ਦੇਖੋਗੇ ਕਿ ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਤਾਂ ਟੈਨਸ਼ਨ ਹੋਈ ਪਹਾੜੀ ਰਾਜਿਆਂ ਨੂੰ ਕਿ ਹੁਣ ਕਿਉਂਕਿ ਸਿੱਖ ਇੱਕ ਮਿਲੀਟਰਿਸਟਿਕ ਕਮਿਊਨਿਟੀ ਬਣ ਗਈ ਹੈ ਅਤੇ ਐਕਸਪੈਂਡ ਕਰਨਗੇ। ਕਿੱਥੇ ਐਕਸਪੈਂਡ ਕਰਨਗੇ? ਸਾਡੇ ਇਲਾਕੇ 'ਚ ਐਕਸਪੈਂਡ ਕਰਨਗੇ ਕਿਉਂਕਿ ਇੱਥੇ ਤਾਂ ਸਾਡੀਆਂ ਰਿਆਸਤਾਂ। ਤਾਂ ਹਿੱਲ ਸਟੇਟਸ ਦੇ ਜਿਹੜੇ ਪਹਾੜੀ ਰਾਜੇ ਸੀਗੇ ਉਹਨਾਂ ਨੇ ਗੁਰੂ ਜੀ ਨੂੰ ਅਪੋਜ਼ ਕੀਤਾ। ਤਾਂ ਉਸ ਕੰਟੈਕਸਟ 'ਚ ਕਾਫੀ ਬੈਟਲਸ ਹੋਈਆਂ। ਜੇ ਕਿਸੇ ਕੇਸ 'ਚ ਉਹ ਮਤਲਬ ਹਿੱਲ ਸਟੇਟਸ ਦੇ ਰਾਜਾ ਕੀ ਕਰਦੇ ਸੀ, ਪਹਾੜੀ ਰਾਜਾ ਕੀ ਕਰਦੇ ਸੀ, ਮੁਗਲ ਅਥੋਰਿਟੀਜ਼ ਨਾਲ ਵੀ ਥੋੜ੍ਹਾ ਟਾਈ ਅਪ ਕਰ ਲੈਂਦੇ ਸੀ, ਉਹਨਾਂ ਦੀ ਸਪੋਰਟ ਇਨਲਿਸਟ ਕਰ ਲੈਂਦੇ ਸੀ ਕਿ ਅਸੀਂ ਇੰਨੇ ਟਾਈਮ ਤੋਂ ਤੁਹਾਨੂੰ ਸਪੋਰਟ ਕਰ ਰਹੇ ਹਾਂ, ਸਾਡੀ ਹੈਲਪ ਕਰੋ ਕਿ ਇੱਥੇ ਇੱਦਾਂ ਹੋ ਰਿਹਾ। ਤਾਂ ਇਸ ਤਰ੍ਹਾਂ ਲਾਈਕ ਕਈ ਵਾਰੀ ਅਲਾਇੰਸ ਬਣ ਜਾਂਦੀ ਸੀ ਪਹਾੜੀ ਰਾਜਿਆਂ ਅਤੇ ਮੁਗਲ ਸਟੇਟ ਦੀ ਔਨ ਵਨ ਹੈਂਡ ਐਂਡ ਗੁਰੂ ਜੀ ਐਂਡ ਹਿਸ ਆਰਮੀ ਔਨ ਦੀ ਅਦਰ ਹੈਂਡ। ਤਾਂ ਕਾਫੀ ਸਾਰੀਆਂ ਇਸ ਕੰਟੈਕਸਟ 'ਚ ਬੈਟਲਸ ਵਗੈਰਾ ਹੋਈਆਂ। ਤਾਂ ਇਹਨਾਂ ਦੇ ਨਾਮ ਤੁਹਾਡੀ ਇਸ ਟੇਬਲ 'ਚ ਦਿੱਤੇ ਹੋਏ ਆ, ਤੁਸੀਂ ਲਾਈਕ
ਕਾਫੀ ਫੈਕਚੁਅਲ ਇਨਫੋਰਮੇਸ਼ਨ ਹੈ, ਤੁਸੀਂ ਨੋਟ ਕਰ ਸਕਦੇ ਹੋ। 2 ਬੈਟਲਸ ਆਫ ਅਨੰਦਪੁਰ ਇੱਥੇ ਇੰਪੋਰਟੈਂਟ ਹੈ। ਫਰਸਟ ਬੈਟਲ ਆਫ ਅਨੰਦਪੁਰ 1701 'ਚ ਐਂਡ ਸੈਕੰਡ ਬੈਟਲ ਆਫ ਅਨੰਦਪੁਰ 1704 'ਚ। ਇਹ ਲਾਈਕ ਕਾਫੀ ਸਿਗਨੀਫਿਕੈਂਟ ਬੈਟਲ ਹੈ। ਇਸੇ ਬੈਟਲ ਦੀ ਮੈਂ ਪਹਿਲਾਂ ਗੱਲ ਕਰ ਰਿਹਾ ਸੀਗਾ। 1704 'ਚ ਗੁਰੂ ਜੀ ਐਂਡ ਹਿਜ਼ ਸਿੱਖਸ ਦੇ ਹੈਡ ਟੂ ਲੀਵ ਦੀ ਫੋਰਟ। They were compelled to leave the fort and they were given the assurance that no harm would be meted out to them. But when they were leaving, the Mughal forces and the forces of the Pahadi Raje, hill chiefs, they attacked the retreating forces. ਤਾਂ ਇਸ ਕੰਟੈਕਸਟ 'ਚ ਛੋਟੇ ਜਿਹੜੇ ਸਾਹਿਬਜ਼ਾਦੇ ਸੀਗੇ ਜ਼ੋਰਾਵਰ ਸਿੰਘ ਜੀ ਐਂਡ ਫਤਿਹ ਸਿੰਘ ਜੀ, they were buried alive in the walls of Sirhind after their arrest. Then there was this famous battle of Chamkaur. ਇਸ 'ਚ ਕਾਫੀ ਹੈਵੀ ਕੈਜੂਅਲਟੀਜ਼ ਹੋਈਆਂ। ਮੁਗਲ ਫੋਰਸਿਸ ਨੇ ਜਦੋਂ ਗੁਰੂ ਜੀ ਜਾ ਰਹੇ ਸੀਗੇ ਉਹਨਾਂ ਨੂੰ ਪਰਸਿਊ ਕੀਤਾ ਐਂਡ ਦੀ ਫੇਮਸ ਬੈਟਲ ਆਫ ਚਮਕੌਰ ਟੁੱਕ ਪਲੇਸ ਐਂਡ ਇਸ 'ਚ ਵੱਡੇ 2 ਸਾਹਿਬਜ਼ਾਦੇ ਅਜੀਤ ਸਿੰਘ ਜੀ ਐਂਡ ਜੁਝਾਰ ਸਿੰਘ ਜੀ ਉਹਨਾਂ ਦੀ ਵੀ ਡੈਥ ਹੋ ਜਾਂਦੀ ਹੈ। ਲਾਸਟ ਜਿਹੜੀ ਫੇਮਸ ਬੈਟਲ ਹੈ ਦੈਟ ਇਜ਼ ਦੀ ਬੈਟਲ ਆਫ ਖਿਦਰਾਣਾ। ਖਿਦਰਾਣੇ ਦੀ ਢਾਬ ਦੀ ਆਪਾਂ ਕਲਾਸ ਦੀ ਸਟਾਰਟਿੰਗ 'ਚ ਗੱਲ ਕੀਤੀ ਸੀਗੀ। 1705 ਮੁਕਤਸਰ 'ਚ ਇੱਥੇ 40 ਮੁਕਤੇ the favorite disciples of ਗੁਰੂ ਜੀ like there is this thing that they had ਲਾਈਕ ਉਹ ਛੱਡ ਕੇ ਗਏ ਚਲੇ ਸੀਗੇ। ਇੱਥੇ ਉਹ ਵਾਪਿਸ ਆਉਂਦੇ ਇਹ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਹੀ ਹਾਂ, ਤੁਹਾਡੇ ਨਾਲ ਲੜਨਾ ਚਾਹੁੰਦੇ ਹਾਂ, ਤੁਹਾਡੇ ਲਈ ਲੜਨਾ ਚਾਹੁੰਦੇ ਹਾਂ। ਐਂਡ ਇਸ ਫੇਮਸ ਬੈਟਲ 'ਚ ਗੁਰੂ ਜੀ ਐਂਡ ਉਹਨਾਂ ਦੇ ਫੌਜ ਜਿੱਤ ਤਾਂ ਜਾਂਦੀ ਹੈ ਬਟ ਉਹ 40 ਮੁਕਤੇ ਸ਼ਹੀਦ ਹੋ ਜਾਂਦੇ ਹੈ। ਉਹਨਾਂ ਨੂੰ ਔਨਰ ਕਰਦੇ ਹੋਏ ਦ ਸਿਟੀ ਇਜ਼ ਰੀਨੇਮਡ ਐਸ ਮੁਕਤਸਰ। 40 ਮੁਕਤੇ ਤੁਸੀਂ ਧਿਆਨ 'ਚ ਰੱਖਣੇ ਆ ਅਤੇ ਇੰਪੋਰਟੈਂਟ ਬੈਟਲ ਸੀਗੀਆਂ ਗੁਰੂ ਜੀ ਦੀਆਂ। ਆਫਟਰ a certain while after the battle of Khidrana, after this 40 ਮੁਕਤਿਆਂ ਵਾਲੀ ਲੜਾਈ, ਗੁਰੂ ਜੀ ਰਿਟਾਇਰ ਕਰਦੇ ਆ ਤਲਵੰਡੀ ਸਾਬੋ 'ਚ ਐਂਡ ਉੱਥੇ ਰਹਿ ਕੇ ਕੁਛ ਆਪਣੀਆਂ ਕੰਪੋਜੀਸ਼ਨਸ ਵਗੈਰਾ ਕਰਦੇ ਆ, ਉਚਾਰਨ ਕਰਦੇ ਹੋ। ਜਿਹੜੇ ਦਸਮ ਗ੍ਰੰਥ ਦੀ ਮੈਂ ਗੱਲ ਕੀਤੀ, ਆਦਿ ਗ੍ਰੰਥ ਨੂੰ ਫਾਈਨਲ ਸ਼ੇਪ ਕਰਨ ਦੀ ਗੱਲ ਕੀਤੀ, ਤਾਂ ਇੱਥੇ ਤਲਵੰਡੀ ਸਾਬੋ ਰਹਿ ਕੇ ਇਹ ਸਾਰੀਆਂ ਕੰਪੋਜੀਸ਼ਨਸ ਵਗੈਰਾ ਕਰਦੇ ਆ। ਐਂਡ ਤਲਵੰਡੀ ਸਾਬੋ ਜਿਹਨੂੰ ਅੱਜ ਦੀ ਡੇਟ 'ਚ ਤਖਤ ਦਮਦਮਾ ਸਾਹਿਬ ਹੈ, ਇਟ ਵਾਜ਼ ਸੈਟ ਅਪ ਐਜ਼ ਅ ਸੈਂਟਰ ਆਫ ਲਰਨਿੰਗ। ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਹੈ। Talwandi Sabo is also known as Guru Ki Kashi. It was set up as a center of learning. Next, after this phase, he decides to personally meet Mughal Emperor Aurangzeb. उस point of time ते Mughal Emperor Aurangzeb Deccan India च campaign कर रहे सीगे, but when he decided to go to Deccan India, but ਜਦੋਂ ਰਸਤੇ 'ਚ ਹੀ ਸੀਗੇ ਉਹਨਾਂ ਨੂੰ ਪਤਾ ਚੱਲਿਆ ਕਿ Mughal Emperor Aurangzeb ਦੀ ਤਾਂ ਡੈਥ ਹੋ ਜਾਂਦੀ ਹੈ and he was succeeded by Bahadur Shah. Now there was initially ਜਦੋਂ ਮੁਗਲ ਐਂਪਰਰ ਔਰੰਗਜ਼ੇਬ ਦੀ ਡੈਥ ਹੋਈ, ਬਹਾਦਰ ਸ਼ਾਹ ਗੱਦੀ 'ਤੇ ਆਏ, ਥੋੜ੍ਹਾ ਜਿਹਾ there was an attempt to reach an agreement, but again ਕੁਝ substantial ਹੋਇਆ ਨਹੀਂ। ਮੀਟਿੰਗ ਹੋਈ between ਬਹਾਦਰ ਸ਼ਾਹ and ਗੁਰੂ ਗੋਬਿੰਦ ਸਿੰਘ ਜੀ, but nothing came out of it and ਗੁਰੂ ਜੀ ultimately retired to Nanded in Maharashtra, ਜਿੱਥੇ ਤਖਤ ਸ਼੍ਰੀ ਹਜ਼ੂਰ ਸਾਹਿਬ ਇਸਟੈਬਲਿਸ਼ ਕੀਤਾ ਗਿਆ ਇਵੈਂਚੁਅਲੀ। ਹੀ ਵੈਂਟ ਟੂ ਨੰਦੇੜ ਐਂਡ ਉੱਥੇ ਜਾ ਕੇ ਇਹ ਇੱਕ ਬੈਰਾਗੀ ਮਾਧੋ ਦਾਸ ਬੈਰਾਗੀ ਹੁੰਦੇ ਆ, ਉਹਨਾਂ ਨੂੰ ਕਨਵਰਟ ਕਰਦੇ ਆ ਟੂ ਸਿੱਖੀਜ਼ਮ। ਹੀ ਕਨਵਿੰਸਿਸ ਹਿਮ, ਹੀ ਵਾਸ ਇੰਪ੍ਰੈਸਡ ਬਾਈ ਦੀ ਆਈਡੀਓਲੋਜੀ ਆਫ ਗੁਰੂ ਜੀ ਐਂਡ ਹੀ ਅਡੋਪਟਸ ਸਿੱਖੀਜ਼ਮ ਐਂਡ ਦੇਅਰ ਆਫਟਰ ਹੀ ਵਾਸ ਡਿਸਪੈਚਡ ਬੈਕ ਟੂ ਪੰਜਾਬ ਟੂ ਫਾਈਟ ਅਗੇਂਸਟ ਦੀ ਮੁਗਲ ਅਥੋਰਿਟੀਜ਼। ਐਂਡ ਜਿਹੜਾ ਇਨਜਸਟਿਸ ਮੈਟ ਆਊਟ ਕੀਤਾ ਗਿਆ ਸਿੱਖ ਸੰਗਤਾਂ ਦੇ ਉੱਤੇ, ਉਹਦਾ ਥੋੜ੍ਹਾ ਜਿਹਾ ਉਹਨੂੰ ਸੈਟ ਰਾਈਟ ਕੀਤਾ ਜਾਏ। ਇਨ ਦੀ ਮੀਨ ਵਾਈਲ ਗੁਰੂ ਜੀ ਸਟੇ ਬੈਕ ਕਰਦੇ ਆ, ਬਟ ਹੀ ਵਾਸ ਸਟੈਬਡ ਬਾਈ 2 ਪਠਾਨਸ ਐਂਡ ਅਲਟੀਮੇਟਲੀ he succumbed to his injuries। ਤਾਂ ਇਹਨਾਂ ਦੀ ਡੈਥ ਹੁੰਦੀ ਹੈ 1708 'ਚ, ਨੰਦੇੜ ਸਾਹਿਬ 'ਚ ਹੀ ਇਹਨਾਂ ਦੀ ਡੈਥ ਹੁੰਦੀ ਹੈ। ਬਟ ਬਿਫੋਰ ਹਿਸ ਡੈਥ, like I told you earlier and like all of you know, he ordained that now Adi Granth would be the perpetual Guru of the Sikh. The personal line of Gurus would come to end over here and sab Sikhan ko hukam hai ki Guru manyo Granth. So that book came to be known as Adi Granth, came to be known as Sri Guru Granth Sahib Ji.
then in the course of the discussion ਆਪਾਂ ਕਾਫੀ ਕੁਛ ਇੰਪੋਰਟੈਂਟ ਸੀਟਸ ਆਫ ਪਾਵਰ ਡਿਸਕਸ ਕੀਤੀਆਂ, ਜਿਵੇਂ 5 ਤਖਤ ਇੰਪੋਰਟੈਂਟ ਹੈ ਐਜ਼ ਸੀਟਸ ਆਫ ਅਥੋਰਿਟੀ ਇਨ ਸਿੱਖ ਟ੍ਰੈਡੀਸ਼ਨ। ਤੇ 5 ਤਖਤ ਕਿਹੜੇ ਆ? ਸਭ ਤੋਂ ਜਿਹੜਾ ਇੰਪੋਰਟੈਂਟ ਹੈ ਦੈਟ ਇਜ਼ ਦੀ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ 'ਚ, ਤਖਤ ਸ੍ਰੀ ਦਮਦਮਾ ਸਾਹਿਬ ਜਿਹਦੀ ਆਪਾਂ ਗੱਲ ਕੀਤੀ ਤਲਵੰਡੀ ਸਾਬੋ 'ਚ, ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਅਨੰਦਪੁਰ ਸਾਹਿਬ 'ਚ ਖਾਲਸਾ ਪੰਥ ਦੀ ਸਾਜਨਾ ਹੋਈ, ਦੈਟ ਇਜ਼ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਹਜ਼ੂਰ ਸਾਹਿਬ ਨੰਦੇੜ ਮਹਾਰਾਸ਼ਟਰ 'ਚ ਜਿੱਥੇ ਗੁਰੂ ਜੀ ਅਲਟੀਮੇਟਲੀ ਜਾਂਦੇ ਹਨ, ਤਖਤ ਸ੍ਰੀ ਪਟਨਾ ਸਾਹਿਬ ਜਿੱਥੇ ਗੁਰੂ ਜੀ ਦਾ ਬਰਥ ਹੁੰਦਾ। ਤੇ 5 ਇੰਪੋਰਟੈਂਟ ਸੀਟਸ ਆਫ ਪਾਵਰ ਹੈ ਜਿਨ੍ਹਾਂ ਨੂੰ ਆਪਾਂ 5 ਤਖਤ ਕਹਿੰਦੇ ਹਾਂ। ਤਖਤ ਆਪਣੇ ਆਪ 'ਚ ਹੀ ਸੀਟ। So these are some of the important points that you must remember from the point of view of the life of different Sikh gurus। हाँ भाई तगड़े हो। तो आप आगे नेक्स्ट टॉपिक स्टार्ट करते हैं बंदा सिंह बहादुर। Let's have a word about him कि गुरु जी ने we have already studied in the previous section कि गुरु जी ने बंदा सिंह बहादुर जी ਨੂੰ ordain ਕਰਕੇ ਭੇਜਿਆ ਕਿ ਜਿਹੜਾ ਇਨਜਸਟਿਸ ਮੈਟ ਆਊਟ ਕੀਤਾ ਗਿਆ ਉਹਨੂੰ ਸੈਟ ਰਾਈਟ ਕੀਤਾ ਜਾਵੇ। ਬਟ ਉਹਨਾਂ ਨੂੰ ਐਕਸਪਲਿਸਿਟ ਇੰਸਟਰਕਸ਼ਨ ਸੀਗੀਆਂ ਕਿ ਤੁਸੀਂ ਆਪਣੇ ਆਪ ਨੂੰ ਗੁਰੂ ਨਹੀਂ ਡਿਕਲੇਅਰ ਕਰਨਾ, ਉਹ ਗੁਰੂ ਗ੍ਰੰਥ ਸਾਹਿਬ ਇਜ਼ ਗੋਇੰਗ ਟੂ ਬੀ ਦੀ ਪਰਪੀਚੁਅਲ ਗੁਰੂ। And he was given a council of 5-6 to advise him and to support him। ਬੰਦਾ ਸਿੰਘ ਬਹਾਦਰ ਆਉਂਦੇ ਹੈ ਪੰਜਾਬ ਵਾਲੀ ਸਾਈਡ 'ਤੇ ਐਂਡ ਸਿੱਖ ਫੋਰਸਿਸ ਨੂੰ ਉਹਨਾਂ ਦੇ ਫੋਰਸਿਸ ਜੁਆਇਨ ਕਰਦੇ ਐਂਡ ਅਲਟੀਮੇਟਲੀ ਮੁਗਲ ਸਟੇਟ 'ਤੇ ਅਟੈਕ ਕਰਦੇ ਹੈ। ਫੌਜਦਾਰ ਆਫ ਸਰਹਿੰਦ ਵਜ਼ੀਰ ਖਾਨ ਦੇ ਅਗੇਂਸਟ ਅਟੈਕ ਕਰਦੇ ਹੈ। ਸਰਹਿੰਦ ਦਾ ਕਿਲ੍ਹਾ ਫਤਿਹ ਕੀਤਾ ਜਾਂਦਾ ਹੈ ਐਂਡ ਦੀ ਫੇਮਸ ਦੇ ਵਜ਼ੀਰ ਖਾਨ ਦੀ ਗਵਰਨਰ ਆਫ ਸਰਹਿੰਦ ਹੀ ਵਾਸ ਕਿਲਡ ਇਨ ਦੀ ਫੇਮਸ ਬੈਟਲ ਆਫ ਛੱਪੜ ਚਿੜੀ ਜਿੱਥੇ ਛੱਪੜ ਚਿੜੀ ਮੈਮੋਰੀਅਲ ਵੀ ਬਣਾਇਆ ਗਿਆ, ਫਤਿਹ ਬੁਰਜ ਬਣਾਈ ਗਈ ਹੈ। इट इज़ दी टॉलेस्ट मीनार। नो ये भी क्वेश्चन आया हुआ है PCS आई गैस के फतेह बुर्ज जी छप्पर चढ़ी मेमोरीअल ते बनाई गई है। इट इज़ दी टॉलेस्ट फ्री स्टैंडिंग मीनार इन इंडिया। ਤਾਂ ਸਰਹੰਦ ਸਿਟੀ ਕੈਪਚਰ ਕਰ ਲਿੱਤਾ ਗਿਆ ਐਂਡ ਦੇਅਰ ਆਫਟਰ ਹੀ ਐਸਟੈਬਲਿਸ਼ਡ ਹਿਜ਼ ਅਥੋਰਿਟੀ ਇਨ ਦੀ ਐਂਟਾਇਰ ਰੀਜਨ ਫਰੋਮ ਸਤਲੁਜ ਐਂਡ ਯਮੁਨਾ। ਇਸ ਪੂਰੇ ਰੀਜਨ 'ਚ ਹੀ ਐਸਟੈਬਲਿਸ਼ ਹਿਜ਼ ਕੰਟਰੋਲ ਐਂਡ ਲੇਡ ਦੀ ਫਾਊਂਡੇਸ਼ਨਸ ਆਫ ਦੀ ਸਿੱਖ ਸਟੇਟ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ 2 ਲੋਹਗੜ੍ਹ ਤੁਸੀਂ ਪੰਜਾਬ ਹਿਸਟਰੀ 'ਚ ਯਾਦ ਰੱਖਣੇ ਹੈ। ਇੱਕ ਤਾਂ ਉਹ ਲੋਹਗੜ੍ਹ ਜਿਹੜਾ ਅੰਮ੍ਰਿਤਸਰ ਨੂੰ ਫੋਰਟੀਫਾਈ ਕੀਤਾ ਗਿਆ ਜਿਹਦੇ ਨਾਲ, ਐਂਡ ਦੂਸਰਾ ਮੁਖਲੀਸਪੁਰ ਜਗ੍ਹਾ ਦਾ ਨਾਮ ਰੀਨੇਮ ਕਰਕੇ ਉਹਨੂੰ ਫੋਰਟੀਫਾਈ ਕਰਕੇ ਲੋਹਗੜ੍ਹ ਰੀਨੇਮ ਕੀਤਾ ਗਿਆ ਐਂਡ ਇਟ ਵਾਜ਼ ਮੇਡ ਦੀ ਕੈਪੀਟਲ ਆਫ ਦੀ ਸਿੱਖ ਸਟੇਟ। ਤਾਂ ਉਹ ਥੋੜ੍ਹੇ ਰਾਇਲ ਟਾਈਟਲ ਉਹਨਾਂ ਨੇ ਅਸਿਊਮ ਕਰ ਲਿਆ, ਕੋਇਨਸ ਇਸ਼ੂ ਕਰਨੇ ਸਟਾਰਟ ਕਰਤੇ, ਨਾਨਕ ਸ਼ਾਹੀ ਕੋਇਨਸ ਆਪਾਂ ਬੋਲਦੇ ਹਾਂ ਇਨ ਦੀ ਨੇਮ ਆਫ ਗੁਰੂ ਨਾਨਕ ਦੇਵ ਜੀ ਐਂਡ ਗੁਰੂ ਗੋਬਿੰਦ ਸਿੰਘ ਜੀ। but he retained Persian as the language of his government क्योंकि वो मुगल times तो काफ़ी टाइम तो चलती आ रही थी। Persian was the official language as far as the government activities were concerned। But like now that Banda Singh Bahadur had established control over this entire region, it raised eyebrows of the authorities at Delhi and at Lahore. Ultimately a very large army was sent, large Mughal imperial army was sent to pursue Banda Singh Bahadur। Now of course when such a large imperial army was sent it was difficult to maintain control over the area। Banda Singh Bahadur ਨੂੰ ਲੋਹਗੜ੍ਹ ਛੱਡਣਾ ਪਿਆ ਐਂਡ escape ਕਰਨਾ ਪਿਆ। ਮੁਗਲ ਆਰਮੀਜ਼ ਉਹਨਾਂ ਨੂੰ ਪਰਸਿਊ ਕਰਦੀ ਹੋਈ ਜਾਂਦੀ ਹੈ ਐਂਡ ਅਲਟੀਮੇਟਲੀ ਗੁਰਦਾਸਪੁਰ ਵਾਲੇ ਰੀਜਨ 'ਚ ਉਹਨਾਂ ਨੂੰ ਕੈਪਚਰ ਕਰ ਲਿੱਤਾ ਜਾਂਦਾ ਹੈ। ਹੀ ਵਾਸ ਟੇਕਨ ਟੂ ਦਿੱਲੀ ਐਂਡ ਦੇਅਰ ਹੀ ਵਾਸ ਟਾਰਚਰਡ ਟੂ ਡੈਥ। ਕਾਫੀ ਤਸੀਹੇ ਦੇਣ ਤੋਂ ਬਾਅਦ ਉਹਨਾਂ ਨੂੰ ਲਾਈਕ ਉੱਥੇ ਐਗਜ਼ੀਕਿਊਟ ਕਰ ਦਿੱਤਾ ਗਿਆ। ਇਸ ਤੋਂ ਬਾਅਦ after death of Baba Banda Singh Bahadur there was no one single political leader ਜਿਨ੍ਹਾਂ ਨੇ ਪੰਜਾਬ ਪੋਲੀਟਿਕਸ 'ਤੇ ਥੋੜ੍ਹਾ ਜਿਹਾ ਕੰਟਰੋਲ ਬਣਾਇਆ। ਰਿਲੀਜੀਅਸ ਅਥੋਰਿਟੀ ਤਾਂ in any case it has come to an end, now it was all about politics, but no single politician came to forefront just like Banda Singh Bahadur। Instead institution of Dal Khalsa is important in this period after the death of ਬਾਬਾ ਬੰਦਾ ਸਿੰਘ ਬਹਾਦਰ ਐਂਡ ਬਿਫੋਰ ਮਹਾਰਾਜਾ ਰਣਜੀਤ ਸਿੰਘ। ਇਹ ਜਿਹੜਾ ਸਾਰਾ ਪੀਰੀਅਡ ਹੈ ਇੱਥੇ ਦਲ ਖਾਲਸਾ ਪਲੇਡ ਅ ਵੈਰੀ ਇੰਪੋਰਟੈਂਟ ਰੋਲ ਇਨ ਯੂਨੀਫਾਈਂਗ ਵੇਰੀਅਸ ਸੈਕਸ਼ਨਸ ਆਫ ਸਿੱਖ community and providing a political shape to the community। ਹੁਣ ਉੱਦਾਂ ਦਾ ਹੀ ਲਾਈਕ ਇਨ ਜਨਰਲੀ ਇੰਡੀਆ ਦੇ ਕੰਟੈਕਸਟ 'ਚ ਆਪਾਂ ਗੱਲ ਕਰੀਏ ਪੋਲੀਟੀਕਲ ਫਰੈਗਮੈਂਟੇਸ਼ਨ ਦਾ ਪੀਰੀਅਡ ਹੈ। ਮੁਗਲ ਅਥੋਰਿਟੀ ਵੀਕਨ ਹੋ ਰਹੀ ਹੈ, ਉੱਧਰੋਂ ਕਦੇ ਨਾਦਰ ਸ਼ਾਹ ਅਟੈਕ ਕਰ ਰਿਹਾ, ਕਦੇ ਅਹਿਮਦ ਸ਼ਾਹ ਅਬਦਾਲੀ ਅਟੈਕ ਕਰ ਰਿਹਾ ਉੱਧਰ ਫੋਰਨ ਕੰਪਨੀਜ਼ ਵੀ ਹੌਲੀ ਕਰਕੇ ਆਪਣਾ ਕੰਟਰੋਲ ਵਧਾ ਰਹੀਆਂ। ਤਾਂ ਪੂਰੇ ਇੰਡੀਆ ਦੇ ਪੁਆਇੰਟ ਆਫ ਵਿਊ ਤੋਂ ਹੀ ਇਹ ਬਹੁਤ ਪੋਲੀਟੀਕਲ ਫਲਕਸ ਵਾਲਾ ਪੀਰੀਅਡ ਸੀਗਾ।
सो वॉज दी केस इन पंजाब पॉलिटी एज वैल कि ऐसा कोई सिंगल अथॉरिटी सिंगल परसन नहीं इस टाइम ते राइज करता जिहड़ा यूनीफाई करने की कोशिश करता है, बट रादर एक बहुत इंपॉर्टेंट इंस्टीट्यूशन दल खालसा कम्स इन टू एग्जिस्टेंस। इस फ्लक्स के पीरियड च किस तरह दल खालसा एक सॉर्ट ऑफ यूनिटी प्रोवाइड करने की कोशिश करता है सिख स्टेट नूं, सिख पॉपूलेशन नूं, वो आपां हुण इस टॉपिक च स्टडी करांगे। सब तो पहला तो एक जनरल लाइक इन ऑर्डर to provide an overarching leadership and to solve all the issues related with the Sikh Sangat at that point of time, एक body Sarbat Khalsa came into existence कि all the Sikhs they were invited to a general council, general conference where matters were resolved, and यही सरबत खालसा क्योंकि ਇਹ legitimate authority ਸੀ जिथे Sikhs participate कर सकते ਸੀਗੇ, इन्हें जथेदार अपॉइंट करने स्टार्ट करते जिन्हां दी रिस्पॉन्सिबिलिटी हुंदा सी कि ਜਿਹੜੇ ਏਰੀਆ 'ਚ ਉਹ अपॉइंट ਕੀਤੇ ਗਏ ਹੈ ਉੱਥੋਂ ਦੇ ਲੋਕਾਂ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰਨਾ। ਤਾਂ ਇਸ ਤਰ੍ਹਾਂ ਦਾ ਸਿਸਟਮ ਕੇਮ ਇਨਟੂ ਐਗਜ਼ਿਸਟੈਂਸ। ਹੁਣ ਇਸ ਪੁਆਇੰਟ ਆਫ ਟਾਈਮ ਤੇ ਜਿਹੜੇ ਲਾਹੌਰ ਦੇ ਗਵਰਨਰ ਹੁੰਦੇ ਆ ਜ਼ਕਰੀਆ ਖਾਨ tries to suppress these individual rebellions and these armed bands of Sikh ਜਿਹੜੇ individual villages ਨੂੰ ਕੰਟਰੋਲ ਵਗੈਰਾ ਕਰ ਰਹੇ ਆ। ਜਦੋਂ ਮਿਲੀਟੈਰੀਲੀ ਡਿਫੀਟ ਨਹੀਂ ਕਰ ਪਾਉਂਦੇ, ਸਪਰੈਸ ਨਹੀਂ ਕਰ ਪਾਉਂਦੇ ਇਹਨਾਂ ਐਕਟੀਵਿਟੀਜ਼ ਨੂੰ, ਤਾਂ ਉਹ ਥੋੜਾ ਜਿਹਾ ਕੰਸੀਲੀਏਟਰੀ ਸਟਾਂਸ ਅਡਾਪਟ ਕਰਦੇ ਆ ਕਿ ਚਲੋ ਆਪਾਂ ਸਮਝੌਤਾ ਕਰਕੇ ਦੇਖ ਲੈਂਦੇ ਆ। ਅੰਡਰ ਦੈਟ ਇਹ ਰੈਕਗਨਾਈਜ਼ ਕਰਦੇ ਆ ਦਲ ਖਾਲਸਾ ਨੂੰ, ਸਰਬਤ ਖਾਲਸਾ ਨੂੰ ਰੈਕਗਨਾਈਜ਼ ਕਰਦੇ हैं। सरबत खालसा अगे दल खालसा एक ऑर्गेनाइजेशन फॉर्म करते हैं। इस च तुसी नाम याद रखना है नवाब कपूर सिंह दा। He divided the entire Sikh armed groups into 2 sub groups। एक दा नाम रखा उन्होंने बुढ़ा दल, एक दा नाम रखा तरुण दल। बुढ़ा दल the aged, the veterans, एंड तरुण दल द यूथ ग्रुप। तो बुढ़ा दल का काम सीगा ट्रेनिंग प्रोवाइड करना, एक मॉरल गाइडेंस प्रोवाइड करना एंड पॉलिसीज़ वगैरह देखना भी की करना है कि नहीं करना। तरुण दल वॉज द एक्चुअल फोर्स ऑफ कंबैटेंट्स। हुण ਜ਼ਕਰੀਆ ਖਾਨ ਆਫਟਰ ਅ ਵੈਰੀ ਸ਼ਾਰਟ ਫਾਈਲ 1733 ਚ, ਹੁਣ ਇਹ ਥੋੜਾ ਉਹ ਵਾਲਾ ਪੋਰਸ਼ਨ ਹੈ ਜਿਹੜਾ ਆਪਾਂ ਇਨ ਜਨਰਲ ਇਗਨੋਰ ਕਰ ਦਿੰਦੇ ਹਾਂ ਕਿਉਂਕਿ ਪੋਲੀਟੀਕਲ ਇਨਸਟੇਬਿਲਿਟੀ ਕਾਫੀ ਸੀ ਇੱਥੇ, ਪਰ ਇਸ ਪੀਰੀਅਡ 'ਚ ਵੀ ਕਾਫੀ ਇੰਪੋਰਟੈਂਟ ਡਿਵੈਲਪਮੈਂਟਸ ਵਰਕ ਵਗੈਰਾ ਹੋਈਆਂ, ਇੱਕ ਦੋ ਇਵੈਂਟਸ ਇੰਪੋਰਟੈਂਟ ਹੈ, ਉਸ ਕੰਟੈਕਸਟ 'ਚ ਆਪਾਂ ਇਹ ਕਰ ਰਹੇ ਹਾਂ। 1733 ਚ ਜ਼ਕਰੀਆ ਖਾਨ ਨੇ ਥੋੜਾ ਜਿਹਾ ਫਰੈਂਡਲੀ ਪੋਸਚਰ ਅਡੋਪਟ ਕੀਤਾ ਸੀ ਜਦੋਂ ਉਹਨਾਂ ਨੇ ਸਰਬੱਤ ਖਾਲਸਾ ਤੇ ਦਲ ਖਾਲਸਾ ਨੂੰ ਰੈਕਗਨਾਈਜ਼ ਕੀਤਾ। ਜਦੋਂ ਪਰ ਉਹ ਵੇਖਦੇ ਹੈ ਕਿ ਲਾਈਕ ਇਸ ਫਰੈਂਡਲੀ ਮਾਹੌਲ 'ਚ ਸਿੱਖ ਤਾਂ ਹੋ ज़्यादा स्ट्रेंथन हो रहे हैं, तो पूरा अपना ऑर्गेनाइजेशनल स्ट्रक्चर बना रहे हैं, इन्होंने तो पूरे प्रॉपर ग्रुपिंग बन रही है, बुढ़ा दल तरुण दल एंड एरियाज भी वंडी जा रहे हैं आपस च, तो उन्होंने टेंशन हो गई। ਹੁਣ ਉਹ ਅਗੇਨ ਆਪਣੀ ਪੋਲਿਸੀ ਚੇਂਜ ਕਰਦਾ ਐਂਡ ਪਰਸੀਕਿਊਸ਼ਨ ਦੀ ਪੋਲਿਸੀ ਸਟਾਰਟ ਕਰਦਾ ਵੀ ਲਾਈਕ ਮੈਂ ਤਾਂ ਤੁਹਾਡੀਆਂ ਐਕਟੀਵਿਟੀਜ਼ ਨੂੰ ਇੱਥੇ ਅਲਾਓ ਨਹੀਂ ਕਰੂੰਗਾ। ਈਵਨ ਵਨ ਆਫ ਦੀ ਮੋਸਟ ਰਿਸਪੈਕਟਡ ਪਰਸਨੈਲਿਟੀਜ਼ ਆਫ ਦੈਟ ਪੁਆਇੰਟ ਆਫ ਟਾਈਮ ਭਾਈ ਮਨੀ ਸਿੰਘ ਜੀ, ਜਿਹੜੇ ਸ੍ਰੀ ਹਰਿਮੰਦਰ ਸਾਹਿਬ ਦੀ ਸ਼ਰਾਈਨ ਨੂੰ ਕੰਟਰੋਲ ਕਰ ਰਹੇ ਸੀਗੇ, ਉਹਨਾਂ ਨੂੰ ਵੀ ਅਰੈਸਟ ਕਰਕੇ ਐਗਜ਼ੀਕਿਊਟ ਕਰ ਦਿੱਤਾ ਗਿਆ ਤਸੀਹੇ ਦੇ ਕੇ। And a policy like eventually Zakaria Khan ਦੀ naturally death ਹੋ ਗਈ and he was succeeded by his son Yahya Khan as governor of Lahore। Now Mughal authority ਇੰਨੀ strong ਨਹੀਂ ਸੀਗੀ ਕਿ ਆਪਦੇ ਗਵਰਨਰਸ ਆਪ ਅਪੋਇੰਟ ਕਰੇ, ਜਿਹੜਾ ਜਿੱਥੇ ਗਵਰਨਰ ਹੈ ਉਹ ਆਪਣੇ ਸਕਸੈਸਰਸ ਆਪ ਹੀ ਅਪੋਇੰਟ ਕਰੀ ਜਾ ਰਿਹਾ ਸੀਗਾ। तो Zakaria Khan was succeeded by his son Yahya Khan and he also continued the same policy of persecuting the Dal Khalsa and Sarbat Khalsa। ਹੁਣ ਇਸ ਕੰਟੈਕਸਟ 'ਚ ਇਵੈਂਟ ਛੋਟਾ ਘੱਲੂਘਾਰਾ is very important from your exam point of view। Actually, one of the personalities is Jaspat Rai. He was executed by the armed Sikh bands in 1746. In response to this event, Jaspat Rai was brother of Lakhpat Rai, and Lakhpat Rai was Diwan, the finance minister of Lahore government। फाइनैंस मिनिस्टर ਦੇ ਭਰਾ ਨੂੰ ਐਗਜ਼ੀਕਿਊਟ ਕਰ ਦਿੱਤਾ ਗਿਆ। ਇਸ ਚੀਜ਼ ਤੋਂ ਯਹੀਆ ਖਾਨ ਕਾਫੀ ਓਫੈਂਡ ਹੋ ਜਾਂਦਾ ਹੈ ਐਂਡ ਇੱਕ ਸਟਰੋਂਗ ਫੋਰਸ ਭੇਜਦਾ ਹੈ ਟੂ ਫਾਈਟ ਅਗੇਂਸਟ ਦਲ ਖਾਲਸਾ। ਐਜ਼ ਅ ਰਿਜ਼ਲਟ ਆਫ ਦੈਟ ਇੱਕ ਲਾਈਕ ਆਲਮੋਸਟ 7000 ਸਿੱਖਸ ਨੂੰ ਸਰਾਊਂਡ ਕਰ ਲਿੱਤਾ ਜਾਂਦਾ ਹੈ ਐਂਡ ਮਰਸੀਲੈਸਲੀ ਉਹਨਾਂ ਨੂੰ ਐਗਜ਼ੀਕਿਊਟ ਕਰ ਦਿੱਤਾ ਜਾਂਦਾ ਹੈ। ਇਸ ਇਵੈਂਟ ਨੂੰ ਆਪਾਂ ਕਹਿੰਦੇ ਹਾਂ ਛੋਟਾ ਘੱਲੂਘਾਰਾ ਔਰ ਲਾਈਕ ਲੈਸਰ ਹੋਲੋਕਾਸਟ, ਇੱਕ ਟੂ ਡਿਸਟਿੰਗੁਇਸ਼ ਇਟ ਫਰੋਮ ਯੈਟ ਅਨਦਰ ਇਵੈਂਟ ਜਿਹਨੂੰ ਆਪਾਂ ਕਹਿੰਦੇ ਯਾਦ ਰੱਖਦੇ ਹਾਂ ਐਜ਼ ਵੱਡਾ ਘੱਲੂਘਾਰਾ।
ਹੁਣ ਇਸ 'ਚ ਅਰਾਊਂਡ 7,000 Sikhs they were executed by the armed forces of ਯਹੀਆ ਖਾਨ। ਇਹ ਕਿੱਥੇ ਹੋਇਆ, ਇਹਦੀ ਥਾਂ ਵੀ ਤੁਸੀਂ ਯਾਦ ਰੱਖਣੀ ਹੈ, ਇਹਦਾ ਸਾਲ ਵੀ ਇੰਪੋਰਟੈਂਟ ਹੈ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ। 1746 'ਚ ਗੁਰਦਾਸਪੁਰ ਦੇ ਨੇੜੇ ਜਗ੍ਹਾ ਹੈ ਕਾਹਨੂਆ, ਉੱਥੇ ਛੋਟਾ ਘੱਲੂ ਘਰ ਹੈ, ਉੱਥੇ ਇੱਕ ਮੈਮੋਰੀਅਲ ਵੀ ਬਣਾਇਆ ਲੇਟਲੀ ਪੰਜਾਬ ਸਰਕਾਰ ਨੇ। ਦੈਨ ਇਸ ਤੋਂ ਬਾਅਦ ਲਾਈਕ ਥੋੜ੍ਹਾ ਜਿਹਾ ਸੈਟਬੈਕ ਮਿਲਿਆ ਦਲ ਖਾਲਸਾ ਨੂੰ, 1746 ਦੀ ਗੱਲ ਹੈ, ਐਂਡ ਪੋਲੀਟੀਕਲ ਐਕਟੀਵਿਟੀਜ਼ ਥੋੜ੍ਹੀਆਂ ਜਿਹੀਆਂ ਸ਼ਾਂਤ ਹੋ ਗਈਆਂ। ਬਟ ਦੈਨ ਅਗੇਨ 1748 ਔਨਵਰਡਸ 2 ਸਾਲ ਬਾਅਦ ਹੀ ਅਗੇਨ ਪੋਲੀਟਿਕਸ 'ਚ ਇੱਕ ਫਲਕਸ ਆਇਆ, ਕਿਉਂਕਿ ਐਟ ਦਿਸ ਪੁਆਇੰਟ ਆਫ ਟਾਈਮ ਮੁਗਲ ਐਂਪਰਰ ਦੀ ਡੈਥ ਹੋ ਜਾਂਦੀ ਹੈ, ਮੁਹੰਮਦ ਸ਼ਾਹ ਰੰਗੀਲਾ ਦੀ ਐਟ ਦੈਟ ਪੁਆਇੰਟ ਆਫ ਟਾਈਮ, ਐਂਡ ਅਹਿਮਦ ਸ਼ਾਹ ਅਬਦਾਲੀ ਅਫਗਾਨ ਇਨਵੇਡਰ ਇੰਡੀਆ 'ਚ ਸੀਰੀਜ਼ ਆਫ ਇਨਵੇਜਨਸ ਕਰਦਾ ਹੈ। ਤਾਂ ਆਈਡੀਆ ਤਾਂ ਲਾਈਕ ਕਦੇ ਤਾਂ ਪੰਜਾਬ ਵਾਲੇ ਏਰੀਆ 'ਤੇ ਹੀ ਅਟੈਕ ਕਰਦਾ ਹੈ, ਕਦੇ ਉਹ ਦਿੱਲੀ ਤੱਕ ਜਾਂਦਾ ਹੈ, ਲਾਈਕ ਓਵਰ ਐਂਡ ਓਵਰ ਅਗੇਨ ਉਹ ਇਨਵੇਸ਼ਨਸ ਵਗੈਰਾ ਕਰਦਾ ਰਹਿੰਦਾ ਹੈ ਅਹਿਮਦ ਸ਼ਾਹ ਅਬਦਾਲੀ। ਹੁਣ ਇਸ ਸਿਚੁਏਸ਼ਨ ਦਾ ਫਾਇਦਾ ਉਠਾਉਂਦੇ ਹੋਏ ਕਿ ਅਹਿਮਦ ਸ਼ਾਹ ਅਬਦਾਲੀ ਕਦੇ ਲਾਹੌਰ 'ਤੇ ਅਟੈਕ ਕਰ ਰਿਹਾ ਹੈ, ਕਦੇ ਉਹ ਦਿੱਲੀ 'ਤੇ ਅਟੈਕ ਕਰ ਰਿਹਾ ਹੈ, ਐਂਡ ਲਾਹੌਰ ਗਵਰਨਮੈਂਟ ਵੀ ਵੀਕ ਹੈ, ਮੁਗਲ ਗਵਰਨਮੈਂਟ ਤਾਂ ਵੀਕ ਹੈ ਹੀ ਹੈ। ਇਸ ਸਿਚੁਏਸ਼ਨ ਦਾ ਫਾਇਦਾ ਉਠਾਉਂਦੇ ਹੋਏ ਦਲ ਖਾਲਸਾ ਫਿਰ ਤੋਂ ਰਿਵਾਈਵ ਹੁੰਦਾ ਹੈ 1848 ਔਨਵਰਡਸ। ਤਾਂ ਇਸ ਪੁਆਇੰਟ ਆਫ ਟਾਈਮ 'ਤੇ ਇੱਥੇ ਇੰਪੋਰਟੈਂਟ ਲੀਡਰ ਹੈ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਤਾਂ ਤੁਸੀਂ 2 ਲੀਡਰਸ ਦੇ ਦਲ ਖਾਲਸਾ ਦੇ ਕੰਟੈਕਸਟ 'ਚ 2 ਲੀਡਰਸ ਦਾ ਤੁਸੀਂ ਨਾਮ ਯਾਦ ਰੱਖਣਾ ਹੈ। ਨਵਾਬ ਕਪੂਰ ਸਿੰਘ ਜਿਹੜੇ ਲਾਈਕ ਜਿਨ੍ਹਾਂ ਨੇ ਫਸਟ ਇੰਸਟੈਂਸ 'ਚ ਕਾਫੀ ਇੰਪੋਰਟੈਂਟ ਰੋਲ ਪਲੇ ਕੀਤਾ, ਇੱਥੇ ਵੀ ਹੀ ਵਾਜ਼ ਇੰਪੋਰਟੈਂਟ ਬਟ ਲਾਈਕ ਮੋਰ ਇੰਪੋਰਟੈਂਟ ਲੀਡਰ ਇਨ ਦਿਸ ਕੇਸ ਵਾਜ਼ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਅਤੇ ਇਹਨਾਂ 2 ਲੀਡਰਸ ਦਾ ਤੁਸੀਂ ਨਾਮ ਯਾਦ ਰੱਖਣਾ ਹੈ ਵਿਦ ਰਿਸਪੈਕਟ ਟੂ ਦਲ ਖਾਲਸਾ। ਉੱਥੇ ਤੁਸੀਂ ਇੱਕ ਚੀਜ਼ ਹੋਰ ਯਾਦ ਰੱਖਣੀ ਹੈ, ਬੁੱਢਾ ਦਲ ਐਂਡ ਤਰੁਣ ਦਲ। ਇਸ ਕੇਸ 'ਚ ਕਿਸ ਤਰ੍ਹਾਂ ਬੈਟਰ, ਹੁਣ ਜਿਹੜੀ ਪਿਛਲੇ ਵਾਲੀਆਂ ਗਲਤੀਆਂ ਉਸ ਤੋਂ ਸਿੱਖ ਕੇ ਕਿਸ ਤਰ੍ਹਾਂ ਬੈਟਰ ਔਰਗਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਹੜੀ ਖਾਲਸਾ ਆਰਮੀ ਹੁੰਦੀ ਹੈ, ਸਿੱਖਸ ਦੇ ਜਿਹੜੇ ਆਰਮ ਬੈਂਡ ਹੁੰਦੇ ਆ, ਉਹਨਾਂ ਨੂੰ ਔਰਗਨਾਈਜ਼ ਕਰਦੇ ਆ ਇਨਟੂ ਫਾਈਟਿੰਗ ਯੂਨਿਟਸ ਕਾਲਡ ਮਿਸਲਸ। ਮਿਸਲਸ ਜਿਹੜੇ ਸੀ ਓਰੀਜਨਲੀ ਫਾਈਟਿੰਗ ਬੈਂਡਸ ਲਈ, ਫਾਈਟਿੰਗ ਯੂਨਿਟਸ ਲਈ ਟਰਮ ਯੂਜ਼ ਕੀਤਾ ਜਾਂਦਾ ਸੀਗਾ। 12 ਮਿਸਲਸ ਟੋਟਲ ਹੈ, ਬਟ ਇਹਨਾਂ 'ਚ 12 ਚੋਂ 11 ਮਿਸਲਸ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਇਨਟੂ ਦਲ ਖਾਲਸਾ ਰੀਆਰਗਨਾਈਜ਼ ਕਰਦੇ ਹੈ। 12th ਮਿਸਲ ਫੁਲਕੀਆਂ ਮਿਸਲ ਸੀ ਇਵੈਂਚੁਅਲੀ ਜਿਹੜੀ ਪਟਿਆਲਾ ਸਟੇਟ ਕੇਮ ਇਨਟੂ ਐਗਜ਼ਿਸਟੈਂਸ। ਇਟ ਵਾਸ ਨਾਟ ਪਾਰਟ ਆਫ ਦਲ ਖਾਲਸਾ ਐਂਡ ਇਨ ਮੈਨੀ ਇੰਸਟੈਂਸਿਸ ਇਟ ਵਰਕਡ ਅਗੇਂਸਟ ਦੀ interests of community। ਤਾਂ ਇਹ ਤੁਸੀਂ ਯਾਦ ਰੱਖਣਾ ਹੈ ਕਿ ਇਨ ਦੀ ਸੈਕਿੰਡ ਇੰਸਟੈਂਸ ਇਹ ਮਿਸਲ ਵਾਲਾ ਸਿਸਟਮ ਕੇਮ ਇਨਟੂ ਐਗਜ਼ਿਸਟੈਂਸ ਕਿ ਡਿਫਰੈਂਟ ਸਿੱਖ ਸਰਦਾਰਸ ਹੋਣਗੇ, ਉਹਨਾਂ ਦੇ ਨਾਲ ਜਿਹੜੀ ਸਿੱਖ ਆਰਮਡ ਮੈਨ ਹੈ ਦੇ ਕੈਨ ਐਨਰੋਲ ਦੈਮਸੈਲਵਸ ਐਂਡ ਉਹਨਾਂ ਨੂੰ ਰਿਸਪੌਂਸਿਬਿਲਿਟੀਜ਼ ਦਿੱਤੀਆਂ ਜਾਣਗੀਆਂ ਕਿ ਇਸ ਏਰੀਆ 'ਚ ਤੁਸੀਂ ਲੋਕਾਂ ਨੂੰ ਡਿਫੈਂਡ ਕਰਨਾ ਹੈ, ਇਸ ਏਰੀਆ 'ਚ ਤੁਸੀਂ ਲੋਕਾਂ ਨੂੰ ਡਿਫੈਂਡ ਕਰਨਾ ਹੈ। ਇਸ ਤਰ੍ਹਾਂ ਦਾ ਸਿਸਟਮ ਕੇਮ ਇਨਟੂ ਐਗਜ਼ਿਸਟੈਂਸ। ਹੁਣ ਇਹ ਸਿਸਟਮ ਰਿਕੁਆਇਰਡ ਏਬਲ ਪਰਸਨੈਲਿਟੀਜ਼ ਐਟ ਦੀ ਟੌਪ ਟੂ ਕੰਟਰੋਲ ਦੀ ਐਕਟੀਵਿਟੀਜ਼ ਆਫ ਵੇਰੀਅਸ ਮਿਸਲਸ ਐਂਡ ਮੋਰ ਔਰ ਲੈਸ ਇਹ ਮਿਸਲ ਵਾਲਾ ਸਿਸਟਮ ਆਪਰੇਟ ਕਿਵੇਂ ਕਰਦਾ ਸੀ, ਕੁਆਇਟ ਇੰਡੀਪੈਂਡੈਂਟਲੀ ਹੀ ਆਪਰੇਟ ਕਰਦਾ ਸੀਗਾ। ਜਿਹੜੇ ਬੰਦੇ ਨੂੰ ਜਿਹੜੀ ਟੈਰੀਟਰੀ 'ਚ ਦੇ ਦਿੱਤਾ ਜਾਵੇ ਰਿਸਪੌਂਸਿਬਿਲਿਟੀ ਟੂ ਮੇਨਟੇਨ ਲਾਅ ਐਂਡ ਆਰਡਰ, ਉੱਥੇ ਲਾਈਕ ਹੀ ਵਾਜ਼ ਕੁਆਇਟ ਇੰਡੀਪੈਂਡੈਂਟ ਇਨ ਦੈਟ ਰੀਜਨ। ਐਂਡ ਓਕੇਜਨਲੀ ਕੇਸ ਟੂ ਕੇਸ ਬੇਸਿਸ 'ਤੇ 2-3 ਮਿਸਲਸ ਆਪਣੇ ਐਕਸ਼ਨਸ ਨੂੰ ਕੋਆਰਡੀਨੇਟ ਵੀ ਕਰ ਲੈਂਦੀਆਂ ਸੀ ਜੇ ਆਪਾਂ ਕਿਸੇ ਕਾਮਨ ਆਬਜੈਕਟਿਵ ਨੂੰ ਅਚੀਵ ਕਰਨਾ। ਮੰਨ ਲਓ ਅਹਿਮਦ ਸ਼ਾਹ ਅਬਦਾਲੀ ਨੇ ਇਨਵੇਡ ਕਰਤਾ, ਤਾਂ ਮਤਲਬ ਹੋ ਸਕਦਾ ਕਿ ਇੱਕ ਯੂਨਾਈਟਿਡ ਫਰੰਟ ਉਹਨੂੰ ਪੇਸ਼ ਕਰਨਾ ਹੋਵੇ ਤਾਂ ਜਿਹੜਾ ਵੀ ਇਲਾਕਾ ਹੈਗਾ, ਪਰਟੀਕੂਲਰ ਏਰੀਆ ਹੈਗਾ, ਉੱਥੇ ਲਾਈਕ ਕਿਸ ਤਰ੍ਹਾਂ ਮਿਸਲਸ ਕੋਆਰਡੀਨੇਟ ਕਰਨਗੀਆਂ ਕੇਸ ਟੂ ਕੇਸ ਬੇਸਿਸ 'ਤੇ ਡਿਸਾਈਡ ਕੀਤਾ ਜਾਊਗਾ। ਤਾਂ ਕਾਈਂਡ ਆਫ ਤੁਸੀਂ ਕਹਿ ਸਕਦੇ ਹੋ ਡੀਸੈਂਟਰਲਾਈਜ਼ਡ ਦੀ ਪੋਲਿਟੀ ਕੇਮ ਇਨਟੂ ਐਗਜ਼ਿਸਟੈਂਸ ਬਟ ਵਿਦ ਦੀ ਕਾਮਨ ਆਬਜੈਕਟਿਵ। ਤਾਂ ਐਜ਼ ਅ ਰਿਜ਼ਲਟ ਆਫ ਦੈਟ ਇਹ 12 ਮਿਸਲਸ ਹੈ ਦੈਟ ਕੇਮ ਇਨਟੂ ਐਗਜ਼ਿਸਟੈਂਸ। ਤੁਸੀਂ ਇਹਨਾਂ ਦੇ ਨਾਮ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਯਾਦ ਰੱਖ ਸਕਦੇ ਹੋ। ਕਰੋੜ ਸੰਘੀਆ ਮਿਸਲ, ਨਿਸ਼ਾਨ ਵਾਲੀਆ ਮਿਸਲ, ਸ਼ਹੀਦਾ ਮਿਸਲ, ਨਿਕਈ ਮਿਸਲ, ਦੱਲੇ ਵਾਲੀਆ, ਰਾਮਗੜੀਆ, ਫੁਲਕੀਆਂ, ਭੰਗੀ, ਆਲੂਵਾਲੀਆ, ਕਨਈਆ, ਸਿੰਘਪੁਰੀਆ ਔਰ ਫੈਜ਼ਲਪੁਰੀਆ। ਐਂਡ ਲਾਸਟ ਹੈ ਸ਼ੁਕਰਚੱਕੀਆ ਮਿਸਲ। ਮਹਾਰਾਜਾ ਰਣਜੀਤ ਸਿੰਘ ਹੀ ਬਿਲੋਂਗ ਟੂ ਦਿਸ ਸ਼ੁਕਰਚੱਕੀਆ ਮਿਸਲ। ਐਂਡ ਇੱਧਰ ਇਹਨਾਂ ਦੇ ਫੋਲੋਵਰ ਦਿੱਤੇ ਹੋਏ ਹੈ, ਫੈਕਚੁਅਲ ਇਨਫੋਰਮੇਸ਼ਨ ਹੈ ਤੁਸੀਂ ਜਿਹੜੀ ਧਿਆਨ 'ਚ ਰੱਖਣੀ ਹੈ। ਨਾਓ ਇਸੇ ਹੀ ਪੁਆਇੰਟ ਆਫ ਟਾਈਮ 'ਤੇ ਜਦੋਂ ਰਿਵਾਈਵਲ ਆਫ ਦਲ ਖਾਲਸਾ ਵਾਲਾ ਪੀਰੀਅਡ ਸੀਗਾ, ਇੱਥੇ ਇੱਕ ਹੋਰ ਇੰਪੋਰਟੈਂਟ ਈਵੈਂਟ ਤੁਸੀਂ ਧਿਆਨ 'ਚ ਰੱਖਣਾ ਹੈ। ਆਪਾਂ ਪਹਿਲਾਂ ਛੋਟਾ ਘੱਲੂਘਾਰਾ ਡਿਸਕਸ ਕੀਤਾ 1746 'ਚ ਯਹੀਆ ਖਾਨ, 7006 ਗੁਰਦਾਸਪੁਰ ਡਿਸਟ੍ਰਿਕਟ 'ਚ। ਹੁਣ ਵੱਡਾ ਘੱਲੂਘਾਰਾ
ਇਹਦਾ ਕੰਟੈਕਸਟ ਹੈ ਕਿ ਅਹਿਮਦ 1761 'ਚ ਥਰਡ ਬੈਟਲ ਆਫ ਪਾਨੀਪਤ ਹੁੰਦੀ ਹੈ। ਅਹਿਮਦ ਸ਼ਾਹ ਅਬਦਾਲੀ ਮਰਾਠਾਸ ਨੂੰ ਹਰਾਉਂਦਾ ਐਂਡ ਇਹਦੀਆਂ ਫੋਰਸਿਸ ਵਾਪਸ ਜਾ ਰਹੀਆਂ ਹੁੰਦੀਆਂ, ਵਿਕਟੋਰੀਅਸ ਫੋਰਸਿਸ ਜਸ਼ਨ ਮਨਾ ਰਹੀਆਂ ਹੁੰਦੀਆਂ ਐਂਡ ਵਾਪਸ ਜਾ ਰਹੀਆਂ ਹੁੰਦੀਆਂ। ਇਹਨਾਂ ਫੋਰਸਿਸ 'ਤੇ ਅਟੈਕ ਕਰ ਦਿੰਦੇ ਆ ਲਾਈਕ ਦਲ ਖਾਲਸਾ ਦੇ ਮੈਂਬਰਸ। Now this enraged Ahmad Shah Abdali and eventually ਉਹ ਆਪਣੀਆਂ ਫੋਰਸਿਸ ਇਕੱਠੀਆਂ ਕਰਦਾ ਐਂਡ ਜਿਨ੍ਹਾਂ ਬੰਦਿਆਂ ਨੂੰ ਇਹਨੇ ਅਪੋਇੰਟ ਕੀਤਾ ਹੁੰਦਾ ਉਹਨਾਂ ਬੰਦਿਆਂ ਨੂੰ ਵੀ ਹਰਾਉਣਾ ਸਟਾਰਟ ਕਰ ਦਿੰਦੀਆਂ ਦਲ ਖਾਲਸਾ ਦੀਆਂ ਫੋਰਸਿਸ। ਫੋਰ ਐਗਜ਼ਾਮਪਲ ਸਰਹੰਦ ਦੇ ਗਵਰਨਰ ਨੂੰ ਜਿਹੜਾ ਕਿ ਇਹਨਾਂ ਨੇ ਅਪੋਇੰਟ ਕੀਤਾ ਹੁੰਦਾ, ਅਹਿਮਦ ਸ਼ਾਹ ਅਬਦਾਲੀ ਨੇ ਅਪੋਇੰਟ ਕੀਤਾ ਹੁੰਦਾ, ਉਹਨੂੰ ਹਰਾ ਦਿੰਦੇ ਆ। Now this enrages ਅਹਿਮਦ ਸ਼ਾਹ ਅਬਦਾਲੀ ਕਿ ਅਸੀਂ ਥਰਡ ਬੈਟਲ ਆਫ ਪਾਨੀਪਤ 'ਚ ਮਰਾਠਾਸ ਨੂੰ ਹਰਾ ਕੇ ਆ ਰਹੇ ਹਾਂ ਅਤੇ ਤੁਸੀਂ ਸਾਡੀ ਵਿਕਟੋਰੀਅਸ ਆਰਮੀਸ ਨੂੰ ਹਰਾਸ ਕਰ ਰਹੇ ਹੋ। ਤਾਂ ਆਪਣੀਆਂ ਉਹ ਫੋਰਸਿਸ ਕਿਉਂਕਿ ਉਹ ਕਾਫੀ ਸਟਰੋਂਗ ਆਰਮੀ ਨਾਲ ਆਇਆ ਹੁੰਦਾ, ਆਪਣੀਆਂ ਫੋਰਸਿਸ ਉਹ ਇਕੱਠੀਆਂ ਕਰਦਾ ਐਂਡ ਸਿੱਖ ਆਰਮੀ ਨੂੰ ਪਰਸੀਕਿਊਟ ਕਰਨਾ ਸਟਾਰਟ ਕਰ ਦਿੰਦਾ, ਸਰਾਊਂਡ ਕਰਨਾ ਸਟਾਰਟ ਕਰ ਦਿੰਦਾ। ਅਲਟੀਮੇਟਲੀ ਦ ਸਿੱਖ ਆਰਮੀ ਵਾਸ ਸਰਾਊਂਡਡ ਐਟ ਕੂਪ ਰੋਹੀਰਾ ਨੀਅਰ ਮਲੇਰਕੋਟਲਾ। ਇੱਥੇ ਹੁਣ ਆਪਾਂ ਮਲੇਰਕੋਟਲਾ ਦੇ ਨੇੜੇ ਹਾਂ। ਇੱਥੇ ਅਰਾਊਂਡ ਲਾਈਕ ਇਨ ਦਿਸ ਈਵੈਂਟ ਅਰਾਊਂਡ 20,000 to 50,000 ਸਿੱਖ men, women and children, they were massacred in this single instance and it is remembered as ਵੱਡਾ ਘੱਲੂਘਾਰਾ। ਇਹ 1762 ਦੀ ਗੱਲ ਹੈ ਐਂਡ ਉਹ 1746 ਦੀ ਗੱਲ ਆਪਾਂ ਕਰ ਰਹੇ ਸੀਗੇ। ਉੱਥੇ ਗੁਰਦਾਸਪੁਰ ਇੱਥੇ ਨੀਅਰ ਮਲੇਰਕੋਟਲਾ। ਤਾਂ ਇਹ ਦੋ ਤੁਸੀਂ ਈਵੈਂਟਸ ਵੱਡਾ ਘੱਲੂਘਾਰਾ ਐਂਡ ਛੋਟਾ ਘੱਲੂਘਾਰਾ ਯਾਦ ਰੱਖਣੇ ਹੈ। ਦੋਨਾਂ ਹੀ ਈਵੈਂਟਸ ਨੂੰ ਕਮੈਮੋਰੇਟ ਕਰਨ ਲਈ ਇੱਥੇ ਪੰਜਾਬ ਸਰਕਾਰ ਨੇ ਮੈਮੋਰੀਅਲਸ ਵਗੈਰਾ ਬਣਾਏ ਹੈ ਨੀਅਰ ਕੋਟਲਾ ਐਂਡ ਉੱਥੇ ਨੀਅਰ ਗੁਰਦਾਸਪੁਰ। ਬਟ ਇਹ ਇੱਕ ਛੋਟਾ ਜਿਹਾ ਸੈਟਬੈਕ ਹੁੰਦਾ। ਅਹਿਮਦ ਸ਼ਾਹ ਅਬਦਾਲੀ ਵਾਪਸ ਨਹੀਂ ਆਉਂਦਾ ਐਂਡ ਸਿਸਟਮ ਕਾਫੀ ਸੈੱਟ ਹੋ ਜਾਂਦਾ ਹੈ। ਆਫਟਰ ਥਰਡ ਬੈਟਲ ਆਫ ਪਾਨੀਪਤ ਆਫਟਰ ਅ ਫਿਊ ਈਅਰਸ 1764 ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦੁਆਰਾ ਇਨਵੇਡ ਨਹੀਂ ਕਰਦਾ ਐਂਡ ਪੰਜਾਬ 'ਚ ਸਿਸਟਮ ਥੋੜ੍ਹਾ ਜਿਹਾ ਸਟੇਬਲਾਈਜ਼ ਹੁੰਦਾ। ਜਿੱਦਾਂ ਹੀ ਸਿਸਟਮ ਥੋੜ੍ਹਾ ਜਿਹਾ ਸਟੇਬਲਾਈਜ਼ ਹੁੰਦਾ ਉਹ ਜਿਹੜੇ ਦਲ ਖਾਲਸਾ ਦੇ ਮੈਂਬਰ ਸੀਗੇ, ਡਿਫਰੈਂਟ ਮਿਸਲ ਸੀਗੇ, ਉਹ ਆਪਣਾ ਲਾਈਕ ਕੰਟਰੋਲ ਐਂਟਰੈਂਚ ਕਰ ਦਿੰਦੇ ਆ। Now instead of fighting units they started assuming, ਪਹਿਲਾਂ ਤਾਂ ਉਹ fighting bands ਹੁੰਦੇ ਆ and every Sikh was free to join any missile। ਹੁਣ ਕਿਉਂਕਿ ਸਿਸਟਮ ਸਟੇਬਲਾਈਜ਼ ਹੋ ਗਿਆ ਤਾਂ ਇਹ ਆਪਣੇ ਆਪ ਨੂੰ ਐਜ਼ ਟੈਰੀਟੋਰੀਅਲ ਕਿੰਗਡਮਸ ਆਰਗੇਨਾਈਜ਼ ਕਰਨਾ ਸਟਾਰਟ ਕਰ ਦਿੰਦੇ ਆ ਕਿ ਅੱਛਾ ਜੀ ਇਹ ਇਹਨਾਂ ਦਾ ਇਲਾਕਾ ਹੈ, ਇਸ ਮਿਸਲ ਦਾ ਇਲਾਕਾ ਹੈ, ਉਸ ਮਿਸਲ ਦਾ ਇਲਾਕਾ ਐਂਡ ਉੱਥੇ ਜਿਹੜੀ ਫਾਰਮ ਆਫ ਗਵਰਨਮੈਂਟ ਵੀ ਹੋਊਗੀ ਆਲਮੋਸਟ ਕਿੰਗਸ਼ਿਪ ਵਾਲੇ ਲੈਵਲ 'ਤੇ ਗਵਰਨਮੈਂਟ ਇਵੋਲਵ ਕਰਨਾ ਸਟਾਰਟ ਕਰ ਦਿੱਤਾ ਸੀਗਾ। ਤਾਂ this was the political state of Punjab on the eve of formation of the Sikh Empire under Ranjit Singh। 12 ਮਿਸਲਸ ਐਗਜ਼ਿਸਟ ਕਰ ਰਹੀਆਂ ਸੀਗੀਆਂ, 12 ਆਲਮੋਸਟ ਇੰਡੀਪੈਂਡੈਂਟ ਕਿੰਗਡਮਸ ਐਗਜ਼ਿਸਟ ਕਰ ਰਹੇ ਸੀਗੇ। ਨੋਮੀਨਲੀ ਇੱਕ ਦਲ ਖਾਲਸਾ ਨਾਮ ਦੀ ਆਰਗੇਨਾਈਜੇਸ਼ਨ ਸੀ ਪਰ ਐਕਚੁਅਲੀ ਉਹਦਾ ਕੋਈ ਕੰਟਰੋਲ ਨਹੀਂ ਸੀ। ਪ੍ਰੈਕਟੀਕਲੀ ਇਹ 12 ਇੰਡੀਪੈਂਡੈਂਟਲੀ ਮੈਨੇਜਡ ਕਿੰਗਡਮ ਸੀਗੇ। ਵਨ ਆਫ ਦੀ ਕਿੰਗਡਮਸ ਲਾਈਕ ਸ਼ੁਕਰ ਚਾਕੀਆ ਮਿਸਲ ਉੱਥੇ ਮਹਾਰਾਜਾ ਰਣਜੀਤ ਸਿੰਘ ਜੀ ਲਾਈਕ ਪੈਦਾ ਹੁੰਦੇ ਹੈ ਐਂਡ ਹੀ ਵਾਜ਼ ਐਨ ਐਂਬੀਸ਼ੀਅਸ ਰੂਲਰ ਐਂਡ ਹੀ ਯੂਨਾਈਟਸ ਆਲ ਥੀਜ਼ ਟੈਰੀਟਰੀਜ਼ ਆਫ ਪੰਜਾਬ ਇਨਟੂ ਅ ਸਿੰਗਲ ਯੂਨੀਫਾਈਡ ਸਿੱਖ ਸਟੇਟ। ਹੁਣ ਇਸ ਪ੍ਰੋਸੈਸ 'ਚ ਯੂਨੀਫਿਕੇਸ਼ਨ ਲਾਈਕ ਇਫ ਵੀ ਟਾਕ ਅਬਾਊਟ ਮਹਾਰਾਜਾ ਰਣਜੀਤ ਸਿੰਘ ਤਾਂ ਇਸ ਪ੍ਰੋਸੈਸ 'ਚ ਕੋਈ ਵੀ ਪੋਲੀਟੀਕਲ ਐਕਸਪੈਂਸ਼ਨ ਇਨ ਜਨਰਲ ਲਾਈਕ ਟ੍ਰੈਡੀਸ਼ਨਲੀ ਜਿਹੜੀ ਪੋਲੀਟੀਕਲ ਐਕਸਪੈਂਸ਼ਨ ਕੀਤੀ ਜਾ ਰਹੀ ਹੈ ਯੂਜਲੀ ਆਈ ਸੇ ਦੈਟ ਦ ਹਿਸਟਰੀ ਸੇਜ਼ ਇਟ ਕਿ ਜਾਂ ਤਾਂ ਮੈਟਰੀਮੋਨੀਅਲ ਅਲਾਇੰਸ ਨਾਲ ਐਕਸਪੈਂਡ ਕੀਤਾ ਜਾਂਦਾ ਹੈ ਜਾਂ ਮਿਲਟਰੀ ਕੰਕੁਐਸਟ ਨਾਲ ਐਕਸਪੈਂਡ ਕੀਤਾ ਜਾਂਦਾ ਹੈ। ਤਾਂ ਇਹ ਦੋਨੋਂ ਹੀ ਟੈਕਨੀਕਸ ਮਹਾਰਾਜਾ ਰਣਜੀਤ ਸਿੰਘ ਅਡੋਪਟ ਕਰਦੇ ਆ। ਲਾਈਕ ਬਿਫੋਰ ਵੀ ਕਮ ਟੂ ਦੈਟ ਥੋੜ੍ਹਾ ਜਿਹਾ ਬੇਸਿਕ ਆਪਾਂ ਸ਼ੁਕਰ ਚਾਕੀਆ ਮਿਸਲ ਬਾਰੇ ਦੇਖ ਸਕਦੇ ਹਾਂ। ਫਾਊਂਡਰ ਸੀਗੇ ਇਹਨਾਂ ਦੇ ਬੁੱਢਾ ਸਿੰਘ ਜੀ, ਸਕਸੀਡਡ ਬਾਏ ਨੌਦ ਸਿੰਘ, ਚਰਤ ਸਿੰਘ, ਮਹਾ ਸਿੰਘ ਐਂਡ ਦੈਨ ਦੀ ਸਕਸੈਸਰ ਵਾਸ ਰਣਜੀਤ ਸਿੰਘ। ਚਰਤ ਸਿੰਘ ਥੋੜ੍ਹਾ ਜਿਹਾ ਬੇਸਿਕ ਫੈਕਚੁਅਲ ਇਨਫੋਰਮੇਸ਼ਨ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਹੀ ਸ਼ਿਫਟਡ ਦੀ ਕੈਪੀਟਲ ਫਰੋਮ ਸ਼ੁਕਰ ਚੱਕ ਟੂ ਗੁਜਰਾਂਵਾਲਾ ਇਨ ਪ੍ਰੈਜ਼ੈਂਟ ਡੇ ਪਾਕਿਸਤਾਨ ਵਾਲਾ ਪੰਜਾਬ। Maha Singh, he married Raj Kaur, the princess of Jean. So the process of expanding by matrimonial alliances ਇਹ ਰਣਜੀਤ ਸਿੰਘ ਦੇ father Maha Singh ਜੀ ਨੇ ਹੀ start ਕਰਤਾ ਸੀਗਾ and the practice was continued by Maharaja Ranjit Singh. Two important missiles Kanhaiya and Nakkai, these were like made part of the they were made friendly with Ranjit Singh's kingdom by matrimonial alliances.
Then the promises of friendship like Ahluwalia missile ਨੂੰ won over ਕਰ ਲਿੱਤਾ ਗਿਆ by exchanging turbans and woes of friendship। ਜਿਹੜੇ ਜ਼ਿਆਦਾ object ਕਰ ਰਹੇ ਸੀਗੇ ਉਹਨਾਂ ਨੂੰ militarily defeat ਕਰ ਦਿੱਤਾ ਗਿਆ, ਜਿਵੇਂ ਕਿ ਭੰਗੀ ਸਰਦਾਰ ਨੂੰ। ਤਾਂ by one method or the other, eventually all the 12 missiles, they were unified under the single unified Sikh kingdom। And because like Lahore was the capital, he declared himself Maharaja of Punjab in 1801। Now you must remember the dates. He shifted his capital to Lahore from in 1799। गुजरांवाला तो लाहौर कैपिटल बन गई है 1799। थोड़ा टाइम लग्या इन्हां नूं लाहौर एंड अमृतसर वाले रीजन च ऑर्डर सैट करन लई। भंगी सरदास दे कंट्रोल च सीगा उन्हां दी मिलिटरी डिफीट तो बाद। Thereafter, when he was pretty confident कि now he has established his control with a strong hand, he proclaimed himself as Maharaja of Punjab in 1801। ठीक है जी। ਤਾਂ this is how Maharaja Ranjit Singh established the Sikh Empire। Now the next step was कि इस Sikh Empire ਨੂੰ expand ਕਿਵੇਂ ਕੀਤਾ ਜਾਵੇ। Starting from Gujranwala as the base, ultimately at the peak of his authority, at the peak of his power, Sikh Empire extended from Attak wala region, पूरा पेशावर वाला वजीरिस्तान वाले region तो लेके like right up till Satluj river, and ऊपर कश्मीर, जम्मू कश्मीर तो लेके मुल्तान वाला एरिया तक पूरा एरिया was under the control of Maharaja Ranjit Singh। तो of course he led many successful campaigns, like lot many conquests and lot many battles are given here over here। The conquest of Multan, the conquest of Attak, the conquest of Kashmir, conquest of Peshawar। These are some of the important battles of Maharaja Ranjit Singh that you can watch। Then what about his relations? Now you keep the period in mind। ਆਪਾਂ 1801 ਚ ਤਾਂ ਅੰਪਾਇਰ ਹੀ ਡਿਕਲੇਅਰ ਕੀਤਾ। ਦੈਨ ਇਹ ਬੈਟਲਸ ਆਲ ਦਿਸ ਪੀਰੀਅਡ 'ਚ 1805 7 8 ਕਾਫੀ ਬੈਟਲਸ ਵਗੈਰਾ ਹੋਈਆਂ। ਇਹ ਉਹ ਟਾਈਮ ਸੀ ਜਦੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵੀ ਐਕਸਪੈਂਡ ਕਰ ਰਹੀ ਸੀ। ਵਾਟ ਵਾਸ ਦੀ ਰਿਲੇਸ਼ਨਸ ਆਫ ਮਹਾਰਾਜਾ ਰਣਜੀਤ ਸਿੰਘ ਐਂਡ ਬ੍ਰਿਟਿਸ਼ ਈਸਟ ਇੰਡੀਆ ਕੰਪਨੀ। ਇਸ ਕੰਟੈਕਸਟ ਆਪਾਂ ਆਲਰੇਡੀ ਕੀਤਾ ਹੋਇਆ ਮਾਡਰਨ ਹਿਸਟਰੀ ਦੀ ਕਲਾਸਿਸ 'ਚ कि the famous Treaty of Amritsar was signed between Maharaja Ranjit Singh and British East India Company। At that point of time, the British Governor General was Lord Minto। ਆਪਾਂ ਇਹ ਸਾਰੇ ਫੈਕਟਸ ਮਾਡਰਨ ਹਿਸਟਰੀ ਦੀਆਂ ਕਲਾਸਿਸ 'ਚ ਕੀਤੇ ਆ। Lord Minto 1809 Treaty of Amritsar। Important terms की सीगे Treaty of Amritsar दे, that river Satluj would be regarded as the boundary between the Sikh Empire and the British East India Company। British would not interfere in the activities of the Sikh Empire, while the Ranjit Singh's forces, they would not interfere in the political activities of the states towards the east of river सतलुज। एंड इन केस कोई भी पावर इस इन्हां टर्म्स ਨੂੰ ब्रीच ਕਰਦੀ ਹੈ ਤਾਂ इट वुड बी रिगार्डेड एज एंड ऑफ द ट्रीटी। इस कंटैक्सट 'ਚ ਇੱਕ ਹੋਰ इंपॉर्टेंट ट्रीटी है ਜਿਹੜੀ ਤੁਸੀਂ ਧਿਆਨ 'ਚ ਰੱਖਣੀ ਹੈ। ਇੱਕ ਤਾਂ ਲਾਈਕ ਮਾਈਨਰ ਦੀ ਟਰੀਟੀ ਹੈ ਜਿਹੜੀ ਇੰਨੀ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀ। 1809 ਵਾਲੀ ਫਰੈਂਡਸ਼ਿਪ ਟਰੀਟੀ ਇੰਪੋਰਟੈਂਟ ਹੈ। ਇੱਕ ਮੈਂ ਹੁਣੇ ਤੁਹਾਨੂੰ ਦੱਸੂਗਾ 1838 'ਚ ਟ੍ਰਾਈਪਾਰਟੇਟ ਟਰੀਟੀ ਹੋਈ ਸੀਗੀ ਵਿਦ ਰਿਸਪੈਕਟ ਟੂ ਅਫਗਾਨਿਸਤਾਨ। ਉਸ ਤੋਂ ਪਹਿਲਾਂ ਇੱਕ 1830s 'ਚ 1831 'ਚ ਜਦੋਂ ਗਵਰਨਰ ਜਨਰਲ ਵਿਲੀਅਮ ਬੈਂਟਿਕ ਸੀਗੇ ਉਸ ਟਾਈਮ 'ਤੇ ਵੀ ਇੱਕ ਫਰੈਂਡਲੀ ਟਰੀਟੀ ਫਰੈਂਡਲੀ ਅੰਡਰਸਟੈਂਡਿੰਗ ਹੋਈ ਸੀਗੀ ਬਿਟਵੀਨ ਮਹਾਰਾਜਾ ਰਣਜੀਤ ਸਿੰਘ ਐਂਡ ਗਵਰਨਰ ਜਨਰਲ ਵਿਲੀਅਮ ਬੈਂਟਿਕ। ਟਰੀਟੀ ਆਫ ਰੋਪੜ ਕਹਿੰਦੇ ਆਪਾਂ ਉਹਨੂੰ, ਜਿਸ 'ਚ ਬੇਸਿਕਲੀ ਨੈਵੀਗੇਸ਼ਨ ਰਿਵਰ ਇੰਡਸ ਨੂੰ ਐਂਡ ਰਿਵਰਸ ਆਫ ਪੰਜਾਬ ਨੂੰ ਆਪਾਂ ਇਨਲੈਂਡ ਨੈਵੀਗੇਸ਼ਨ ਲਈ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਹਾਂ, ਟ੍ਰੇਡ ਰਿਲੇਸ਼ਨਸ ਕਿੱਦਾਂ ਵਧਾ ਸਕਦੇ ਹਾਂ, ਮਤਲਬ ਕਮਰਸ਼ੀਅਲ ਆਸਪੈਕਟ ਜ਼ਿਆਦਾ ਸੀਗਾ ਉਸ ਟਰੀਟੀ ਦਾ। ਟਰੀਟੀ ਆਫ ਰੋਪੜ, ਵਿਲੀਅਮ ਬੈਂਟਿਕ ਐਂਡ ਮਹਾਰਾਜਾ ਰਣਜੀਤ ਸਿੰਘ 1830s। then politically speaking 1838 'ਚ ਇੱਕ ਟ੍ਰਾਈਪਾਰਟਾਈਟ ਐਗਰੀਮੈਂਟ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਐਂਡ ਸ਼ਾਹ ਸ਼ੂਜਾ। ਸ਼ਾਹ ਸ਼ੂਜਾ ਵਾਸ ਵਨ ਆਫ ਦੀ ਕੰਟੈਂਡਰਸ ਆਫ ਦੀ ਥਰੋਨ ਆਫ ਅਫਗਾਨਿਸਤਾਨ। ਤਾਂ ਇਹ ਤਿੰਨੇ ਪਾਵਰਸ ਆਪਸ 'ਚ ਡਿਸਾਈਡ ਕਰਦੀਆਂ ਕਿ ਸਿੱਖ ਆਰਮੀ ਐਂਡ ਬ੍ਰਿਟਿਸ਼ ਆਰਮੀ ਸ਼ਾਹ ਸ਼ੂਜਾ ਦੀ ਹੈਲਪ ਕਰੂਗੀ ਇਨ ਬਿਕਮਿੰਗ ਦੀ ਐਂਪਰਰ ਆਫ, ਇਨ ਬਿਕਮਿੰਗ ਦੀ ਰੂਲਰ ਆਫ ਅਫਗਾਨਿਸਤਾਨ।
ਉਹ ਕਹਿੰਦੇ ਕਿ ਲਾਈਕ ਇੱਕ ਫਰੈਂਡਲੀ ਬੰਦਾ ਅਫਗਾਨਿਸਤਾਨ 'ਚ ਬੈਠਾ ਹੋਊਗਾ, ਸਾਡੇ ਲਈ ਈਜ਼ੀ ਹੋਊਗਾ, ਉੱਥੇ ਰਸ਼ੀਆ ਐਕਸਪੈਂਡ ਨਹੀਂ ਕਰੂਗਾ ਐਂਡ ਅਫਗਾਨਿਸਤਾਨ ਵਾਲੇ ਸਾਡੇ 'ਤੇ ਅਟੈਕ ਨਹੀਂ ਕਰਨਗੇ, ਤਾਂ ਆਪਾਂ ਕੋਈ ਫਰੈਂਡਲੀ ਬੰਦਾ ਉੱਥੇ ਅਫਗਾਨਿਸਤਾਨ 'ਚ ਅਪੋਇੰਟ ਕਰ ਦਈਏ। ਇਸ ਕੰਟੈਕਸਟ 'ਚ ਇੱਕ ਵਾਰ ਫਸਟ ਅਫਗਾਨ ਵਾਰ ਕਰਦੇ ਆ ਬ੍ਰਿਟਿਸ਼, ਫਸਟ ਐਂਗਲੋ ਅਫਗਾਨ ਵਾਰ ਰਿਜ਼ਲਟ ਹੁੰਦੀ ਹੈ ਇਹਦੇ ਕੌਨਸੀਕੁਐਂਸ 'ਚ। ਆਫ ਕੋਰਸ ਦੋਨੋਂ ਆਰਮੀਜ਼ ਜਾਂਦੀਆਂ, ਇੱਕ ਵਾਰੀ ਤਾਂ ਅਫਗਾਨਸ ਨੂੰ ਹਰਾ ਦਿੰਦੀਆਂ, ਬਟ ਦੈਨ ਇਟ ਵਾਜ਼ ਨਾਟ ਪੋਸੀਬਲ ਕਿ ਇੱਕ ਆਰਮੀ ਉੱਥੇ ਸਟੇਸ਼ਨ ਕੀਤੀ ਜਾਵੇ। ਸਿੱਖ ਆਰਮੀ ਤਾਂ ਵਾਪਸ ਆ ਜਾਂਦੀ ਹੈ, ਬ੍ਰਿਟਿਸ਼ ਆਰਮੀ ਥੋੜ੍ਹੀ ਜਿਹੀ ਢੀਠ ਹੁੰਦੀ ਹੈ, ਕਹਿੰਦੇ ਅਸੀਂ ਤਾਂ ਆਪਦੇ ਬੰਦੇ ਉੱਥੇ ਹੀ ਰੱਖਾਂਗੇ। ਹੁਣ ਅਫਗਾਨਸ ਨੂੰ ਤੁਹਾਨੂੰ ਪਤਾ ਕੰਟਰੋਲ 'ਚ ਰੱਖਣਾ ਥੋੜ੍ਹਾ ਜਿਹਾ ਔਖਾ ਹੈ, ਅਫਗਾਨ ਆਰਮੀ ਬ੍ਰਿਟਿਸ਼ ਆਰਮੀ ਦੇ ਅਗੇਂਸਟ ਰਿਵੋਲਟ ਕਰ ਦਿੰਦੀ ਹੈ ਐਂਡ ਬ੍ਰਿਟਿਸ਼ ਆਰਮੀ ਨੂੰ ਕਾਫੀ ਨੁਕਸਾਨ ਹੁੰਦਾ ਹੈ। ਲਾਈਕ ਅਲਟੀਮੇਟਲੀ ਥੋੜ੍ਹਾ ਜਿਹਾ ਇੱਜ਼ਤ ਬਤਾਉਣ ਦੇ ਚੱਕਰ 'ਚ ਉਹ ਦੁਬਾਰਾ ਕਾਬੁਲ 'ਤੇ ਕਬਜ਼ਾ ਤਾਂ ਕਰ ਲੈਂਦੇ, ਪਰ ਉਹਨਾਂ ਨੂੰ ਸਮਝ ਲੱਗ ਜਾਂਦਾ ਕਿ ਇੱਥੋਂ ਕੁਛ ਖੱਟਣਾ ਨਹੀਂਗਾ ਆਪਾਂ। ਤਾਂ ਇਹ ਤੁਸੀਂ ਧਿਆਨ 'ਚ ਰੱਖਣਾ ਹੈ ਕਿ ਟ੍ਰਾਈਪਾਰਟਾਈਟ ਐਗਰੀਮੈਂਟ ਹੋਈ ਸੀਗੀ ਬਿਟਵੀਨ ਰਣਜੀਤ ਸਿੰਘ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਐਂਡ ਸ਼ਾਹ ਸ਼ੂਜਾ, ਕਿ ਸ਼ਾਹ ਸ਼ੂਜਾ ਨੂੰ ਆਪਾਂ ਅਮੀਰ ਆਫ ਅਫਗਾਨਿਸਤਾਨ ਅਪੋਇੰਟ ਕਰ ਦਿੰਦੇ ਹਾਂ। ਬਟ ਉਹਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਪੋਲੀਟੀਕਲ ਆਪਸ਼ਨਸ ਵੀ ਖਤਮ ਹੋ ਰਹੇ ਸੀਗੇ। ਇੱਧਰ ਸਤਲੁਜ ਵਾਲੀ ਸਾਈਡ 'ਤੇ ਐਕਸਪੈਂਡ ਨਹੀਂ ਕਰ ਸਕਦੇ, ਉੱਧਰ ਅਫਗਾਨਿਸਤਾਨ 'ਚ ਐਕਸਪੈਂਡ ਨਹੀਂ ਕਰ ਪਾਉਣਗੇ। In any case, like it was 1838, Maharaja Ranjit Singh was quite old and his health was also failing. अगले साल 1839 'ਚ ਤਾਂ ਉਹਨਾਂ ਦੀ ਡੈਥ ਹੀ ਹੋ ਗਈ। A word about the famous Kohinoor diamond. Kohinoor ਗੋਲਕੰਡਾ ਮਾਈਨਸ 'ਚ ਮਾਈਨ ਕੀਤਾ ਗਿਆ ਸੀਗਾ। ਮੁਗਲਸ ਦੇ ਲਾਈਕ ਟ੍ਰੈਜਰੀ ਦਾ ਹਿੱਸਾ ਸੀਗਾ, ਮੁਗਲ ਥਰੋਨ ਦਾ ਹਿੱਸਾ ਸੀਗਾ। ਨਾਦਰ ਸ਼ਾਹ ਦੀ ਪਰਸ਼ੀਅਨ ਇਨਵੇਡਰ 1739 'ਚ ਅਟੈਕ ਕਰਦਾ ਹੈ ਐਂਡ ਪੀਕੌਕ ਥਰੋਨ 'ਤੇ ਕੋਹੀਨੂਰ ਡਾਇਮੰਡ ਲੈ ਕੇ ਪਰਸ਼ੀਆ ਚਲਾ ਜਾਂਦਾ ਹੈ। ਹੁਣ ਪਰਸ਼ੀਆ ਤੋਂ ਅੱਗੇ ਲਾਈਕ ਨਾਦਰ ਸ਼ਾਹ ਦੇ ਸਕਸੈਸਰਸ ਕੋਲੇ ਜਾਂਦਾ ਹੈ, ਬਟ ਅਹਿਮਦ ਸ਼ਾਹ ਅਬਦਾਲੀ ਉਹਦੇ ਸਕਸੈਸਰਸ ਨੂੰ ਹਰਾ ਦਿੰਦਾ ਹੈ ਐਂਡ ਉਹਨਾਂ ਤੋਂ ਕੋਹੀਨੂਰ ਡਾਇਮੰਡ ਲੈ ਲੈਂਦਾ ਹੈ। ਤਾਂ ਹੁਣ ਕੋਹੀਨੂਰ ਆ ਗਿਆ ਹੈ ਨਾਦਰ ਸ਼ਾਹ ਪਰਸ਼ੀਅਨ ਡਾਇਨੈਸਟੀ ਤੋਂ ਅਫਗਾਨ ਰੂਲਰ ਅਹਿਮਦ ਸ਼ਾਹ ਅਬਦਾਲੀ ਕੋਲੇ ਆ ਗਿਆ। ਅਹਿਮਦ ਸ਼ਾਹ ਅਬਦਾਲੀ ਦੇ ਅੱਗੇ ਸਕਸੈਸਰਸ ਕੋਲੇ ਟ੍ਰਾਂਸਫਰ ਹੁੰਦਾ ਰਹਿੰਦਾ ਹੈ। ਬਟ ਇਸ ਕੰਟੈਕਸਟ 'ਚ ਇੰਪੋਰਟੈਂਟ ਹੈ ਕਿ ਜ਼ਮਨ ਸ਼ਾਹ ਵਾਜ਼ ਵਨ ਆਫ ਦੀ ਗ੍ਰੈਂਡਸਨਸ ਆਫ ਅਹਿਮਦ ਸ਼ਾਹ। ਨਾ ਉਹ ਲਾਈਕ ਬੰਦਿਆਂ ਦੇ ਨਾਮ ਯਾਦ ਰਹਿਣ ਨਾ ਰਹਿਣ, ਇਹਦਾ ਬ੍ਰਦਰ ਹੁੰਦਾ ਸ਼ਾਹ ਸ਼ੂਜਾ ਹੂ ਬਿਕੇਮ ਅ ਪ੍ਰਿਜ਼ਨਰ ਇਨ ਕਸ਼ਮੀਰ, ਉਹੀ ਵਾਲਾ ਆਪਣਾ। ਇਹਦੀ ਵਾਈਫ ਵਫਾ ਬੇਗਮ ਪ੍ਰੋਮਿਸ ਕਰਦੀ ਹੈ ਕਿ ਜੇ ਸ਼ਾਹ ਸ਼ੂਜਾ ਨੂੰ ਹੈਲਪ ਕਰ ਦਿੱਤੀ ਜਾਵੇ, ਉਹਦੀ ਲਾਈਫ ਬਚਾ ਲਈ ਜਾਵੇ, ਤਾਂ ਕੋਹੀਨੂਰ ਡਾਇਮੰਡ ਮੈਂ ਰਣਜੀਤ ਸਿੰਘ ਨੂੰ ਦੇ ਦੂੰਗੀ ਜੇ ਰਣਜੀਤ ਸਿੰਘ ਮੇਰੀ ਹੈਲਪ ਕਰੇ। ਰਣਜੀਤ ਸਿੰਘ ਹੈਲਪ ਕਰਦਾ ਐਂਡ ਕੋਹੀਨੂਰ ਡਾਇਮੰਡ ਵਾਸ ਗਿਵਨ ਟੂ ਮਹਾਰਾਜਾ ਰਣਜੀਤ ਸਿੰਘ। ਤਾਂ ਅਹਿਮਦ ਸ਼ਾਹ ਅਬਦਾਲੀ ਦੀ ਫੈਮਿਲੀ ਤੋਂ ਡਾਇਮੰਡ ਆਇਆ, ਕੋਹੀਨੂਰ ਆਇਆ ਮਹਾਰਾਜਾ ਰਣਜੀਤ ਸਿੰਘ ਕੋਲੇ। ਉਹਨਾਂ ਦੇ ਸਕਸੈਸਰਸ ਤੋਂ ਹੁੰਦਾ ਗਿਆ ਮਹਾਰਾਜਾ ਦਲੀਪ ਸਿੰਘ ਕੋਲੇ, ਦੀ ਲਾਸਟ ਸਿੱਖ ਰੂਲਰ। ਐਂਡ ਆਫਟਰ ਹੀ ਵਾਜ਼ ਡਿਫੀਟਡ ਇਨ ਦੀ ਐਂਗਲੋ ਸਿੱਖ ਵਾਰਸ, ਦੀ diamond was passed on, मतलब it was presented as a gift from Maharaja Dalip Singh to Queen of England, Queen Victoria ਨੂੰ ਗਿਫਟ ਦੀ ਤਰ੍ਹਾਂ ਪ੍ਰੈਜ਼ੈਂਟ ਕੀਤਾ ਗਿਆ। ਬਟ ਆਲ ਆਫ ਅਸ ਨੋ ਕਿ ਇਹ ਗਿਫਟ ਕਿੰਨਾ ਕੋਈ ਵੋਲੰਟਰੀ ਸੀਗਾ ਐਂਡ ਕਿੰਨਾ ਕੋਈ ਮਜਬੂਰਨ ਸੀਗਾ। ਤਾਂ ਦਿਸ ਇਜ਼ ਹਾਊ ਦੀ ਕੋਹੀਨੂਰ ਡਾਇਮੰਡ ਵੈਂਟ ਟੂ ਦ ਬ੍ਰਿਟਿਸ਼ ਟ੍ਰੈਜਰੀ ਐਂਡ ਇਟ ਇਜ਼ ਵਨ ਆਫ ਦੀ jewels that honors the British crown. ਉਸ ਤੋਂ ਬਾਅਦ ਥੋੜ੍ਹਾ ਜਿਹਾ ਲੈਟਸ ਹੈਵ ਅ ਵਰਡ ਅਬਾਊਟ ਰਣਜੀਤ ਸਿੰਘ's ਐਡਮਿਨਿਸਟ੍ਰੇਸ਼ਨ, ਬਿਕਾਜ਼ ਇਟ ਵਾਸ ਦੀ ਲਾਈਕ ਮੋਸਟ ਸਕਸੈਸਫੁਲ ਇੰਡੀਅਨ ਸਟੇਟ ਆਫ ਦੀ ਟਾਈਮਸ। ਇਟ ਵਾਸ ਦੀ ਵਨ ਸਟੇਟ ਜਿਹਦੇ ਨਾਲ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵੀ ਲੜਨਾ ਨਹੀਂ ਚਾਹੁੰਦੀ ਸੀਗੀ ਐਂਡ ਫਾਈਟ ਨਹੀਂ ਕਰਨਾ ਚਾਹੁੰਦੀ ਸੀਗੀ। ਤਾਂ ਲਾਈਕ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਐਡਮਿਨਿਸਟ੍ਰੇਸ਼ਨ ਆਰਗੇਨਾਈਜ਼ ਕੀਤੀ। ਦੀ ਪ੍ਰੋਵਿੰਸ ਵਾਸ ਡਿਵਾਈਡਡ ਇਨਟੂ ਦੀ ਕਿੰਗਡਮ ਵਾਸ ਡਿਵਾਈਡਡ ਇਨਟੂ 4 provinces, ਲਾਹੌਰ, ਮੁਲਤਾਨ, ਕਸ਼ਮੀਰ ਤੇ ਪਸ਼ਾਵਰ। ਐਵਰੀ ਪ੍ਰੋਵਿੰਸ ਵਾਸ ਹੈਡਡ ਬਾਈ ਅ ਨਜ਼ੀਮ who was assisted by collectors known as Kardars. The strength of the state laid in army and Ranjit Singh recognized that he must reorganize कि अपनी army ਨੂੰ ਉਹ European lines ਤੇ organize ਕਰਕੇ ਰੱਖਣ। ਤਾਂ ਇਸ ਕੰਟੈਕਸਟ 'ਚ 2 ਇੰਪੋਰਟੈਂਟ ਫਰੈਂਚ ਆਫਿਸਰਸ ਉਹਨਾਂ ਨੇ ਲਾਈਕ ਰਿਕਰੂਟ ਕੀਤੇ, ਜਿਹੜੇ ਟ੍ਰੇਨ ਵੀ ਕਰਦੇ ਸੀਗੇ ਐਂਡ ਇੰਪੋਰਟੈਂਟ ਯੂਨਿਟਸ ਨੂੰ ਕਮਾਂਡ ਵੀ ਕਰਦੇ ਸੀ, ਆਰਟਿਲਰੀ ਕੈਵਲਰੀ ਨੂੰ ਕਮਾਂਡ ਵੀ ਕਰਦੇ ਸੀਗੇ, ਕਿ ਜੌਨ ਬੈਪਟਿਸਟ Ventura and John Francois Allard. These were the 2 French officers who used to train the who Ranjit Singh used to reorganize his army on the European model. ਕਹਿੰਦਾ ਜੇ ਮੇਰੀ ਆਰਮੀ
ਮੋਡਰਨਾਈਜ਼ ਹੋਊਗੀ ਤਾਂ ਹੀ ਮੈਂ ਮੋਸਟ ਮਾਡਰਨ ਆਰਮੀ ਇਨ ਦੀ ਵਰਲਡ ਬ੍ਰਿਟਿਸ਼ ਇੰਡੀਅਨ ਆਰਮੀ ਨੂੰ ਚੈਲੰਜ ਦੇ ਪਾਊਂਗਾ, ਤਾਂ ਹੀ ਉਹਨਾਂ ਦੀ ਉਹਨਾਂ ਨੂੰ ਮੈਂ ਡੈਟਰ ਕਰ ਪਾਊਂਗਾ ਕਿ ਮੇਰੇ ਤੇ ਅਟੈਕ ਨਾ ਕਰਨ। ਸੋ ਹੀ ਮੇਨਟੇਨਡ ਹਿਜ਼ ਆਰਮੀ ਅਕੋਰਡਿੰਗ ਟੂ ਦੀ European standards. Moreover, even though we say that it's a Sikh empire, but of course people of different religions enjoyed patronage under the court of Maharaja Ranjit Singh. For example, Fakir Azizuddin ਉਹਨਾਂ ਦੇ foreign minister ਸੀਗੇ, ਦੀਨਾਨਾਥ ਉਹਨਾਂ ਦੇ finance minister ਸੀਗੇ ਆ ਹਿੰਦੂ, ਧਿਆਨ ਸਿੰਘ ਆ ਡੋਗਰਾ ਉਹਨਾਂ ਦੇ prime minister ਸੀਗੇ, ਵਜ਼ੀਰ ਸੀਗੇ। ਤਾਂ all the sections of society they were represented in the government. But this strong state that was created by Maharaja Ranjit Singh within a very short span of 5 or 6 years, it laid in complete disorder. ਕੋਈ ਸਿਸਟਮ ਨਹੀਂ ਸੀਗਾ, ਕੋਈ ਪੂਰੀ ਟੋਟਲ ਅਨਾਰਕਿਕ ਸਟੇਟ 'ਚ ਸੀਗਾ ਪੰਜਾਬ within 4 or 5 years of the death of Maharaja Ranjit Singh. And it was this political instability in Punjab ਜਿਹਦੇ ਕਰਕੇ ਬ੍ਰਿਟਿਸ਼ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਡਿਸਾਈਡ ਕੀਤਾ ਕਿ ਕਿਉਂਕਿ ਪੰਜਾਬ 'ਤੇ ਬਹੁਤ ਜ਼ਿਆਦਾ ਇਨਸਟੇਬਿਲਿਟੀ ਹੈ ਐਂਡ ਪੰਜਾਬ ਜਸਟ ਲਾਈਜ਼ ਔਨ ਦੀ ਬਾਰਡਰ ਆਫ ਦੀ ਬ੍ਰਿਟਿਸ਼ ਅੰਪਾਇਰ, ਨਾਓ ਬ੍ਰਿਟਿਸ਼ ਅੰਪਾਇਰ ਮਸਟ ਇੰਟਰਵੀਨ ਇਨ ਪੰਜਾਬ ਐਂਡ ਇਹਨੂੰ ਇੱਥੇ ਆਰਡਰ ਸੈਟ ਇਨ ਕੀਤਾ ਜਾਵੇ ਤਾਂ ਹੀ ਬ੍ਰਿਟਿਸ਼ ਅੰਪਾਇਰ ਦੀ ਸਿਕਿਉਰਿਟੀ ਨੂੰ ਗਰੰਟੀ ਕੀਤਾ ਜਾ ਸਕਦਾ ਹੈ। That was the cause of the first Anglo-Sikh war. Before that, I have already discussed in the modern history class. I'm not going into the details over here. I have already discussed in the modern history classes कि किस तरह after the death of Maharaja Ranjit Singh, 5 different rulers came to throne in very quick succession. ਪਹਿਲਾਂ ਉਹਨਾਂ ਦੇ son ਖੜਕ ਸਿੰਘ, then ਉਹਨਾਂ ਦੀ ਖੜਕ ਸਿੰਘ ਦੀ death ਤੋਂ ਬਾਅਦ ਨੌਨਹਾਲ ਸਿੰਘ ਜੀ, in fact he was declared ਕਿ he is not fit to rule, ਤਾਂ ਨੌਨਹਾਲ ਸਿੰਘ ਜੀ ਆਉਂਦੇ ਉਹਨਾਂ the grandson, the son of Khadak Singh. Then after the death of Nonhal the mother, Khadak Singh the wife, Chand Kaur, she rules as a regent. And ਉਸ ਤੋਂ ਬਾਅਦ one of the other sons of the Ranjit Singh, Sher Singh comes to the throne. Now during all this period ਕਿ ਜਦੋਂ different rulers ਆ ਰਹੇ ਹੈ, ਜਿਹੜੀ court politics ਹੁੰਦੀ ਹੈ, one section of nobility fighting against the other section of nobility, ਇਹ ਕਾਫੀ forefront ਤੇ ਸੀਗੀ। The most important personality after the death of Maharaja Ranjit Singh was his Wazir ਧਿਆਨ ਸਿੰਘ ਡੋਗਰਾ। ਉਹਨਾਂ ਨੇ ਸਾਰੀ ਐਡਮਿਨਿਸਟ੍ਰੇਸ਼ਨ ਆਪਣੇ ਹੱਥ 'ਚ ਰੱਖਣ ਦੀ ਕੋਸ਼ਿਸ਼ ਕੀਤੀ, ਕੋਰਟ ਪੋਲੀਟਿਕਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਬਟ ਆਫ ਕੋਰਸ ਓਪੋਜ਼ਿਟ ਸੈਕਸ਼ਨ ਇੰਨਾ ਜ਼ਿਆਦਾ ਫਰੈਂਡਲੀ ਨਹੀਂ ਸੀਗਾ, ਉਹਦੇ ਕਰਕੇ ਇਨਸਟੇਬਿਲਿਟੀ ਜੀ ਕ੍ਰੀਏਟ ਹੁੰਦੀ ਰਹੀ। ਐਂਡ ਡਿਊਰਿੰਗ ਆਲ ਦਿਸ ਵਾਈਲ ਦੇਅਰ ਵਾਸ ਪੋਲੀਟੀਕਲ ਇਨਸਟੇਬਿਲਿਟੀ ਇਨ ਦੀ ਲਾਹੌਰ ਦਰਬਾਰ, ਖਾਲਸਾ ਆਰਮੀ ਜਿਹੜੀ ਸਿੱਖ ਆਰਮੀ ਸੀਗੀ ਉਹ ਆਪਣੀ ਹੀ ਹੱਥ 'ਚ ਉਹਨਾਂ ਨੇ ਪੋਲੀਟੀਕਲ ਪਾਵਰ ਰਿਜ਼ਿਊਮ ਕਰ ਲਈ ਸੀਗੀ, ਤਾਂ ਇਸ ਕਰਕੇ ਕਾਫੀ ਸਿਚੁਏਸ਼ਨ ਵੋਲੇਟਾਈਲ ਹੋ ਰਹੀ ਸੀਗੀ after the death of Maharaja Ranjit Singh। and ਇਹੀ volatile situation ਕਰਕੇ ਬ੍ਰਿਟਿਸ਼ ਗਵਰਨਰ ਜਨਰਲ ਡਿਸਾਈਡ ਕਰਦੇ ਆ ਕਿ ਹੁਣ ਇੱਥੇ ਪੰਜਾਬ 'ਚ ਇੰਟਰਵੀਨ ਕਰਨਾ ਪੈਣਾ। ਲਾਸਟ ਐਂਪਰਰ ਆਪਾਂ ਨੂੰ ਪਤਾ ਹੈ ਮਹਾਰਾਜਾ ਦਲੀਪ ਸਿੰਘ, and he was pensioned off, he was removed from his seat after the second Anglo-Sikh war under Lord Dalhousie 1848 and 1849। ਤਾਂ battles ਵਗੈਰਾ ਇਹ ਸਾਰੀਆਂ ਆਪਾਂ ਮੋਟੀਆਂ ਕੀਤੀਆਂ ਹੋਈਆਂ, ਥੋੜ੍ਹੀਆਂ ਜਿਹੀਆਂ ਡਿਟੇਲ 'ਚ ਤੁਹਾਨੂੰ ਇਸ ਸ਼ੀਟ 'ਚ ਮਿਲ ਜਾਣਗੀਆਂ ਜਿਹੜੀ ਤੁਹਾਨੂੰ ਇਸ ਕਲਾਸ ਦੇ ਨਾਲ ਮੈਂ ਅਟੈਚ ਕੀਤੀ ਹੈ। so that is all as far as the British history of Punjab is concerned. The political history of Punjab in the period between the rise of Maharaja Ranjit Singh and birth of Sikhism। ਤਾਂ ਇਹ ਵਾਲਾ ਆਪਣਾ ਪੋਰਸ਼ਨ ਕੰਪਲੀਟ ਹੁੰਦਾ ਹੈ। ਹਾਂ ਭਾਈ, ਅੱਜ ਦਾ ਹੁਣ ਕਤਈ ਲਾਸਟ ਟੌਪਿਕ ਦੀ ਰਿਫਾਰਮ ਮੂਵਮੈਂਟਸ ਇਨ ਪੰਜਾਬ। ਜੋ ਕੁਝ ਜਨਰਲ ਰਿਲੀਜੀਅਸ ਰਿਫਾਰਮ ਮੂਵਮੈਂਟਸ ਸੀਗੀਆਂ, ਕੁਝ ਸਿੱਖ ਰਿਫਾਰਮ ਮੂਵਮੈਂਟਸ ਸੀਗੀਆਂ ਵਿਦਿਨ ਦੀ ਸਿੱਖ ਸੋਸਾਇਟੀ ਸੀਗੀਆਂ। ਜਨਰਲ ਰਿਫਾਰਮ ਮੂਵਮੈਂਟਸ 'ਚ ਨਿਰੰਕਾਰੀ ਮੂਵਮੈਂਟ ਇਹਨਾਂ ਦੇ ਮੂਵਮੈਂਟਸ ਦੇ ਨਾਮ ਹਨ, ਇਹਨਾਂ ਦੇ ਫਾਊਂਡਰਸ ਇੰਪੋਰਟੈਂਟ ਰਹਿਣਗੇ। ਨਿਰੰਕਾਰੀ ਮੂਵਮੈਂਟ ਸਟਾਰਟਡ ਬਾਏ ਬਾਬਾ ਦਿਆਲ ਸਿੰਘ ਰਾਵਲਪਿੰਡੀ ਵਾਲੇ ਰੀਜਨ 'ਚ। ਆਫਟਰ ਇੰਡੀਪੈਂਡੈਂਸ the base was shifted to Indian Punjab। The Radha Swami movement started by Swami Shiv Dayal in Agra। It was introduced in Punjab by one of his disciples, Baba Jaimal Singh ji। Then Namdhari or Kuka movement।
It was started by Baba Balak Singh ji, but the most important personality in this case was Baba Ram Singh ji. And he not only was engaging in the religious reform, it was also actively involved in the political events of the time, opposing the Christian missionary activities and also the conversion or the propagating activities of the Muslims of that point of time. So आ तीन मूवमेंट तुसीं याद रखनी है अपने एग्जाम पॉइंट ऑफ व्यू तो इन्हां दे फॉलोअर इन्हां दे फाउंडर्स याद रखने हैं, निरंकारी मूवमेंट, राधा स्वामी मूवमेंट एंड दी नामधारी मूवमेंट. नाउ कमिंग टू द सिख रिफॉर्म मूवमेंट्स, ये तुहाडे एग्जाम पॉइंट ऑफ व्यू तो इंपॉर्टेंट है. दो इस च आपां मूवमेंट बेसिकली करांगे, एक सिंह सभा मूवमेंट एंड एक गुरुद्वारा रिफॉर्म्स मूवमेंट है. सिंह सभा मूवमेंट का कंटैक्सट की है. Now 1848-1849 च सैकेंड एंग्लो-मैसूर वॉर होंदी है एंड पंजाब वॉज annexed to the British dominions. Thereafter what happens? Okay, Christian missionaries, they start spreading Christianity in the Punjab region and they start encouraging conversions to Christianity. Now this raises an alarm bell कि इदा ਤਾਂ ਕਿਉਂਕਿ ਹੁਣ ਇੰਡੀਆ ਬ੍ਰਿਟਿਸ਼ ਕੰਟਰੋਲ 'ਚ ਹੈ ਤਾਂ ਕ੍ਰਿਸਚਨ ਮਿਸ਼ਨਰੀਜ਼ ਨੂੰ ਫ੍ਰੀ ਸਪੋਰਟ ਆਫ ਦੀ ਗਵਰਨਮੈਂਟ ਹੈ. ਤਾਂ ਇੱਦਾਂ ਨਾ ਹੋਵੇ ਕਿ ਕਾਫੀ ਸਾਰੇ ਸਿੱਖ ਕਨਵਰਟ ਕਰ ਲੈਣ ਕ੍ਰਿਸਚੈਨਿਟੀ ਤੋਂ. ਤਾਂ ਇਸ ਕੰਟੈਕਸਟ 'ਚ ਸਿੰਘ ਸਭਾ ਮੂਵਮੈਂਟ ਦਾ ਬਰਥ ਹੁੰਦਾ ਹੈ. 1873 'ਚ ਅਕਾਲ ਤਖਤ ਅੰਮ੍ਰਿਤਸਰ 'ਚ ਇਹਦੀ ਫਾਰਮੇਸ਼ਨ ਕੀਤੀ ਜਾਂਦੀ ਹੈ, ਸ਼੍ਰੀ ਗੁਰੂ ਸਿੰਘ ਸਭਾ. Objective है to propagate the Sikh religion, to promote the study of the Sikh history, Sikh literature, Sikh culture, and to promote the study of modern knowledge through the medium of Punjabi language, to start magazines and newspapers in Punjabi. Important personalities: Sardar Thakur Singh Sandhawaliya was its chairman and Gyani Gyan Singh was its secretary. नो सिंह सभा ये तो एक पहली सिंह सभा सी जिहड़ी अकाल तख्त अमृतसर च बनी, अमृतसर सिंह सभा. होर जगहों ते भी सिंह सभा की फॉर्मेशन हुई जिन्हां च इंपॉर्टेंट है लाहौर सिंह सभा अंडर प्रोफैसर गुरमुख सिंह. 1879 च लाहौर सिंह सभा की फॉर्मेशन हुंदी है. हुण इस ही कंटैक्सट क्योंकि मल्टीपल सिंह सभास बन रही सीगियां तां सॉर्ट ऑफ ऑर्गेनाइजेशनल स्ट्रक्चर देने की कोशिश की गई. 1880 च ਅੰਮ੍ਰਿਤਸਰ ਵਾਲੀ ਸਿੰਘ ਸਭਾ ਨੂੰ ਚੀਫ ਖਾਲਸਾ ਦੀਵਾਨ ਦਾ ਸਟੇਟਸ ਦੇ ਦਿੱਤਾ ਗਿਆ. ਇਹਨੂੰ ਇੱਕ ਕੰਟਰੋਲਿੰਗ ਬੋਡੀ, ਇੱਕ ਸੁਪੀਰੀਅਰ ਬੋਡੀ ਦੀ ਤਰ੍ਹਾਂ ਕ੍ਰੀਏਟ ਕਰ ਦਿੱਤਾ ਗਿਆ ਬਾਕੀ ਦੀਆਂ ਸਿੰਘ ਸਭਾਸ ਨੂੰ ਕੰਟਰੋਲ ਕਰਨ ਲਈ. ਐਟ ਦੀ ਸੇਮ ਪੁਆਇੰਟ ਆਫ ਟਾਈਮ ਲਾਹੌਰ ਵਾਲੀ ਜਿਹੜੀ ਸਿੰਘ ਸਭਾ ਸੀ ਜਾਂ ਲਾਹੌਰ ਵਾਲਾ ਜਿਹੜਾ ਖਾਲਸਾ ਦੀਵਾਨ ਸੀ, ਇਟ ਕੰਟੀਨਿਊਡ ਟੂ ਬੀ ਰਨ ਅ ਰਾਦਰ ਇਨ ਅ ਇੰਡੀਪੈਂਡੈਂਟ ਜਿਹਾ ਮੈਨਰ ਅੰਡਰ ਪ੍ਰੋਫੈਸਰ ਗੁਰਮੁਖ ਸਿੰਘ. ਪਰ ਗੁਰਮੁਖ ਸਿੰਘ ਜੀ ਦੀ ਡੈਥ ਤੋਂ ਬਾਅਦ ਦੇਰ ਵਾਸ ਨੋਬਡੀ ਟੂ ਗਿਵ ਡਾਇਰੈਕਸ਼ਨ ਟੂ ਲਾਹੌਰ ਸਿੰਘ ਸਭਾ. ਆਲਰੇਡੀ ਜਿਹੜੀ ਅੰਮ੍ਰਿਤਸਰ ਵਾਲੀ ਸਿੰਘ ਸਭਾ ਉਹਦਾ ਸਟੇਟਸ ਐਜ਼ ਅ ਖਾਲਸਾ ਦੀਵਾਨ ਤਾਂ ਸੀ ਹੀ ਟੂ ਕੰਟਰੋਲ ਦੀ ਐਕਟੀਵਿਟੀਜ਼ ਆਫ ਦੀ ਅਦਰ ਸਿੰਘ ਸਭਾ. ਜਦੋਂ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀ ਡੈਥ ਹੋ ਗਈ ਐਂਡ ਕੋਈ ਲਾਹੌਰ ਸਿੰਘ ਸਭਾ 'ਚ ਇੰਪੋਰਟੈਂਟ ਲੀਡਰ ਨਹੀਂ ਇਮਰਜ ਹੋਇਆ ਤਾਂ ਅੰਮ੍ਰਿਤਸਰ ਵਾਲੀ ਖਾਲਸਾ ਦੀਵਾਨ ਨੂੰ ਜਾਂ ਅੰਮ੍ਰਿਤਸਰ ਵਾਲੀ ਸਿੰਘ ਸਭਾ ਨੂੰ ਚੀਫ ਖਾਲਸਾ ਦੀਵਾਨ ਦਾ ਸਟੇਟਸ ਦਿੱਤਾ ਗਿਆ ਐਂਡ ਇਹਦੀ ਫਰਸਟ ਮੀਟਿੰਗ 1902 'ਚ ਕਾਲ ਕੀਤੀ ਗਈ. ਭਾਈ ਅਰਜਨ ਸਿੰਘ was the first president and ਸਰਦਾਰ ਸੁੰਦਰ ਸਿੰਘ ਮਜੀਠੀਆ ਸਾਹਿਬ was its first secretary. ਉਹਨਾਂ ਦੀ ਹੀ ਫੈਮਿਲੀ 'ਚੋਂ. ਜਿਵੇਂ ਕਿ ਮੈਂ ਤੁਹਾਨੂੰ ਅੱਜ ਦੀ ਕਲਾਸ 'ਚ ਪਹਿਲਾਂ ਵੀ ਦੱਸਿਆ ਸੀ, ਆਨੰਦ ਮੈਰਿਜ ਐਕਟ 1909 ਵਾਸ ਵਨ ਆਫ ਦੀ ਕਰਾਊਨਿੰਗ ਅਚੀਵਮੈਂਟਸ ਆਫ ਦੀ ਸਿੰਘ ਸਭਾ ਮੂਵਮੈਂਟ. ਗਵਰਨਮੈਂਟ 'ਤੇ ਇਹਨਾਂ ਨੇ ਪ੍ਰੈਸ਼ਰ ਬਣਾਇਆ ਐਂਡ ਅਲਟੀਮੇਟਲੀ ਦੀ ਸਿੱਖ ਮੈਰਿਜਿਸ ਸੋਲਮਨਾਈਜ਼ਡ ਅਕੋਰਡਿੰਗ ਟੂ ਦੇਅਰ ਸੈਰੇਮਨੀ ਆਨੰਦ ਕਾਰਜ ਉਹਨਾਂ ਨੂੰ ਰੈਕਗਨਾਈਜ਼ ਕੀਤਾ ਗਿਆ ਐਜ਼ ਲੀਗਲ ਮੈਰਿਜ. ਤਾਂ ਇਹ ਤਾਂ ਕਹਾਣੀ ਸੀਗੀ ਆਪਣੀ ਸਿੰਘ ਸਭਾ ਮੂਵਮੈਂਟ ਦੀ. ਦੈਨ ਗੁਰਦੁਆਰਾ ਰਿਫਾਰਮ ਮੂਵਮੈਂਟ. ਇਹ ਮੂਵਮੈਂਟ ਸੀਗੀ ਰਿਫਾਰਮ ਮੂਵਮੈਂਟ ਸੀ, ਅਕਾਲੀ ਮੂਵਮੈਂਟ ਵੀ ਕਹਿੰਦੇ ਇੱਥੇ. ਅਕਾਲੀ ਦਲ ਐਜ਼ ਆ ਆਰਗੇਨਾਈਜੇਸ਼ਨ ਕੇਮ ਇਨ ਟੂ ਐਗਜ਼ਿਸਟੈਂਸ. ਤਾਂ ਬੇਸਿਕਲੀ ਇਹ ਜਿਹੜੀ ਮੂਵਮੈਂਟ ਸੀਗੀ ਫॉर ਦੀ ਕੰਟਰੋਲ ਆਫ ਗੁਰਦੁਆਰਾਸ. after death of Guru ji and different gurudwaras ਜਿਹੜੇ ਸੀਗੇ, different shrines ਸੀਗੇ, they came to be controlled by mahant. ਹੁਣ ਇਹ mahant they may or may not be true Sikhs according to the dictates given by
10 ਸਿੱਖ ਗੁਰੂਸ ਗੁਰੂ ਗੋਬਿੰਦ ਸਿੰਘ ਜੀ ਦੇ ਜਿੱਦਾਂ ਲਾਈਕ ਸਿੱਖੀ ਦਾ ਜਿਹੜਾ ਉਹ ਦਿੱਤਾ ਫੋਰਮ ਉਹਨੂੰ ਅਡੇਅਰ ਕੰਪਲੀਟਲੀ ਨਹੀਂ ਕਰਦੇ ਸੀਗੇ ਇਨ ਮੈਨੀ ਆਫ ਦੀ ਕੇਸਿਸ ਮਤਲਬ ਫੋਰਮ ਅਡੇਅਰ ਨਹੀਂ ਕਰਦੇ ਸੀਗੇ ਇਹ ਤਾਂ ਇੱਕ ਵੱਖਰੀ ਗੱਲ ਹੋ ਗਈ ਅਦਰਵਾਈਜ਼ ਵੀ ਦੇ ਯੂਜ਼ ਟੂ ਇੰਡਲਜ ਇਨ ਇਮੋਰਲ ਐਕਟੀਵਿਟੀਜ਼ ਦੇ ਯੂਜ਼ ਟੂ ਇੰਡਲਜ ਇਨ ਰਿਲੀਜੀਅਸ ਐਕਟੀਵਿਟੀਜ਼ ਹਰਾਸਮੈਂਟ ਆਫ ਲਾਈਕ ਪੀਪਲ ਐਕਸਪਲੋਇਟੇਸ਼ਨ ਆਫ ਵਿਮਨ ਐਂਡ ਦੈਨ ਗੁਰਦੁਆਰਾਸ ਨੂੰ ਆਪਣੀ ਘਰ ਦੀ ਫੈਮਿਲੀ ਪ੍ਰੋਪਰਟੀ ਦੀ ਤਰ੍ਹਾਂ ਟਰੀਟ ਕਰਨਾ ਐਂਡ ਲੋਕਾਂ ਨੂੰ ਐਕਸਪਲੋਇਟ ਕਰਨਾ ਇਹ ਸਾਰੀਆਂ ਚੀਜ਼ਾਂ ਲਾਈਕ ਇਹ ਇਲਸ ਉਸ ਟਾਈਮ 'ਤੇ ਚੱਲ ਰਹੇ ਸੀਗੇ ਨਾਓ ਇਸ 'ਚ ਬ੍ਰਿਟਿਸ਼ ਗਵਰਨਮੈਂਟ ਦਾ ਵੀ ਇੱਕ ਇੰਪੋਰਟੈਂਟ ਰੋਲ ਸੀਗਾ ਕਿਉਂਕਿ ਇਹ ਜਿਹੜਾ ਪ੍ਰੋਪਰਟੀ ਰਿਲੇਸ਼ਨਸ ਹੈ ਇਹ ਬ੍ਰਿਟਿਸ਼ ਗਵਰਨਮੈਂਟ ਦੇ ਆਉਣ 'ਤੇ ਹੀ ਇਸਟੈਬਲਿਸ਼ ਹੋਇਆ ਕਿ ਉਹਨਾਂ ਨੇ ਹਰ ਚੀਜ਼ ਦੇ ਟਾਈਟਲਸ ਦੇਣੇ ਸਟਾਰਟ ਕਰਦੇ ਕਿ ਇਸ ਜ਼ਮੀਨ ਦਾ ਮਾਲਿਕ ਕੌਣ ਹੈ ਇਸ ਜ਼ਮੀਨ ਦਾ ਮਾਲਿਕ ਕੌਣ ਹੈ ਇਸ ਜ਼ਮੀਨ ਦਾ ਮਾਲਿਕ ਕੌਣ ਹੈ ਐਂਡ ਈਵਨ ਗੁਰਦੁਆਰਾਸ ਦੀ ਜਿਹੜੀ ਪ੍ਰੋਪਰਟੀ ਸੀ ਅਤੇ ਇੰਨੀ ਸਾਰੀ ਜਿਹੜੀ ਲੈਂਡ ਅਟੈਚਡ ਹੁੰਦੀ ਸੀਗੀ ਗੁਰਦੁਆਰਾਸ ਦੇ ਨਾਲ ਉਹ ਸਾਰੀ ਲੈਂਡ ਉਹ ਸਾਰੀ ਪ੍ਰੋਪਰਟੀ ਲਾਈਕ ਮਹੰਤਾਂ ਦੇ ਨਾਮ 'ਤੇ ਚੜ੍ਹਾਤੀ ਐਂਡ ਉਹ ਅੱਗੇ ਆਪਣੇ ਹਿਸਾਬ ਨਾਲ ਫੈਮਿਲੀ ਉਹਨਾਂ ਦੀ ਇਨਹੈਰੀਟੈਂਸ ਬਣ ਗਈ ਜਿਹੜੇ ਸਿੱਖ ਗੁਰਦੁਆਰਾ ਸੀਗੇ ਸਿੱਖ ਸ਼ਰਾਈਨ ਸੀਗੇ ਉਹ ਕਮਿਊਨਿਟੀ ਪ੍ਰੋਪਰਟੀ ਨਾ ਰਹਿ ਕੇ ਬਲਕਿ ਫੈਮਿਲੀ ਪ੍ਰੋਪਰਟੀ ਆਫ ਮਹੰਤ ਬਣ ਗਏ ਸੀਗੇ ਐਂਡ ਪ੍ਰੋਪਰਟੀ ਲਾਜ਼ ਆਫ ਦੀ ਟਾਈਮ ਬ੍ਰਿਟਿਸ਼ ਇੰਡੀਆ ਦੇ ਜਿਹੜੇ ਪ੍ਰੋਪਰਟੀ ਲਾਜ਼ ਸੀਗੇ ਉਹਦੇ ਹਿਸਾਬ ਨਾਲ ਇੱਦਾਂ ਹੀ ਹੋ ਸਕਦਾ ਸੀਗਾ ਤਾਂ ਇਸ ਕੰਟੈਕਸਟ 'ਚ ਗੁਰਦੁਆਰਾ ਰਿਫਾਰਮ ਮੂਵਮੈਂਟ ਆਈ ਤਾਂ ਕਿ ਕੰਟਰੋਲ ਆਫ ਗੁਰਦੁਆਰਾਸ ਕਮਿਊਨਿਟੀ ਦੇ ਹੱਥ 'ਚ ਵਾਪਸ ਆਏ ਜਾਂ ਕਮਿਊਨਿਟੀ ਦੇ ਰਿਪਰੈਜ਼ੈਂਟੇਟਿਵਸ ਕੋਲੇ ਆਵੇ ਮਹੰਤਾਂ ਕੋਲੋਂ ਇਹਦਾ ਕੰਟਰੋਲ ਲਿੱਤਾ ਜਾਵੇ ਇਹਨਾਂ ਨੂੰ ਉਦਾਸੀ ਪ੍ਰੀਤਸ ਕਿਹਾ ਜਾਂਦਾ ਉਦਾਸੀ ਮਹੰਤ ਕਿਹਾ ਜਾਂਦਾ ਕਿ ਲਾਈਕ ਇਹ ਕੰਪਲੀਟ ਤਰੀਕੇ ਨਾਲ ਜਿਹੜੇ ਜਿੱਦਾਂ ਫਾਰਮ ਆਫ ਸਿੱਖੀਜ਼ਮ ਨੂੰ ਅਬਜ਼ਰਵ ਨਹੀਂ ਕਰਦੇ ਸੀਗੇ ਤਾਂ ਦੇ ਯੂਜ਼ ਟੂ ਥੀਸ ਮਹੰਟਸ ਇਸ 'ਚ ਪ੍ਰੋਬਲਮ ਤੁਸੀਂ ਕੀ ਹੈ ਕਿ ਲਾਈਕ ਵਾਈ ਦੇਰ ਵਾਜ਼ ਸੋ ਮਚ ਰੈਜ਼ਿਸਟੈਂਸ ਇੱਕ ਤਾਂ ਮਹੰਤ ਲੋਕਲੀ ਸਟਰੋਂਗ ਸੀਗੇ ਫਾਈਨੈਂਸ਼ਲੀ ਸਟਰੋਂਗ ਸੀਗੇ ਉਹ ਜਿਹੜੀ ਗੋਲਕ ਵੀ ਹੁੰਦੀ ਸੀਗੀ ਉਹਦਾ ਵੀ ਕੰਟਰੋਲ ਮਹੰਤਾਂ ਕੋਲੇ ਹੁੰਦਾ ਸੀਗਾ ਬਿਕੋਜ਼ ਆਫ ਦੈਟ ਇੱਕ ਤਾਂ ਪ੍ਰੋਪਰਟੀ ਬਹੁਤ ਜ਼ਿਆਦਾ ਉੱਤੋਂ ਸਾਰੀਆਂ ਜਿਹੜੀਆਂ ਆਫਰਿੰਗਸ ਹੈ ਉਹ ਵੀ ਉਹਨਾਂ ਦੇ ਕੰਟਰੋਲ 'ਚ ਆਉਂਦੀਆਂ ਸੀਗੀਆਂ ਅਤੇ ਕਾਫੀ ਫਾਈਨੈਂਸ਼ਲੀ ਸਟਰੋਂਗ ਸੀਗੇ ਪੋਲੀਟੀਕਲੀ ਸਟਰੋਂਗ ਸੀਗੇ ਬ੍ਰਿਟਿਸ਼ ਨਾਲ ਅੱਛੇ ਰਿਲੇਸ਼ਨ ਸੀਗੇ ਐਂਡ ਬ੍ਰਿਟਿਸ਼ ਗਵਰਨਮੈਂਟ ਉਹਨਾਂ ਨੂੰ ਪ੍ਰੋਟੈਕਟ ਕਰਦੀ ਸੀਗੀ ਇਸ ਕਰਕੇ ਦਿਸ ਵਾਜ਼ ਦੀ ਕੀ ਡਿਫਿਕਲਟੀ ਇਨ ਰਿਫਾਰਮਿੰਗ ਦੀ ਗੁਰਦੁਆਰਾਸ ਇਨ ਟੇਕਿੰਗ ਦੀ ਕੰਟਰੋਲ ਆਫ ਗੁਰਦੁਆਰਾਸ ਕਿ ਬ੍ਰਿਟਿਸ਼ ਗਵਰਨਮੈਂਟ ਵੁੱਡ ਕਮ ਟੂ ਦੀ ਸਪੋਰਟ ਆਫ ਮਹੰਟਸ ਬਟ ਇਨ ਦਿਸ ਕੰਟੈਕਸਟ ਇੱਕ ਅਕਾਲੀਸ ਜਿਹੜੇ ਹੈਗੇ ਆ ਉਹ ਸਟਾਰਟ ਕਰਦੇ ਆ ਗੁਰਦੁਆਰਾ ਰਿਫਾਰਮ ਮੂਵਮੈਂਟ ਇਤਨਾ ਕਿਆ ਬੜਾ ਹੋ ਰਿਹਾ ਹੈ ਭਾਈ ਤੂੰ ਹਾਂਜੀ ਤਾਂ 1920 'ਚ ਐਕਚੁਅਲੀ ਲਾਈਕ ਅਕਾਲੀਸ ਦੇ ਸਟਾਰਟ ਪੁਟਿੰਗ ਪ੍ਰੈਸ਼ਰ ਔਨ ਦੀ ਗਵਰਨਮੈਂਟ ਤਾਂ ਗਵਰਨਮੈਂਟ ਕਹਿੰਦੀ ਹੈ ਕਿ ਜੀ ਅੱਛਾ ਜੀ ਅਸੀਂ ਇੱਕ ਕਮੇਟੀ ਬਣਾ ਦਿੰਦੇ ਹਾਂ 36 ਮੈਂਬਰਸ ਦੀ ਜਿਹੜੀ ਗੁਰਦੁਆਰਾਸ ਨੂੰ ਮੈਨੇਜ ਕਰੂਗੀ ਹੁਣ ਇਹ ਜਿਹੜੇ 36 ਮੈਂਬਰ ਸੀਗੇ ਸਾਰੇ ਨੋਮੀਨੇਟਡ ਬਾਈ ਦੀ ਬ੍ਰਿਟਿਸ਼ ਗਵਰਨਮੈਂਟ ਆਪਣੀ ਕਮਿਊਨਿਟੀ ਨੂੰ ਪਸੰਦ ਨਹੀਂ ਆਇਆ ਅਕਾਲੀਸ ਕਹਿੰਦੇ ਨਹੀਂ ਜੀ ਤੁਸੀਂ ਨਹੀਂ ਦੱਸੋਗੇ ਗੁਰਦੁਆਰਾਸ ਨੂੰ ਕਿਵੇਂ ਮੈਨੇਜ ਕੀਤਾ ਜਾਊਗਾ ਕਮਿਊਨਿਟੀ ਦੱਸੂਗੀ ਪੰਥ ਦੱਸੂਗਾ ਮਤਲਬ ਲਾਈਕ ਕਮਿਊਨਿਟੀ ਦੱਸੂਗੀ ਖਾਲਸਾ ਦੱਸੂਗਾ ਕਿੱਦਾਂ ਮੈਨੇਜ ਕਰਨਾ ਹੈ ਤਾਂ ਉਹਨਾਂ ਨੇ ਇੱਕ ਆਲਟਰਨੇਟਿਵ 175 ਮੈਂਬਰਸ ਦੀ ਇੱਕ ਕਮੇਟੀ ਬਣਾਈ ਜਿਹਨੂੰ ਉਹਨਾਂ ਨੇ ਆਪ ਹੀ ਪ੍ਰੋਕਲੇਮ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਇਹਨਾਂ 175 ਚੋਂ 36 ਮੈਂਬਰਸ ਵੀ ਸੀਗੇ ਜਿਹੜੇ ਸਰਕਾਰ ਨੇ ਦਿੱਤੇ ਸੀਗੇ ਪਰ ਲਾਈਕ ਇਟ ਵਾਜ਼ ਅ ਵਾਈਡਰ ਬੋਡੀ ਐਂਡ ਕਮਿਊਨਿਟੀ ਨੋਮੀਨੇਟਡ ਬੋਡੀ ਸੀਗੀ ਇਹਦੇ ਜਿਹੜੇ ਇੰਪੋਰਟੈਂਟ ਮੈਂਬਰ ਸੀਗੇ ਸੁੰਦਰ ਸਿੰਘ ਮਜੀਠੀਆ ਹਰਬੰਸ ਸਿੰਘ ਅਟਾਰੀ ਐਂਡ ਭਾਈ ਜੋਧ ਸਿੰਘ ਦੇ ਵਰ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਐਂਡ ਸੈਕਟਰੀ ਰਿਸਪੈਕਟਿਵਲੀ ਨਾਮ ਇੱਥੇ ਤੁਹਾਡੇ ਐਗਜ਼ਾਮ ਲਈ ਇੰਪੋਰਟੈਂਟ ਹੋ ਸਕਦੇ ਆ ਨਾਓ ਕਮਿਊਨਿਟੀ ਨੇ ਇੱਕ ਕਮੇਟੀ ਬਣਾਤੀ ਐਂਡ ਕਿਹਾ ਕਿ ਹੁਣ ਤੋਂ ਇਹ ਕਮੇਟੀ ਗੁਰਦੁਆਰਾਸ ਨੂੰ ਮੈਨੇਜ ਕਰਿਆ ਕਰੂਗੀ ਹੁਣ ਇਹਨਾਂ ਦੇ ਕਹਿਣ ਨਾਲ ਸਿਰਫ ਇੱਦਾਂ ਪ੍ਰੋਕਲੇਮ ਕਰਨ ਨਾਲ ਤਾਂ ਰਿਫਾਰਮ ਨਹੀਂ ਹੋਊਗਾ ਐਕਚੁਅਲ ਸ਼ਰਾਈਨਸ ਤਾਂ ਜਿੰਨਾ ਮਹੰਤਾਂ ਦੇ ਕੋਲ ਹੈ ਉਹ ਮਹੰਤ ਜੇ ਕੰਟਰੋਲ ਦੇਣਗੇ ਤਾਂ ਇਹ ਕੰਟਰੋਲ ਕਰਨਗੇ ਨਾ ਬਟ ਮਹੰਤ ਜਿਨ੍ਹਾਂ ਕੋਲ ਪਾਵਰ ਹੈ ਉਹ ਵੋਲੰਟਰੀਲੀ ਕਿਉਂ ਦੇਣਗੇ ਉਹ ਕਹਿੰਦੇ ਅਸੀਂ ਤਾਂ ਨਹੀਂ ਲਾਈਕ ਕਾਫੀ ਪਲੇਸਿਸ ਇੱਦਾਂ ਹੋਇਆ ਕਿ ਅਸੀਂ ਤਾਂ ਨਹੀਂ ਕੰਟਰੋਲ ਦੇਵਾਂਗੇ ਰਾਦਰ ਇਹ ਤਾਂ ਸਾਡੀ ਪ੍ਰਾਈਵੇਟ ਪ੍ਰੋਪਰਟੀ ਹੈ ਐਂਡ ਬ੍ਰਿਟਿਸ਼ ਸਰਕਾਰ ਮਹੰਤਾਂ ਦੀ ਸਪੋਰਟ ਕਰ ਰਹੀ ਹੈ ਤਾਂ ਕਾਫੀ ਲਾਈਕ ਇਨਸੀਡੈਂਟਸ ਹੋਏ ਇਸ ਪੁਆਇੰਟ ਆਫ ਟਾਈਮ 'ਤੇ ਫੋਰ ਐਗਜ਼ਾਮਪਲ ਆਹ ਨਨਕਾਣਾ ਸਾਹਿਬ ਮਸੱਕਰ ਇਸ 'ਚ ਆਲਮੋਸਟ 150 ਅਕਾਲੀਸ ਦਾ ਜੱਥਾ ਹੁਣ ਇਹ ਨਨਕਾਣਾ ਸਾਹਿਬ ਸ਼ਰਾਈਨ ਦੀ ਫੇਮਸ ਗੁਰਦੁਆਰਾ ਉਹਦਾ ਕੰਟਰੋਲ ਲੈਣ ਲਈ ਜਾਂਦੇ ਹੈ ਉੱਥੋਂ ਦਾ ਮਹੰਤ ਵਨ ਆਫ ਦੀ ਵੈਲਦੀਐਸਟ ਪਰਸਨਸ ਆਫ ਦੀ ਰੀਜਨ ਹੁੰਦਾ ਬਿਕੋਜ਼ ਆਫ ਦੀ ਲਾਰਜ ਡੋਨੇਸ਼ਨਸ ਉਹ ਕੰਪਲੀਟਲੀ ਰਿਫਿਊਜ਼ ਕਰ ਦਿੰਦਾ ਰਾਦਰ ਆਪਣੀ ਪ੍ਰਾਈਵੇਟ ਆਰਮੀ ਨਾਲ ਜਿਹੜੇ ਉਹਨਾਂ ਨੇ ਲਾਠੀ ਹਾਲਸ ਰੱਖੇ ਹੁੰਦੇ ਆ ਬੰਦੇ ਰੱਖੇ ਹੁੰਦੇ ਆ ਉਹਨਾਂ ਨਾਲ ਲਾਈਕ ਦੋਜ਼ 150 ਅਕਾਲੀਸ ਦੇ ਵਰ ਕਿਲਡ
violently killed. The peaceful Jatha of Akalis was killed by the private army of the Mahant, and nothing happened. British government just turned a blind eye ki okay, fine. And now the otherwise larger context is also important. 1920 है, नॉन कॉपरेशन मूवमेंट चल रही है. महात्मा गांधी जी ऑल इंडिया ऑर्गेनाइजेशन ऑल इंडिया मूवमेंट ऑर्गेनाइज कर रहे हैं, लेइंग एम्फोसिस ऑन नॉन वायलेंस, लेइंग एम्फोसिस ऑन अहिंसा. एंड इन जनरल ये जी मूवमेंट है इट largely echoed with the national mood, and Akalis at this point of time they remained largely peaceful, and basically the methods that they adopted were those of the passive resistance ਜਿਹੜੇ ਗਾਂਧੀ ਜੀ otherwise ਵੀ preach ਕਰ ਰਹੇ ਸੀਗੇ. not that they were linked with ਗਾਂਧੀ ਜੀ, cause and effect ਦਾ ਕੁਛ ਨਹੀਂ ਹੈਗਾ, but general mood of the nation was such. ਇਸੇ ਤਰ੍ਹਾਂ ਕੀਜ਼ ਅਫੇਅਰ, ਹੁਣ ਗੋਲਡਨ ਟੈਂਪਲ ਦਾ ਜਿਹੜਾ ਮਹੰਤ ਸੀਗਾ ਉਹਦੇ ਤੋਂ ਵਨ ਐਜੀਟੇਸ਼ਨ ਵਾਸ ਗੋਇੰਗ ਆਊਟ ਆਫ ਹੈਂਡ, ਤਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਉਹਦੇ ਤੋਂ ਤੋਸ਼ਖਾਨੇ ਦੀ ਚਾਬੀ ਲੈ ਲਈ, ਉਹਦੇ ਤੋਂ ਹਰਮੰਦਰ ਸਾਹਿਬ ਦੀ ਗੋਲਕ ਦਾ ਕੰਟਰੋਲ ਲੈ ਲਿਆ. ਨਾਓ ਵਾਈ ਸ਼ੁੱਡ ਦੀ ਬ੍ਰਿਟਿਸ਼ ਅਥਾਰਟੀਜ਼ ਕੰਟਰੋਲ ਆ ਕਮਿਊਨਿਟੀ ਸ਼ਰਾਈਨ? ਤਾਂ ਕਾਫੀ ਪ੍ਰੈਸ਼ਰ ਪਾਇਆ ਇਹਨਾਂ ਨੇ, ਪੀਸਫੁਲ ਪ੍ਰੋਟੈਸਟ ਕੀਤੀ, ਕੋਰਟ ਅਰੈਸਟ ਕੀਤੀ ਕਿ ਅਸੀਂ ਤਾਂ ਜੀ ਚਾਬੀਆਂ ਲੈਣੀਆਂ ਵਾਪਸ, ਨਹੀਂ ਤਾਂ ਜਾਂ ਤਾਂ ਸਾਨੂੰ ਦਿਓ ਜਾਂ ਫਿਰ ਸਾਨੂੰ ਅਰੈਸਟ ਕਰ ਲਓ, ਜੇਲ੍ਹ ਭਰੋ, ਅੰਦੋਲਨ ਚੱਲ ਰਹੇ ਹੈ. ਅਲਟੀਮੇਟਲੀ ਦੀ ਬ੍ਰਿਟਿਸ਼ ਗਵਰਨਮੈਂਟ ਹੈਡ ਟੂ ਰਿਲੈਂਟ ਐਂਡ ਦੇ ਹੈਂਡਡ ਓਵਰ ਦੀ ਕੀਜ਼ ਆਫ ਦੀ ਗੋਲਡਨ ਟੈਂਪਲ ਟੂ ਦੀ ਸਿੱਖ ਕਮਿਊਨਿਟੀ. ਇਸੇ ਤਰ੍ਹਾਂ ਗੁਰੂ ਕਾ ਬਾਗ ਮੋਰਚਾ. Now this was a Gurdwara in rather there were two Gurdwaras in Ajnala Tehsil, Amritsar district. ਹੁਣ ਇਹਨਾਂ ਗੁਰਦੁਆਰਿਆਂ ਨਾਲ ਇੱਕ ਬਾਗ ਅਟੈਚ ਸੀਗਾ, ਐਂਡ ਉੱਥੋਂ ਦੀਆਂ ਜਿਹੜੀਆਂ ਟਰੀਜ਼ ਵਗੈਰਾ ਸੀ, ਉੱਥੋਂ ਦੀ ਲੱਕੜ ਵਗੈਰਾ ਯੂਜ਼ ਕੀਤੀ ਜਾਂਦੀ ਸੀਗੀ ਲੰਗਰ ਦੇ ਖਾਣੇ ਲਈ. ਬਟ ਇੱਥੋਂ ਦਾ ਜਿਹੜਾ ਮਹੰਤ ਸੀਗਾ ਇਹ ਕਹਿੰਦਾ ਕਿ ਇਹ ਬਾਗ ਤਾਂ ਜੀ ਮੇਰੀ ਪ੍ਰਾਈਵੇਟ ਪ੍ਰੋਪਰਟੀ ਹੈ, ਰਾਦਰ ਇਹ ਗੁਰਦੁਆਰਾ ਹੀ ਮੇਰੇ ਪ੍ਰਾਈਵੇਟ ਪ੍ਰੋਪਰਟੀ ਹੈ, ਤਾਂ ਲੋਕ ਮੇਰੇ ਬਾਗਾਂ 'ਚੋਂ ਲੱਕੜ ਕਿਵੇਂ ਲੈ ਕੇ ਜਾ ਰਹੇ ਆ ਲੰਗਰ 'ਚ ਯੂਜ਼ ਕਰਨ ਲਈ, ਜਿਹਦਾ ਮੇਰਾ ਪਰਸਨਲ ਲਾਸ ਹੈ. ਐਂਡ ਬ੍ਰਿਟਿਸ਼ ਗਵਰਨਮੈਂਟ ਕਹਿੰਦੀ ਹਾਂਜੀ ਬਿਲਕੁਲ ਗੱਲ ਹੈ, ਪ੍ਰੋਪਰਟੀ ਤਾਂ ਇਹਦੇ ਨਾਮ 'ਤੇ ਰਜਿਸਟਰਡ ਹੈ. ਤਾਂ ਲੋਕ ਇਲੀਗਲੀ ਕ੍ਰਿਮੀਨਲੀ ਟ੍ਰੈਸਪਾਸ ਕਰਦੇ ਪਏ ਆ ਕਿਸੇ ਦੀ ਪ੍ਰਾਈਵੇਟ ਪ੍ਰੋਪਰਟੀ 'ਚ. ਤਾਂ ਦੈਟ ਆਲਸੋ ਬਿਕੇਮ ਅ ਪੁਆਇੰਟ ਆਫ ਐਜੀਟੇਸ਼ਨ. ਅਕਾਲੀ ਜੱਥਾ ਜਾਂਦੇ ਸੀਗੇ, ਉਹ ਕਹਿੰਦੇ ਸੀ ਅਸੀਂ ਤਾਂ ਜੀ ਆਵਾਂਗੇ ਇਸ ਬਾਗ 'ਤੇ, ਕਮਿਊਨਿਟੀ ਦਾ ਬਾਗ ਹੈ. ਉਹ ਕਹਿੰਦੇ ਜੀ ਫਿਰ ਕ੍ਰਿਮੀਨਲ ਟ੍ਰੈਸਪਾਸ ਹੈ, ਅਸੀਂ ਤੁਹਾਨੂੰ ਅਰੈਸਟ ਕਰਾਂਗੇ, ਕਹਿੰਦੇ ਕਰ ਲਓ, ਫਿਰ ਜੇਲ੍ਹ ਭਰੋ, ਅੰਦੋਲਨ ਸਟਾਰਟ ਹੋ ਗਿਆ. ਤਾਂ ਇਸ ਤਰ੍ਹਾਂ ਕਾਫੀ ਸਾਰੇ ਇਵੈਂਟਸ, ਜੈਤੋ ਗੁਰੂ ਕਾ ਬਾਗ ਮੋਰਚਾ, ਇਸੇ ਤਰ੍ਹਾਂ ਜੈਤੋ ਮੋਰਚਾ. ਔਰ ਅਗੇਨ ਹੁਣ ਜੈਤੋ ਮੋਰਚਾ ਦਾ ਮੁੱਦਾ ਕੀ ਸੀਗਾ ਕਿ ਵਨ ਆਫ ਦੀ ਰੂਲਰਸ ਆਫ ਅ ਪ੍ਰਿੰਸਲੀ ਸਟੇਟ ਨਾਭਾ ਦੇ ਜਿਹੜੇ ਰੂਲਰ ਸੀ ਰਿਪੂ ਦਮਨ ਸਿੰਘ, ਇਹ ਹੀ ਵਾਜ਼ ਅ ਪ੍ਰੋ ਅਕਾਲੀ ਮੂਵਮੈਂਟ, ਪ੍ਰੋ ਅਕਾਲੀ ਰੂਲਰ. Because he was a supporter of Akalis, he was financially and morally supporting the cause of Akalis during the Guru Ka Bagh Morcha. ਤਾਂ ਬ੍ਰਿਟਿਸ਼ ਗਵਰਨਮੈਂਟ ਨੇ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਫੋਰਸ ਕੀਤਾ ਕਿ ਤੂੰ ਗੱਦੀ ਛੱਡ ਦੇ, ਨਹੀਂ ਤਾਂ ਅਸੀਂ ਤੇਰੇ ਅਗੇਂਸਟ ਐਕਸ਼ਨ ਲੈ ਲਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ. ਉਹਨੂੰ ਮਜਬੂਰ ਕੀਤਾ ਕਿ ਉਹ ਗੱਦੀ ਛੱਡ ਦੇ, ਆਪਦੇ ਬੇਟੇ ਨੂੰ ਟ੍ਰਾਂਸਫਰ ਕਰ ਦੇ ਥਰੋਨ. ਉਹ ਮਜਬੂਰਨ ਕਰ ਦਿੰਦਾ. ਬਟ ਇਨ ਰਿਸਪੌਂਸ ਟੂ ਦਿਸ ਸਿਚੁਏਸ਼ਨ ਇੱਕ ਹੋਰ ਮੋਰਚਾ ਔਰਗਨਾਈਜ਼ ਕੀਤਾ ਜਾਂਦਾ, ਜੈਤੋ ਮੋਰਚਾ. Again, the British tried to prevent any misendeavor. What Sikhs were doing, they were simply organized ਅਖੰਡ ਪਾਠ ਆਪਾਂ ਰੱਖ ਲਿਆ, but the British authorities ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਖੰਡ ਪਾਠ ਨੂੰ ਇੰਟਰਪਟ ਕੀਤਾ ਜਾਵੇ, ਜਿਹੜੇ ਅਕਾਲੀ ਦਲ ਦੇ ਲੀਡਰਸ ਹੈ ਉਹਨਾਂ ਨੂੰ ਅਰੈਸਟ ਕੀਤਾ ਜਾਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ 175 ਮੈਂਬਰਸ ਹੈ ਉਹਨਾਂ ਨੂੰ ਅਰੈਸਟ ਕੀਤਾ ਜਾਵੇ. ਤਾਂ ਕਾਫੀ ਉਹਨਾਂ ਨੇ ਹੈਵੀ ਹੈਂਡ ਨਾਲ ਸਿਚੁਏਸ਼ਨ ਨੂੰ ਡੀਲ ਕਰਨ ਦੀ ਕੋਸ਼ਿਸ਼ ਕੀਤੀ. ਔਨ ਦੀ ਅਦਰ ਹੈਂਡ ਆਪਾਂ ਔਰਗਨਾਈਜ਼ ਕੀਤਾ ਸੀਗਾ ਸਿਰਫ ਇੱਕ ਅਖੰਡ ਪਾਠ. ਨਾਓ ਯੂ ਸੀ ਹਾਊ ਦੀ ਸਿਚੁਏਸ਼ਨ ਵਾਜ਼ ਬੀਇੰਗ ਡੈਲਟ ਵਿਦ ਬਾਈ ਦੀ ਅਥਾਰਟੀਜ਼. ਤਾਂ ਇਸ ਕੰਟੈਕਸਟ ਅਲਟੀਮੇਟਲੀ ਜਦੋਂ ਹੁੰਦਾ ਰਿਹਾ, ਆਪਾਂ ਰਿਲੈਂਟ ਨਹੀਂ ਕੀਤਾ. ਅਲਟੀਮੇਟਲੀ 1925 ਗਵਰਨਮੈਂਟ ਹੈਡ ਟੂ ਗਿਵ ਇਨ and they passed the Sikh Gurdwaras Act 1925. Under this, the Shromani Gurdwara Prabandhak Committee, it was SGPC, it was recognized as the body to control the administration of the Sikh shrines, to control the administration of the Sikh Gurdwaras. ਹੁਣ ਬੇਸਿਕਲੀ ਤਾਂ ਇਹ ਦੋ ਮੇਨ ਮੂਵਮੈਂਟ ਹੈ, ਸਿੰਘ ਸਭਾ ਮੂਵਮੈਂਟ ਐਂਡ ਦੀ ਗੁਰਦੁਆਰਾ ਰਿਫਾਰਮ ਮੂਵਮੈਂਟ. ਬਸ ਇਸੇ ਹੁਣ ਗੁਰਦੁਆਰਾ ਰਿਫਾਰਮ ਮੂਵਮੈਂਟ ਦੇ ਨਾਲ ਹੀ ਰਿਲੇਟਡ ਇੱਕ ਟੌਪਿਕ ਹੈ ਬੱਬਰ ਅਕਾਲੀ ਮੂਵਮੈਂਟ.
ਵਾਈਲ ਇਹ ਜਿਹੜੀ ਪੂਰੀ ਗੁਰਦੁਆਰਾ ਰਿਫਾਰਮ ਮੂਵਮੈਂਟ ਸੀਗੀ ਪੀਸਫੁਲੀ ਕੰਡਕਟ ਕੀਤੀ ਗਈ ਹੈ, ਨੋਨ ਵਾਇਲੈਂਟ ਤਰੀਕਿਆਂ ਨਾਲ ਅਹਿੰਸਾ ਨੂੰ ਅੱਗੇ ਰੱਖਦੇ ਹੋਏ ਕੰਡਕਟ ਕੀਤੀ ਗਈ ਹੈ। ਬਟ ਅ ਸੈਕਸ਼ਨ ਆਫ ਸਿੱਖ ਲੀਡਰਸ particularly the youth, they were like not satisfied with the approach. They said ke like why so non-violence, we should like if the British is dealing with us in such a unjust manner ਤਾਂ ਆਪਾਂ ਵੀ ਬ੍ਰਿਟਿਸ਼ ਦੇ ਅਗੇਂਸਟ ਵਾਇਲੈਂਸ ਦਾ ਇਸਤੇਮਾਲ ਕਰੀਏ, ਉਹਨਾਂ ਦੇ ਜਿਹੜੇ ਆਫੀਸ਼ੀਅਲਸ ਆਪਣੇ ਤੇ ਐਕਸ਼ਨ ਲੈ ਰਹੇ ਆ ਉਹਨਾਂ ਆਫੀਸ਼ੀਅਲਸ ਨੂੰ ਅਸੈਸੀਨੇਟ ਵਗੈਰਾ ਕਰੀਏ। ਅਗੇਨ ਨਾਓ ਦੀ ਨੈਸ਼ਨਲ ਕੰਟੈਕਸਟ ਇਜ਼ ਇੰਪੋਰਟੈਂਟ, 1920s ਦਾ ਟਾਈਮ ਚੱਲ ਰਿਹਾ। ਨੌਨ ਕੋਆਪਰੇਸ਼ਨ ਦੀ ਸਸਪੈਂਸ਼ਨ ਤੋਂ ਬਾਅਦ ਇਨ ਜਨਰਲ ਦੇਰ ਵਾਸ ਰਾਈਜ਼ ਆਫ ਰੈਵੋਲੂਸ਼ਨਰੀ ਐਕਟੀਵਿਟੀਜ਼। ਤਾਂ ਇੱਥੇ ਵੀ ਇਹਨਾਂ ਨੇ ਲਾਈਕ ਬੱਬਰ ਅਕਾਲੀਸ ਨੇ they were the ones who supported the use of violence against the oppressive British officials। ਤਾਂ ਇਸ ਕੰਟੈਕਸਟ 'ਚ ਦੋ ਇੰਪੋਰਟੈਂਟ ਲੀਡਰਸ ਦਾ ਤੁਸੀਂ ਨਾਮ ਯਾਦ ਰੱਖਣਾ ਬੱਬਰ ਅਕਾਲੀ ਮੂਵਮੈਂਟ ਦੇ ਕੰਟੈਕਸਟ 'ਚ, ਮਾਸਟਰ ਮੋਤਾ ਸਿੰਘ ਐਂਡ ਕਿਸ਼ਨ ਸਿੰਘ ਗਰਗੱਜ। ਬਟ ਇਨ ਦਿਸ ਕੰਟੈਕਸਟ ਅਗੇਨ ਉਹੀ ਹੋਇਆ ਜੋ ਸੈਕਿੰਡ ਫੇਜ਼ ਆਫ ਰੈਵੋਲੂਸ਼ਨਰੀਜ਼ ਦੇ ਨਾਲ ਹੋਇਆ। ਬ੍ਰਿਟਿਸ਼ ਗਵਰਨਮੈਂਟ ਨੇ ਬਹੁਤ ਹੈਵੀ ਹੈਂਡ ਨਾਲ ਡੀਲ ਕੀਤਾ, ਆਪਣੇ ਸਪਾਈਜ਼ ਇੰਟੈਲੀਜੈਂਸ ਨੈਟਵਰਕ ਸਾਰੇ ਆਰਗੇਨਾਈਜੇਸ਼ਨਸ ਇਹਨਾਂ ਨੇ ਰੱਖਿਆ ਹੋਇਆ ਸੀਗਾ। ਦੈਟ ਅਲਟੀਮੇਟਲੀ ਲੈਡ ਟੂ ਅਰੈਸਟ ਆਫ ਦੀ ਲੀਡਰਸ ਐਂਡ ਮੈਨੀ ਆਫ them were given long sentences and many of them were executed also, though several of whom they were hanged in 1926. Then we have the Punjab Riyasati Praja Mandal। ਪੰਜਾਬ ਦੀਆਂ ਪ੍ਰਿੰਸਲੀ ਸਟੇਟਸ 'ਚ ਜਿਹੜੇ ਲੋਕਾਂ ਨੇ ਆਪਣੀ ਰਾਈਟਸ ਲਈ ਐਂਡ ਇੰਡੀਪੈਂਡੈਂਸ ਲਈ ਮੂਵਮੈਂਟ ਆਰਗੇਨਾਈਜ਼ ਕੀਤੀ, ਦੈਟ ਇਜ਼ ਦੀ ਪੰਜਾਬ ਰਿਆਸਤੀ ਪ੍ਰਜਾ ਮੰਡਲ। ਇਨ ਜਨਰਲ ਪ੍ਰਿੰਸਲੀ ਸਟੇਟਸ 'ਚ ਪ੍ਰਜਾ ਮੰਡਲਸ ਕੇਮ ਇਨਟੂ ਐਗਜ਼ਿਸਟੈਂਸ ਇਨ ਡਿਫਰੈਂਟ ਪਾਰਟਸ ਆਫ ਇੰਡੀਆ। ਪੰਜਾਬ ਦੇ ਕੇਸ 'ਚ ਪੰਜਾਬ ਰਿਆਸਤੀ ਪ੍ਰਜਾ ਮੰਡਲ ਇਸਟੈਬਲਿਸ਼ ਕੀਤਾ ਗਿਆ ਇਹ 1928 ਮਾਨਸਾ 'ਚ। ਐਟ ਦੈਟ ਪੁਆਇੰਟ ਆਫ ਟਾਈਮ ਇਟ ਵਾਜ਼ ਅੰਡਰ ਦੀ ਪਟਿਆਲਾ ਸਟੇਟ। ਸੇਵਾ ਸਿੰਘ ਠੀਕਰੀਵਾਲਾ and was his first president, and Bhagwan Singh Longowaliya as the first general secretary। And like but most important name ਜਿਹੜਾ ਤੁਸੀਂ ਇਸ ਕੰਟੈਕਸਟ 'ਚ ਯਾਦ ਰੱਖਣਾ ਹੈ ਮਾਸਟਰ ਤਾਰਾ ਸਿੰਘ। Eventually also he would play a very important role during the like partition negotiations as well as during the eventual post independence politics of Punjab। ਤਾਂ ਸੇਵਾ ਸਿੰਘ ਠੀਕਰੀਵਾਲਾ, ਭਗਵਾਨ ਸਿੰਘ ਲੌਂਗੋਵਾਲੀਆ ਐਂਡ ਮਾਸਟਰ ਤਾਰਾ ਸਿੰਘ। ਮੇਨ ਜਿਹੜਾ ਇਹਨਾਂ ਦਾ ਏਜੰਡਾ ਸੀਗਾ ਪਹਿਲਾਂ ਤਾਂ ਲਾਈਕ ਇਹ ਕਹਿੰਦੇ ਜਿਹੜੇ ਰਾਈਟਸ ਬ੍ਰਿਟਿਸ਼ ਇੰਡੀਆ ਨੇ ਇੰਡੀਆ ਦੇ ਸਬਜੈਕਟ ਪੋਪੂਲੇਸ਼ਨ ਨੂੰ ਦਿੱਤੇ ਹੋਏ ਹੈ, ਘੱਟੋ ਘੱਟ ਉਨੇ ਰਾਈਟਸ ਤਾਂ ਪਟਿਆਲਾ ਦੀਆਂ ਜਾਂ ਇੰਡੀਅਨ ਸਟੇਟਸ ਦੇ ਜਿਹੜੇ ਰੂਲਰਸ ਹੈ ਉਹ ਇੰਡੀਆ ਦੇ ਲੋਕਾਂ ਨੂੰ ਦੇਣ। ਤੁਸੀਂ ਬ੍ਰਿਟਿਸ਼ ਇੰਡੀਆ ਨਾਲੋਂ ਵੀ ਮਾੜੀ ਸਿਚੁਏਸ਼ਨ ਰੱਖੀ ਹੋਈ ਹੈ। ਤਾਂ ਲਾਈਕ ਵਨ ਆਫ ਦੀ ਮੇਨ ਏਜੰਡਾਸ ਵਾਸ ਪ੍ਰੋਟੈਕਸ਼ਨ ਆਫ ਰਾਈਟਸ ਐਂਡ ਲਿਬਰਟੀਜ਼ ਆਫ ਦੀ ਪੀਪਲ। then setting up of representative institutions ਕਿ ਥੋੜੀ ਬਹੁਤ ਡੈਮੋਕ੍ਰੇਸੀ ਇੰਟਰੋਡਿਊਸ ਕਰੋ। ਉਹਨਾਂ ਨੇ ਵੀ ਲਾਈਕ ਬ੍ਰਿਟਿਸ਼ ਸਰਕਾਰ ਨੇ ਵੀ ਇੰਡੀਆ 'ਚ ਮਾੜੀ ਮੋਟੀ ਡੈਮੋਕ੍ਰੇਸੀ ਇੰਟਰੋਡਿਊਸ ਕਰਤੀ ਹੈ, ਕੌਂਸਲਸ ਇੰਟਰੋਡਿਊਸ ਕਰਤੇ ਹੈ ਐਂਡ ਇੰਡੀਅਨਾਈਜੇਸ਼ਨ ਇੰਟਰੋਡਿਊਸ ਕਰਤੀ ਹੈ। ਤੁਸੀਂ ਵੀ ਥੋੜੀ ਬਹੁਤ ਡੈਮੋਕ੍ਰੇਸੀ ਲੈ ਆਓ ਐਂਡ ਇੰਪਰੂਵਮੈਂਟ ਇਨ ਦੀ ਕੰਡੀਸ਼ਨ ਆਫ ਪੈਜ਼ੈਂਟਸ। ਤਾਂ ਆਫ ਕੋਰਸ ਲਾਈਕ ਦੀ ਰੂਲਰਸ ਦੇ ਵਰ ਨਾਟ ਫਰੈਂਡਲੀ ਵਿਦ ਦਿਸ ਥਿੰਗ ਐਂਡ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਉਹਨਾਂ ਦੇ ਹੱਥੋਂ ਪਾਵਰ ਜਾ ਰਹੀ ਹੈ। ਤਾਂ ਉਹਨਾਂ ਨੇ ਬਹੁਤ ਹੈਵੀ ਹੈਂਡ ਨੇ ਨਾਲ ਬਹੁਤ ਲਾਈਕ ਸਟੇਟ ਦੀ ਆਰਮਡ ਫੋਰਸਿਸ ਦਾ ਇਸਤੇਮਾਲ ਕਰਕੇ ਇਹਨਾਂ ਮੂਵਮੈਂਟਸ ਨੂੰ ਸਪਰੈਸ ਕਰਨ ਦੀ ਕੋਸ਼ਿਸ਼ ਕੀਤੀ। ਬਟ ਅਲਟੀਮੇਟਲੀ ਚੱਲਦੀਆਂ ਰਹੀਆਂ ਇਹ ਵਾਲੀਆਂ ਮੂਵਮੈਂਟ। ਕਾਂਗਰਸ ਨੇ ਵੀ ਲਾਈਕ ਸਟਾਰਟਿੰਗ 'ਚ ਤਾਂ ਕਾਂਗਰਸ ਨੇ ਥੋੜ੍ਹਾ ਜਿਹਾ ਪੱਲਾ ਝਾੜਤਾ ਸੀਗਾ ਪੂਰੇ ਆਲ ਓਵਰ ਇੰਡੀਆ ਹੀ। ਬਟ ਇਵੈਂਚੁਅਲੀ 1938 ਔਨਵਰਡਸ ਕਾਂਗਰਸ ਨੇ ਵੀ ਐਕਟਿਵਲੀ ਪ੍ਰਜਾ ਮੰਡਲਸ ਨੂੰ ਸਪੋਰਟ ਕਰਨਾ ਸਟਾਰਟ ਕਰਤਾ ਸੀ ਆਲ ਓਵਰ ਇੰਡੀਆ। ਐਂਡ ਐਜ਼ ਅ ਰਿਜ਼ਲਟ ਆਫ ਦੈਟ 1947 'ਚ ਇੰਡੀਆ ਇੰਡੀਪੈਂਡੈਂਸ ਹੋਇਆ। ਐਂਡ ਜਿਹੜੀ ਪੰਜਾਬ ਵਾਲੀਆਂ ਜਿਹੜੀਆਂ ਸਟੇਟ ਸੀਗੀਆਂ ਆਪਾਂ ਅੱਜ ਹੀ ਕੀਤਾ ਕਿ ਦੇ ਵਰ ਇਨਕੋਰਪੋਰੇਟਡ ਇਨਟੂ ਪੰਜਾਬ, ਦੇ ਵਰ ਇਨਕੋਰਪੋਰੇਟਡ ਇਨਟੂ ਇੰਡੀਆ ਐਜ਼ ਪੈਪਸੂ ਸਟੇਟ। ਵਿਦ ਦੈਟ ਪ੍ਰਜਾ ਮੰਡਲ ਦਾ ਰੈਸ਼ਨਲ ਖਤਮ ਹੋ ਗਿਆ ਐਂਡ ਇਟ ਲੈਪਸਡ। ਤਾਂ ਦਿਸ ਇਜ਼ ਆਲ ਐਜ਼ ਫਾਰ ਐਜ਼ ਯੋਰ ਐਂਟਾਇਰ ਪੰਜਾਬ ਵਾਲਾ ਪੋਰਸ਼ਨ ਇਜ਼ ਕੰਸਰਨ। ਹੁਣ ਇਸ 'ਚ ਇੱਕ ਫੈਕਚੁਅਲ ਪੋਰਸ਼ਨ ਤੁਹਾਡਾ ਕਲਚਰ ਆਫ ਪੰਜਾਬ ਰਹਿ ਗਿਆ, ਇਹ ਤੁਸੀਂ ਨੋਟਸ ਤੋਂ ਪੜ੍ਹ ਲੈਣਾ। ਬੇਸਿਕਲੀ ਉਸ 'ਚ ਕੀ ਡਾਂਸ ਫਾਰਮਸ ਆਫ ਪੰਜਾਬ ਦੀ ਇੰਪੋਰਟੈਂਟ ਬੁੱਕਸ, ਇੰਪੋਰਟੈਂਟ ਰਾਈਟਰਸ ਇੱਦਾਂ ਦਾ ਲਾਈਕ ਪਿਓਰਲੀ ਫੈਕਚੁਅਲ ਪੋਰਸ਼ਨ ਤੋਂ ਇਲਾਵਾ ਤੁਹਾਡਾ ਜਿੰਨਾ ਪੰਜਾਬ ਵਾਲਾ ਪੋਰਸ਼ਨ ਆਪਾਂ ਕਰਨਾ ਸੀਗਾ ਉਹ ਆਪਣਾ ਕੰਪਲੀਟ ਹੁੰਦਾ ਹੈ। ਅੱਜ ਦੀ ਲੰਬੀ ਸਾਰੀ ਕਲਾਸ 'ਚ ਆਪਾਂ
geography of Punjab, environment related facts of Punjab, the administration related aspects of Punjab, then the history of Punjab starting with Sikhism, moving on to the Dal Khalsa period, the Sikh Empire, the British period, the reform movements, ਇਹ ਸਾਰਾ ਪੋਰਸ਼ਨ ਕਵਰ ਕੀਤਾ। ਦੈਨ ਵਿੱਚ ਆਪਾਂ ਇੰਡੀਪੈਂਡੈਂਸ ਤੋਂ ਬਾਅਦ ਪੰਜਾਬ 'ਚ ਪੋਲੀਟਿਕਸ ਕਿਵੇਂ ਡਿਵੈਲਪ ਹੋਈਆਂ ਆਪਾਂ ਉਹ ਵੀ ਕਵਰ ਕੀਤਾ। ਸੋ ਦੈਟ ਇਜ਼ ਆਲ ਐਜ਼ ਫਾਰ ਐਜ਼ ਯੋਰ ਟੂਡੇਜ਼ ਕਲਾਸ ਇਜ਼ ਕੰਸਰਨਡ। ਐਂਡ ਸੰਡੇ ਵਾਲੇ ਟੈਸਟ ਲਈ ਮੈਂ ਅਗੇਨ ਤੁਹਾਨੂੰ ਇਨਕਰੇਜ ਕਰਨਾ ਚਾਹੁੰਦਾ ਹੈ ਕਿ ਸੈਟਰਡੇ ਸੰਡੇ ਨੂੰ 31 ਅਕਤੂਬਰ ਨੂੰ GS ਦਾ ਟੈਸਟ ਹੈ, 1 ਨਵੰਬਰ ਨੂੰ ਤੁਹਾਡਾ CSET ਦਾ ਟੈਸਟ ਹੈ। ਉਹਦੇ ਲਈ ਕਮਰ ਕੱਸ ਲਓ, ਤਿਆਰੀ ਜਿਹੜੀ ਕੀਤੀ ਹੋਈ ਹੈ ਉਹਨੂੰ ਕੰਸੋਲੀਡੇਟ ਕਰੋ, ਰਿਵਾਈਜ਼ ਕਰੋ ਐਂਡ ਵਧੀਆ ਪਰਫਾਰਮ ਕਰੋ। ਦੈਟਸ ਆਲ ਐਜ਼ ਫਾਰ ਐਜ਼ ਟੂਡੇਜ਼ ਕਲਾਸ ਇਜ਼ ਕੰਸਰਨਡ। ਥੈਂਕ ਯੂ ਫॉर bearing me for so long and enjoy and all the best. Thank you.